ਭਾਵੇਂ ਭਾਰਤ ਦੇ ਵਿੱਚ ਸ਼ਾਮਾਂ ਨੇ ਰਾਤ ਪੈ ਚੁੱਕੀ ਹੈ ਪਰ ਸੱਚੀ ਮੁੱਚੀ ਉੱਥੋਂ ਲਈ ਇੱਕ ਨਵੀਂ ਸਵੇਰ ਵਰਗਾ ਮਾਹੌਲ ਹੈ। ਨਵੀਂ ਸਵੇਰ ਕਿਉਂ ਹੈ ਤੁਸੀਂ ਸਭ ਜਾਣਦੇ ਹੋ। 3 ਖੇਤੀਬਾੜੀ ਦੇ ਨਾਲ ਸਿੱਧੇ ਅਸਿੱਧੇ ਸੰਬੰਧਿਤ ਆਰਡੀਨੈਂਸ ਬਿੱਲ ਦੇ ਰੂਪ ਚ ਬਦਲੇ, ਬਿੱਲ ਨੂੰ ਕਾਨੂੰਨਾਂ ਦਾ ਰੂਪ ਦੇਣ ਦਾ ਯਤਨ ਵਾਇਆ ਪਾਰਲੀਮੈਂਟ। ਹੁਣ ਪਾਰਲੀਮੈਂਟ ਤੋਂ ਬਾਅਦ ਪ੍ਰੈਜ਼ੀਡੈਂਟ ਆਫ ਇੰਡੀਆ ਯਾਨੀ ਕਿ ਭਾਰਤ ਦੇ ਰਾਸ਼ਟਰਪਤੀ ਦੇ ਟੇਬਲ ਦੇ ਉੱਤੇ ਉਹ ਤਿੰਨੋਂ ਫਾਈਲਾਂ ਪਈਆਂ ਨੇ। ਅਜੇ ਤੱਕ ਸਾਡੇ ਕੋਲੇ ਕੋਈ ਪੁਖਤਾ ਜਾਣਕਾਰੀ ਨਹੀਂ, ਸਰਕਾਰੀ ਪੱਧਰ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਇਲਮ ਨਹੀਂ ਕਿ ਰਾਸ਼ਟਰਪਤੀ ਸਾਹਿਬ ਨੇ ਉਹਨਾਂ 3 ਬਿੱਲਾਂ ਨੂੰ ਕਾਨੂੰਨਾਂ ਦਾ ਰੂਪ ਦੇਣ ਦੇ ਲਈ ਆਪਣੇ ਦਸਤਖਤ ਕਰ ਦਿੱਤੇ ਨੇ ਜਾਂ ਨਹੀਂ। ਪਰ ਇਹਨਾਂ ਬਿੱਲਾਂ ਨੂੰ ਕਾਨੂੰਨ ਦੇ ਰੂਪ ਦੇ ਵਿੱਚ ਤਬਦੀਲ ਹੋਣ ਤੋਂ ਰੋਕਣ ਦੇ ਲਈ 5 ਸੂਬਿਆਂ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਸੀ, ਜਿਸ ਦਾ ਸਿਖਰ ਤੁਹਾਡੇ ਆਪਣੇ ਸੂਬੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ। ਬੰਦ ਕਿਹੋ ਜਿਹਾ ਰਿਹਾ, ਕਿਸਾਨ ਕਿੰਨੇ ਕੁ ਸੜਕਾਂ ਤੇ ਆਏ, ਸਿਆਸੀ ਪਾਰਟੀਆਂ ਦਾ ਮਾਹੌਲ ਕੀ ਰਿਹਾ, ਸਾਡੇ ਕਲਾਕਾਰ ਕੀ ਕਰਦੇ ਰਹੇ, ਇਸ ਸਾਰੇ ਦਿਨ ਦੀ ਇੱਕ ਮਿੰਟ ਦੀ ਪੰਜਾਬ ਦੇ ਇੱਕ ਕੋਨੇ ਦੀ ਕਵਰੇਜ ਲੈ ਕੇ ਅੱਜ ਦੇ ਇਸ ਪ੍ਰਾਈਮ ਸਵੇਰ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਬਰੂਹਾਂ ਦੇ ਉੱਤੇ ਹਾਜ਼ਰ ਹੋਏ ਆ ਤੇ ਮੇਰੇ ਨਾਲ ਨੇ ਜੋਗਰਾਜ ਸਿੰਘ ਕਾਲੋ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਟ ਸਾਹਿਬ, ਬਹੁਤ ਧੰਨਵਾਦ ਸਾਰੇ ਪੰਜਾਬ ਦੇ ਉਹਨਾਂ ਵਾਸੀਆਂ ਦਾ ਜਿਨ੍ਹਾਂ ਅੱਜ ਆਪਣੀ ਹਾਜ਼ਰੀ ਲਵਾ ਕੇ ਪੂਰੇ ਪੰਜਾਬ ਭਰ ਚ ਵਿਸ਼ਵ ਚ ਬੈਠੇ ਪੰਜਾਬੀਆਂ ਨੂੰ ਇੱਕ ਬੜੀ ਤਸੱਲੀ ਬਖਸ਼ੀ ਹੈ ਜੀ। ਬਿਲਕੁਲ ਕਾਲੋ ਸਾਹਿਬ, ਇਹ ਆਪਣੇ ਆਪ ਦੇ ਵਿੱਚ ਤਸੱਲੀ ਵਾਲੀ ਗੱਲ ਹੈ ਕਿਉਂਕਿ ਇੱਕ ਬਹੁਤ ਵੱਡਾ ਜਿਹੜਾ ਖਦਸ਼ਾ ਸੀ ਕਿ ਇਹ ਸੰਘਰਸ਼ ਲੀਹੋਂ ਨਾ ਉਤਰੇ, ਰਾਹੋਂ ਕੁਰਾਹੇ ਨਾ ਪਵੇ, ਇਹਦੇ ਵਿੱਚ ਕੋਈ ਮਾੜੀ ਮੋਟੀ ਹਿਲਜੁਲ ਨਾ ਹੋਵੇ, ਇਹਦੇ ਵਿੱਚ ਕੋਈ ਕਿਸੇ ਦੇ ਗਲ ਨਾ ਪਵੇ, ਕਿਉਂਕਿ ਤਾਕਤਾਂ ਬਹੁਤ ਸਾਰੀਆਂ ਹੁੰਦੀਆਂ ਪਰ ਪੰਜਾਬੀਆਂ ਨੇ ਇਸ ਗੱਲੋਂ ਸਾਰਿਆਂ ਦਾ ਮਾਣ ਰੱਖਿਆ ਕਿ ਭਾਈ ਸ਼ਾਂਤੀ ਪੂਰਵਕ ਸਾਰਾ ਕੁਝ ਜਿਹੜਾ ਉਹ ਨਿਪੜੇ ਚੜ ਗਿਆ ਜੀ। ਹੁਣ ਇਹ ਜਿਹੜਾ ਸੰਘਰਸ਼ ਹੈ ਇਹ ਤੁਹਾਡਾ, ਸਾਡਾ, ਪੰਜਾਬ ਦਾ, ਪੰਜਾਬੀਆਂ ਦਾ, ਖੇਤਾਂ ਦਾ, ਸਾਰਿਆਂ ਦਾ ਸਾਂਝਾ ਸੰਘਰਸ਼ ਸੀ। ਕਿੰਨੇ ਕੁ ਨੌਜਵਾਨ ਆਏ, ਕਿੰਨੇ ਕੁ ਪੜ੍ਹੇ ਲਿਖੇ ਆਏ, ਕਿੰਨੇ ਕੁ ਕਿਸਾਨ ਆਏ, ਅਗਲਾ ਪ੍ਰੋਗਰਾਮ ਕੀ, ਹਾਲਾਤ ਕੀ ਬਣੇ, ਹਰ ਇੱਕ ਮੁੱਦੇ ਦੇ ਉੱਤੇ ਗਰਾਊਂਡ ਜ਼ੀਰੋ ਤੋਂ ਤੁਹਾਡੇ ਨਾਲ ਚਰਚਾ ਕਰਨੀ ਹੈ। ਬਠਿੰਡੇ ਕੀ ਹੋਇਆ, ਨਾਭੇ ਕੀ ਹੋਇਆ, ਪਟਿਆਲੇ ਕੀ ਹੋਇਆ, ਸ਼ੰਭੂ ਬਾਰਡਰ ਤੇ ਕੀ ਹੋਇਆ, ਅੰਮ੍ਰਿਤਸਰ 'ਚ ਕੀ ਹੋਇਆ, ਜਲੰਧਰ ਦੇ ਵਿੱਚ ਕੀ ਹੋਇਆ, ਕਈ ਪਿੰਡਾਂ ਦੇ ਵਿੱਚ ਕੀ ਹੋਇਆ, ਕਿਹੜਾ ਕਲਾਕਾਰ ਕੀ ਆਂਦਾ ਹੈ, ਕਿਸਾਨਾਂ ਦੇ ਲੀਡਰ ਕੀ ਕਹਿੰਦੇ ਨੇ, ਆਮ ਬੰਦਾ ਕੀ ਕਹਿੰਦਾ, ਯੂਨੀਵਰਸਿਟੀਆਂ ਦੇ ਵਿਦਿਆਰਥੀ ਇਸ ਸੰਘਰਸ਼ ਦੇ ਬਾਰੇ ਕੀ ਸੋਚਦੇ ਆ। ਪਰ ਲੰਬੇ ਸਮੇਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਉਹ ਇਕਜੁੱਟਤਾ ਨਜ਼ਰ ਆਈ। ਅਜੇ ਤੱਕ ਸਾਡੇ ਕੋਲੇ ਕੋਈ ਖਬਰ ਨਹੀਂ ਕਿ ਇੱਕ ਵੀ ਦੁਕਾਨ ਕਹਿ ਕੇ ਬੰਦ ਕਰਾਉਣੀ ਪਈ ਹੋਵੇ ਕਿ ਭਾਈ ਸ਼ਟਰ ਸੁੱਟ, ਨਹੀਂ ਤਾਂ ਇੱਕ ਧਿਰ ਕਹਿੰਦੀ ਹੁੰਦੀ ਹੈ ਕਿ ਪੰਜਾਬ ਬੰਦ ਰੱਖਣਾ, ਉਹਨਾਂ ਨੂੰ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਕਾਫਲੇ ਲੈ ਕੇ ਬੰਦ ਕਰਾਉਣੀਆਂ ਪੈਂਦੀਆਂ ਹੁੰਦੀਆਂ ਦੁਕਾਨਾਂ। ਪਰ ਐਤਕੀ ਇਦਾਂ ਨਹੀਂ ਹੋਇਆ, ਐਤਕੀ ਦੁਕਾਨਾਂ ਆਪ ਮੁਹਾਰੇ ਬੰਦ ਹੋਈਆਂ। ਜੇ ਕੋਈ ਵਿਰਲੀ ਟਾਮੀ ਖੁੱਲੀ ਸੀ ਜ਼ਰੂਰੀ ਵਸਤਾਂ ਵਾਲੀ ਤਾਂ ਕੋਈ ਗੱਲ ਨਹੀਂ, ਉਹਨੂੰ ਕਿਸੇ ਨੇ ਬੰਦ ਕਰਾਉਣ ਦਾ ਯਤਨ ਵੀ ਨਹੀਂ ਕੀਤਾ। ਪੰਜਾਬ ਦੇ ਖੇਤ, ਪੰਜਾਬ ਦੀ ਫਸਲ, ਪੰਜਾਬ ਦੀ ਆਰਥਿਕਤਾ ਬਚਾਉਣ ਦੀ ਇਹ ਲੜਾਈ ਲੋਕਾਂ ਨੇ ਰਲ ਮਿਲ ਕੇ ਸ਼ਾਂਤੀਪੂਰਵਕ ਤਰਕ ਦੇ ਸਹਾਰੇ ਲੜਨ ਦਾ ਯਤਨ ਕੀਤਾ। ਇਹ ਲੜਾਈ, ਇਹ ਸਟਰਗਲ, ਇਹ ਸੰਘਰਸ਼, ਇਹ ਪ੍ਰਕਿਰਿਆ, ਇਹ ਪ੍ਰੋਸੈਸ ਜਾਰੀ ਹੈ। ਮਨਪ੍ਰੀਤ ਟਿਵਾਣਾ ਬਹੁਤ ਵੱਡਾ ਸ਼ਾਇਰ ਹੈ। ਮਨਪ੍ਰੀਤ ਟਿਵਾਣੇ ਨੇ ਲਿਖਿਆ, ਖੇਤਾਂ ਦੇ ਪੁੱਤ ਜਾਗ ਪਏ ਨੇ, ਖੇਤਾਂ ਦੇ ਪੁੱਤ ਜਾਗ ਪਏ ਨੇ, ਛਿੜ ਜਦ ਪੁੱਠੇ ਰਾਗ ਪਏ ਨੇ, ਗੰਨੇ ਗੰਨੇ ਚੁੱਕ ਲੈ ਜਾਣਾ ਹੈ, ਸਾਡੇ ਪੱਲੇ ਆਗ ਪਏ ਨੇ, ਖੇਤਾਂ ਦੇ ਪੁੱਤ ਜਾਗ ਪਏ ਨੇ। ਸਾਡੇ ਦਿਲ ਵਿੱਚ ਰਿੱਝਦੀਆਂ ਰੀਝਾਂ, ਸਾਡੇ ਦਿਲ ਵਿੱਚ ਰਿੱਝਦੀਆਂ ਰੀਝਾਂ, ਥੋੜੇ ਰਿੱਝਦੇ ਸਾਗ ਪਏ ਨੇ, ਖੇਤਾਂ ਦੇ ਪੁੱਤ ਜਾਗ ਪਏ ਨੇ। ਲਾਗ ਨਹੀਂ ਲੈਣਾ ਕੀਮਤ ਲੈਣੀ, ਲਾਗ ਨਹੀਂ ਲੈਣਾ ਕੀਮਤ ਲੈਣੀ, ਆ ਚੱਕ ਤੇਰੇ ਲਾਗ ਪਏ ਨੇ, ਖੇਤਾਂ ਦੇ ਪੁੱਤ ਜਾਗ ਪਏ ਨੇ। ਤੂੰ ਫੱਟ ਲਾ ਕੇ ਭੁੱਲ ਕਿਉਂ ਜਾਣਾ, ਤੂੰ ਫੱਟ ਲਾ ਕੇ ਭੁੱਲ ਕਿਉਂ ਜਾਣਾ, ਸਾਡੇ ਪਿੰਡੇ ਦਾਗ ਪਏ ਨੇ, ਖੇਤਾਂ ਦੇ ਪੁੱਤ ਜਾਗ ਪਏ ਨੇ, ਖੇਤਾਂ ਦੇ ਪੁੱਤ ਜਾਗ ਪਏ ਨੇ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਜਿੱਥੇ ਪੰਜਾਬ ਨੂੰ ਜਾਗਣਾ ਪਊਗਾ। ਪੰਜਾਬ ਜਾਗਿਆ ਹੈ, ਪੰਜਾਬ ਤਰਕ ਕਰਨ ਲੱਗਾ ਹੈ, ਪੰਜਾਬ ਆਪਣੇ ਹੱਕ ਦੇ ਲਈ, ਆਪਣੀ ਹੋਂਦ ਦੇ ਲਈ ਸੰਘਰਸ਼ ਕਰਨ ਲੱਗਾ ਹੈ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ। ਸਭ ਤੋਂ ਚੰਗੀ ਗੱਲ ਹੈ ਕਿ ਜੇ ਕਿਸਾਨ ਤੇ ਮਜ਼ਦੂਰ ਸੜਕਾਂ ਤੇ ਆਏ, ਕੱਲ ਜਿਹੜੇ ਨਾਅਰੇ ਲੱਗੇ ਸੀ ਕਿਸਾਨ ਮਜ਼ਦੂਰ ਏਕਤਾ ਦੇ ਲੱਗੇ, ਤੇ ਜਦੋਂ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਚੱਲਦੀ ਹੈ ਤੇ ਇਹਦਾ ਮਤਲਬ ਹੈ ਕਿ ਪੰਜਾਬੀ ਕਿਸੇ ਵੀ ਉਸ ਸਾਜ਼ਿਸ਼ ਦਾ ਘੱਟੋ ਘੱਟ
ਅੱਜ ਸਵੇਰ ਤੋਂ ਲੈ ਕੇ ਇੱਥੇ ਤੱਕ ਸ਼ਿਕਾਰ ਨਹੀਂ ਹੋਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ ਵੀ ਨਹੀਂ। ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ ਤੇ ਨਾਲ ਦੀ ਨਾਲ ਉਮੀਦ ਦੇ ਨਾਲ ਆਸ ਤੇ ਅਰਦਾਸ ਇਸ ਗੱਲ ਦੀ ਵੀ ਹੈ ਕਿ ਸਾਰੀ ਦੁਨੀਆ ਘੁੱਗ ਵਸੇ, ਸਾਰਾ ਭਾਰਤ ਘੁੱਗ ਵਸੇ। ਹਰਿਆਣਾ ਪੰਜਾਬ ਤੋਂ ਬਾਅਦ ਬਹੁਤ ਅਸਰ ਰੱਖਿਆ ਹਰਿਆਣੇ 'ਚ, ਹਰਿਆਣੇ ਦਾ ਬਹੁਤ ਵੱਡਾ ਹਿੱਸਾ ਬਣ ਰਿਹਾ ਹੈ। ਸੜਕਾਂ ਪੰਜਾਬ ਦੇ ਵਿੱਚ ਜਾਮ ਹੋਈਆਂ, ਰੇਲਵੇ ਟਰੈਕ ਪੰਜਾਬ ਦੇ ਵਿੱਚ ਜਾਮ ਹੋਏ। ਉੱਤਰਾਖੰਡ ਦੇ ਵਿੱਚ ਕਿਸਾਨਾਂ ਨੇ, ਕੁਝ ਸਿਆਸੀ ਪਾਰਟੀਆਂ ਨੇ ਵੀ ਉੱਥੇ ਧਰਨੇ ਪ੍ਰਦਰਸ਼ਨ ਕਰਕੇ ਪੰਜਾਬ ਹਰਿਆਣੇ ਦੇ ਕਿਸਾਨਾਂ ਦਾ ਸਾਥ ਦੇਣ ਦਾ ਯਤਨ ਕੀਤਾ ਹੈ। ਉੱਤਰ ਪ੍ਰਦੇਸ਼ ਦੇ 7 ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਇਸ ਮੁੱਦੇ ਦੇ ਉੱਤੇ ਸਾਥ ਦੇਣ ਦਾ ਯਤਨ ਕੀਤਾ ਹੈ। ਹਰਿਆਣੇ ਦੇ ਕਿਸਾਨ ਦਿੱਲੀ ਦੇ ਬਾਰਡਰ ਵੱਲ ਨੂੰ ਗਏ ਸੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਕਿ ਜੇ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਰਾ ਪੰਜਾਬ ਦਿੱਲੀ ਪੁੱਜ ਸਕਦਾ ਹੈ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਟਰੈਕਟਰ ਦੇ ਉੱਤੇ ਚੱਲ ਕੇ ਪ੍ਰਦਰਸ਼ਨ ਜਿਹੜਾ ਉਹਨਾਂ ਦੀ ਆਪਦੀ ਪਾਰਟੀ ਦਾ ਸੀ, ਉਹਨਾਂ ਨੇ ਉਹਦੇ ਵਿੱਚ ਹਿੱਸਾ ਲਿਆ। ਸਿਆਸੀ ਪਾਰਟੀਆਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਡਫਲੀ ਵਜਾਈ ਹੈ, ਰਾਗ ਵਜਾਇਆ ਹੈ। ਪਰ ਜਿਵੇਂ ਅਸੀਂ ਪਿਛਲੇ ਕਈ ਦਿਨਾਂ ਤੋਂ ਕਹਿੰਦੇ ਸੀ ਕਿ ਇਹ ਕਿਸਾਨ ਮਜ਼ਦੂਰ ਅੰਦੋਲਨ ਹੈ, ਇਹ ਆਮ ਲੋਕਾਂ ਦਾ ਅੰਦੋਲਨ ਹੈ। ਆਮ ਲੋਕਾਂ ਦਾ ਅੰਦੋਲਨ ਆਮ ਲੋਕਾਂ ਦਾ ਹੀ ਅੰਦੋਲਨ ਚਾਹੀਦਾ ਹੈ ਤੇ ਬਹੁਤੀਆਂ ਥਾਵਾਂ ਤੇ ਇਸੇ ਤਰੀਕੇ ਹੋਇਆ ਹੈ। ਕਲਾਕਾਰ ਕੀ ਆਂਦੇ, ਪੰਜਾਬ ਦੇ ਆਮ ਲੋਕ ਕੀ ਆਂਦੇ, ਅਜੇ ਤੱਕ ਕਿਤੇ ਵੀ ਇਦਾਂ ਦੀ ਕੋਈ ਖਬਰ ਨਹੀਂ ਕਿ ਕੋਈ ਕਿਸੇ ਦੇ ਗਲ ਪਿਆ ਹੋਵੇ। ਅਜੇ ਤੱਕ ਕੋਈ ਇਦਾਂ ਦੀ ਖਬਰ ਨਹੀਂ ਕਿ ਪੰਜਾਬ ਦੀ ਸੜਕ ਦੇ ਉੱਤੇ ਜਿੱਥੇ ਜਾਮ ਲੱਗਿਆ ਉੱਥੇ ਕੋਈ ਪਿਆਸਾ ਜਾਂ ਭੁੱਖਾ ਰਿਹਾ ਹੋਵੇ। ਕੋਈ ਇਦਾਂ ਦੀ ਖਬਰ ਅਜੇ ਤੱਕ ਸਾਡੇ ਕੋਲੇ ਨਹੀਂ ਕਿ ਕੋਈ ਐਂਬੂਲੈਂਸ ਜਿਹੜੀ ਆ ਉਹਨੂੰ ਜਾਣ ਨਾ ਦਿੱਤਾ ਗਿਆ ਹੋਵੇ। ਤੇ ਤੁਹਾਡੇ ਇਲਾਕੇ ਦੇ ਵਿੱਚ ਹਾਲਾਤ ਕੀ ਰਹੇ, ਤੁਸੀਂ ਆਪਣੀਆਂ ਟਿੱਪਣੀਆਂ ਲਿਖ ਸਕਦੇ ਹੋ। ਪਰ ਸਭ ਤੋਂ ਪਹਿਲਾਂ ਅਸੀਂ ਸ਼ੰਭੂ ਬਾਰਡਰ ਜਾਣਾ ਹੈ, ਜਿੱਥੇ ਪੰਜਾਬ ਤੇ ਹਰਿਆਣੇ ਦੇ ਵਿਚਾਲੇ ਲੀਕ ਖਿੱਚੀ ਗਈ ਹੈ। ਸੂਬਿਆਂ ਦਾ ਬਾਰਡਰ ਹੈ, ਸਾਡਾ ਅੰਤਰਦੇਸ਼ੀ ਬਾਰਡਰ ਹੈ। ਉਸ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਲੱਗਿਆ, ਕਿਸਾਨ ਆਏ, ਕਲਾਕਾਰ ਆਏ, ਕਿਸਾਨਾਂ ਦੇ ਲੀਡਰ ਆਏ। ਸਭ ਤੋਂ ਵੱਡੀ ਗੱਲ ਕਿ ਆਮ ਲੋਕ ਆਏ। ਜਦੋਂ ਥੋੜੇ ਦਿਨ ਪਹਿਲਾਂ ਸ਼ੰਭੂ ਬਾਰਡਰ ਦੇ ਉੱਤੇ ਪਾਣੀ ਦੀਆਂ ਬਿਸ਼ਾਰਾਂ ਹੋਈਆਂ ਸੀ, ਉਹਨੂੰ ਤੱਕਦਿਆਂ ਹੋਇਆਂ ਵੀ ਆਮ ਲੋਕਾਂ ਦਾ ਉੱਥੇ ਇਕੱਠੇ ਹੋਣਾ, ਕਿਉਂਕਿ ਹਰਿਆਣੇ ਵਾਲਾ ਬਾਰਡਰ ਬੰਦ ਕਰ ਦਿੱਤਾ ਗਿਆ ਸੀ, ਕਿਸੇ ਨੂੰ ਵੀ ਹਰਿਆਣੇ ਵੱਲ ਨਹੀਂ ਜਾਣ ਦਿੱਤਾ ਗਿਆ। ਸੋ ਸ਼ੰਭੂ ਬਾਰਡਰ ਦੇ ਉੱਤੇ ਕੀ ਮਾਹੌਲ ਸੀ, ਅਸੀਂ ਪੰਜਾਬ ਦਾ ਕੋਨਾ-ਕੋਨਾ ਅੱਜ ਇਸ 2 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦਿਖਾਉਣਾ ਹੈ ਕਿ ਕਿਵੇਂ ਦਾ ਮਾਹੌਲ ਰਿਹਾ। ਤੇ ਸਭ ਤੋਂ ਵੱਡੀ ਗੱਲ, ਬਹੁਤ ਸਾਰੇ ਲੋਕਾਂ ਨੇ ਆਪਣੇ ਘਰੋਂ ਲੰਗਰ ਪਾਣੀ ਪ੍ਰਸ਼ਾਦੇ ਪਕਾ ਕੇ ਰਾਹ ਦੇ ਵਿੱਚ ਜਿਹੜੇ ਫਸੇ ਹੋਏ ਲੋਕ ਸੀ ਉਹਨਾਂ ਤੱਕ ਪਹੁੰਚਦੇ ਕੀਤੇ, ਅੱਪੜਦੇ ਕੀਤੇ। ਲੰਬੇ ਸਮੇਂ ਬਾਅਦ, ਦਹਾਕਿਆਂ ਬਾਅਦ, ਘੱਟੋ ਘੱਟ ਮੇਰੀ ਉਮਰ ਦੇ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇੰਨਾ ਅਨੁਸ਼ਾਸਿਤ, ਇੰਨਾ ਯੋਜਨਾਬੱਧ, ਇੰਨਾ ਸ਼ਾਂਤਮਈ, ਇੰਨਾ ਤਰਕ ਆਧਾਰਿਤ ਸੰਘਰਸ਼ ਦੇਖਿਆ। ਸਭ ਤੋਂ ਪਹਿਲਾਂ ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰਤੀਨਿਧ ਸੁਖ ਸੋਲ ਹੋਰਾਂ ਦੀ ਸ਼ੰਭੂ ਬਾਰਡਰ ਵਾਲੇ ਧਰਨੇ ਦੀ ਇਹ ਵੀਡੀਓ ਅਸੀਂ ਦੇਖਾਂਗੇ। ਉਹਦੇ ਵਿੱਚ ਪਿੱਛੇ ਮਾਹੌਲ ਕੀ ਸੀ, ਕਿਉਂਕਿ ਧਰਨਾ ਲੱਗਾ ਹੁੰਦਾ, ਸਟੇਜ ਲੱਗੀ ਹੁੰਦੀ ਹੈ, ਪਰ ਉਹਦੇ ਤੋਂ ਬਿਨਾਂ ਕਿੱਦਾਂ ਦਾ ਮਾਹੌਲ ਸੀ ਪੰਜਾਬ ਨੂੰ ਬਚਾਉਣ ਦੇ ਲਈ, ਖੇਤਾਂ ਨੂੰ ਬਚਾਉਣ ਦੇ ਲਈ, ਫਸਲਾਂ ਨੂੰ ਬਚਾਉਣ ਦੇ ਲਈ, ਮਜ਼ਦੂਰਾਂ ਨੂੰ ਬਚਾਉਣ ਦੇ ਲਈ, ਆੜ੍ਹਤੀਆਂ ਨੂੰ ਬਚਾਉਣ ਦੇ ਲਈ, ਪੱਲੇਦਾਰਾਂ ਨੂੰ ਬਚਾਉਣ ਦੇ ਲਈ। ਆਓ ਦੇਖਦੇ ਹਾਂ। ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਤੋਂ ਰਿਪੋਰਟ। ਮੈਂ ਇੱਕ ਗੱਲ ਦਾ ਜ਼ਿਕਰ ਬਾਰ-ਬਾਰ ਕਰ ਰਿਹਾ ਕਿ ਕਿਸੇ ਵੇਲੇ 2008 'ਚ ਇਹ 17 ਲਿਖੀਆਂ ਗਈਆਂ ਸਨ ਕਿ ਜੱਟਾਂ ਨੂੰ ਜ਼ਮੀਨ ਮਾਂ ਤੋਂ ਵੱਧ ਪਿਆਰੀ ਏ, ਵੱਡੀਆਂ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਏ। ਉਹਨਾਂ ਦੇ ਨਾਲ ਰਲ ਗਈ ਸਾਡੇ ਸੈਂਟਰ ਦੀ ਸਰਕਾਰ ਆ, ਬਾਕੀ ਗੱਲਾਂ ਬਾਅਦ 'ਚ, ਪਹਿਲਾਂ ਸਰਦਾਰ ਆ। ਅੱਜ ਪੰਜਾਬੀਆਂ ਨੇ ਦਿਖਾ ਦਿੱਤਾ ਏ ਕਿ ਅਸੀਂ ਸੱਚਮੁੱਚ ਸਰਦਾਰ ਆ। ਸਾਡੀਆਂ ਜ਼ਮੀਨਾਂ ਤੇ ਸਾਡੀ ਸਰਦਾਰੀ ਏ। ਸੈਂਟਰ 'ਚ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਪਰ ਅਸੀਂ ਆਪਣੀ ਜ਼ਮੀਨਾਂ ਦੀ ਸਰਦਾਰੀ ਜਿਹੜੀ ਏ ਕਿਸੇ ਅਡਾਨੀ, ਅੰਬਾਨੀ ਜਾਂ ਫਿਰ ਕਿਸੇ ਹੋਰ ਪ੍ਰਾਈਵੇਟ ਅਦਾਰੇ ਨੂੰ ਨਹੀਂ ਸੌਂਪਾਂਗੇ। ਅੱਜ ਕਈ ਕਿਲੋਮੀਟਰ ਤੱਕ ਸ਼ੰਭੂ ਬਾਰਡਰ ਤੇ ਲੱਗੀਆਂ ਇਹ ਗੱਡੀਆਂ, ਇਹ ਟਰਾਲੀਆਂ, ਇਹ ਬੱਸਾਂ ਇਹ ਦੱਸ ਰਹੀਆਂ ਨੇ ਕਿ ਸਾਡੇ ਹੱਕਾਂ ਨੂੰ ਖੋਣਾ ਕਿਸੇ ਵੀ ਸਰਕਾਰ ਦੇ ਲਈ ਹਾਰੀ ਸਾਰੀ ਗੱਲ ਨਹੀਂ ਹੈ। ਇਹ ਉਹ ਕਿਸਾਨ ਹੈ ਜਿਹੜਾ ਹੱਟਾਂ ਵੱਟਾਂ ਦੇ ਬੰਨੇ ਜਿਹੜਾ ਹੈ ਕਿਸੇ ਵੀ ਹੱਦ ਤੱਕ ਮਾਰੂ ਹੋ ਜਾਂਦਾ ਹੈ। ਤੇ ਅੱਜ ਜਦੋਂ ਇਸ ਦੀ ਜ਼ਮੀਨ ਖੋਣ ਦੀ ਗੱਲ ਹੋਵੇਗੀ ਤਾਂ ਇਹ ਕੀ ਕੁਝ ਕਰ ਸਕਦਾ ਹੈ। ਅੱਜ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਦਾ ਇਕੱਠ, ਠਾਠਾਂ ਮਾਰਦਾ ਇਹ ਇਕੱਠ ਵੰਗਾਰ ਪਾ ਰਿਹਾ ਹੈ ਸੈਂਟਰ ਸਰਕਾਰ ਨੂੰ। ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਾਡੀਆਂ ਜ਼ਮੀਨਾਂ ਤੇ ਸਾਡੀ ਸਰਦਾਰੀ ਕਾਇਮ ਰਹੇਗੀ। ਤੁਸੀਂ ਇਹਨਾਂ ਵੱਲ ਝਾਕਣ ਦੀ ਕੋਸ਼ਿਸ਼ ਨਾ ਕਰਿਓ, ਤੁਸੀਂ ਇਹਨਾਂ ਵੱਲ ਵੇਖਣ ਦੀ ਕੋਸ਼ਿਸ਼ ਨਾ ਕਰਿਓ, ਨਹੀਂ ਤਾਂ ਅੰਜਾਮ ਜਿਹੜੇ ਨੇ ਬਹੁਤ ਬੁਰੇ ਹੋਣਗੇ। ਅਜੇ ਅਸੀਂ ਪੰਜਾਬ 'ਚ ਹਾਂ, ਜਦੋਂ ਅਸੀਂ ਦਿੱਲੀ ਨੂੰ ਨਿੱਤਰੇ, ਜਦੋਂ ਅਸੀਂ ਦਿੱਲੀ ਨੂੰ ਨਿਕਲੇ ਤਾਂ ਫਿਰ
ਕੀ ਕੁਝ ਹੋਵੇਗਾ ਅੱਜ ਜੋਸ਼ੀਲੀਆਂ ਤਕਰੀਰਾਂ ਨੇ ਸਾਨੂੰ ਦੱਸ ਦਿੱਤਾ ਹੈ। ਇਸ ਜਗ੍ਹਾ ਦੇ ਉੱਤੇ ਤੁਹਾਨੂੰ ਇਹ ਤਸਵੀਰਾਂ ਵਿਖਾਉਣ ਦਾ ਮਕਸਦ ਜਿਹੜਾ ਸਿਰਫ ਇਹੀ ਸੀ ਕਿ ਦੇਖੋ ਕਿ ਕਿਸ ਤਰੀਕੇ ਦੇ ਨਾਲ ਅੱਜ ਪੰਜਾਬ ਦਾ ਨੌਜਵਾਨ, ਪੰਜਾਬ ਦੇ ਬਜ਼ੁਰਗ, ਪੰਜਾਬ ਦਾ ਕਿਸਾਨ, ਕਲਾਕਾਰ ਭਾਈਚਾਰਾ, ਆਮ ਲੋਕ ਅੱਜ ਪੰਜਾਬ ਦੇ ਜ਼ਮੀਨਾਂ ਦੀ ਰਾਖੀ ਕਰਦੇ ਹੋਏ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਲਾ ਕੇ ਬੈਠੇ ਨੇ। ਇਹ ਟਰੈਕਟਰ ਟਰਾਲੀਆਂ ਇੱਥੇ ਪਹੁੰਚੀਆਂ ਨੇ। ਜੇਕਰ ਇਹ ਬਿੱਲ ਪਾਸ ਹੋ ਗਏ, ਜੇਕਰ ਇਹ ਕਾਨੂੰਨ ਪਾਸ ਹੋ ਗਏ ਤਾਂ ਇਹ ਟਰੈਕਟਰ ਟਰਾਲੀਆਂ ਘਰਾਂ 'ਚ ਖੜੀਆਂ ਰਹਿ ਜਾਣਗੀਆਂ, ਕਿਉਂਕਿ ਮੰਡੀਆਂ ਬੰਦ ਹੋ ਗਈਆਂ ਤਾਂ ਕਿਸਾਨ ਕਿੱਥੇ ਜਾਣਗੇ। ਇਹ ਟਰੈਕਟਰ ਟਰਾਲੀਆਂ ਫਿਰ ਤਾਂ ਕਿਸਾਨ ਜਿਹੜੇ ਨੇ ਉਹ ਵਪਾਰੀਆਂ ਦੇ ਘਰਾਂ ਦੇ ਬਾਹਰ ਜਾ ਕੇ ਤਰਲੇ ਮਿੰਨਤਾਂ ਕਰਨ ਜੋਗੇ ਰਹਿ ਜਾਣਗੇ ਕਿ ਸਾਡੀ ਟਰਾਲੀ 'ਚ ਪਈ ਫਸਲ ਲਾ ਲਓ। ਪਰ ਨਹੀਂ, ਇਹ ਸੌਖਾ ਰਾਹ ਨਹੀਂ ਹੈ ਕੇਂਦਰ ਦੇ ਲਈ। ਇਹ ਦੱਸ ਦਿੱਤਾ ਹੈ ਅੱਜ ਸਾਡੇ ਪੰਜਾਬੀਆਂ ਨੇ, ਖਾਸ ਕਰਕੇ ਨੌਜਵਾਨਾਂ ਨੇ। ਮੈਂ ਲਗਾਤਾਰ ਤਸਵੀਰਾਂ ਦਿਖਾ ਰਿਹਾ, ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਲਾਈਨਾਂ ਲੱਗੀਆਂ ਹੋਈਆਂ ਨੇ ਪਿੱਛੇ ਤੇ ਕਈ ਕਿਲੋਮੀਟਰ ਤੱਕ। ਇਹ ਕਹਾਣੀ ਸਿਰਫ ਜੋ ਕੈਮਰੇ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੈ, ਇਸ ਤੋਂ 5-6 ਗੁਣਾ ਦਾ ਹੋਰ ਹਿਸਾਬ ਲਾ ਲਓ ਕਿ ਇੰਨੀ ਦੂਰ ਤੱਕ ਨੌਜਵਾਨਾਂ ਦੀਆਂ ਗੱਡੀਆਂ ਖੜੀਆਂ ਨੇ ਜਿਨ੍ਹਾਂ ਦੇ ਉੱਤੇ ਇਹ ਇੱਥੇ ਪਹੁੰਚੇ ਨੇ। ਅੱਜ ਸ਼ੰਭੂ ਬਾਰਡਰ ਉੱਤੇ ਪੰਜਾਬੀਆਂ ਨੇ, ਕਿਸਾਨਾਂ ਨੇ ਏਡਾ ਵੱਡਾ ਇਕੱਠ ਕਰਕੇ ਇੱਕ ਗੱਲ ਤੇ ਸਾਬਤ ਕਰਤੀ ਬਈ ਅਸੀਂ ਇਦਾਂ ਹਾਰ ਮੰਨਣ ਵਾਲੀ ਕੌਮ ਨਹੀਂ ਹੈਗੀ। ਅਸੀਂ ਇਦਾਂ ਜ਼ੁਲਮ ਨਹੀਂ ਸਹਿ ਸਕਦੇ। ਇਦਾਂ ਨਹੀਂ ਵੀ ਕੋਈ ਵੀ ਸਰਕਾਰ ਸਾਡੇ ਉੱਤੇ ਕੁਝ ਵੀ ਥੋਪ ਦੂਗੀ ਤੇ ਅਸੀਂ ਘਰੇ ਬੈਠੇ ਉਸ ਗੱਲ ਨੂੰ ਮੰਨ ਲਵਾਂਗੇ। ਸੜਕਾਂ ਤੇ ਉਤਰਾਂਗੇ, ਸੰਘਰਸ਼ ਕਰਾਂਗੇ। ਨੌਜਵਾਨ ਵੀ ਆਏ, ਬੀਬੀਆਂ ਵੀ ਆਈਆਂ, ਬੱਚੇ ਵੀ ਆਏ, ਕਲਾਕਾਰ ਵੀ ਆਏ, ਬਾਬੇ ਵੀ ਆਏ, ਖਾਲਸਾ ਏਡ ਵਾਲੇ ਵੀ ਆਏ। ਪੰਜਾਬ ਦਾ ਕੋਈ ਐਸਾ ਵਰਗ ਨਹੀਂ ਸੀ ਜਿਹੜਾ ਅੱਜ ਸੜਕਾਂ ਤੇ ਨਹੀਂ ਸੀ ਪੰਜਾਬ 'ਚ। ਇਹਦੇ ਨਾਲ ਹੀ ਜਿਹੜੇ ਬਾਹਰਲੇ ਦੇਸ਼ਾਂ 'ਚ ਬੈਠੇ ਨੇ ਉਹ ਵੀ ਰਾਤਾਂ ਨੂੰ ਸੁੱਤੇ ਨਹੀਂ, ਰਾਤ ਭਰ ਜਾਗਦੇ ਰਹੇ, ਦੇਖਦੇ ਰਹੇ ਪੰਜਾਬ ਦਾ ਮਾਹੌਲ। ਪੰਜਾਬ ਦੇ ਉਹ ਕਿਸਾਨ ਜਿਹੜੇ ਜਿਨ੍ਹਾਂ ਟਰੈਕਟਰਾਂ ਤੇ ਪਹੁੰਚੇ ਸੀ, ਜਿਵੇਂ ਸਾਡੇ ਪ੍ਰਤੀਨਿਧ ਸੁਖ ਸੂਲਝ ਹੋਣਾ ਗੱਲ ਕੀਤੀ ਵੀ ਜੇਕਰ ਇਹ ਟਰੈਕਟਰ ਘਰਾਂ ਵਿੱਚ ਲੱਗ ਗਏ, ਬੰਦ ਕਮਰਿਆਂ 'ਚ ਲੱਗ ਗਏ ਤੇ ਫਿਰ ਇਹਨਾਂ ਦੀ ਕੀਮਤ ਕੀ ਰਹਿ ਜੂਗੀ। ਬਾਟ ਸਾਹਿਬ, ਅੱਜ ਦੇ ਇਸ ਮਾਹੌਲ ਤੋਂ ਸ਼ੰਭੂ ਬਾਰਡਰ ਦੇਖਿਆ ਤੁਸੀਂ, ਪੰਜਾਬ ਰਾਤ ਭਰ ਵੀ ਦੇਖਦੇ ਰਹੇ, ਜਾਗਦੇ ਰਹੇ, ਪ੍ਰੋਗਰਾਮ ਕਰਦੇ ਰਹੇ, ਪਰ ਇਸ ਸਾਰੇ ਕੁਝ ਤੋਂ ਥੋੜੀ ਬਹੁਤੀ ਮਨ ਨੂੰ ਤਸੱਲੀ ਪਹੁੰਚੀ? ਹੋਇਆ ਵੀ ਵਾਕਈ ਜਿਹੜੀ ਗੱਲ ਦਾ ਇੰਨੇ ਦਿਨ ਤੋਂ ਅਸੀਂ ਰੌਲਾ ਪਾ ਰਹੇ ਸੀਗੇ, ਹੌਕਾ ਦੇ ਰਹੇ ਸੀ, ਅਵੇਅਰ ਕਰ ਰਹੇ ਸੀ, ਕਾਮਯਾਬੀ ਮਿਲੀ ਥੋੜੀ ਬਹੁਤ? ਦੇਖੋ, ਇਹ ਸਾਡੇ ਇਕੱਲਿਆਂ ਦਾ ਮਸਲਾ ਨਹੀਂ। ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਤਾਂ ਇੱਥੇ ਕੁਰਸੀਆਂ ਤੇ ਬੈਠ ਕੇ ਰੌਲਾ ਪਾਉਂਦੇ ਸੀ ਜੀ। ਜਿਨ੍ਹਾਂ ਨੇ ਦਰੀਆਂ ਦੇ ਉੱਤੇ ਬੈਠ ਕੇ ਰਾਤਾਂ ਜਿਹੜੀਆਂ ਉਹ ਉੱਥੇ ਕੱਟੀਆਂ, ਜਿਨ੍ਹਾਂ ਨੇ ਆਪਣੇ ਘਰ ਦੇ ਕੰਮਕਾਰ ਛੱਡ ਕੇ ਲੋਹਾਂ ਦੇ ਉੱਤੇ ਪ੍ਰਸ਼ਾਦੇ ਫੁਲਕੇ ਪਕਾ ਕੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਪਹੁੰਚਾਏ, ਜਿਨ੍ਹਾਂ ਨੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਟਰੈਕਟਰ ਅਸੀਂ ਮੰਗਵਾ ਦੇਣ ਤੋਂ ਵੀ ਡਰਦੇ ਹਾਂ ਤੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿੱਥੇ ਚੱਲੇ ਆ ਮੂਹਰੇ ਮਾਹੌਲ ਕਿੱਦਾਂ ਦਾ ਬਣਨਾ, ਉਹ ਟਰੈਕਟਰ ਟਰਾਲੀਆਂ ਜੋੜ ਕੇ ਤੁਰੇ। ਜਿਹੜੇ ਮਜ਼ਦੂਰ ਦਿਹਾੜੀਆਂ ਭੰਨ ਕੇ ਕਿਸਾਨਾਂ ਦੇ ਨਾਲ ਇਸ ਮੁੱਦਕੇ ਦੇ ਤੁਰੇ, ਉਹਨਾਂ ਦਾ ਯੋਗਦਾਨ ਵੱਧ ਹੈ। ਅਸਲ ਦੇ ਵਿੱਚ ਕਹਾਣੀ ਉਹਨਾਂ ਦੀ ਹੈ। ਅਸੀਂ ਤਾਂ 4 ਕਿਲੋਮੀਟਰ ਦੇ ਵਿੱਚੋਂ 1 ਕਿਲੋਮੀਟਰ ਨਾਲ ਤੁਰੇ ਤੇ ਉਸ ਗੱਡੀ ਤੋਂ ਉਤਰ ਗਏ, ਸਾਡਾ ਕੰਮ ਤਾਂ ਇੰਨਾ ਕੁ ਹੈ। ਪਰ ਤਸੱਲੀ ਵਾਲੀ ਗੱਲ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕਿਉਂਕਿ ਇਹ ਸੰਘਰਸ਼ ਬਹੁਤ ਲੰਬਾ, ਇਹ ਲੜਾਈ ਬਹੁਤ ਲੰਬੀ ਹੈ। ਤੁਸੀਂ ਪਿਛਲੇ ਸਮੇਂ ਦੇ ਵਿੱਚ ਪੁਰਾਣੇ ਨਾਟਕਾਂ 'ਚ ਦੇਖਿਆ ਹੋਣਾ, ਇਹ ਸੰਘਰਸ਼ ਬਿਲਕੁਲ ਉਦਾਂ ਦਾ ਹੈ। ਉਹ ਪੁਰਾਣੇ ਨਾਟਕਾਂ ਦੇ ਵਿੱਚ ਹੁੰਦਾ ਕੀ ਸੀ ਕਿ ਸਵੇਰੇ ਦੋ ਰਾਜਿਆਂ ਦੀ ਲੜਾਈ ਸ਼ੁਰੂ ਹੋਣੀ, ਸੂਰਜ ਛਿਪਣ ਦੇ ਨਾਲ ਹੀ ਬੰਦ ਹੋ ਜਾਣੀ। ਕੋਈ ਪਿੱਛੇ ਹੈ, ਕੋਈ ਅੱਗੇ ਹੈ, ਪਰ ਸੂਰਜ ਛਿਪਣ ਤੋਂ ਬਾਅਦ ਕੋਈ ਲੜਦਾ ਨਹੀਂ ਸੀ। ਪਰ ਸਵੇਰੇ ਲੜਨ ਦੀ ਤਿਆਰੀ ਫਿਰ ਹੁੰਦੀ ਸੀ, ਸਵੇਰੇ ਸੰਘਰਸ਼ ਦੀ ਤਿਆਰੀ ਫਿਰ ਹੁੰਦੀ ਸੀ, ਕਿਉਂਕਿ ਕੇਂਦਰ ਦੀ ਸਰਕਾਰ ਵੱਲੋਂ ਇਦਾਂ ਦਾ ਕੋਈ ਸੁਨੇਹਾ ਨਹੀਂ ਆਇਆ ਕਿ ਭਾਈ ਤੁਸੀਂ ਪੰਜਾਬ ਬੰਦ ਕੀਤਾ, ਤੁਸੀਂ ਹਰਿਆਣਾ ਬੰਦ ਕੀਤਾ, ਇਦਾਂ ਦੇ ਹਾਲਾਤ ਪੈਦਾ ਹੋ ਗਏ, ਅਸੀਂ ਮੁੜ ਵਿਚਾਰ ਕਰਦੇ ਹਾਂ। ਕੋਈ ਕਮੇਟੀ ਬਣਦੀ ਹੈ ਜੇ ਗੱਲ ਨਹੀਂ ਕੀਤੀ ਗਈ, ਇਹਦਾ ਮਤਲਬ ਹੈ ਕਿ ਕੰਮ ਲੰਬਾ ਹੈ। ਹੁਣ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਆ, ਬਹੁਤ ਸਾਰੀਆਂ ਤੁਹਾਡੀਆਂ ਟਿੱਪਣੀਆਂ ਆਈਆਂ ਕਿ ਅੱਗੋਂ ਕੀ। ਅਸੀਂ ਭਾਰਤ ਦੇ ਸਮੇਂ 'ਚ ਕੱਲ ਦੁਪਹਿਰ ਵੇਲੇ ਵੀ ਲਗਾਤਾਰ ਪ੍ਰਾਈਮ ਏਸ਼ੀਆ ਟੀਵੀ ਤੇ, ਜਿਹੜਾ YouTube ਤੇ Facebook ਦੇ ਉੱਤੇ ਲਗਾਤਾਰ ਪ੍ਰੋਗਰਾਮ ਚਲਾਏ। ਅਸੀਂ ਇੱਥੇ ਅੱਧੀ ਰਾਤ ਤੱਕ ਕੱਲ ਰਾਤੀ ਬੈਠੇ ਸਿਰਫ ਇਸ ਕਰਕੇ ਕਿ ਕੋਈ ਸੁਨੇਹਾ ਉਧਰੋਂ ਆਵੇ, ਅਸੀਂ ਤੁਹਾਡੇ ਤੱਕ ਜਾਣਕਾਰੀ ਦਈਏ ਕਿ ਭਾਈ ਕੋਈ ਗੱਲ ਨਹੀਂ, ਹੁਣ ਕੰਮ ਉਹਨਾਂ ਨੇ ਮੰਗ ਮੰਨ ਲਈ ਹੈ। ਪਰ ਇਦਾਂ ਕੁਝ ਨਹੀਂ। ਹੁਣ ਕਿਸਾਨਾਂ ਨੇ 1 ਤਰੀਕ ਤੋਂ ਰੇਲਾਂ ਅਣਮਿੱਥੇ ਸਮੇਂ ਲਈ ਰੋਕਣ ਦਾ ਐਲਾਨ ਕਰ ਦਿੱਤਾ ਹੈ। ਇਹਦੇ ਨਾਲ ਅਜੇ 26 ਤਰੀਕ ਜਿਹੜੀ ਹੈ ਉਹ ਵੀ ਰੇਲਾਂ ਰੋਕਣ ਦਾ ਪ੍ਰੋਗਰਾਮ ਜਿਹੜਾ ਉਹ ਜਾਰੀ ਰਹਿਣਾ ਹੈ। ਹੋ ਸਕਦਾ ਹੈ ਕਿ ਇਹਨੂੰ ਕੰਟੀਨਿਊ ਕਰ ਦਿੱਤਾ ਜਾਵੇ, ਲਗਾਤਾਰ ਕਰ ਦਿੱਤਾ ਜਾਵੇ। ਹਾਲਾਂਕਿ ਇਹਦਾ ਅਸਰ ਬਹੁਤ ਪਊਗਾ। ਰੇਲ ਗੱਡੀਆਂ ਦੇ ਵਿੱਚ ਕੋਲਾ ਆਉਂਦਾ ਹੈ, ਰੇਲ ਗੱਡੀਆਂ ਦੇ ਵਿੱਚ ਹੋਰ ਬਹੁਤ ਸਾਰਾ ਸਮਾਨ ਇੱਧਰੋਂ ਉੱਧਰ ਜਾਂਦਾ ਹੈ, ਫਰਕ ਪਏਗਾ। ਪਰ ਜਦੋਂ ਸਰਕਾਰਾਂ ਸੁਣਦੀਆਂ ਨਹੀਂ, ਜਦੋਂ ਮੰਗਾਂ ਦੇ ਉੱਤੇ ਧਿਆਨ ਨਹੀਂ ਦਿੱਤਾ ਜਾਂਦਾ, ਕੋਈ ਕਮੇਟੀ ਨਹੀਂ ਬਣਾਈ ਜਾਂਦੀ, ਤਾਂ ਫਿਰ ਕੰਮ ਔਖਾ ਹੋ ਜਾਂਦਾ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਜ਼ਿਕਰ ਕੀਤਾ ਸੀ ਕਿ ਉਹ ਕਹਿੰਦੇ, ਟਵੀਟ ਕੀਤਾ ਉਹਨਾਂ ਨੇ ਕਿ ਜੇ
ਪੰਜਾਬ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਦਿੱਲੀ ਪਹੁੰਚ ਸਕਦਾ ਹੈ। ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਹੈ, ਹਿਲਾ ਕੇ ਰੱਖ ਦਿੱਤਾ ਸਾਰਾ ਦੇਸ਼। ਉਹਦੇ ਤੋਂ ਪਹਿਲਾਂ ਕੋਈ ਬੋਲਦਾ ਨਹੀਂ ਸੀ, ਹੁਣ ਸਾਰਾ ਕਹਿੰਦੇ ਦੇਸ਼ ਬੋਲਦਾ ਹੈ। ਇਹ ਸਿਆਸੀ ਲੀਡਰਾਂ ਦੇ ਬਿਆਨ ਨੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ, ਸੁਖਬੀਰ ਸਿੰਘ ਬਾਦਲ ਹੋਰਾਂ ਦੇ। ਅਕਾਲੀ ਦਲ ਨੇ ਕੱਲ ਬਹੁਤ ਸਾਰੇ ਥਾਵਾਂ ਦੇ ਉੱਤੇ ਧਰਨੇ ਲਾਏ, ਉਹ ਕਿਸਾਨਾਂ ਦੇ ਧਰਨਿਆਂ ਤੋਂ ਬਿਨਾਂ ਸੀ, ਵੱਖਰੇ ਸੀ। ਹੋਰ ਕਈ ਸਿਆਸੀ ਪਾਰਟੀਆਂ ਦੇ ਲੀਡਰ ਜਿਹੜੇ ਨੇ ਆਪੋ ਆਪਣੇ ਹਿਸਾਬ ਦੇ ਨਾਲ ਆਪੋ ਆਪਣੇ ਪਾਰਟੀ ਦੇ ਵਰਕਰਾਂ ਦੇ ਝੰਡੇ ਲੈ ਕੇ ਵੀ ਸੜਕਾਂ ਤੇ ਨਜ਼ਰ ਆਏ। ਕਈ ਲੀਡਰ ਸੀ ਜਿਹੜੇ ਦਰਿਆਂ ਦੇ ਉੱਤੇ ਪਿੱਛੇ ਵੀ ਬੈਠੇ ਸੀ ਕਿਸਾਨਾਂ ਦੇ ਧਰਨਿਆਂ ਦੇ ਵਿੱਚ, ਪਰ ਫਿਰ ਵੀ ਬਹੁਤ ਕੁਝ ਵੇਖਣ ਵਾਚਣ ਵਾਲਾ ਹੈ। ਕਮਾਲ ਦੀ ਗੱਲ ਇਹ ਰਹੀ ਕਿ 31 ਕਿਸਾਨ ਜਥੇਬੰਦੀਆਂ ਨੇ ਕੱਲ ਇੱਕ ਵੀ ਕਿਸਾਨ ਜਥੇਬੰਦੀ ਦਾ, ਜਿਹੜੀ ਤਸੱਲੀ ਵਾਲੀ ਗੱਲ ਹੈ ਸਾਡੇ ਲਈ, ਤੁਹਾਡੇ ਲਈ, ਕਿ ਅੱਜ ਤੱਕ ਅਸੀਂ ਇਸੇ ਪਲੇਟਫਾਰਮ ਤੋਂ ਕਹਿੰਦੇ ਹੁੰਦੇ ਸੀ ਕਿਸਾਨ ਜਥੇਬੰਦੀਆਂ ਇੱਕ ਕਿਉਂ ਨਹੀਂ ਹੁੰਦੀਆਂ, ਕਿਸਾਨ ਜਥੇਬੰਦੀਆਂ ਏਕਾ ਕਰਨ। ਜੇ ਕੱਲ ਦਾ ਸੰਘਰਸ਼ 31 ਥਾਵਾਂ ਤੇ ਵੰਡਿਆ ਹੁੰਦਾ ਇੰਨਾ ਨਹੁੰ ਤੇ ਪਾਉਣ ਜੋਗਾ ਅਸਰ ਨਹੀਂ ਸੀ ਹੋਣਾ, ਪਰ 31 ਕਿਸਾਨ ਜਥੇਬੰਦੀਆਂ ਦੇ ਆਗੂ ਇੱਕ ਥਾਂ ਇਕੱਠੇ ਹੋਏ, ਬੱਜਵਾਂ ਪ੍ਰੋਗਰਾਮ ਦਿੱਤਾ, ਸਾਰੇ ਪੰਜਾਬ ਦਾ ਪ੍ਰੋਗਰਾਮ ਦਿੱਤਾ, ਤੇ ਸਫਲਤਾ ਦੇਖੋ ਕਿੰਨੀ ਮਿਲਦੀ ਹੈ। ਕਿਸਾਨ ਲੀਡਰਾਂ ਦੇ ਲਈ ਵੀ ਬੜੀ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਜਿੰਨੀ ਦੇਰ ਕੱਲੇ ਰਹੇ ਨੇ, ਧਰਨਾ ਲੱਗਦਾ ਸੀ, ਪੰਜਾਬ ਦੇ ਲੋਕਾਂ ਤੇ ਅਸਰ ਨਹੀਂ ਸੀ ਹੁੰਦਾ। ਇਕੱਠੇ ਹੋਏ ਨੇ, ਡਾਕਟਰ ਵੀ ਹੱਕ ਚ ਆਏ, ਵਕੀਲ ਹੱਕ ਚ ਆਏ, ਫੋਟੋਗ੍ਰਾਫਰ ਹੱਕ ਚ ਆਏ, ਦੋਧੀ ਹੱਕ ਚ ਆਏ, ਸਧਾਰਨ ਦੁਕਾਨਾਂ ਵਾਲੇ ਹੱਕ ਚ ਆਏ, ਰਿਕਸ਼ਿਆਂ ਵਾਲੇ ਆਏ, ਰਾਗੀ ਢਾਡੀ ਆਏ, ਪੁਜਾਰੀ ਆਏ, ਗ੍ਰੰਥੀ ਸਿੰਘ ਆਏ। ਐਸਜੀਪੀਸੀ ਕਹਿੰਦੀ ਅਸੀਂ ਵੀ ਤੁਹਾਡੇ ਨਾਲ ਖੜੇ ਆਂ, ਹਰਿਆਣੇ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਆਂ। ਪ੍ਰਵਾਸੀ ਪੰਜਾਬੀਆਂ ਨੇ ਉਲੀਕੇ ਹੋਏ ਨੇ ਬਹੁਤ ਸਾਰੇ ਸੰਘਰਸ਼। ਕੈਲਗਰੀ ਦੇ ਵਿੱਚ ਉਹਨਾਂ ਨੇ ਵੀ ਰੋਸ ਪ੍ਰਦਰਸ਼ਨ ਕਰਨਾ ਹੈ ਕਿ ਭਾਈ ਅਸੀਂ ਪੰਜਾਬੀ ਕਿਸਾਨਾਂ ਦੇ ਹੱਕ ਦੇ ਵਿੱਚ ਆ, ਹਰਿਆਣਵੀ ਕਿਸਾਨਾਂ ਦੇ ਹੱਕ 'ਚ ਆਏ, ਆਰਡੀਨੈਂਸ ਗਲਤ ਨੇ। ਕਈ ਦੇਸ਼ਾਂ ਦੇ ਵਿੱਚ, ਯੂਐਸ ਦੇ ਵਿੱਚ ਵੀ ਪਤਾ ਲੱਗਾ ਹੈ ਕਿ ਜਿਹੜੇ ਭਾਰਤ ਸਰਕਾਰ ਦੇ ਪ੍ਰਤੀਨਿਧ ਨੇ, ਉੱਥੋਂ ਦੇ ਜਿਹੜੇ ਦੂਤਾਵਾਸ ਦੇ ਅਧਿਕਾਰੀ ਨੇ, ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਊਗਾ ਕਿ ਭਾਈ ਇਹ ਆਰਡੀਨੈਂਸ ਜਿਹੜੇ ਉਹ ਵਾਪਸ ਲਏ ਜਾਣ। ਕਈ ਹੋਰ ਦੇਸ਼ਾਂ ਤੋਂ ਵੀ ਇਸ ਤਰੀਕੇ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ, ਪਰ ਕੱਲ ਕਿਸਾਨ ਇਕਜੁੱਟ ਰਹੇ। ਸਭ ਤੋਂ ਵੱਡੀ ਗੱਲ ਕਿ ਨੌਜਵਾਨ ਸ਼ਕਤੀ ਠੋਕ ਵਜਾ ਕੇ ਅੱਗੇ ਆਈ। ਅਸੀਂ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਕਿ ਕਿਵੇਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਸੜਕਾਂ ਤੇ ਆਏ। ਨਹੀਂ ਤਾਂ ਕਿਸਾਨ ਧਰਨੇ 'ਚ, ਮਜ਼ਦੂਰ ਧਰਨੇ 'ਚ, ਬੇਰੁਜ਼ਗਾਰ ਆਪਣੇ ਧਰਨੇ 'ਚ, ਕੋਈ ਇੱਕ ਦੂਜੇ ਦੇ ਜਾਂਦਾ ਨਹੀਂ ਸੀ। ਕਰਨ ਲੱਗਿਆ ਕਿ ਭਾਈ ਪੰਜਾਬ ਜਾਗਿਆ ਹੋਇਆ ਹੈ। ਹੁਣ ਕਾਲੋ ਸਾਹਿਬ ਸ਼ੰਭੂ ਬਾਰਡਰ ਆਪਾਂ ਦਿਖਾ ਲਿਆ, ਦੁਬਾਰਾ ਇੱਥੇ ਕਿਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਉੱਥੇ ਲੈ ਕੇ ਜਾਵਾਂਗੇ। ਪਰ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ, ਦੁਆਬੇ ਦੇ ਵਿੱਚ ਮੀਡੀਆ ਦੀ ਰਾਜਧਾਨੀ ਕਿਹਾ ਜਾਂਦਾ ਜਲੰਧਰ, ਆਪਾਂ ਜਲੰਧਰ ਜਾਣਾ ਹੈ। ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰਤੀਨਿਧ ਨਵਜੀਤ ਹੋਰੀ ਕੱਲ ਸਵੇਰ ਤੋਂ ਸ਼ਾਮ ਤੱਕ ਉਸ ਦੁਆਬੇ ਦਾ ਚੱਕਰ ਲਾਉਂਦੇ ਰਿਹਾ ਕਿ ਭਾਈ ਮਾਹੌਲ ਕੀ ਹੈ। ਆਪਾਂ ਸਭ ਤੋਂ ਪਹਿਲਾਂ ਉਸ ਰਿਪੋਰਟ ਦਾ ਪਹਿਲਾ ਹਿੱਸਾ ਦੇਖਦੇ ਹਾਂ, ਗੱਲਬਾਤ ਕਰਕੇ ਦੂਸਰਾ ਹਿੱਸਾ ਫਿਰ ਦੇਖਾਂਗੇ। ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਜਲੰਧਰ, ਨਵਜੀਤ ਹੋਰੀ ਰਿਪੋਰਟ ਲੈ ਕੇ ਗਰਾਊਂਡ ਜ਼ੀਰੋ ਤੋਂ ਕਿ ਜਲੰਧਰ ਦੇ ਵਿੱਚ ਮਾਹੌਲ ਕੀ ਸੀ, ਕਿੰਨੇ ਕੁ ਲੋਕ ਇਕੱਠੇ ਹੋਏ ਸੀ। ਕਿਸਾਨਾਂ ਦੀ ਜਥੇਬੰਦੀ ਦੀ ਗੱਲ ਕਰਾਂਗੇ ਕਿ ਉਹਨਾਂ ਨੇ ਧਰਨਾ ਜਿਹੜਾ ਲਾਇਆ, ਉੱਥੇ ਗੱਲਬਾਤ ਕੀ ਚੱਲਦੀ ਸੀ, ਦੇਖਦੇ ਹਾਂ। ਸੋ ਤੁਸੀਂ ਦੇਖ ਸਕਦੇ ਹੋ ਇਸ ਵਕਤ ਪੀਏਬੀ ਚੌਂਕ ਵਿੱਚ ਕਿਸਾਨਾਂ ਵੱਲੋਂ ਲਗਾਏ ਗਏ ਰੋਸ ਧਰਨੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਿਸਾਨ ਆਗੂਆਂ ਵੱਲੋਂ। ਹਾਲਾਂਕਿ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਹੈ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਸੰਘਰਸ਼ ਹੋਰ ਤਿੱਖਾ ਹੁੰਦਾ ਦਿਖਾਈ ਦੇ ਰਿਹਾ ਹੈ। ਕਿਸਾਨ ਭਰਾਵਾਂ ਨੇ ਸਿੱਧਾ ਕਿਹਾ ਕਿ ਇਹ ਲੜਾਈ ਹੁਣ ਆਰ-ਪਾਰ ਦੀ ਹੈ। ਜਦੋਂ ਤੱਕ ਆਰਡੀਨੈਂਸਾਂ ਨੂੰ ਰੱਦ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਅਸੀਂ ਨਾ ਹੀ ਰੁਕਾਂਗੇ ਤੇ ਨਾ ਹੀ ਝੁਕਾਂਗੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਾਫ਼-ਸਾਫ਼ ਇਸ ਸਮੇਂ ਜ਼ਿਲ੍ਹਾ ਜਲੰਧਰ ਦੇ ਪੀਏਪੀ ਚੌਂਕ ਤੋਂ ਕਿਸਾਨਾਂ ਵੱਲੋਂ ਲਗਾਏ ਗਏ ਰੋਸ ਧਰਨੇ ਵਿੱਚ ਪ੍ਰਸ਼ਾਸਨ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅਸੀਂ ਸਾਰਾ ਕੁਝ ਸ਼ਾਂਤ ਕੀਤਾ ਜਾਊਗਾ, ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵਿੱਚ ਇਹ ਜੋ ਗੁੱਸਾ ਆ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ। ਖੇਤੀ ਆਰਡੀਨੈਂਸਾਂ ਨੂੰ ਰੱਦ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪਿੱਛੇ ਦੇਖ ਸਕਦੇ ਹੋ ਤੁਸੀਂ ਕਿ ਬਹੁਤ ਸਾਰੇ ਲੋਕ ਖੜੇ ਹੋਏ ਨੇ। ਦੂਸਰੇ ਪਾਸੇ ਜੇਕਰ ਮੈਂ ਆਪਣੇ ਕੈਮਰਾਮੈਨ ਨੂੰ ਕਹਾ ਕਿ ਉਧਰ ਕੈਮਰਾ ਕੀਤਾ ਜਾਵੇ, ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਕਿਸਾਨ ਨਜ਼ਰ ਆ ਰਹੇ ਨੇ। ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਰੱਦ ਕੀਤਾ ਜਾਵੇ, ਇਹ ਆਰਡੀਨੈਂਸ ਰੱਦ ਕੀਤਾ ਜਾਵੇ। ਸ਼ਾਂਤਮਈ ਤਰੀਕੇ ਨਾਲ ਇਹ ਧਰਨਾ ਜਿਹੜਾ ਲਗਾਇਆ ਹੋਇਆ ਹੈ। ਹਾਲਾਂਕਿ ਪ੍ਰਸ਼ਾਸਨਿਕ ਕੁਝ ਅਧਿਕਾਰੀ ਪਹੁੰਚੇ ਨੇ, ਉਹਨਾਂ ਨੇ ਕਿਸਾਨਾਂ ਨੂੰ ਸਮਝਾਉਣ ਦੀ, ਮਨਾਉਣ ਦੀ ਦੋਨੇ ਤਰ੍ਹਾਂ ਕੋਸ਼ਿਸ਼ ਕੀਤੀ, ਪਰ ਕਿਸਾਨਾਂ ਦਾ ਸਾਫ਼-ਸਾਫ਼ ਕਹਿਣਾ ਹੈ ਜਦੋਂ ਤੱਕ ਇਹਨਾਂ ਆਰਡੀਨੈਂਸਾਂ ਨੂੰ ਰੱਦ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਉਹ ਨਾ ਹੀ ਰੁਕਣਗੇ ਤੇ ਨਾ ਹੀ ਝੁਕਣਗੇ। ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ। ਉਹਨਾਂ ਦਾ ਕਹਿਣਾ ਕਿ ਅਜੇ ਤਾਂ ਸਿਰਫ ਪਹਿਲੇ ਦਿਨ ਹੀ ਸੜਕਾਂ ਨੂੰ ਰੋਕਿਆ ਗਿਆ, ਰੇਲਾਂ ਨੂੰ ਰੋਕਿਆ ਗਿਆ। ਹਾਲਾਂਕਿ ਕੇਂਦਰ ਸਰਕਾਰ ਨੇ ਸਾਰੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ, ਪਰ ਹੁਣ ਜੇਕਰ ਤੁਸੀਂ ਦੇਖਦੇ ਹੋ ਤਾਂ ਕਿਸਾਨ ਜਿਹੜੇ ਨੇ ਰੋਸ ਪ੍ਰਦਰਸ਼ਨ ਕਰ ਰਹੇ ਨੇ।
ਕੋਲ ਜਾਂਦੇ ਆਮ ਬੰਦੇ ਨਾਲ ਗੱਲ ਕਰੋ, ਕੋਈ ਧਿਰ ਨਹੀਂ ਬਣੀ ਭਾਜੀ। ਇੱਕ ਬੰਦੇ ਨੇ ਬੋਲਣਾ, ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰ ਭਾਜੀ, ਉਹਨੂੰ ਬੁਲਾਓ। ਇੱਕ ਨੌਜਵਾਨ ਚਾਹੁੰਦਾ ਕਿ ਮੈਂ ਕਿਸਾਨੀ ਦੀ ਗੱਲ ਕਰਾਂ, ਮਜ਼ਦੂਰ ਦੀ ਗੱਲ ਕਰਾਂ, ਇਹ ਤਾਂ ਜਿੰਨੇ ਫੋਟੋਆਂ ਖਿਚਾਉਣ ਵਾਲੇ ਆਉਂਦੇ ਘਰੇ ਬਹਿ ਜਾਣ। ਅੱਜ ਅਕਾਲੀ ਦਲ ਨੇ ਆਪਣਾ ਵੱਖਰਾ ਧਰਨਾ ਰੱਖਿਆ, ਉਹਦੇ ਬਾਰੇ ਕੋਈ ਨਹੀਂ ਕੋਈ ਬੋਲ ਰਿਹਾ। ਸਾਬਤ ਕਰੇ ਅਕਾਲੀ ਦਲ ਉਹ ਕਿਸਾਨਾਂ ਦੇ ਹੱਕ ਵਿੱਚ ਆ ਕਿ ਵਿਰੋਧ ਵਿੱਚ ਆ। ਜੇ ਇੰਨਾ ਦੁੱਖ ਸੀ ਇੱਥੇ ਆ ਕੇ ਬਹਿੰਦੇ ਅੱਜ ਮੱਕੜ ਸਾਹਿਬ ਨੇ ਆਪਣਾ ਧਰਨਾ ਕਿਉਂ ਰੱਖਿਆ ਉੱਥੇ ਵੱਖਰਾ? ਅਕਾਲੀ ਦਲ ਨੇ ਦੱਸੋ, ਇਹਦਾ ਜਵਾਬ ਹੈ ਨਾ ਕੋਲ? ਤੁਹਾਡੇ ਕਹਿਣ ਦਾ ਮਤਲਬ ਕਿ ਇਸ ਮੁੱਦੇ ਤੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ। ਨੀਤੀ ਆ ਬਾਜੀ, ਕੌਣ ਨਹੀਂ ਕਰ ਰਿਹਾ? ਅਕਾਲੀ ਦਲ ਨੂੰ ਮਤਲਬ ਸੀ ਤਾਂ ਕਿ ਇੱਕ ਸੰਗਤ ਵਾਂਗੂ ਬਹਿੰਦਾ, ਆਮ ਬੰਦੇ ਵਾਂਗੂ ਬਹਿੰਦਾ ਆ ਕੇ। ਅਕਾਲੀ ਦਲ ਕਿੱਥੇ ਅੱਜ? ਉਹਨਾਂ ਨੇ ਆਪਣਾ ਧਰਨਾ ਰਾਮਾ ਮੰਡੀ ਰੱਖਿਆ, ਉਧਰੋਂ ਸਕਰੀਨ ਰੱਖਿਆ। ਪੁੱਛੋ ਆਹ ਤੁਸੀਂ ਸੰਗਤ ਨੂੰ। ਇਹ ਤੁਸੀਂ ਦੇਖ ਰਹੇ ਸੀਗੇ ਸਾਡੇ ਪ੍ਰਾਈਮ ਏਸ਼ੀਆ ਦੇ ਪ੍ਰਤੀਨਿਧ ਨਵਜੀਤ ਹੁਣੀ ਸਾਰਾ ਦਿਨ ਅੱਜ ਜਲੰਧਰ ਮੌਜੂਦ ਰਹੇ, ਵੱਖੋ-ਵੱਖ ਥਾਵਾਂ ਤੇ ਜਾ ਕੇ ਉਹਨਾਂ ਰਿਪੋਰਟਿੰਗ ਕੀਤੀ, ਕਿਸਾਨਾਂ ਨਾਲ ਗੱਲਬਾਤ ਕੀਤੀ, ਜਥੇਬੰਦੀਆਂ ਨਾਲ ਗੱਲ ਕੀਤੀ। ਅਖੀਰ ਦੇ ਵਿੱਚ ਅਸੀਂ ਇੱਕ ਨੌਜਵਾਨ ਦਾ ਗੁੱਸਾ ਵੀ ਜ਼ਰੂਰ ਦੇਖਿਆ ਜ਼ਾਹਿਰ ਹੁੰਦਾ ਕਿ ਇਹ ਸਾਰੀਆਂ ਸਿਆਸੀ ਪਾਰਟੀਆਂ ਉਹਨਾਂ ਦੇ ਨਾਲ ਇੱਕ ਧਰਨੇ 'ਚ ਆ ਕੇ ਕਿਉਂ ਨਹੀਂ ਬੈਠੀਆਂ। ਇਸ ਇੱਕ ਧਰਨੇ ਨੂੰ ਵਿਸ਼ਾਲ ਕਿਉਂ ਨਹੀਂ ਬਣਾਇਆ ਗਿਆ ਸੀ? ਇੱਕੋ ਸ਼ਹਿਰ 'ਚ 5-5 ਵੱਖੋ ਧਰਨੇ ਲਾਏ, ਚਲੋ ਕੋਈ ਗੱਲ ਨਹੀਂ, ਆਪਾਂ ਆ ਕੇ ਬੈਠੇ ਸਹੀ ਐਟਲੀਸਟ। ਭੱਟ ਸਾਹਿਬ ਜੀ, ਅਸੀਂ ਹੁਣ ਨਵਜੀਤ ਹੁਣਾਂ ਨੂੰ ਦੇਖਿਆ, ਪੀਏਪੀ ਚੌਂਕ ਪਹੁੰਚੇ ਸੀਗੇ ਜਲੰਧਰ। ਪਿੱਛੇ ਕਿਸਾਨ ਜਥੇਬੰਦੀਆਂ ਧਰਨੇ ਲਾ ਰਹੀਆਂ ਸੀ, ਨੌਜਵਾਨ ਉੱਠ ਕੇ ਆਪ ਆਪਣੀ ਗੱਲ ਕਰਨ ਆਇਆ। ਮਤਲਬ ਅੰਦਰ ਗੁੱਸਾ ਤੇ ਹੈ ਵੀ ਅਸੀਂ ਇੱਕ ਕਿਉਂ ਨਹੀਂ ਹੋਏ ਇਸ ਦਿਨ ਵੀ ਆ ਕੇ ਇੱਕ ਜਗ੍ਹਾ ਤੇ ਕਿਉਂ ਨਹੀਂ ਬੈਠੇ, ਭਾਵੇਂ ਅਸੀਂ ਵੱਖੋ-ਵੱਖ ਥਾਵਾਂ ਤੇ ਜਾ ਕੇ ਬੈਠ ਗਏ। ਦੇਖੋ, ਇਹ ਸਿਆਸੀ ਪਾਰਟੀਆਂ ਦਾ ਨਾ ਬੜਾ ਅਜੀਬੋ-ਗਰੀਬ ਜਿਹਾ ਮਾਹੌਲ ਹੈ। ਹਰ ਇੱਕ ਨੇ ਆਪਣੀ ਹਾਜ਼ਰੀ ਲਵਾਈ ਹੈ, ਹਰ ਇੱਕ ਸਿਆਸੀ ਪਾਰਟੀ ਦੇ ਲੀਡਰਾਂ ਨੇ, ਕਿਉਂਕਿ ਅਕਾਲੀ ਦਲ ਨੇ ਕਹਿਤਾ ਸੀ ਅਸੀਂ 11 ਵਜੇ ਤੋਂ 2 ਵਜੇ ਤੱਕ ਚੱਕਾ ਜਾਮ ਕਰਨਾ ਹੈ। ਉਹ ਕਿਸਾਨਾਂ ਦੇ ਨਾਲ ਆ ਕੇ ਨਹੀਂ ਬੈਠੇ। ਕਾਂਗਰਸੀ ਜਿਹੜੇ ਆ ਉਹਨਾਂ ਨੇ ਕਈ ਜਗ੍ਹਾ ਦੇ ਉੱਤੇ ਆਪਣਾ ਜਿਹੜਾ ਉਹ ਬੰਬੂ ਕਾਟ ਅੱਡ ਚਲਾਇਆ ਕਿ ਭਾਈ ਅਸੀਂ ਐਂ ਕਰਨਾ ਹੈ। ਬਹੁਤ ਸਾਰੀਆਂ ਸਿਆਸੀ ਧਿਰਾਂ ਸੀ ਜਿਹੜੀਆਂ ਕਿ ਹਾਜ਼ਰੀ ਲਵਾਉਂਦੀਆਂ ਨਜ਼ਰ ਆਈਆਂ। ਇਹ ਵੀ ਗੱਲ ਆਪਣੇ ਆਪ ਦੇ ਵਿੱਚ ਬੜੀ ਵੱਡੀ ਹੈ ਕਿ ਇੱਕ ਬੜੀ ਵੱਡੀ ਗਾਇਕਾ, ਮੈਂ ਹੁਣ ਉਹਦਾ ਨਾਂ ਨਹੀਂ ਲੈਣਾ, ਉਹਦੇ ਗੀਤ ਦਾ ਨਾਂ ਨਹੀਂ ਲੈਣਾ, ਕਈ ਲੀਡਰ ਜਿਹੜੇ ਆ ਉਹਨਾਂ ਨੇ ਜਾ ਕੇ ਜਿੱਦ ਕੀਤੀ ਸੀ ਕਈ ਥਾਵਾਂ ਦੇ ਉੱਤੇ ਕਿ ਅਸੀਂ ਸਟੇਜ ਦੇ ਨੇੜੇ ਜਾ ਕੇ ਬਹਿਣਾ ਹੈ। ਕਿਉਂਕਿ ਹੁੰਦਾ ਨਾ ਇੱਕ ਬੰਦੇ ਨੂੰ ਕਿ ਭਾਈ ਮੈਂ ਪਿੱਛੇ ਕਿਉਂ? ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ, ਇਹ ਪੰਜਾਬ ਦੇ ਖੇਤਾਂ ਦੀ ਲੜਾਈ ਹੈ, ਤੇ ਉਹਦੇ ਵਿੱਚ ਵੀ ਜੇ ਅਸੀਂ ਦਰੀ ਦੇ ਮੂਹਰੇ ਬਹਿਣ ਦੀ ਜਿੱਦ ਕਰਾਂਗੇ ਤਾਂ ਔਖਾ ਹੋ ਜਾਊਗਾ, ਬਹੁਤ ਔਖਾ ਹੋ ਜਾਊਗਾ। ਇਸ ਕਰਕੇ ਤੁਸੀਂ ਜਿਹੜੀ ਮਰਜ਼ੀ ਸਿਆਸੀ ਪਾਰਟੀ ਦੇ ਨਾਲ ਸੰਬੰਧਿਤ ਹੋ, ਕੋਈ ਗੱਲ ਨਹੀਂ, ਤੁਸੀਂ ਉਹਨਾਂ ਪਾਰਟੀਆਂ ਦੇ ਨਾਲ ਮੇਲ ਜੋਲ ਰੱਖੋ, ਕਿਉਂਕਿ ਪੋਲੀਟੀਕਲ ਸਿਸਟਮ ਹੈ, ਇਹਦੇ ਮੁਤਾਬਕ ਹੀ ਆਪਾਂ ਚੱਲਣਾ ਹੈ। ਇਹ ਸਾਡੀ ਲੀਡਰਸ਼ਿਪ ਜਿਹੜੀ ਹੈ ਚੰਗੇ ਤਰੀਕੇ ਅਗਲੇ ਪਾਸੇ ਨੂੰ ਵਧੇ। ਹੁਣ ਅਜੇ ਤੱਕ ਇਕੱਠੇ ਹੋ ਕੇ ਦਿੱਲੀ ਨਹੀਂ ਜਾ ਸਕੇ। ਕਿਉਂ ਨਹੀਂ ਜਾ ਸਕੇ ਬਈ? ਇਕੱਲੇ ਜਾਂਦੇ ਆ, ਪਤਾ ਹੈ ਕਿ ਭਾਈ ਸਾਹਮਣੇ ਜਾ ਕੇ ਰੋਕ ਲੈਣਾ। ਅਸਤੀਫਾ ਦੇਤਾ ਅਕਾਲੀ ਦਲ ਵੱਲੋਂ, ਬੀਬੀ ਹਰਸਿਮਰਤ ਕੌਰ ਬਾਦਲ ਨੇ, ਕਾਨੂੰਨ ਬੰਦ ਹੋ ਗਏ, ਨਹੀਂ ਹੋਏ। ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਐ ਹੋ ਜਾਊਗਾ, ਕਾਨੂੰਨ ਬੰਦ ਹੋਏ, ਨਹੀਂ ਹੋਏ। ਬੈਂਸ ਸਾਹਿਬ ਉਧਰ ਨੂੰ ਗਏ ਸੀ ਦਿੱਲੀ ਨੂੰ, ਸ਼ੰਭੂ ਬਾਰਡਰ ਤੇ ਰੋਕ ਲਿਆ, ਕਾਨੂੰਨ ਬੰਦ ਹੋ ਗਿਆ, ਨਹੀਂ ਹੋਏ। ਕਾਂਗਰਸ ਪਾਰਟੀ ਵਾਲੇ ਟਰੈਕਟਰ ਲੈ ਕੇ ਤੁਰੇ ਸੀ ਸਭ ਤੋਂ ਪਹਿਲਾਂ, ਯੂਥ ਵਿੰਗ ਵਾਲੇ, ਤਾਂ ਉਹਨਾਂ ਨੂੰ ਵੀ ਰੋਕ ਲਿਆ ਗਿਆ। ਹਰਿਆਣੇ ਦੇ ਬਾਰਡਰ ਦੇ ਉੱਤੇ ਟਰੈਕਟਰ ਉਦੋਂ ਇੱਕ ਸੜਿਆ ਵੀ ਸੀ, ਇੱਕ ਅੱਜ ਵੀ ਸੜਿਆ, ਤੇ ਉਹ ਕੀ ਉਹਦੇ ਨਾਲ ਕਾਨੂੰਨ ਬੰਦ ਹੋ ਗਿਆ? ਨਹੀਂ ਹੋਏ। ਜਾਣੀ ਕਿ ਇੱਕ ਹਾਜ਼ਰੀ ਲਾਉਣੀ ਵੱਖਰੀ ਗੱਲ ਹੈ, ਪਰ ਉੱਥੇ ਲੋਕਾਂ ਦੇ ਪੱਖ ਦੀ ਗੱਲ ਕਰਨੀ ਇੱਕ ਹੋਰ ਗੱਲ ਹੈ। ਹੁਣ ਇਸ ਸਿਸਟਮ ਦੇ ਵਿੱਚ ਤੁਸੀਂ ਇਹ ਦੇਖੋ, ਇਹ ਸਾਰਾ ਕੁਝ ਹਾਈਜੈਕ ਹੋ ਸਕਦਾ ਸੀ। ਇੱਥੇ ਜੇ ਸਾਰੇ ਲੀਡਰ ਆ ਜਾਂਦੇ ਆਣ ਕੇ ਕਹਿੰਦੇ ਕਿ ਭਾਈ ਅਸੀਂ ਧਰਨੇ ਦੇ ਉੱਪਰ ਬਹਿਣਾ, ਉਹੀ ਮਾਈਕ ਫੜ ਲੈਂਦੇ, ਉਹਨਾਂ ਨੇ ਆਪੋ ਆਪਣਾ ਕੰਮ ਕਰਨਾ ਸੀ। ਪਰ ਬਹੁਤੀਆਂ ਥਾਵਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਧਰਨੇ ਸਫਲ ਹੋਏ ਨੇ। ਬਹੁਤੀਆਂ ਥਾਵਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਅੱਜ ਇੱਕ ਬਰਾਬਰ ਦੀ ਧਿਰ ਬਣ ਕੇ ਵਿਚਰਨ ਦੇ ਵਿੱਚ ਸਫਲ ਹੋਈਆਂ। ਕਿਉਂ ਸਫਲ ਹੋਈਆਂ? ਇਸ ਕਰਕੇ ਸਫਲ ਹੋਈਆਂ ਕਿਉਂਕਿ ਉਹਨਾਂ ਨੇ ਸਿਆਸਤ ਤੋਂ ਆਪਣੇ ਆਪ ਨੂੰ ਦੂਰ ਰੱਖਿਆ। ਸਿਆਸੀ ਲੀਡਰ ਕੋਈ ਉੱਥੇ ਆਉਣ ਨਹੀਂ ਦਿੱਤਾ। ਕਿੰਨੇ ਦੋਸ਼ ਲੱਗਦੇ ਰਹੇ ਨੇ ਅੱਜ ਤੱਕ? ਇਹ ਬਹੁਤ ਅਹਿਮ ਸਵਾਲ ਹੈ। ਕਈ ਕਿਸਾਨ ਜਥੇਬੰਦੀਆਂ ਤੇ ਦੋਸ਼ ਲੱਗਦੇ ਰਹੇ ਕਿ ਭਾਈ ਉਹ ਫਲਾਨੀ ਪਾਰਟੀ ਦੀ ਪਿੱਠੂ ਹੈ, ਉਹ ਫਲਾਨੀ ਪਾਰਟੀ ਦੀ ਪਿੱਠੂ ਹੈ। ਕਿਸਾਨ ਦੇ ਦੰਦ ਖੱਟੇ ਹੁੰਦੇ ਸੀ, ਕਿਸਾਨ ਦਾ ਮਨ ਖੱਟਾ ਹੁੰਦਾ ਸੀ ਕਿ ਜੇ ਸਾਡੀ ਲੀਡਰਸ਼ਿਪ ਨੇ ਅੱਗੋਂ ਜਾ ਕੇ ਪੋਲੀਟੀਕਲ ਲੀਡਰਸ਼ਿਪ ਦੇ ਕੋਲ ਵੇਖ ਹੀ ਜਾਣਾ, ਫਿਰ ਜਾਈਏ ਕਿਉਂ? ਪਰ ਐਤਕੀ ਹਰ ਇੱਕ ਧਿਰ ਨੇ ਦੇਖਿਆ ਕਿ ਭਾਈ ਹੁਣ ਤਾਂ ਇਹ ਆਖਰੀ ਚੈਪਟਰ ਕਲੋਜ਼ ਹੋਣ ਲੱਗਾ, ਆਖਰੀ ਅਧਿਆਇ ਇੱਧਰ ਉੱਧਰ ਹੋਣ ਲੱਗਾ। ਇਸ ਕਰਕੇ ਪਹਿਲੀ ਵਾਰ ਸਿਆਸੀ ਲੀਡਰਾਂ ਤੋਂ ਦੂਰੀ ਬਣਾਈ ਹੈ ਕਿਸਾਨ ਆਗੂਆਂ ਨੇ। ਤੇ ਜੇ ਕਿਸਾਨ ਜਥੇਬੰਦੀਆਂ ਇੱਕ ਵੀ ਹੋ ਗਈਆਂ, ਪੋਲੀਟੀਕਲ ਲੀਡਰਾਂ ਤੋਂ ਦੂਰੀ ਵੀ ਬਣਾ ਲਈ। ਨਹੀਂ ਤਾਂ ਜਿਹਦੀ ਸਰਕਾਰ ਹੈ ਉਹ ਧਰਨੇ ਤੋਂ ਬਾਹਰ ਹੁੰਦੀ ਸੀ, ਵਿਰੋਧੀ ਪਾਰਟੀਆਂ ਵਿੱਚ ਹੁੰਦੀਆਂ ਸੀ। ਫਿਰ ਵਿਰੋਧੀ ਪਾਰਟੀਆਂ ਦੀ ਸਰਕਾਰ ਆ ਜਾਣੀ, ਉਹਨਾਂ ਪਾਰਟੀਆਂ ਨੇ ਬਾਹਰ ਹੋ ਜਾਣਾ ਜਿਨ੍ਹਾਂ ਦੀ ਪਹਿਲਾਂ ਸਰਕਾਰ ਸੀ। ਹੁਣ ਵਿਰੋਧੀ ਪਾਰਟੀਆਂ 'ਚ ਨਹੀਂ, ਉਹਨਾਂ ਨੇ ਵਿੱਚ ਆ ਜਾਣਾ, ਧਰਨਾ ਹਾਈਜੈਕ ਕਰ ਲੈਣਾ। ਹੁਣ ਵੀ ਇਹ ਲੜਾਈ ਮੁੱਕੀ ਨਹੀਂ, ਨਾ ਮੁੱਕਣੀ ਹੈ। ਇਹ ਲੜਾਈ ਬਹੁਤ ਲੰਬੀ ਹੈ, ਪਰ ਇਸ ਲੜਾਈ ਨੂੰ ਪਹਿਲੀ ਗੱਲ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਨੇਪਰੇ ਚਾੜਿਆ ਜਾਵੇ। ਦੂਸਰਾ, ਬੁੱਧੀਜੀਵੀਆਂ ਦੀ ਇੱਕ ਜਮਾਤ ਜਿਹੜੀ ਹੈ ਸੇਧ ਉਹਦੇ ਤੋਂ ਲੈਣੀ ਪਊਗੀ, ਕਿਉਂਕਿ ਇੱਕ ਦਿਨ ਧਰਨਾ ਲੱਗ ਗਿਆ, ਭਲਕ ਨੂੰ ਝੋਨਾ ਪੱਕਣਾ ਹੈ। ਜਦੋਂ ਝੋਨਾ ਪੱਕਣਾ, ਕਿਸਾਨਾਂ ਨੂੰ ਵੀ ਕੰਮ ਹੋਣਾ, ਮਜ਼ਦੂਰਾਂ ਨੂੰ ਵੀ ਕੰਮ ਹੋਣਾ ਹੈ। ਰੋਜ਼-ਰੋਜ਼ ਸਾਰੇ ਛੁੱਟੀਆਂ ਨਹੀਂ ਕਰ ਸਕਦੇ। ਆ ਰੋਜ਼-ਰੋਜ਼ ਨੌਜਵਾਨ ਜਿਹੜੇ ਛੋਟੇ ਬੱਚੇ ਵੀ ਧਰਨਿਆਂ ਦੇ ਉੱਤੇ ਆਏ ਹੋਏ ਸੀ, ਉਹ ਰੋਜ਼-ਰੋਜ਼ ਨਹੀਂ ਆ ਸਕਦੇ। ਉਹਨਾਂ ਦਾ ਮਸਲਾ ਤਾਂ ਸਾਨੂੰ ਵਿਚਾਰਨਾ ਪਊਗਾ ਕਿ ਕਈ ਵਾਰੀ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ, ਸੱਤਾਧਾਰੀਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸੰਘਰਸ਼ ਨੂੰ ਲੰਬਾ ਕਰ ਦਿਓ। ਜਦੋਂ ਲੰਬਾ ਸੰਘਰਸ਼ ਹੋ ਜਾਂਦਾ, ਝੋਲ ਮਾਰਦਾ।
ਜਦੋਂ ਲੰਬਾ ਸੰਘਰਸ਼ ਹੋ ਜਾਂਦਾ ਉਹਦੇ ਵਿੱਚੋਂ ਲੋਕ ਅੱਕਣ ਲੱਗ ਪੈਂਦੇ ਆ। ਜਦੋਂ ਸੰਘਰਸ਼ ਲੰਬੇ ਚੱਲਦੇ ਆ ਉਦੋਂ ਉਤਸ਼ਾਹ ਥੋੜਾ ਘਟਣ ਲੱਗ ਪੈਂਦਾ। ਸਾਨੂੰ ਉਹ ਸਾਰੀ ਚੀਜ਼ ਬਰਕਰਾਰ ਰੱਖਣੀ ਪਊਗੀ। ਜੇ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਹੋਵਾਂਗੇ ਫੇਰ ਗੱਲਬਾਤ ਅਗਲੇ ਪਾਸੇ ਨੂੰ ਤੁਰੂਗੀ, ਕਿਉਂਕਿ ਕੰਮ ਛੋਟਾ ਨਹੀਂ ਹੈ। ਕੰਟੀਨਿਊਟੀ ਬਹੁਤ ਵੱਡੀ ਚੀਜ਼ ਹੈ। ਕਾਲੂ ਸਾਹਿਬ, ਆਪਾਂ ਇਸੇ ਵੀਡੀਓ ਦਾ ਦੂਸਰਾ ਹਿੱਸਾ ਜਿਹੜਾ ਉਹ ਦੇਖਦੇ ਹਾਂ, ਉਹਦੇ ਤੋਂ ਬਾਅਦ ਗੱਲਬਾਤ ਜਿਹੜੀ ਹੈ ਉਹ ਜਾਰੀ ਰੱਖਾਂਗੇ। ਜੀ ਕੈਮਰਾ ਘਵਾਓ ਮਾੜਾ ਜਿਹਾ। ਆ ਜਲੰਧਰ ਦੀ ਸੰਗਤ ਲੱਗਦੀ ਆ ਦੇਖੋ ਕਿੰਨੀ ਕੁ ਸੰਗਤ ਹੈ ਇੱਥੇ। ਇਹ ਤਾੜ ਵੀਰੋ ਬੀਜੇਪੀ ਦੀ ਜਿਹੜੀ ਭਾਈਵਾਲ ਪਾਰਟੀ ਕਰ ਰਹੀ ਆ, ਸਾਨੂੰ ਇਹ ਲਈ ਸੰਗਤ ਨੂੰ ਜਾਗਣਾ ਪੈਣਾ ਆ। ਨਾ ਅਕਾਲੀ ਦਲ ਦਾ ਕਿਸੇ ਨੂੰ, ਨਾ ਕਾਂਗਰਸ, ਨਾ ਆਮ ਆਦਮੀ ਪਾਰਟੀ, ਕੋਈ ਕਿਸੇ ਦਾ ਨਹੀਂ ਹੋਣਾ ਇੱਥੇ। ਪਰ ਜੇਕਰ ਆਪਾਂ ਹੁਣ ਦੇਖ ਸਕਦੇ ਆ ਕਿ ਸਾਫ਼-ਸਾਫ਼ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਇਕੱਠੇ ਹੋਏ ਆ। ਇਹਨਾਂ ਦੇ ਵਿੱਚ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਨੌਜਵਾਨ ਪੀੜ੍ਹੀ ਵੀ ਇੱਥੇ ਪਹੁੰਚੀ ਹੋਈ ਆ, ਪਰ ਰਾਜਨੇਤਾ ਨਹੀਂ ਪਹੁੰਚੇ। ਤੁਹਾਡਾ ਸਾਫ਼-ਸਾਫ਼ ਇਹੀ ਕਹਿਣਾ ਹੈ ਕਿ ਬੈਠੇ ਆ ਜਿਹੜੇ ਥੋੜੇ ਬੈਠੇ ਆ, ਇਹ ਕਿਸਾਨੀ ਦੇ ਮਜ਼ਦੂਰ ਦੇ ਹੱਕ 'ਚ ਉਹਦੇ ਦੁੱਖ ਲਈ ਬੈਠੇ ਆ। ਜਿਹੜੇ ਆਪਣੇ ਰਾਜਨੀਤਿਕ ਪਾਰਟੀਆਂ ਤੋਂ ਆਪਣਾ ਬਿੰਦੀ ਸੀ ਕੋਈ ਫਾਇਦਿਆਂ ਲਈ, ਉਹ ਅੱਜ ਉੱਥੇ ਬੈਠੇ ਆ ਅਕਾਲੀ ਦਲ ਦੀ ਪਾਰਟੀ 'ਚ। ਤੁਸੀਂ ਦੇਖ ਸਕਦੇ ਹੋ ਜਾ ਕੇ, ਤੁਹਾਡੀ ਨਿਊਜ਼ ਨੂੰ ਸਾਰਾ ਕੁਝ ਪਤਾ ਹੁੰਦਾ ਆ, ਤੁਸੀਂ ਰੋਜ਼ ਉਹਨਾਂ ਦੀ ਕਵਰੇਜ ਕਰਦੇ ਹੋ। ਪਰ ਤੁਸੀਂ ਇੱਕ ਗੱਲ ਹੋਰ ਹੈ ਇੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਹੈ, ਪਰ ਬੀਬਾ ਬਾਦਲ ਨੇ ਤਾਂ ਅਸਤੀਫਾ ਦੇ ਦਿੱਤਾ। ਤੁਸੀਂ ਉਹਨਾਂ ਦੇ ਅਸਤੀਫੇ ਨੂੰ ਕਿਵੇਂ ਦੇਖਦੇ ਹੋ? ਕੈਮਰੇ ਵੱਲ ਹੋ ਕੇ ਦੱਸੋ ਸਾਫ਼-ਸਾਫ਼। ਅਸਤੀਫਾ ਦੇ ਦਿੱਤਾ ਜਦੋਂ ਆਰਡੀਨੈਂਸ ਹੋਂਦ ਵਿੱਚ ਆਇਆ ਆ ਕਿ ਅਸੀਂ ਇੰਨੇ ਅਨਪੜ੍ਹ ਆ ਕਿ ਸਾਨੂੰ ਉਹਦੇ ਉੱਤੇ ਦੋਸ਼ ਲਿਖਿਆ, ਪੜ੍ਹਿਆ ਨਹੀਂ ਗਿਆ ਸਾਡੇ ਕੋਲੋਂ ਵੀ। ਅੱਜ ਜਦੋਂ ਲੋਕਾਂ ਦਾ ਪ੍ਰੈਸ਼ਰ ਪਿਆ ਆ, ਕਿਸਾਨੀ ਮਜ਼ਦੂਰ ਸਾਰਾ ਪੰਜਾਬ ਖੜਾ ਹੋ ਗਿਆ ਉੱਠ ਕੇ, ਤੇ ਬੀਬੀ ਬਾਦਲ ਨੇ ਜਾ ਕੇ ਅਸਤੀਫਾ ਦੇ ਦਿੱਤਾ। ਇਹ ਜਿੱਦਣ ਇਹ ਹੋਂਦ ਵਿੱਚ ਆਇਆ ਸੀ ਉਦੋਂ ਹੀ ਕਿਉਂ ਨਹੀਂ ਅਸਤੀਫਾ ਦਿੱਤਾ ਗਿਆ? ਸਟੈਂਡ ਕਲੀਅਰ ਨਹੀਂ ਹੈ ਬਾਜੀ। ਜੋ ਮਰਜ਼ੀ ਅਸੀਂ ਕਰ ਲਈਏ, ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਣਦੇ ਆ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਸਾਰਾ ਕੁਝ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਠਾਹ ਕਰਦਾ ਜਾਂਦਾ ਆ। ਸੋ ਗੁੱਸਾ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਨੌਜਵਾਨ ਵਰਗ ਦੇ ਵਿੱਚ। ਸਿਰਫ ਮੈਂ ਪਹਿਲਾਂ ਵੀ ਕਿਹਾ ਸੀ ਕਿ ਜ਼ਿਆਦਾ ਉਮਰ ਦੇ ਕਿਸਾਨ ਨਹੀਂ, ਨੌਜਵਾਨ ਪੀੜ੍ਹੀ ਮੋਢੇ ਨਾਲ ਮੋਢਾ ਜੋੜ ਕੇ ਇਸ ਸੰਘਰਸ਼ ਵਿੱਚ ਸਾਥ ਦੇ ਰਹੀ ਹੈ। ਸਾਫ਼-ਸਾਫ਼ ਕਹਿਣਾ ਹੈ ਕਿ ਅਜੇ ਵੀ ਇਸ ਮੁੱਦੇ ਦੇ ਉੱਪਰ ਰਾਜਨੀਤੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੱਖਰਾ ਧਰਨਾ ਕਿਉਂ ਲਗਾਇਆ? ਸਵਾਲ ਵਾਰ-ਵਾਰ ਉਠਾਏ ਜਾ ਰਹੇ ਨੇ। ਅਸੀਂ ਦੇਖਿਆ ਕਿ ਕਿਵੇਂ ਸਾਨੂੰ ਇੱਕ ਕਿਸਾਨ ਵੀਰ ਨੇ ਦੱਸਿਆ ਕਿ ਜੇਕਰ ਇੰਨਾ ਹੀ ਦੁੱਖ ਹੈ ਆਰਡੀਨੈਂਸਾਂ ਦਾ, ਤਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਥੇ ਕਿਉਂ ਨਹੀਂ ਇਕੱਠੇ ਹੋਏ? ਪੀਏਪੀ ਚੌਂਕ ਦੇ ਵਿੱਚ ਇਕੱਠੇ ਕਿਉਂ ਨਹੀਂ ਹੋਏ? ਸਵਾਲ ਜਾਇਜ਼ ਨੇ। ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਟਰਾਲੀਆਂ ਦੇ ਉੱਪਰ ਕਿਸਾਨ ਜਾ ਰਹੇ ਨੇ। ਤਸਵੀਰਾਂ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ। ਹਾਲਾਂਕਿ ਇੱਥੇ ਕਿਸਾਨਾਂ ਵੱਲੋਂ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ, ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਤੰਗੀ ਨਹੀਂ ਆਉਣ ਦਿੱਤੀ ਜਾਵੇਗੀ। ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ, ਟਰਾਲੀ ਦੇ ਵਿੱਚ ਪਾਣੀ, ਕੋਲਡ ਡਰਿੰਕ ਸਾਰਾ ਕੁਝ ਇੱਥੇ ਪਹੁੰਚ ਰਿਹਾ ਹੈ। ਸਿਰਫ ਇਹੀ ਹੈ ਕਿ ਅਸੀਂ ਇਹਨਾਂ ਆਰਡੀਨੈਂਸਾਂ ਨੂੰ ਰੱਦ ਕਰਵਾ ਕੇ ਹੀ ਹਟਣਾ ਹੈ। ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਰਡੀਨੈਂਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੀ ਹੋਵੇਗਾ ਇਹਦਾ ਆਉਣ ਵਾਲੇ ਭਵਿੱਖ ਦੇ ਵਿੱਚ? ਆਰਡੀਨੈਂਸ ਨੂੰ ਰੱਦ ਕੀਤਾ ਜਾਵੇਗਾ ਨਹੀਂ? ਰਾਸ਼ਟਰਪਤੀ ਦੀ ਮੋਹਰ ਦੇ ਉੱਪਰ ਸਾਰਾ ਕੁਝ ਨਿਰਭਰ ਕਰਦਾ ਹੈ ਕਿ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਵੀ ਆਰਡੀਨੈਂਸ ਰੱਦ ਹੋ ਜਾਣਗੇ। ਇਹ ਵੀ ਬਹੁਤ ਵੱਡਾ ਸਵਾਲ ਹੈ। ਕਿਸਾਨਾਂ ਨੂੰ ਕੀ ਨੁਕਸਾਨ ਹੋਵੇਗਾ? ਵਪਾਰੀਆਂ ਨੂੰ ਕੀ ਨੁਕਸਾਨ ਹੋਵੇਗਾ? तमाम बहुत सारिया अजिहियां गल्लां ने जो अपने आप विच सवाल ने। किसानां दी परेशानी वधदी जा रही है क्योंकि पंजाब दा किसान सिर्फ पंजाब नूं ही नहीं पूरे भारत नूं अन्न खिलाउंदा है, करोड़ां लोकां दा ढिड भरदा है। इस करके तुसीं देख सकदे हो पिछले पासे कि बहुत सारे लोग ने जो सेवा भावना दे नाल लगे हुए ने। असीं उन्हां नाल भी गलबात करन दी कोशिश करांगे। ਇਹ ਇੱਕ ਕਿਸਾਨਾਂ ਦਾ ਮਾਮਲਾ ਆ। ਮਹਾਂਪੁਰਸ਼ਾਂ ਦਾ ਕੰਮ ਆ ਸਿਰਫ ਸੇਵਾ ਨਾਲ ਹੀ। ਮਹਾਂਪੁਰਸ਼ਾਂ ਵੱਲੋਂ ਤਾਂ ਇਹ ਆ ਕਿ ਜੇ ਕਿਸੇ ਦਾ ਵੀ ਹੱਕ ਬਣਦਾ ਹੈ ਤਾਂ ਉਹਨੂੰ ਮਿਲ ਜਾਣਾ ਚਾਹੀਦਾ ਆ। ਬੇਟਾ ਜੀ ਅਸੀਂ ਕਿੰਨੀ ਇਸ ਦੁਨੀਆ ਤੇ ਮਿਹਨਤ ਕਰਦੇ ਆ, ਸਾਨੂੰ ਰੋਟੀ ਫਿਰ ਵੀ ਕਬੂਲ ਨਹੀਂ। ਸਾਨੂੰ ਸਾਡੀ ਹੱਕ ਚਾਹੀਦਾ, ਰੋਟੀ ਚਾਹੀਦੀ ਆ, ਰਹਿਣ ਲਈ ਮਕਾਨ ਚਾਹੀਦਾ, ਬੱਚਿਆਂ ਦੀ ਪਾਲਣ ਪੋਸ਼ਣ ਲਈ ਅਸੀਂ ਮਿਹਨਤ ਕਿੰਨੀ ਕਰਦੇ ਆ, ਸਾਡੇ ਪੱਲੇ ਕੁਛ ਨਹੀਂ। ਅਸੀਂ ਇਸ ਸਰਕਾਰ ਨੂੰ ਕਹਿੰਦੇ ਸਾਨੂੰ ਹੱਕ ਦਿਓ, ਸਾਡਾ ਖਾਣ ਨੂੰ, ਛਾਣ ਨੂੰ, ਜੀਣ ਨੂੰ ਕੋਈ ਇਦਾਂ ਦਾ ਰਸਤਾ ਦਿਓ ਜਿਹਦੇ ਵਿੱਚ ਅਸੀਂ ਆਪਣੀ ਸੌਖ ਨਾਲ ਜੀ ਸਕੀਏ। ਮਾਤਾ ਜੀ ਕਦੋਂ ਦੇ ਇਸ ਧਰਨੇ ਤੇ ਬੈਠੇ ਹੋ ਤੁਸੀਂ? ਅਸੀਂ ਸਵੇਰ ਦੇ 8:30 ਵਜੇ ਦੇ ਆਏ ਹੋਏ ਆ। ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਸਮਰਾਏ। ਆਪਣੀ ਆਉਣ ਵਾਲੀ ਰਣਨੀਤੀ ਤਾਂ ਇਹੀ ਹੈ ਜੀ ਵੀ ਮੋਦੀ ਅਨਪੜ੍ਹ ਮੋਦੀ ਆ। ਚਾਹ ਵੇਚਦਾ ਪ੍ਰਧਾਨ ਮੰਤਰੀ ਬਣ ਗਿਆ ਉਹਨੇ, ਜੋ ਕਿ ਕਿਸਾਨ ਦੀਆਂ ਜੋ ਇਹਨੇ ਮਾਰੂ ਨੀਤੀਆਂ ਚਲਾਈਆਂ ਹੋਈਆਂ, ਇਹਨੇ ਕਿਸਾਨਾਂ ਨੂੰ ਖਤਮ ਕਰ ਦੇਣਾ। ਬਿਹਾਰ ਵਾਲਾ ਹਾਲ ਕਰ ਦੇਣਾ ਸਾਡੇ ਪੰਜਾਬ ਦਾ ਵੀ। ਅਸੀਂ ਵੀ ਲੋਕਾਂ ਦੇ ਜਾ ਕੇ ਦਿਹਾੜੀਆਂ ਕਰਾਂਗੇ।
6-6 ਕਿੱਲੇ ਮਾਲਕ ਜਿਹੜੇ ਭਈਏ ਆ ਕਿੱਲਿਆਂ ਦੇ, ਉਹ ਸਾਡੇ 3-3 ਕਿੱਲੇ ਵਾਲੇ ਕਿੱਲਿਆਂ ਦੇ ਭਈਏ ਲਾਉਣੇ। ਸਾਡਾ ਵੀ ਇਹ ਆਉਣਾ, ਅਸੀਂ ਬਾਹਰਲੀਆਂ ਸਟੇਟਾਂ ਦੇ ਵਿੱਚ ਜਾ ਕੇ ਝੋਨਾ ਲਾਇਆ ਕਰਾਂਗੇ। ਅਸੀਂ ਮੋਦੀ ਨੂੰ ਇਹ ਕਹਿਣਾ ਚਾਹੁੰਦੇ ਆ, ਜੇ ਕਿਸਾਨ ਆਪਣੀ ਆਈ ਤੇ ਆ ਗਏ ਤਾਂ ਇਹਦੇ ਹੱਥ 'ਚ ਦੁਬਾਰਾ ਵੀ ਚਾਹ ਦਾ ਕੱਪ ਫੜਾ ਸਕਦੇ ਆ ਜੀ। ਤੇ ਮੋਦੀ ਨੂੰ ਇੰਨੀ ਕੀ ਸ਼ਰਮ ਚਾਹੀਦੀ ਹੈ ਕਿ ਲੋਕਾਂ ਨੇ ਉਹਨੂੰ ਬਣਾਇਆ, ਇੱਕ ਏਡੇ ਵੱਡੇ ਤਖਤ ਤੇ ਬਣਾਇਆ, ਉਹਨੇ ਸਾਡੇ ਨਾਲ ਜਿਹਨੇ ਕਿ ਹਰੀ ਕ੍ਰਾਂਤੀ ਲਿਆਂਦੀ ਪੰਜਾਬੀਆਂ ਨੇ, ਅੱਜ ਉਹਨੂੰ ਹੀ ਡੋਬ ਕੇ ਰੱਖ ਦਿੱਤਾ। ਅਸੀਂ ਬਾਹਰ ਨਾ ਭੱਜਾਂਗੇ ਜਾਂ ਕਿੱਥੇ ਜਾਵਾਂਗੇ ਹੋਰ? ਜੇ ਇਦਾਂ ਹੈ ਤਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਿਉਂ ਕਹਿ ਰਹੇ ਨੇ ਕਿ ਕਿਸਾਨਾਂ ਲਈ ਬਹੁਤ ਸੌਖਾ ਹੋਣ ਵਾਲਾ ਆਉਣ ਵਾਲਾ ਸਮਾਂ ਇਹ ਕਿਸਾਨਾਂ ਦੇ ਫਾਇਦੇ ਲਈ ਕੀਤਾ ਜਾ ਰਿਹਾ ਹੈ? ਭਾਜੀ ਉਹਨਾਂ ਨੇ ਅੰਬਾਨੀਆਂ ਤੋਂ ਮੋਟਾ ਪੈਸਾ ਲੈ ਕੇ ਇਲੈਕਸ਼ਨਾਂ ਚਲਾਉਣਾ ਆ, ਉਹ ਉਹਨਾਂ ਦੇ ਫਾਇਦੇ ਲਈ ਬੋਲ ਰਹੇ, ਸਾਡੇ ਫਾਇਦੇ ਲਈ ਨਹੀਂ ਬੋਲ ਰਹੇ। ਉਹ ਤਾਂ ਬਾਕੀ ਸਮਾਂ ਉਹ ਉਹਨਾਂ ਦੇ ਫਾਇਦੇ ਲਈ ਬੋਲ ਰਹੇ ਆ, ਉਹਨਾਂ ਦੇ ਢਿੱਡ ਭਰਨ ਦੀਆਂ ਗੱਲਾਂ ਕਰ ਰਹੇ ਜਿਨ੍ਹਾਂ ਨੇ ਉਹਨਾਂ ਨੂੰ ਇਹ ਤਖਤ ਤੇ ਬਿਠਾਇਆ ਹੋਇਆ ਆ। ਜੇਕਰ ਇਹ ਆਰਡੀਨੈਂਸ ਨਹੀਂ ਰੱਦ ਕੀਤੇ ਜਾਂਦੇ ਤਾਂ ਤੁਸੀਂ ਕੀ ਅੱਗੇ ਤੁਹਾਡੀ ਕੀ ਰਣਨੀਤੀ ਹੈ, ਕੀ ਤੁਸੀਂ ਏਜੰਡਾ ਤੁਹਾਡਾ ਅਗਲਾ? ਸਾਡਾ ਇਹ ਏਜੰਡਾ ਹੈ ਜੀ, ਜਿਹੜੀਆਂ ਪ੍ਰਾਈਵੇਟ ਕੰਪਨੀਆਂ ਵਾਲੇ ਮੰਡੀਆਂ 'ਚ ਖਰੀਦ ਕਰਨਗੇ ਉਹਨਾਂ ਦਾ ਵੀ ਵਿਰੋਧ ਕਰਾਂਗੇ, ਜੋ ਇਹਨਾਂ ਦਾ ਸਮਰਥਨ ਕਰਨਗੇ ਪੋਲੀਟੀਸ਼ੀਅਨ ਅਸੀਂ ਉਹਨਾਂ ਦਾ ਵੀ ਵਿਰੋਧ ਕਰਾਂਗੇ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਦੋਂ ਹੋਰ ਜ਼ਿਆਦਾ ਸਖਤ ਵਿਰੋਧ ਕਰਾਂਗੇ, ਜਿਹਦੇ ਨਾਲ ਕਿ ਸਰਕਾਰ ਨੂੰ ਸਾਡੇ ਮੂਹਰੇ ਘੁੱਟਣੇ ਟੇਕਣੇ ਹੀ ਪੈਣਗੇ। ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਨੌਜਵਾਨ ਵਰਗ ਵੀ ਕੇਂਦਰ ਸਰਕਾਰ ਖਾਸ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ। ਕਿਤੇ ਨਾ ਕਿਤੇ ਇਹ ਸਾਰਾ ਕੁਝ ਇਹਨਾਂ ਦਾ ਕਹਿਣਾ ਕਿ ਠੀਕ ਹੈ, ਜੋ ਕੀਤਾ ਜਾ ਰਿਹਾ ਹੈ ਬਿਲਕੁਲ ਠੀਕ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਫ਼-ਸਾਫ਼ ਕਿਸਾਨਾਂ ਨਾਲ ਧੱਕਾ ਕਰਦੇ ਨਜ਼ਰ ਆ ਰਹੇ ਨੇ। ਸੋ ਅਸੀਂ ਇਸ ਵਕਤ PAP ਚੌਂਕ ਵਿੱਚ ਖੜੇ ਹਾਂ, ਜਿੱਥੇ ਵੱਖ-ਵੱਖ ਕਿਸਾਨ ਆਗੂਆਂ ਵੱਲੋਂ, ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਸੀਂ ਹੋਰ ਵੀ ਕੁਝ ਲੋਕਾਂ ਨਾਲ ਗੱਲਬਾਤ ਕਰਾਂਗੇ। ਤੁਹਾਡਾ ਆਰਡੀਨੈਂਸ ਦੇ ਮੁੱਦੇ ਤੇ ਕੀ ਕਹਿਣਾ ਜੀ? ਮੈਂ ਇਹ ਕਹਿਣਾ ਚਾਹੁੰਦਾ ਕਿ ਮਹਿੰਗਾਈ ਇੰਨੀ ਹੋ ਗਈ ਆ, ਅੱਜ ਚੀਜ਼ 20 ਰੁਪਏ ਦੀ ਆ, ਕੱਲ ਨੂੰ ਉਹੀ ਚੀਜ਼ 50 ਰੁਪਏ ਦੀ ਆ। ਇਹ ਕਿੱਥੋਂ ਦਾ ਇਨਸਾਫ ਹੈ? ਇਹ ਜਿਹੜਾ ਮੁਲਕ ਹੈਗਾ ਨਾ, ਇਹ ਲੋਕਾਂ ਦਾ, ਇਹ ਨਾ ਕਿ ਗੌਰਮੈਂਟ ਦਾ, ਨਾ ਕਿ ਹਿੰਦੂਆਂ ਦਾ, ਇਹ ਹਿੰਦੁਸਤਾਨੀਆਂ ਦਾ ਮੁਲਕ ਹੈ। ਅੱਜ ਦਾ ਸਮਾਂ ਉਹ ਨਿਕਲ ਚੁੱਕਾ ਕਿ ਲੋਕ ਪੜ੍ਹੇ ਲਿਖੇ ਨਹੀਂ ਸੀ, ਸਾਡੇ ਬਜ਼ੁਰਗ ਪੜ੍ਹੇ ਲਿਖੇ ਨਹੀਂ ਸੀ। ਅੱਜ ਹਰ ਬੰਦਾ ਪੜ੍ਹਿਆ ਲਿਖਿਆ, ਕਿਉਂ ਛੱਡ ਕੇ ਦੇਸ਼ ਜਾ ਰਿਹਾ? ਦੇਸ਼ ਦੇ ਵਿੱਚ ਕੁਝ ਨਜ਼ਰ ਨਹੀਂ ਆ ਰਿਹਾ। ਤੁਹਾਡਾ ਕੀ ਕਹਿਣਾ ਜੀ ਇਹਦੇ ਬਾਰੇ? ਮੇਰਾ ਕਹਿਣਾ ਜੀ, ਇਹ ਕਾਨੂੰਨ ਜਿਹੜਾ ਆ ਕਾਲਾ ਕਾਨੂੰਨ, ਇਹਨੂੰ ਬੰਦ ਕਰ ਦੇਣਾ ਚਾਹੀਦਾ, ਬਿੱਲ ਪਾੜ ਦੇਣੇ ਚਾਹੀਦੇ ਆ। ਇਹ ਮੋਦੀ ਬਿਲਕੁਲ ਅਨਪੜ੍ਹ ਆ, ਇਹਨੂੰ ਪਤਾ ਹੀ ਨਹੀਂ, ਇਹਨੇ ਕਦੇ ਹੱਲ ਚਲਾਇਆ ਨਹੀਂ, ਇਹਨੂੰ ਪਤਾ ਨਹੀਂ ਜ਼ਮੀਨ ਕਿਹਨੂੰ ਕਹਿੰਦੇ ਆ, ਵਾਹੀ ਕਿਹਨੂੰ ਕਹਿੰਦੇ, ਖੇਤੀ ਕਿਹਨੂੰ ਕਹਿੰਦੇ, ਇਹਦੇ ਬਾਰੇ ਇਹਨੂੰ ਕੁਝ ਨਹੀਂ ਨੌਲੇਜ ਹੈਗੀ। ਸਿਰਫ ਘਰ ਬੈਠਾ ਬਿੱਲ ਬਣਾਈ ਜਾਂਦਾ, ਪਤਾ ਨਹੀਂ ਇਹਨੂੰ ਸਲਾਹ ਕੌਣ ਦਿੰਦਾ ਆ। ਤੇ ਇਦਾਂ ਦਾ ਕੰਮ ਜਿਹੜਾ ਗਲਤ ਕਰ ਰਿਹਾ। 2006 ਦੇ ਵਿੱਚ ਬਿਹਾਰ 'ਚ ਵੀ ਇਹ ਪਾਸ ਹੋਇਆ ਸੀਗਾ, ਤੇ ਬਿਹਾਰ ਦੇ ਲੋਕ ਇੱਥੇ ਆ ਕੇ ਪੰਜਾਬ ਦੇ ਵਿੱਚ ਕਿਉਂ ਦਿਹਾੜੀਆਂ ਕਰਦੇ ਆ? ਇਹ ਕਿਸਾਨ ਨੂੰ ਇੱਕ ਡੱਬਾ ਫੜਾਉਣ ਵਾਲਾ ਕੰਮ ਆ ਵੀ ਆਪਣਾ। ਅਸੀਂ ਤੁਹਾਨੂੰ ਫਿਰ ਉਹਦਾ ਸੈਕਿੰਡ ਹਿੱਸਾ ਹੁਣ ਦਿਖਾਇਆ ਸੀਗਾ, ਜਿੱਥੇ ਸਾਡੇ ਪ੍ਰਤੀਨਿਧ ਨਵਜੀਤ ਹੁਣੀ ਪਹੁੰਚੇ ਸੀ ਜਲੰਧਰ, ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਦੇ ਸੀ, ਰੋਸ ਤੇ ਜ਼ਾਹਿਰ ਹੁੰਦਾ ਇਹਦੇ ਨਾਲ ਜਿਹੜੀ ਮਗਰ ਵੇਖਣ ਵਾਲੀ ਇੱਕ ਹੋਰ ਗੱਲ ਸੀ ਕਿ ਹਰ ਕੋਈ ਆਪੋ ਆਪਣਾ ਕੰਮ ਕਰ ਰਿਹਾ ਸੀਗਾ। ਜਿਹੜੇ ਲੋਕ ਬਹਿ ਕੇ ਸੁਣ ਰਹੇ ਸੀਗੇ, ਬਜ਼ੁਰਗ ਮਾਤਾਵਾਂ ਉਹ ਬੈਠੀਆਂ ਸੀ, ਜਿਹੜੇ ਸੰਬੋਧਨ ਕਰਨ ਵਾਲੇ ਸੰਬੋਧਨ ਕਰਦੇ ਸੀ, ਜਿਨ੍ਹਾਂ ਲੰਗਰ ਪਾਣੀ ਜਾਂ ਕੁਝ ਹੋਰ ਖਾਣ ਪੀਣ ਨੂੰ ਲੈ ਕੇ ਆਉਣਾ ਉਹ ਟਰਾਲੀਆਂ ਤੇ ਲੈ ਕੇ ਆਏ, ਕੁਝ ਸੇਵਾਦਾਰਾਂ ਨੇ ਫੜੇ, ਉਹਨਾਂ ਅੱਗੇ ਵਰਤਾਇਆ ਪਾਣੀ ਨਾਲ ਹੋਰ ਠੰਡਾ ਵੀ। ਸੋ ਹਰ ਕੋਈ ਆਪਣੀ ਜੌਬ ਤੇ ਵਧੀਆ ਤਰੀਕੇ ਨਾਲ ਅੱਜ ਕਰਦਾ ਸੀਗਾ। ਸਾਰੇ ਪੰਜਾਬ ਭਰ ਨੇ, ਪੰਜਾਬੀਆਂ ਨੇ ਇਕਮੁੱਠ ਹੋ ਕੇ ਆਵਾਜ਼ ਤੇ ਬਿਲਕੁਲ ਸਹੀ ਦਿੱਤੀ। ਇਹਦੇ ਨਾਲ ਅਗਲੀ ਗੱਲ ਅਸੀਂ ਨੌਜਵਾਨਾਂ ਦੀ ਵੀ ਕਰਾਂਗੇ। ਯੂਨੀਵਰਸਿਟੀ ਦੇ ਬੱਚਿਆਂ ਨੇ ਕੀ ਕਿਹਾ, ਉਹਨਾਂ ਨੇ ਕਿਸ ਤਰੀਕੇ ਨਾਲ ਪ੍ਰੋਟੈਸਟ ਕੀਤਾ, ਚੰਡੀਗੜ੍ਹ ਸ਼ਹਿਰ 'ਚ ਕਿਸ ਤਰੀਕੇ ਦਾ ਪ੍ਰੋਟੈਸਟ ਹੋਇਆ, ਡਾਕਟਰ ਐਡਵੋਕੇਟ ਉਹਨਾਂ ਨੇ ਕੀ ਗੱਲਾਂ ਬਾਤਾਂ ਕੀਤੀਆਂ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਅੱਜ ਸਾਡੇ ਪ੍ਰਤੀਨਿਧ ਮੌਜੂਦ ਸੀਗੇ। ਮਾਨਸੇ 'ਚ ਅੱਜ ਬਹੁਤ ਵੱਡਾ ਇਕੱਠ ਹੋਇਆ, ਉੱਥੇ ਸਿੰਗਰ ਪਹੁੰਚੇ, ਅਮਰਤਮਾਨ ਪਹੁੰਚਿਆ, ਸਿੱਧੂ ਮੂਸੇਵਾਲਾ ਪਹੁੰਚਿਆ, ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ। ਇਹਦੇ ਨਾਲ ਹੀ ਹੋਰ ਪੰਜਾਬੀ ਗਾਇਕ ਹਰਭਜਨ ਮਾਨ ਹੋਣੀ ਅੱਜ ਅਸੀਂ ਦੇਖਿਆ ਸੜਕਾਂ ਤੇ ਸੀਗੇ, ਉਹਨਾਂ ਦਾ ਬੇਟਾ ਉਹਨਾਂ ਦੇ ਨਾਲ ਸੀ, ਰਣਜੀਤ ਬਾਵਾ ਉਹਨਾਂ ਦੇ ਨਾਲ ਸੀ, ਹੋਰ ਵੀ ਬਹੁਤ ਸਾਰੇ, ਦੀਪ ਸਿੱਧੂ ਹੁਣੀ ਉੱਥੇ ਸ਼ੰਭੂ ਬਾਰਡਰ ਤੇ ਪਹੁੰਚੇ, ਰੁਪਿੰਦਰ ਹਾਂਡਾ ਹੁਣੀ ਪਹੁੰਚੇ। ਕੋਈ ਘਰੇ 'ਚ ਬੈਠਾ, ਜੇ ਕੋਈ ਵਿਦੇਸ਼ਾਂ 'ਚ ਬੈਠਾ, ਉੱਥੋਂ ਲਾਈਵ ਹੋ ਕੇ ਫੇਸਬੁੱਕ ਦੇ ਜ਼ਰੀਏ ਆਪੋ ਆਪਣਾ ਯੋਗਦਾਨ ਹਰ ਇੱਕ ਨੇ ਪਾਇਆ। ਅੱਜ ਕਿਸੇ ਗੱਲ ਦਾ ਗਿਲਾ ਕਰਨ ਦਾ ਸਮਾਂ ਨਹੀਂ। ਬਾਟ ਸਾਹਿਬ, ਅਸੀਂ ਧੰਨਵਾਦੀ ਹੋ ਸਕਦੇ ਹਾਂ ਅੱਜ ਜਿੰਨੇ ਹੋ ਸਕੀਏ, ਤੇ ਨਾਲ ਅਗਲੇ ਪ੍ਰੋਗਰਾਮ ਜਿਹੜੇ ਆਉਣ ਵਾਲੇ ਦਿਨਾਂ ਦੇ ਉਲੀਕੇ ਨੇ। 29 ਹੁਣ ਜਿਹੜੀ ਕੱਲ ਵੀ ਫਿਰ ਰੇਲਾਂ ਬੰਦ ਹੋਣੀਆਂ, ਉਸ ਤੋਂ ਬਾਅਦ 1 ਤਰੀਕ ਤੋਂ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਇਕੱਠੇ ਤੌਰ ਤੇ ਲਗਾਤਾਰ ਰੇਲਾਂ ਲੋਕਾਂ ਦਾ ਐਲਾਨ ਕੀਤਾ ਵਾ, ਉਹਦੇ ਵਿੱਚ ਵੀ ਲੋਕਾਂ ਨੇ ਕਿੱਦਾਂ ਸਾਥ ਦੇਣਾ। ਗੱਲ ਅੱਜ ਦੇ ਦਿਨ ਨਹੀਂ ਮੁੱਕਣੀ, ਇਹ ਲੰਬੀ ਲੜਾਈ ਸਾਨੂੰ ਲੜਨੀ ਪੈਣੀ ਹੈ ਜਦੋਂ ਤੱਕ ਵਾਕਿਆ 'ਚ ਤਬਦੀਲੀ ਨਹੀਂ ਆਉਂਦੀ। ਦੇਖੋ ਕਾਲੂ ਸਾਹਿਬ, ਗੱਲ ਇਹ ਆ ਕਿ ਇਹ ਪ੍ਰੋਸੈਸ ਹੈ, ਇਹ ਪ੍ਰਕਿਰਿਆ ਜੀ, ਇਹ ਪ੍ਰਕਿਰਿਆ ਨੇ ਅੱਗੇ ਤੁਰਨਾ, ਇਹ ਇੱਕ ਦਿਨ ਦੀ ਗੱਲ ਨਹੀਂ। ਇਹ ਬਹੁਤ ਚੰਗਾ ਲੱਗਿਆ ਕਿ ਉੱਥੇ ਬੀਬੀਆਂ ਵੀ ਬੈਠੀਆਂ ਸੀ, ਪਰ ਉਹ ਜਿਹੜੀ ਬੀਬੀ ਬੋਲਦੀ ਸੀ, ਤੁਸੀਂ ਆਪਣੀਆਂ ਟਿੱਪਣੀਆਂ ਕਰ ਸਕਦੇ ਹੋ। ਕੀ ਪੰਜਾਬ 'ਚ ਇਦਾਂ ਦੇ ਲੋਕ ਹੈਗੇ ਆ ਜਿਹੜੇ ਕਹਿੰਦੇ ਆ ਕਿ ਭਾਈ ਅਸੀਂ ਕੰਮ ਕਰਦੇ ਆ, ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ?
ਇਦਾਂ ਦੇ ਹਾਲਾਤ ਕਿਉਂ ਪੈਦਾ ਹੋ ਰਿਹਾ? ਦੇਸ਼ ਦੇ ਨਾਗਰਿਕ ਨੇ ਭਾਈ ਸਾਰੇ, ਉਹਨਾਂ ਦੀਆਂ ਵੋਟਾਂ ਦੇ ਨਾਲ ਸਰਕਾਰਾਂ ਚੁਣੀਆਂ ਜਾਂਦੀਆਂ, ਫਿਰ ਇਦਾਂ ਦੇ ਫੈਸਲੇ ਕਿਉਂ? ਉਸ ਬੀਬੀ ਨੂੰ ਕਿਹਨੇ ਦੱਸਿਆ ਕਿ ਭਾਈ ਇਹਨਾਂ ਆਰਡੀਨੈਂਸਾਂ ਦਾ ਪੰਜਾਬ ਦੇ ਵਿੱਚ ਨੁਕਸਾਨ ਹੋਊਗਾ? ਤੁਸੀਂ ਆਪ ਦੀਆਂ ਟਿੱਪਣੀਆਂ ਜਿਹੜੀਆਂ ਉਹ ਜ਼ਰੂਰ ਲਿਖ ਦਿਓ ਕਿ ਤੁਹਾਡੇ ਇਲਾਕੇ 'ਚ, ਤੁਸੀਂ ਪੰਜਾਬ ਦੇ ਜਿਹੜੇ ਵੀ ਇਲਾਕੇ ਤੋਂ ਬਿਲੋਂਗ ਕਰਦੇ ਹੋ, ਤੁਹਾਡੇ ਇਲਾਕੇ ਦੇ ਵਿੱਚ ਨੇੜਲੇ ਸ਼ਹਿਰਾਂ ਦੇ ਵਿੱਚ ਬੰਦ ਦਾ ਅਸਰ ਕਿੰਨਾ ਕੁ ਸੀ? ਸ਼ਹਿਰਾਂ ਦੇ ਉੱਤੇ ਜਿਹੜੀ ਸੜਕਾਂ ਤੇ ਆਵਾਜਾਈ ਕਿੰਨੀ ਕੁ ਸੀ? ਉੱਥੇ ਕਿਸੇ ਦਾ ਆਪਸ ਦੇ ਵਿੱਚ ਝਗੜਾ ਝੁਗੜਾ ਤਾਂ ਨਹੀਂ ਹੋਇਆ? ਲੋਕ ਇਕੱਠੇ ਹੋ ਕੇ ਨਾਲ ਹੀ ਤੁਰੇ? ਤੇ ਨਾਲ ਦੀ ਨਾਲ ਇਹ ਵੀ ਬੜਾ ਇੰਪੋਰਟੈਂਟ ਹੈ ਕਿ ਇਸ ਵੇਲੇ ਅਸੀਂ ਵੈਨਕੂਵਰ ਸਟੂਡੀਓ ਤੋਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ ਇੱਥੇ ਹਨੇਰੀ ਝੱਖੜ ਬਿਲਕੁਲ ਸਿਖਰ ਤੇ ਹੈ। ਕਦੇ ਕਦੇ ਇੰਨਾ ਤੇਜ਼ ਮੀਂਹ ਤੇ ਹਨੇਰੀ ਆਉਂਦਾ ਹੈ ਤੇ ਜੇ ਮਾੜੀ ਮੋਟੀ ਕਿਤੇ ਬਿਜਲੀ ਦੀ ਆਈ ਚਲਾਈ ਜੀ ਹੋ ਗਈ, ਵੈਸੇ ਤੇ ਇਹਨਾਂ ਦੇਸ਼ਾਂ ਦੇ ਵਿੱਚ ਬਿਜਲੀ ਜਾਂਦੀ ਨਹੀਂ, ਕੋਈ ਦਿੱਕਤ ਆ ਗਈ ਤਾਂ ਸਮਝ ਲਓ ਕਿ ਉਧਰਲੇ ਪਾਸਿਓਂ ਫਾਲਟ ਹੈ। ਪਰ ਅਸੀਂ ਲਗਾਤਾਰ ਤੁਹਾਡੇ ਨਾਲ ਜੁੜੇ ਰਹਿਣਾ। ਮੈਂ ਇੱਕ ਵਾਰੀ ਫੇਰ ਦੱਸਦਾ ਕਿ ਲਗਾਤਾਰ ਇੱਕ ਹਫ਼ਤਾ ਪਟਿਆਲੇ ਤੇ ਬਾਦਲ ਪਿੰਡ ਦੇ ਵਿੱਚ ਧਰਨੇ ਦਿੱਤੇ ਗਏ। ਇਸ ਕਰਕੇ ਧਰਨੇ ਦਿੱਤੇ ਗਏ ਕਿ ਇੱਕ ਮੁੱਖ ਮੰਤਰੀ ਦਾ ਸ਼ਹਿਰ, ਦੂਜਾ ਪਿੰਡ ਸਾਬਕਾ ਮੁੱਖ ਮੰਤਰੀ ਦਾ। ਉਸ ਵੇਲੇ ਧਰਨਾ ਸ਼ੁਰੂ ਕੀਤਾ ਸੀ ਜਦੋਂ ਅਜੇ ਉਸ ਪਰਿਵਾਰ ਦੀ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਕੈਬਨਿਟ ਮੰਤਰੀ ਸਨ। ਵਿਚਾਲੇ ਉਹਨਾਂ ਨੇ ਅਸਤੀਫਾ ਦਿੱਤਾ ਹੈ। ਅੱਜ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਕਹਿੰਦੀਆਂ ਕਿ ਆਰਡੀਨੈਂਸ ਗਲਤ ਨੇ, ਉਹ ਕਹਿੰਦੇ ਠੀਕ ਨੇ। ਅਜੇ ਤੱਕ ਇਸ ਮੁੱਦੇ ਦੇ ਉੱਤੇ ਇਕਸੁਰਤਾ ਨਹੀਂ ਬਣ ਸਕੀ। ਫਿਰ ਇੱਕ ਦਿਨ ਦੇ ਪੰਜਾਬ ਬੰਦ ਦਾ ਸੱਤਾ, 3 ਦਿਨ ਦੀਆਂ ਰੇਲਾਂ ਰੋਕਣ ਦਾ ਸੱਦਾ, ਜਿਹਦੇ 2 ਦਿਨ ਮੁਕੰਮਲ ਹੋ ਚੁੱਕੇ, ਤੀਸਰਾ ਦਿਨ ਭਲਕੇ ਆਉਣਾ ਹੈ। ਉਹਦੇ ਤੋਂ ਬਾਅਦ ਜੇ ਕੇਂਦਰ ਸਰਕਾਰ ਵੱਲੋਂ ਕੋਈ ਮੰਗ ਮੰਨਣ ਦਾ ਜਾਂ ਗੱਲਬਾਤ ਕਰਨ ਦਾ ਨਿਯੋਤਾ ਨਹੀਂ ਆਉਂਦਾ ਤੇ ਫਿਰ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲਾਂ ਰੋਕਣ ਦਾ ਐਲਾਨ ਕੀਤਾ ਹੋਇਆ। ਨੁਕਸਾਨ ਹੈ ਰੇਲਾਂ ਰੋਕਣ ਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਢੋਆ ਢੁਆਈ ਦੇ ਵਿੱਚ ਜ਼ਰੂਰੀ ਸਮਾਨ ਵੀ ਆਉਂਦਾ ਜਾਂਦਾ ਹੈ, ਪਰ ਹੋਰ ਚਾਰਾ ਕੀ ਹੈ? ਜੇ ਸ਼ੰਭੂ ਬਾਰਡਰ ਟੱਪਣ ਨਹੀਂ ਦਿੱਤਾ ਜਾਊਗਾ, ਜੇ ਇੰਨੇ ਮੰਗ ਪੱਤਰਾਂ ਦੇ ਬਾਵਜੂਦ ਵੀ ਕਿਸੇ ਤਰੀਕੇ ਦੀ ਕੋਈ ਗੱਲ ਨਹੀਂ ਸੁਣੀ ਜਾਊਗੀ, ਕੀਤਾ ਕੀ ਜਾਵੇ? ਜੇ ਕੋਈ ਬੰਦਾ ਇਹ ਸੋਚਦਾ ਹੈ ਕਿ ਭਾਈ ਇਹ ਕੰਮ ਨਹੀਂ ਹੋਣਾ ਚਾਹੀਦਾ ਤਾਂ ਅਲਟਰਨੇਟਿਵ ਕੀ ਹੈ? ਇਹ ਬਹੁਤ ਇੰਪੋਰਟੈਂਟ ਹੈ। ਪਿਛਲੇ 3 ਦਿਨਾਂ ਤੋਂ ਅਸੀਂ ਬੇਨਤੀਆਂ ਕੀਤੀਆਂ ਸੀ ਕਿ ਪੰਜਾਬ ਦੇ ਵਿੱਚ ਕੋਈ ਬੰਦਾ ਭੁੱਖਾ ਨਾ ਰਹੇ, ਕੋਈ ਬੰਦਾ ਪਿਆਸਾ ਨਾ ਰਹੇ, ਕਿਉਂਕਿ ਗਰਮੀ ਬਹੁਤ ਹੈ। ਤੁਸੀਂ ਧਰਨਿਆਂ ਦੇ ਵਿੱਚ ਵੀ ਦੇਖਿਆ ਕਿ ਲੋਕ ਪਰਨਿਆਂ ਦੇ ਨਾਲ, ਚੁੰਨੀਆਂ ਦੇ ਨਾਲ ਬੀਬੀਆਂ ਆਪਣੇ ਮੱਥੇ ਤੋਂ ਪਸੀਨੇ ਦੀਆਂ ਬੂੰਦਾਂ ਪੂੰਝ ਰਹੀਆਂ ਨੇ। ਉੱਥੇ ਗੜੁੱਚ ਹੋਏ ਨੇ ਸੇਵਾਦਾਰ ਜਿਹੜੇ ਪਾਣੀ ਧਾਣੀ ਦੀ ਸੇਵਾ ਕਰ ਰਹੇ ਪਸੀਨੇ ਦੇ ਨਾਲ। ਆਸਾਨ ਨਹੀਂ ਬਿਨਾਂ ਪੱਖਿਆਂ ਤੋਂ ਬੈਠਣਾ। ਸਿਆਸੀ ਲੀਡਰਾਂ ਦੇ ਕੋਲੇ ਹੋਣਗੇ ਉੱਥੇ ਪੱਖਿਆਂ ਦੇ ਪ੍ਰਬੰਧ ਤੇ ਸਾਰੇ, ਪਰ ਇਹ ਕਿਸਾਨ ਤੁਸੀਂ ਦੇਖੇ ਸੀ ਕਿੱਥੇ ਬੈਠੇ ਸੀ, ਮਜ਼ਦੂਰ ਕਿੱਥੇ ਬੈਠੇ ਸੀ? ਆ ਇੱਕ ਵਿਅਕਤੀ ਜਿਹੜੇ ਬੋਲ ਰਿਹਾ ਸੀ ਕਿ 20 ਦੀ ਚੀਜ਼ 50 ਦੀ ਮਿਲਦੀ ਹੈ 24 ਘੰਟਿਆਂ ਬਾਅਦ। ਕੌਣ ਨੇ ਇਹ? ਲੱਗਦਾ ਸੀ ਕਿਸਾਨ? ਨਹੀਂ। ਆਮ ਬੰਦਾ ਕਿਉਂ ਸੜਕ ਤੇ ਆ ਰਿਹਾ? ਉਸ ਬੰਦੇ ਨੇ ਮਹਿੰਗਾਈ ਦੀ ਗੱਲ ਕੀਤੀ। ਸਾਡੇ ਬਜ਼ੁਰਗ ਨੇ ਮਹਿੰਗਾਈ ਕਿੱਥੋਂ ਆਈ ਹੈ, ਕਿਉਂ ਹੋ ਰਹੀ ਹੈ, ਆਮ ਲੋਕਾਂ ਦੇ ਹੱਥੋਂ ਚੀਜ਼ਾਂ ਖੁੱਸਦੀਆਂ ਕਿਉਂ ਜਾ ਰਹੀਆਂ, ਨਿਕਲਦੀਆਂ ਕਿਉਂ ਜਾ ਰਹੀਆਂ? ਇਹ ਸਾਰੀਆਂ ਚੀਜ਼ਾਂ ਸੋਚਣੀਆਂ ਵਿਚਾਰਨੀਆਂ ਬਣਦੀਆਂ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ? ਆਮ ਬੰਦਾ ਇਸ ਤਰੀਕੇ ਸੜਕ ਤੇ ਕਿਉਂ ਆ? ਕਿੰਨੇ ਨੌਜਵਾਨ ਸੀ ਉੱਥੇ, ਕਿੱਦਾਂ ਭਰੇ ਪੀਤੇ ਸੀ? ਇਹ ਨੌਜਵਾਨ ਸ਼ਕਤੀ ਦੇਸ਼ ਦੀ ਡਿਵੈਲਪਮੈਂਟ ਵੱਲ ਤੁਰਨੀ ਚਾਹੀਦੀ ਹੈ, ਪ੍ਰੋਡਕਸ਼ਨ ਵੱਲ ਤੁਰਨੀ ਚਾਹੀਦੀ ਹੈ। ਪਰ ਅੱਜ ਇਹ ਸੜਕਾਂ ਤੇ ਕਿਉਂ, ਫਲਾਈਓਵਰ ਦੇ ਥੱਲੇ ਕਿਉਂ, ਇੰਨੀ ਗਰਮੀ ਦੇ ਵਿੱਚ ਘਰੇ ਬਾਣ ਦੇ ਮੰਜੇ ਦੇ ਉੱਤੇ ਬੈਠ ਕੇ ਲੱਕ ਸਿੱਧਾ ਕਰਨ ਦੀ ਥਾਂ ਅੱਜ ਇਹ ਫਲਾਈਓਵਰ ਦੇ ਥੱਲੇ ਦਰੀ ਦੇ ਉੱਤੇ ਕਿਉਂ ਬੈਠੇ ਆ? ਕਿਉਂ ਇਹਨੇ ਤੱਤੇ ਆ? ਕੀ ਗੱਲ ਹੈ? ਉਹ ਕਹਿੰਦੇ ਜੇ ਅਸੀਂ ਪ੍ਰਾਈਵੇਟ ਖਰੀਦ ਕਰਨ ਵਾਲੇ ਉਹਨਾਂ ਦੀ ਵਿਰੋਧ ਕਰਾਂਗੇ, ਭਲਕ ਨੂੰ ਪਰਚੇ ਹੋਣਗੇ, ਭਲਕ ਨੂੰ ਅਗਲੇ ਕਹਿਣਗੇ ਕਾਨੂੰਨ ਦੀ ਉਲੰਘਣਾ ਹੈ, ਫਿਰ ਕਿੱਧਰਲੇ ਪਾਸੇ ਨੂੰ ਜਾਵਾਂਗੇ? ਸੋ ਬਹੁਤ ਇੰਪੋਰਟੈਂਟ ਚੀਜ਼ਾਂ ਨੇ। ਕਾਲੂ ਸਾਹਿਬ ਨੇ ਕਲਾਕਾਰਾਂ ਦੀ ਗੱਲ ਕੀਤੀ, ਬਹੁਤ ਸਾਰੇ ਧਾਰਮਿਕ ਸਥਾਨਾਂ ਤੋਂ ਵੀ ਲੋਕ ਆਏ, ਬਜ਼ੁਰਗ ਆਏ, ਬੀਬੀਆਂ ਆਈਆਂ। ਪਹਿਲੀ ਵਾਰ ਪੰਜਾਬ ਇੱਥੇ ਤੱਕ ਪੁੱਜਿਆ, ਪਰ ਇਹ ਜਿੱਥੇ ਆਪਾਂ ਪੁੱਜ ਗਏ ਉਹਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਕੱਲਾ ਬੰਦ ਕਿਸੇ ਚੀਜ਼ ਦਾ ਹੱਲ ਨਹੀਂ, ਇਹਦੇ ਬੰਦ ਦਰਵਾਜ਼ੇ ਖੋਲਣੇ ਬਹੁਤ ਜ਼ਰੂਰੀ ਨੇ। ਇੱਕ ਵਾਰੀ ਫੇਰ ਤੁਹਾਨੂੰ ਅਗਲੀ ਗਰਾਊਂਡ ਜ਼ੀਰੋ ਦੀ ਰਿਪੋਰਟ ਦੇ ਰਾਹੀਂ ਅਸੀਂ ਸ਼ੰਭੂ ਬਾਰਡਰ ਦੇ ਕੋਲੇ ਲੈ ਕੇ ਜਾਣਾ ਹੈ। ਉੱਥੇ ਹੋ ਸਕਦਾ ਆਵਾਜ਼ ਤੁਹਾਨੂੰ ਥੋੜੀ ਘੱਟ ਸੁਣਾਈ ਦੇਵੇ, ਪਰ ਇੱਕ ਨੌਜਵਾਨ ਲੜਕੀ, ਇੱਕ ਵਿਦਿਆਰਥਣ, ਮੈਨੂੰ ਲੱਗਦਾ ਕਿ ਯੂਨੀਵਰਸਿਟੀ ਪੜ੍ਹਦੀ ਹੈ, ਉਹ ਜਿਸ ਤਰੀਕੇ ਗੀਤ ਗਾ ਰਹੀ ਹੈ, ਕਿਸਾਨਾਂ ਮਜ਼ਦੂਰਾਂ ਦੇ ਧਰਨੇ ਦੇ ਵਿੱਚ ਪੰਜਾਬ ਦੇ ਪੜ੍ਹੇ ਲਿਖੇ ਤੇ ਪੜ੍ਹ ਰਹੇ ਨੌਜਵਾਨਾਂ ਦਾ ਗੀਤ ਗਾਉਣਾ, ਵਧੀਆ ਗੀਤ ਗਾਉਣਾ, ਜੋਸ਼ੀਲੇ ਗੀਤ ਗਾਉਣਾ, ਉਹ ਵੀ ਇੱਕ ਲੜਕੀ ਦੁਆਰਾ ਗਾਉਣਾ। ਇਹਦਾ ਮਤਲਬ ਹੈ ਕਿ ਖੇਤਾਂ ਦੀ ਗੱਲ ਹੈ, ਮਜ਼ਦੂਰਾਂ ਦੀ ਗੱਲ ਹੈ, ਕਿਸਾਨਾਂ ਦੀ ਗੱਲ ਹੈ। ਤੇ ਜੇ ਵਿਦਿਆਰਥੀ ਵੀ ਉੱਥੇ ਅਪੜਿਆ ਹੋਇਆ ਤੇ ਜਿਹੜਾ ਹੋਕਾ ਆਪਾਂ ਪਿਛਲੇ ਦਿਨੀ ਦਿੱਤਾ ਸੀ ਕਿ ਸੰਘਰਸ਼ ਕਿਸੇ ਇੱਕ ਦਾ ਨਹੀਂ, ਸਾਡਾ ਸਾਰਿਆਂ ਦਾ ਸਾਂਝਾ ਹੈ, ਉਧਰਲੇ ਪਾਸੇ ਨੂੰ ਗੱਲ ਤੁਰੀ ਹੈ। ਸੋ ਦੇਖਦੇ ਹਾਂ ਸੁਖ ਸੋਲੋਰਾਂ ਦੀ ਰਿਪੋਰਟ ਸ਼ੰਭੂ ਬਾਰਡਰ ਦੇ ਕੋਲੇ ਜਿਹੜਾ ਇਕੱਠ ਹੋਇਆ ਸੀ। ਤੇਰੇ ਦਾਮਨ ਤੇ ਲੱਗੇ ਨੇ ਅਸਾਂ ਦੇ ਖੂਨ ਦੇ ਤੱਪੇ, ਤੈਨੂੰ ਅਜੇ ਸਬੂਤ ਨਹੀਂ ਲੱਭੇ। ਤੇਰਾ ਇਨਸਾਫ ਕਹਿੰਦਾ ਅਜੇ ਪੜਤਾਲ ਕਰਦੇ ਹਾਂ। ਹਾਂ ਅਸੀਂ ਹੁਣ ਜ਼ੁਲਮ ਦਾ ਇਕਬਾਲ ਕਰਦੇ ਹਾਂ। ਨਫ਼ਰਤਾਂ ਹੀ ਨਫ਼ਰਤਾਂ ਤੇਰੇ ਨਾਲ ਕਰਦੇ ਹਾਂ। ਹਾਂ ਅਸੀਂ ਹੁਣ ਜ਼ੁਲਮ ਦਾ ਇਕਬਾਲ ਕਰਦੇ ਹਾਂ ਕਿ ਨਫ਼ਰਤਾਂ
ਹੀ ਨਫ਼ਰਤਾਂ ਤੇ ਨਾਲ ਕਰਦੇ ਹਾਂ ਅਸੀਂ ਦਿਨ ਰਾਤ ਹੱਥਾਂ ਤੇ ਕਤਲ ਦੀ ਕਰੀ ਰਖਵਾਲੀ ਅਸੀਂ ਬਾਹਰੋਂ ਬਚਾਉਂਦੇ ਰਹੇ ਤੂੰ ਅੰਦਰੋਂ ਕਰਕੇ ਉਹ ਖਾਲੀ ਵਿੱਚ ਤਿਰੰਗੇ ਦੇ ਹਜ਼ਾਰਾਂ ਲਿੱਤੀਆਂ ਆਉਂਦੀਆਂ ਲਾਸ਼ਾਂ ਤੇ ਕਈ ਬਦਨਸੀਬਾਂ ਨੂੰ ਨਾ ਇਹ ਫਿਰ ਜੁੜਦੀਆਂ ਲਾਸ਼ਾਂ ਤੂੰ ਸਾਡੇ ਹੀ ਸ਼ਹੀਦਾਂ ਦੇ ਕੱਪੜ ਤੂੰ ਵੇਚ ਖਾਨਾ ਏ ਤੂੰ ਸਾਡੇ ਸ਼ਹੀਦਾਂ ਦੇ ਕਿਤੇ ਨਾ ਵੇਚਿਆ ਨਾ ਏ ਹਲਦਾਈ इसको यहाँ करते हाय ਅਸੀਂ ਹੁਣ ਜ਼ੁਲਮ ਦਾ ਇਕਬਾਲ ਕਰਦੇ ਹਾਂ ਨਫ਼ਰਤਾਂ ਹੀ ਨਫ਼ਰਤਾਂ ਸੋ ਸ਼ੰਭੂ ਬਾਰਡਰ ਤੋਂ ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਵੱਡਾ ਮੋਰਚਾ ਹੋਰ ਗਿਣਤੀ ਦੇ ਵਿੱਚ ਲੋਕਾਂ ਦਾ ਪਹੁੰਚਣਾ ਇੱਥੇ ਜਾਰੀ ਹੈ। ਸੋ ਜਲਦੀ ਹੀ ਜਿਹੜੇ ਆਲੇ ਦੁਆਲੇ ਦੇ ਰੋਡ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਸੋ ਤਸਵੀਰਾਂ ਦੇ ਵਿੱਚ ਤੁਸੀਂ ਪੰਜਾਬ ਦੇ ਬਹੁਤ ਸਾਰੇ ਜਾਣੇ ਪਹਿਚਾਣੇ ਚਿਹਰੇ ਆਮ ਕਿਸਾਨ ਦੇ ਨਾਲ, ਆਮ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਦਿਖਾਈ ਦੇ ਰਹੇ ਨੇ। ਇਸ ਵੇਲੇ ਮਸਲਾ ਪੰਜਾਬ ਦੇ ਲੋਕਾਂ ਦਾ ਹੈ, ਪੰਜਾਬ ਦੀ ਕਿਸਾਨੀ ਦਾ ਹੈ, ਜਿਸ ਨੂੰ ਲੈ ਕੇ ਇਹ ਲੋਕ ਖਾਸ ਤੌਰ ਦੇ ਉੱਤੇ ਤੁਸੀਂ ਦੇਖੋਗੇ ਤਾਂ ਵੱਡੀ ਗਿਣਤੀ 'ਚ ਨੌਜਵਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ। ਗੁੱਸਾ ਸਰਕਾਰਾਂ ਦੇ ਖਿਲਾਫ ਹੈ, ਸਰਕਾਰਾਂ ਦੇ ਉੱਤੇ ਗੁੱਸੇ ਦੇ ਵਿੱਚ ਇਹ ਲੋਕ ਜਿਹੜੇ ਨੇ ਜੋਸ਼ੀਲੀਆਂ ਤਕਰੀਰਾਂ ਵੀ ਦੇ ਰਹੇ ਨੇ। ਨੌਜਵਾਨ ਸਟੂਡੈਂਟ ਨੇਤਾ ਜਿਨ੍ਹਾਂ ਦੇ ਇਹ ਜੋਸ਼ੀਲੇ ਭਾਸ਼ਣ ਜਿਹੜੇ ਨੇ ਨੌਜਵਾਨਾਂ ਦੇ ਵਿੱਚ ਇੱਕ ਨਵਾਂ ਜੋਸ਼ ਵੀ ਭਰਦੇ ਨਜ਼ਰ ਆ ਰਹੇ ਨੇ। ਸੋ ਇਹ ਤਸਵੀਰਾਂ ਤੁਸੀਂ ਸ਼ੰਭੂ ਬਾਰਡਰ ਤੋਂ ਲਾਈਵ ਦੇਖ ਰਹੇ ਹੋ। ਇਹ ਤੁਸੀਂ ਦੇਖਿਆ ਕਿ ਸ਼ੰਭੂ ਬਾਰਡਰ ਦੇ ਨੇੜੇ ਕੀ ਮਾਹੌਲ ਸੀ। ਉਹ ਇੱਕ ਦਿਨ ਦਾ ਮਾਹੌਲ ਸੀ। ਇੱਕ ਦਿਨ ਦਾ ਮਾਹੌਲ ਜਿਹੜਾ ਉਹ ਹੁਣ ਪਹਿਲਾ ਪੜਾਅ ਆਪਣਾ ਪਾਰ ਕਰ ਚੁੱਕਿਆ ਹੈ। ਪੰਜਾਬ ਬੰਦ ਦਾ ਸੱਦਾ ਇੱਕ ਦਿਨ ਦਾ ਸੀ। ਇਹ ਵਿਦਿਆਰਥਣ, ਇਹ ਸਾਡੀ ਮੁਟਿਆਰ, ਇਹ ਪੰਜਾਬਣ, ਉਹਨੇ ਗਾਉਣਾ ਨਹੀਂ ਸਿੱਖਿਆ, ਉਹਨੇ ਰਿਆਜ਼ ਨਹੀਂ ਕੀਤਾ, ਉਹਨੂੰ ਹਾਰਮੋਨੀਅਮ ਨਹੀਂ ਆਉਂਦਾ, ਉਹਨੂੰ ਤਬਲੇ ਦੀ ਤਾਲ ਦਾ ਨਹੀਂ ਪਤਾ, ਪਰ ਉਹਨੂੰ ਇਸ ਗੱਲ ਦਾ ਪਤਾ ਹੈ ਕਿ ਭਾਈ ਇਸ ਮੁੱਦੇ ਦੇ ਉੱਤੇ ਸਾਡੇ ਬੋਲਾਂ ਦੀ ਜ਼ਰੂਰਤ ਹੈ। ਉਹਨੂੰ ਇਸ ਗੱਲ ਦਾ ਪਤਾ ਹੈ ਕਿ ਇਸ ਮੁੱਦੇ ਦੇ ਉੱਤੇ ਅਸੀਂ ਜਮਾਤਾਂ ਦੇ ਵਿੱਚ ਖੜ ਕੇ, ਅਸੀਂ ਲਾਇਬ੍ਰੇਰੀਆਂ ਦੇ ਵਿੱਚ ਬੈਠ ਕੇ, ਅਸੀਂ ਆਪਸ ਦੇ ਵਿੱਚ ਚਾਹਾਂ ਦਾ ਘੁੱਟ ਭਰ ਕੇ ਸਾਰ ਨਹੀਂ ਸਕਦੇ। ਇਸ ਵੇਲੇ ਹਰ ਇੱਕ ਨੂੰ ਲੋੜ ਹੈ। ਜਦੋਂ ਨੌਜਵਾਨ ਜਿਹੜਾ ਇਸ ਤਰੀਕੇ ਦੀਆਂ ਗੱਲਾਂ ਕਰਦਾ ਹੈ, ਇਸ ਤਰੀਕੇ ਉਹਦੇ ਸਿਰ ਜਾਗਦੇ ਨੇ। ਹੁਣ ਅਸੀਂ ਬਹੁਤ ਵਾਰੀ ਕਹਿੰਦੇ ਹੁੰਦੇ ਆ ਕਿ ਪੰਜਾਬ 'ਚ ਸੂਟ ਬੜੇ ਵਿਕਦੇ ਨੇ, ਪੰਜਾਬ ਦੇ ਵਿੱਚ ਸੀਰੀਅਲ ਜਿਹੜੇ ਆ ਉਹ ਇੰਨੇ ਦੇਖੇ ਜਾਂਦੇ ਆ ਕਿ ਭਾਈ ਨਿੱਕੇ ਨਿਆਣਿਆਂ ਨੂੰ ਬੀਬੀਆਂ ਜਿਹੜੀਆਂ ਮੋਬਾਈਲ ਫੜਾ ਦਿੰਦੀਆਂ ਕਿ ਤੂੰ ਹੁਣ ਮੋਬਾਈਲ ਦੇ ਉੱਤੇ ਗੇਮ ਖੇਡ ਲਾ ਤੇ ਮੈਂ ਸੀਰੀਅਲ ਦੇਖ ਲਾਂ। ਬੜਾ ਕੁਝ ਚੱਲਦਾ ਹੈ। ਕਿਹਾ ਜਾਂਦਾ ਹੈ ਕਿ ਅਸੀਂ ਕੰਮ ਛੱਡ ਦਿੱਤੇ, ਸਾਡੇ ਗੋਡੇ ਦੁਖਣ ਲੱਗ ਪਏ। ਪਰ ਆ ਜਿਹੜੀ ਬੀਬੀ, ਆ ਜਿਹੜੀ ਸਾਡੀ ਮੁਟਿਆਰ, ਇਹ ਪੰਜਾਬ ਦੀ ਧੀ, ਜਿਸ ਤਰੀਕੇ ਉੱਥੇ ਗੀਤ ਗਾ ਰਹੀ ਸੀ, ਜਿਸ ਤਰੀਕੇ ਉਹਨੇ ਨਾਰੇ ਲਾਏ ਨੇ, ਉਹਨੂੰ ਦੇਖਦਿਆਂ ਲੱਗਦਾ ਕਿ ਨਹੀਂ ਭਾਈ ਉਹ ਇੱਕ ਹੋਰ ਕਲਾਸ ਹੈ। ਇਹ ਇੱਕ ਹੋਰ ਕਲਾਸ ਹੈ। ਪਿਛਲੇ ਕਈ ਸਾਲਾਂ ਤੋਂ ਇਸ ਜਮਾਤ ਨੂੰ, ਇਸ ਵਰਗ ਨੂੰ, ਇਸ ਤਰ੍ਹਾਂ ਦੀ ਮਾਨਸਿਕਤਾ ਰੱਖਣ ਵਾਲਿਆਂ ਨੂੰ, ਇਸ ਤਰ੍ਹਾਂ ਨੀਤੀ ਰੱਖਣ ਵਾਲਿਆਂ ਨੂੰ ਗੋਲਿਆ ਹੀ ਨਹੀਂ। ਹੁਣ ਉਸ ਪੰਡਾਲ ਦੇ ਵਿੱਚ ਜੇ ਤੁਸੀਂ ਧਿਆਨ ਦੇ ਨਾਲ ਦੇਖਿਆ ਹੋਵੇਗਾ ਤੇ ਬਹੁਤ ਸਾਰੇ ਕਲਾਕਾਰ ਬੈਠੇ ਸੀ। ਉਹਨਾਂ ਦਾ ਬਹੁਤ ਸਵਾਗਤ ਕਿ ਭਾਈ ਉਹ ਆਏ। ਇੰਨੀ ਗਰਮੀ ਦੇ ਵਿੱਚ ਬੈਠਣਾ ਸੌਖਾ ਨਹੀਂ ਹੁੰਦਾ, ਪਰ ਇਹ ਆਮ ਲੋਕਾਂ ਦੀ ਗੱਲ ਇਸ ਤਰੀਕੇ ਦੇ ਸ਼ਬਦਾਂ ਦੇ ਵਿੱਚੋਂ ਕਰਨਗੇ। ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ ਉਹਨਾਂ ਦਾ ਇਹ ਸਮਰਥਨ ਪੰਜਾਬ ਦੇ ਲਈ, ਖੇਤੀ ਦੇ ਲਈ, ਖੇਤਾਂ ਦੇ ਲਈ, ਮਜ਼ਦੂਰਾਂ ਦੇ ਲਈ, ਕਿਸਾਨਾਂ ਦੇ ਲਈ, ਪਸੀਨੇ ਦੀਆਂ ਬੂੰਦਾਂ ਦੇ ਲਈ, ਮੁੜਕੇ ਦੇ ਮੋਤੀਆਂ ਦੇ ਲਈ ਇੱਕ ਦਿਨ ਦਾ ਨਹੀਂ ਹੋਏਗਾ। ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ ਕਿਉਂਕਿ ਸਿਆਸੀ ਪਾਰਟੀਆਂ ਨਿੱਤਰੀਆਂ ਜ਼ਰੂਰ, ਪਰ ਆਪੋ ਆਪਣੇ ਢੰਗ ਦੇ ਨਾਲ ਨਿੱਤਰੀਆਂ। ਪਰ ਇਹ ਕਿਸਾਨਾਂ ਦੇ ਵਿੱਚ ਆ ਕੇ ਬੈਠੇ, ਇਹ ਇੱਕ ਚੰਗੀ ਗੱਲ ਹੈ, ਪਰ ਇੱਕ ਦਿਨ ਦੇ ਲਈ ਹੀ ਬੈਠਣਾ ਜ਼ਰੂਰੀ ਨਹੀਂ। ਹੁਣ ਆਪਾਂ ਫਿਰ ਇੱਕ ਵਾਰੀ ਜਲੰਧਰ ਜਾਣਾ ਹੈ। ਕਾਲੂ ਸਾਹਿਬ, ਜਦੋਂ ਲਗਾਤਾਰ ਕਿਸਾਨਾਂ ਦੀ ਗੱਲ ਹੁੰਦੀ ਸੀ, ਕਿਉਂਕਿ ਕਿਸਾਨ ਕਿੱਦਾਂ ਸੋਚਦਾ ਹੈ, ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ, ਮੀਡੀਆ ਦਾ ਯੁੱਗ ਹੈ। ਘਰ ਘਰ ਤੱਕ ਆਵਾਜ਼ ਪਹੁੰਚਾਉਣ ਦੇ ਲਈ ਇਹਨਾਂ ਚੀਜ਼ਾਂ ਦੀ ਵਰਤੋਂ ਬਹੁਤ ਜ਼ਰੂਰੀ ਹੈ। ਤੇ ਜਿਹੜਾ ਨੌਜਵਾਨ ਕਿਸਾਨ ਹੈ ਨਾ, ਉਹ ਇਧਰਲੇ ਪਾਸੇ ਨੂੰ ਵੀ ਦੇਖਦਾ, ਮਜ਼ਦੂਰ ਵੀ ਇਧਰ ਨੂੰ ਦੇਖਦਾ ਕਿ ਭਾਈ ਇਸ ਟੂਲ ਦੀ ਵਰਤੋਂ ਕਿੱਦਾਂ ਕਰਨੀ ਆ ਸੁਨੇਹਾ ਪਹੁੰਚਾਉਣ ਦੇ ਲਈ। ਅਸੀਂ ਕਿਹਾ ਸੀ
ਕਿ ਭਾਈ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਤੋਂ ਬਚ ਜਿਓ ਤਾਂ ਚੰਗਾ ਹੈ। ਕਈ ਲੋਕਾਂ ਨੇ ਇਦਾਂ ਦੀਆਂ ਵੀ ਟਿੱਪਣੀਆਂ ਲਿਖੀਆਂ ਸੀ ਕਿ ਇੰਟਰਨੈਟ ਬੰਦ ਹੋ ਜਾਣਾ, ਪਰ ਇਦਾਂ ਦੀ ਕੋਈ ਗੱਲ ਨਹੀਂ ਹੋਈ। ਅਫਵਾਹਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਆਪਾਂ ਜਲੰਧਰ ਵੀ ਚੱਲਣਾ ਜੀ ਬਿਲਕੁਲ ਬਾਟ ਸਾਹਿਬ। ਪਹਿਲਾਂ ਅਸੀਂ ਨੌਜਵਾਨ ਆਗੂ ਦੀ ਜਲੰਧਰ ਤੋਂ ਨਵਦੀਪ ਹੁਣਾਂ ਦੀ ਰਿਪੋਰਟ ਦੇਖਦੇ, ਉਹਨਾਂ ਨਾਲ ਗੱਲਬਾਤ ਦੇਖਦੇ ਹਾਂ, ਫਿਰ ਉਹਦੇ ਉੱਤੇ ਅਸੀਂ ਅਗਲੀ ਗੱਲਬਾਤ ਕਰਾਂਗੇ ਜੀ। ਜਲੰਧਰ ਕੈਂਟ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਐਚ.ਐਸ. ਸਮਰਾ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਮਰਾ ਸਾਹਿਬ, ਬਹੁਤ-ਬਹੁਤ ਸਵਾਗਤ ਜੀ ਪ੍ਰਾਈਮ ਏਸ਼ੀਆ ਟੀਵੀ ਤੇ। ਥੈਂਕ ਯੂ ਵੈਰੀ ਮਚ। ਦੇਖੋ, ਤੁਸੀਂ ਕਿਸਾਨਾਂ ਦੀ ਆਵਾਜ਼ ਬਣ ਕੇ ਆਏ ਹੋ, ਮੈਂ ਤੁਹਾਡਾ ਸਵਾਗਤ ਕਰਦਾ, ਕਿਉਂਕਿ ਜਦੋਂ ਮੀਡੀਆ ਮੋਹਰੇ ਹੋ ਕੇ ਆਉਂਦਾ ਨਾ, ਉਦੋਂ ਇਹ ਆਵਾਜ਼ ਘਰ ਘਰ ਪਹੁੰਚ ਜਾਂਦੀ ਹੈ, ਕਿਉਂਕਿ ਮੀਡੀਆ ਇੱਕ ਇਹੋ ਜਿਹਾ ਜੰਤਰ ਹੈ ਜਿਹਦੇ ਨਾਲ ਹਰ ਬੰਦੇ ਨੂੰ ਘਰ ਬੈਠੇ ਨੂੰ ਪਤਾ ਲੱਗ ਰਿਹਾ ਕਿ ਕੀ ਹੋ ਰਿਹਾ ਸਮਾਜ ਦੇ ਵਿੱਚ। ਕਿਤੇ ਨਾ ਕਿਤੇ ਜਿਹੜਾ ਸਮਾਜ ਦੇ ਵਿੱਚ ਇਹ ਸਿਸਟਮ ਹੋਇਆ ਨਾ, ਇਹ ਤਾਂ ਹੀ ਹੋਇਆ ਸੀ ਕਿ ਕਿਤੇ ਨਾ ਕਿਤੇ ਪਹਿਲਾਂ ਮੀਡੀਆ ਕਮਜ਼ੋਰ ਹੋ ਗਿਆ। ਅੱਜ ਮੀਡੀਆ ਉਹਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਸੈਨਿਕ ਹਾਂ, ਕਿਉਂਕਿ ਮੈਂ ਵੀ ਸੈਨਿਕ ਹਾਂ, ਤੁਸੀਂ ਵੀ ਸੈਨਿਕ ਹੋ, ਮੇਰੇ ਕੈਮਰੇ ਵਾਲੇ ਵੀਰ ਵੀ ਸੈਨਿਕ ਆ। ਜਦੋਂ ਸੈਨਿਕ ਇਕੱਠੇ ਹੋ ਕੇ ਲੜਦੇ ਆ ਨਾ, ਫਿਰ ਉਹ ਜੰਗ ਕਦੇ ਹਾਰ ਨਹੀਂ ਸਕਦੇ। ਤੁਸੀਂ ਸਾਡੇ ਨਾਲ ਤੁਰੇ ਹੋ, ਥੈਂਕ ਯੂ ਵੈਰੀ ਮਚ। ਸਮਰਾ ਜੀ, ਤੁਸੀਂ ਮਾਰਕੀਟ ਕਮੇਟੀ ਜੁੜੇ ਹੋਏ ਹੋ, ਤੁਸੀਂ ਦੱਸੋ ਕਿ ਕੀ ਨੁਕਸਾਨ ਇਹਦੇ ਹੋ ਸਕਦੇ ਆ ਜਿਹੜਾ ਆਰਡੀਨੈਂਸ ਲਿਆਂਦਾ ਜਾ ਰਿਹਾ ਹੈ? ਦੇਖੋ, ਸਭ ਤੋਂ ਪਹਿਲਾਂ ਮੈਂ ਇੱਕ ਛੋਟੇ ਕਿਸਾਨ ਦਾ ਪੁੱਤਰ ਹਾਂ, ਮੇਰੇ ਬਾਪ ਦੇ 3-4 ਏਕੜ ਔਰ ਮੈਨੂੰ ਕਿਸਾਨੀ ਦਾ ਦੁੱਖ ਪਤਾ। ਇਹਨਾਂ ਨੇ ਕਹਿਤਾ ਕਿ ਕਿਸਾਨ ਭੰਡਾਰੀਕਰਨ ਕਰ ਸਕਦਾ। ਮੈਨੂੰ ਇਹ ਦੱਸੋ, ਜਿਹੜਾ 2-3 ਏਕੜ ਵਾਲਾ ਪਰਿਵਾਰ ਨਹੀਂ ਪੂਰਾ ਪਲ ਰਿਹਾ ਉਹਦਾ, ਉਹ ਸਟੋਰ ਕਿਵੇਂ ਬਣਾਏਗਾ? ਉਹ ਤਾਂ ਇੱਕ ਵਪਾਰੀ ਨੂੰ ਤਰੀਕਾ ਦਿੱਤਾ, ਸਿਰਫ ਵਿੱਚ ਰੌਲਾ ਰੱਖ ਲਿਆ। ਵਪਾਰੀ ਪਹਿਲਾਂ ਫਸਲ ਸਸਤੀ ਖਰੀਦੇਗਾ, ਉਸ ਤੋਂ ਬਾਅਦ ਸਟੋਰ ਕਰ ਲਏਗਾ, 2 ਵਾਲੀ ਚੀਜ਼ 100 ਦੀ ਵੇਚੇਗਾ। ਨੰਬਰ 2 ਤੇ ਇਹ ਕਹਿੰਦੇ ਨੇ ਕਿ ਕਿਸਾਨ ਨੂੰ ਫਾਇਦਾ ਹੋਣਾ। ਯਾਰ, ਕਿਸਾਨ ਕੋਲ ਤਾਂ ਹਾਲੇ ਤੱਕ ਟਰੈਕਟਰ ਤੇ ਗੱਡਾ ਵੀ ਕਈਆਂ ਤੋਂ ਨਹੀਂ ਖਰੀਦ ਹੋਇਆ, ਤੇ ਉਹ ਆਪਣਾ ਤਾਂ ਫਸਲ ਲੱਦ ਕੇ ਨਾਲ ਦੀ ਮੰਡੀ ਤੱਕ ਨਹੀਂ ਜਾ ਸਕਦਾ। ਤੇ ਤੁਹਾਨੂੰ ਲੱਗਦਾ ਕਿ ਉਹ ਕਿਸਾਨ ਦੂਜੀ ਸਟੇਟ ਵਿੱਚ ਚੱਲ ਜਾਊਗਾ ਵੇਚਣ ਲਈ? ਇਹ ਤਾਂ ਸਿਰਫ ਇੱਕ ਕਿਤੇ ਨਾ ਕਿਤੇ ਜਿਹਨੇ ਕਹਿੰਦੇ ਨੇ ਜੁਮਲਾ ਛੱਡਿਆ। ਅਸਲ ਵਿੱਚ ਇਹ 5% ਲੋਕਾਂ ਨੂੰ ਖੁਸ਼ ਕਰਨ ਦਾ ਤਰੀਕਾ ਲੱਭ ਲਿਆ ਸੈਂਟਰ ਸਰਕਾਰ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਊਗੀ, ਪਰ ਜੇਕਰ ਸਮੱਸਿਆ ਨਹੀਂ ਆਊਗੀ ਤਾਂ ਫਿਰ ਵਿਰੋਧ ਕਿਉਂ? ਦੇਖੋ, ਜਦੋਂ ਦੀ ਸ੍ਰਿਸ਼ਟੀ ਬਣੀ ਹੈ, ਕਿਸਾਨ ਤਾਂ ਵਿਚਾਰਾ ਜੰਗ ਹੀ ਲੜਦਾ ਰਿਹਾ। ਤੁਹਾਨੂੰ ਕਿਵੇਂ ਲੱਗਦਾ ਕਿ ਸਮੱਸਿਆ ਨੂੰ, ਜਾਂ ਮੋਦੀ ਸਾਹਿਬ ਨੂੰ ਕਿਵੇਂ ਲੱਗਦਾ? ਕਿਉਂਕਿ ਉਹਨਾਂ ਦੇ ਨਾਲ 1000 ਬੰਦਾ ਸਿਕਿਉਰਿਟੀ ਕਰਨ ਡਿਆ, 1000 ਦੇ ਵਿਚਾਲ ਦਿਵਾਲੇ ਬੰਦੇ ਨੂੰ ਘੇਰ ਲਓ ਤਾਂ ਪਤਾ ਹੀ ਨਹੀਂ ਬਾਹਰ ਕੀ ਹੁੰਦਾ। ਦੇਖੋ, ਕਿਤੇ ਨਾ ਕਿਤੇ ਮਹਾਰਾਜਾ ਰਣਜੀਤ ਸਿੰਘ ਦੀ ਤਰ੍ਹਾਂ ਆਮ ਲੋਕਾਂ 'ਚ ਆਉਣਾ ਪਊ, ਆਮ ਲੋਕਾਂ ਦਾ ਦੁੱਖ ਸੁਣਨਾ ਪਊ। ਮੇਰਾ ਬਾਪ ਸਵੇਰੇ ਉੱਠਦਾ, ਪਹਿਲਾਂ ਧਾਰਾਂ ਚੋਂਦਾ, ਗੋਹਾ ਚੱਕਦਾ, ਪੱਠੇ ਪਾਉਂਦਾ, ਉਦਾਂ ਦੇ ਲੋਕਾਂ ਨੂੰ ਮਿਲਣਾ ਪਊ ਆ ਕੇ, ਫਿਰ ਪਤਾ ਲੱਗਣਾ ਕਿ ਕਿਸਾਨੀ ਦਾ ਦੁੱਖ ਕੀ ਹੁੰਦਾ। ਜਿਵੇਂ ਇਹ ਆਰਡੀਨੈਂਸ ਦੀਆਂ ਮੈਂ ਕਈ ਗੱਲਾਂ ਪੜ੍ਹਦਾ, ਕਿਉਂਕਿ ਜਿੰਨਾ ਚਿਰ ਮੈਨੂੰ ਨਹੀਂ ਪਤਾ ਮੈਂ ਦੂਜੇ ਨੂੰ ਕਿਵੇਂ ਦੱਸ ਸਕਦਾ। ਇਹਨਾਂ ਨੇ ਕਿਹਾ ਜੀ ਬਾਹਰ ਆ ਕੇ ਵੇਚ ਸਕਦਾ ਮੰਡੀ ਤੋਂ। ਮੈਨੂੰ ਇੰਨਾ ਦੱਸੋ, ਪੰਜਾਬ ਦੀਆਂ ਗਲੀਆਂ ਨਾਲੀਆਂ ਸੜਕਾਂ ਜਿਹੜੀਆਂ RDF ਤੋਂ ਬਣਦੀਆਂ ਉਹ ਬੰਦ ਹੋ ਜਾਣਗੀਆਂ, ਠੀਕ ਆ? ਕਈ ਬੰਦੇ ਇਹ ਸੋਚਦੇ ਨੇ ਕਿ ਮੈਨੂੰ ਕੀ ਕਿਸਾਨਾਂ ਦੀ ਜੰਗ ਨਾਲ। ਮੈਨੂੰ ਇੱਕ ਗੱਲ ਦੱਸਿਓ, ਕੋਠੀਆਂ ਨੂੰ ਸੋਨੇ ਨੂੰ ਦੰਦੀਆਂ ਨਹੀਂ ਵੱਢ ਸਕਦੇ। ਤੁਹਾਨੂੰ ਅੰਨ ਹੀ ਖਾਣਾ ਪੈਣਾ। ਜਿੱਦਾਂ ਦਾ ਇਨਸਾਨ ਪੈਦਾ ਹੋਇਆ ਨਾ, ਜਿੱਦਣ ਦਾ ਇਨਸਾਨ ਪੈਦਾ ਹੋਇਆ, ਸਾਡੀ ਪਹਿਲੀ ਜਿਹੜੀ ਬੇਸਿਕ ਲੋੜ ਹੈ ਉਹ ਅੰਨ ਹੈ। ਤੇ ਜੇ ਅੰਨ ਵਾਲੇ ਨੂੰ ਲੱਤ ਮਾਰਾਂਗੇ, ਦੇਖੋ ਖੇਤਾਂ ਦੇ ਸਾਧੂ ਨੂੰ ਕਿਤੇ ਨਾ ਕਿਤੇ ਆਪਾਂ ਲੱਤ ਮਾਰਾਂਗੇ, ਉਹਦੀ ਸਜ਼ਾ ਵੀ ਸਾਨੂੰ ਮਿਲੇ, ਕਿਉਂਕਿ ਸੰਤਾਂ ਸੇਤੀ ਮਸਕਰੀ ਕੋਲ ਡੋਬਣ ਕੀ ਰੀਤ। ਤੇ ਇਹ ਲੱਗਦਾ ਇਹਨਾਂ ਨੇ ਆਪਣਾ ਰਾਜ ਭਾਗ ਖਤਮ ਕਰ ਲੈਣਾ ਜੀ। ਸਾਡੇ ਰਾਈਟਸ ਖੋਏ ਜਾਂਦੇ ਨੇ, ਸਾਡੇ ਹੱਕ ਖੋਏ ਜਾ ਰਹੇ ਨੇ। ਇੱਥੇ ਗੱਲ ਕਿਸੇ ਪਾਰਟੀ ਦੀ ਨਹੀਂ ਹੈ, ਇੱਥੇ ਸਾਡੀ ਇੱਕੋ ਪਾਰਟੀ ਹੈ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਮੈਂ ਨਾਰਾ ਲਾਉਣਾ ਹੁੰਦਾ ਕਿਉਂਕਿ ਮੈਨੂੰ ਇੰਨਾ ਪਤਾ ਹੈ, ਜੇ ਕਿਸਾਨ ਮਰ ਗਿਆ ਨਾ ਤੇ ਜਿੰਦਾ ਕੋਈ ਵੀ ਨਹੀਂ ਰਹਿਣਾ। ਜਿਹੜੇ ਲੋਕ ਅੱਜ ਏਸੀਆਂ ਵਿੱਚ ਬੈਠੇ ਸਿਰਫ ਆਹ ਦੇਖਦੇ ਤਮਾਸ਼ਾ ਨਾ, ਘਰ ਉਹਨਾਂ ਦੇ ਵੀ ਨਹੀਂ ਚੱਲਣੇ। ਜਿਹੜੇ ਲਾਲਾ ਜੀ ਆ ਛੱਟਰ ਸੱਟ ਕੇ ਇੱਕ ਦਿਨ ਲਈ ਬੈਠੇ ਆ, ਕਹਿੰਦੇ ਮੈਂ ਨਹੀਂ ਜਾਣਾ ਸੰਘਰਸ਼ ਤੇ, ਉਹਨਾਂ ਦੀ ਦੁਕਾਨ ਬਹੁਤਾ ਚਿਰ ਨਹੀਂ ਚੱਲਣੀ, ਔਰ ਜਿੰਦਾ ਉਹਨਾਂ ਨੂੰ ਆਪ ਨਹੀਂ ਲਾਉਣਾ ਪੈਣਾ। ਇਹਦਾ ਰੀਜ਼ਨ ਪਤਾ ਕੀ ਹੈ? ਕਿਉਂਕਿ ਵਿੱਚ ਸਮਾਨ ਨਹੀਂ ਹੋਣਾ। ਇਹ ਜਦੋਂ ਕਿਸਾਨ ਦੇ ਖੇਤ ਵਿੱਚ ਫਸਲ ਹੁੰਦੀ ਹੈ ਨਾ, ਫਿਰ ਕਿਤੇ ਨਾ ਕਿਤੇ ਉਹ ਮਜ਼ਦੂਰ ਦਾ ਘਰ ਚੱਲਦਾ ਹੈ, ਉਹ ਕਿਸੇ ਮਸ਼ੀਨ ਵਾਲੇ ਦਾ ਚੱਲਦਾ ਹੈ, ਉਹ ਕੋਈ ਕੱਪੜਾ ਖਰੀਦਦਾ, ਕੋਈ ਧੀ ਦਾ ਵਿਆਹ ਕਰਦਾ, ਕੁਛ ਕਰਦਾ, ਉਹ ਪੈਸਾ ਸਰਕਲ ਕਰਦਾ, ਦੁਕਾਨਾਂ ਤੱਕ ਜਾਂਦਾ, ਫਿਰ ਇਹ ਸਰਕਲ ਚੱਲਦਾ। ਕਿਉਂਕਿ ਜਿਹੜਾ ਹਿੰਦੁਸਤਾਨ ਹੈ, ਇਹ ਸਭ ਤੋਂ ਜਿਹੜਾ ਮੇਨ ਕਿੱਤਾ ਨਾ ਉਹ ਖੇਤੀ ਹੈ। ਜਦੋਂ ਆਪਾਂ ਖੇਤੀ ਮਾਰ ਲਾਂਗੇ ਤਾਂ ਆਪਾਂ ਆਪ ਵੀ ਮਰ ਜਾਾਂਗੇ। ਤੇ ਮੈਨੂੰ ਲੱਗਦਾ ਜਦੋਂ ਮੇਰੇ ਢਿੱਡ ਤੇ ਲੱਤ ਵੱਜੀ ਹੈ, ਤੇ ਮੈਂ ਜਦੋਂ ਕੋਈ ਮਰਦਾ ਨਾ, ਹੱਥ ਪੈਰ ਤਾਂ ਮਾਰਦਾ। ਅਸੀਂ ਜੰਗ ਦੇ ਵਿੱਚ ਆਏ ਆ, ਉਤਰੇ ਹੋਏ ਆ, ਔਰ ਲੜਾਂਗੇ ਜ਼ਰੂਰ। ਅੱਜ ਜਿਹੜਾ ਹਜੂਮ ਹੈ ਨਾ, ਹੜ ਬਣ ਕੇ ਤੁਰ ਪਿਆ, ਤੇ ਜਿਹੜਾ ਮੁਰਿਆ ਹੈ ਹਟ ਜਾਊਗਾ। ਇਸ ਕਰਕੇ ਬਿਲਕੁਲ ਹੀ ਦੇਖੋ, ਪਹਿਲੀ ਗੱਲ ਤਾਂ ਇਹ ਕਾਨੂੰਨ ਰਾਸ਼ਟਰਪਤੀ ਸਾਹਿਬ ਨੂੰ ਉੱਥੇ ਰੋਕ ਦੇਣਾ ਚਾਹੀਦਾ, ਕਿਉਂਕਿ ਇਹ ਕਾਨੂੰਨ ਨਹੀਂ ਹੈ, ਇਹ ਗਲਾ ਵੱਢਣ ਹੈ। ਔਰ ਜਦੋਂ ਕਿਸੇ ਦਾ ਗਲਾ ਕੱਟਿਆ ਜਾਂਦਾ ਨਾ, ਉਹ ਹੱਥ ਪੈਰ ਤਾਂ ਮਾਰੂਗਾ। ਇਸ ਕਰਕੇ ਮੈਨੂੰ ਲੱਗਦਾ ਕਿ ਮੈਂ ਤਾਂ ਕਹਾਂਗਾ ਤੁਹਾਨੂੰ ਵੀ, ਤੁਸੀਂ ਵੀ ਸਾਡੇ ਨਾਲ ਜਿੱਦਾਂ ਤੁਰੇ ਹੋ ਨਾ, ਇਸ ਤਰ੍ਹਾਂ ਤੁਰੇ ਰਹੋ। ਅਗਰ ਮੀਡੀਆ ਤੁਰਿਆ ਰਿਹਾ ਨਾ, ਫਿਰ ਕੋਈ ਹਰਾ ਨਹੀਂ ਸਕਦਾ। ਕਿਉਂਕਿ ਤੁਹਾਡੇ ਬੱਚਿਆਂ ਨੂੰ ਵੀ ਜਦੋਂ ਤੁਸੀਂ ਘਰੋਂ ਚੱਲਦੇ ਹੋ ਨਾ, ਬੱਚਾ ਕਹਿੰਦਾ ਨਾ ਪਾਪਾ ਗਏ ਆ 2 ਰੁਪਏ ਲੈ ਕੇ ਆਊਗਾ, ਉਹ 2 ਰੁਪਏ ਤਾਂ ਹੀ ਹੋਣੇ ਜੇ ਸਰਕਲ ਚੱਲਦਾ ਰਹੂਗਾ। ਕਿਤੇ ਨਾ ਕਿਤੇ ਸਾਰਿਆਂ ਦੇ ਢਿੱਡ ਤੇ ਰੋਟੀ ਵੱਜੀ ਆ। ਮੈਂ ਨਾ ਥੱਕਾਂ, ਤੁਹਾਡਾ ਮਾਈਕ ਨਾ ਥੱਕੇ, ਤੁਹਾਡਾ ਕੈਮਰਾ ਨਾ ਥੱਕੇ, ਫਿਰ ਅਸੀਂ ਜੰਗ ਜਿੱਤ ਜਾਵਾਂਗੇ, ਕਿਉਂਕਿ ਸਾਰੇ ਸੈਨਿਕ ਇਕੱਠੇ ਹੋ ਕੇ ਲੜਾਂਗੇ ਤਾਂ ਯਾਰ ਕੋਈ ਹਰਾ ਹੀ ਨਹੀਂ ਸਕਦਾ ਆਪਾਂ ਨੂੰ। ਪੰਜਾਬ ਦੇ ਇਸ ਨੌਜਵਾਨ ਆਗੂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਸਾਹਮਣੇ ਰੱਖੀ ਗਈ ਤੇ ਉਹਨਾਂ ਨੂੰ ਵੀ ਖਾਸ ਹਿਲਾਉਣ ਦੀ ਕੋਸ਼ਿਸ਼ ਕੀਤੀ, ਜਿਹੜੇ ਅੱਜ ਇਸ ਧਰਨੇ ਵਿੱਚ ਨਹੀਂ ਪਹੁੰਚੇ, ਜਿਨ੍ਹਾਂ ਨੇ ਸੋਚਿਆ ਕਿ ਸਾਨੂੰ ਕੀ ਅਸਰ ਪੈਂਦਾ। ਬਹੁਤ ਵਧੀਆ ਗੱਲਬਾਤ ਸੀ ਇਹਨਾਂ ਦੀ। ਇਹਦੇ ਨਾਲ ਹੀ ਪੰਜਾਬ ਭਰ ਤੋਂ ਬਹੁਤ ਸਾਰੇ ਮੈਸੇਜ ਆ ਰਹੇ ਨੇ ਕਿ ਸਾਡੇ ਜ਼ਿਲ੍ਹੇ 'ਚ ਵੀ ਬੰਦ ਰਿਹਾ, ਨਾਭੇ ਤੋਂ, ਮਾਨਸੇ ਤੋਂ,
ਬਟਾਲੇ ਤੋਂ ਬਾਬਾ ਬਕਾਲੇ ਤੋਂ ਪਟਿਆਲਾ ਆਲਮੋਸਟ ਬੰਦ ਸੀਗਾ। ਇਹਦੇ ਨਾਲ ਹੀ ਬਹੁਤ ਮੈਸੇਜ ਸੀ ਕਿ ਸ਼ੰਭੂ ਬਾਰਡਰ ਆਲਮੋਸਟ 80% ਜਿਹੜੇ ਨੌਜਵਾਨ ਸੀਗੇ। ਬਹੁਤ ਵਧੀਆ ਗੱਲ ਆ। ਸ਼ੰਭੂ ਬਾਰਡਰ ਤੋਂ ਹੁਣੇ ਇੱਕ ਤੁਹਾਨੂੰ ਕੁੜੀ ਦਾ ਗੀਤ ਗਾਉਂਦਿਆਂ ਵੀ ਸੁਣਾਇਆ, ਬਹੁਤ ਹੌਸਲਾ ਕਰਕੇ ਜਿਹਨੇ ਗਾਇਆ। ਜਗਰਾਉਂ ਤੋਂ ਮੈਸੇਜ ਆ ਰਹੇ, ਤਲਵੰਡੀ ਸਾਬਾ ਤੋਂ, ਬਠਿੰਡੇ ਦੇ ਆਲੇ ਦੁਆਲੇ ਕਹਿੰਦੇ ਸਾਰੇ ਬੰਦ ਸੀਗੇ, ਫਾਜ਼ਿਲਕਾ, ਫਿਰੋਜ਼ਪੁਰ, ਅਬੋਹਰ, ਭਿੱਖੀ ਡਿਸਟ੍ਰਿਕਟ ਮਾਨਸਾ ਦੇ ਬਾਰ-ਬਾਰ ਮੈਸੇਜ ਸੀ ਕਿ ਬਹੁਤ ਵੱਡਾ ਬੰਦ ਸੀਗਾ ਉੱਥੇ ਵੀ, ਸੁਲਤਾਨਪੁਰ ਲੋਧੀ, ਨਵਾਂਸ਼ਹਿਰ। ਇਹਦੇ ਨਾਲ ਹੀ ਇੱਕ ਨੌਜਵਾਨ ਆਗੂ ਕੁੜੀ ਕਨੂਪ੍ਰਿਆ ਦੇ ਵੀ ਮੈਸੇਜ ਆਏ ਕਾਫੀ। ਅਸੀਂ ਤੁਹਾਨੂੰ ਅਗਲੀ ਵੀਡੀਓ ਕਨੂਪ੍ਰਿਆ ਦੀ ਦਿਖਾਵਾਂਗੇ ਕਿ ਉਸ ਨੌਜਵਾਨ ਕੁੜੀ ਨੇ ਕਿਸ ਤਰੀਕੇ ਨਾਲ ਇਸ ਆਰਡੀਨੈਂਸ ਦੇ ਖਿਲਾਫ ਪਹੁੰਚੇ ਕਿਸਾਨਾਂ ਨੂੰ, ਪੰਜਾਬ ਭਰ ਦੇ ਨੌਜਵਾਨਾਂ ਨਾਲ ਕੀ ਗੱਲਬਾਤ ਕੀਤੀ, ਕੀ ਆਖਿਆ। ਇਹਦੇ ਨਾਲ ਹੀ ਤੁਸੀਂ ਇਸ ਸਮੇਂ ਸਾਨੂੰ ਪੰਜਾਬ ਦੇ 117 ਵੱਖੋ-ਵੱਖ ਹਲਕਿਆਂ 'ਚੋਂ ਦੇਖਦੇ ਹੋਵੋਗੇ। ਤੁਸੀਂ ਆਪੋ ਆਪਣੇ ਹਲਕੇ ਦਾ ਹਾਲ ਦੱਸੋ। ਕੀ ਤੁਹਾਡੇ ਵਿੱਚ ਤੁਹਾਡੇ ਹਲਕੇ ਦਾ ਲੀਡਰ ਆ ਕੇ ਬੈਠਾ? ਕੀ ਤੁਹਾਡੇ ਵਿੱਚ ਤੁਹਾਡੇ ਹਲਕੇ ਦਾ ਮੋਹਤਬਰ ਆ ਕੇ ਬੈਠਾ? ਤੁਸੀਂ ਕਿੱਥੇ ਧਰਨਾ ਲਾਇਆ? ਕਿੰਨੇ ਲੋਕ ਪਹੁੰਚੇ ਸੀ? ਉਹਨਾਂ ਦਾ ਨਾਮ ਜ਼ਰੂਰ ਯਾਦ ਰੱਖਿਓ ਜਿਹੜੇ ਅੱਜ ਨਹੀਂ ਪਹੁੰਚੇ। ਕਿਸ ਕਾਰਨ ਹੋ ਸਕਦਾ, ਕਿਸੇ ਇੱਕ ਅੱਧੇ ਦੀ, ਦੋ ਦੀ, ਚਾਰ ਦੀ ਕੋਈ ਐਸੀ ਮਜਬੂਰੀ ਹੋਏ ਨਹੀਂ ਪਹੁੰਚ ਸਕਦਾ, ਪਰ ਆਪਣੇ ਆਲੇ ਦੁਆਲੇ ਜ਼ਰੂਰ ਝਾਤੀ ਮਾਰੋ। ਇੱਕ ਵਾਰੀ 117 ਜ਼ਿਲ੍ਹਿਆਂ 'ਚ ਇਸ ਸਮੇਂ ਤੁਸੀਂ ਸਾਨੂੰ 117 ਮਾਫ ਕਰਨਾ ਹਲਕਿਆਂ 'ਚੋਂ ਦੇਖ ਰਹੇ ਹੋ। ਆਪੋ ਆਪਣੇ ਹਲਕੇ ਦਾ ਹਾਲ ਜ਼ਰੂਰ ਦੱਸਣਾ ਤਾਂ ਕਿ ਅਸੀਂ ਪ੍ਰੋਗਰਾਮ 'ਚ ਅੱਗੇ ਰੱਖ ਸਕੀਏ। ਜੀ ਕਾਲੂ ਸਾਹਿਬ, ਬਿਲਕੁਲ ਦੇਖੋ ਇੱਥੇ ਨਾ ਬਹੁਤ ਸਾਰੀਆਂ ਚੀਜ਼ਾਂ ਨੇ। ਪੰਜਾਬ ਦੇ ਵਿੱਚ 3 ਕਰੋੜ ਲੋਕ ਨੇ ਜੀ, 3 ਕਰੋੜ ਸੜਕਾਂ ਤੇ ਨਹੀਂ ਆ ਸਕਦਾ। ਇਹ ਸੰਕੇਤਕ ਵਿਰੋਧ ਹੁੰਦੇ ਆ ਕਿਉਂਕਿ ਇੱਥੇ ਕਿਸੇ ਨੇ ਆਣ ਕੇ ਇਹ ਨਹੀਂ ਕਿਹਾ ਕਿ ਤੁਸੀਂ ਬੰਦ ਕਿਉਂ ਕਰਦੇ ਹੋ। ਦੇਖੋ ਇਹ ਸੰਘਰਸ਼ ਥੋੜਾ ਵੱਖਰਾ ਸੀ। ਆਮ ਤੌਰ ਤੇ ਹੁੰਦਾ ਕਿ ਇੱਕ ਧਿਰ ਕਹਿੰਦੀ ਆ ਕਿ ਆ ਬੰਦ ਕਰਨਾ, ਦੂਜੀ ਕਹਿੰਦੀ ਕਰਕੇ ਦਿਖਾਓ, ਪਰ ਇੱਥੇ ਕੋਈ ਵਿਰੋਧ ਕਰ ਨਹੀਂ ਆਇਆ ਜੀ। ਜੇ ਮੈਂ ਕਹਿੰਦਾ ਕਿ ਜਿਹੜੀਆਂ ਧਿਰਾਂ ਇਹਦੇ ਨਾਲ ਸਹਿਮਤ ਵੀ ਨਹੀਂ ਸੀ ਉਹ ਘਰਾਂ ਦੇ ਵਿੱਚ ਵੀ ਬੈਠੀਆਂ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਆਰਾਮ ਨਾਲ। ਤੇ ਨਾਲ ਦੀ ਨਾਲ ਜਿਹੜੀਆਂ ਧਿਰਾਂ ਆਰਡੀਨੈਂਸ ਦਾ ਸਮਰਥਨ ਵੀ ਕਰਦੀਆਂ ਉਹਨਾਂ ਨੂੰ ਆਪਣੀ ਗੱਲ ਰੱਖਣ ਦਿਓ। ਆਪਾਂ ਉੱਥੇ ਝਗੜਨਾ ਨਹੀਂ ਹੈ, ਉਹ ਆਪਣਾ ਪੱਖ ਰੱਖਣ, ਤਰਕ ਰੱਖਣ, ਕੋਈ ਗੱਲ ਨਹੀਂ, ਕਿਉਂਕਿ ਤਰਕ ਬਹੁਤ ਵੱਡੀ ਚੀਜ਼ ਹੈ, ਚਰਚਾ ਬਹੁਤ ਵੱਡੀ ਚੀਜ਼ ਹੈ। ਤੇ ਨਾਲ ਦੀ ਨਾਲ ਆ ਜਿਸ ਤਰ੍ਹਾਂ ਦੀ ਗੱਲ ਕੀਤੀ, ਤੁਸੀਂ ਦੇਖਿਆ ਹੋਊਗਾ ਉਸ ਵੀਡੀਓ ਦੇ ਪਿੱਛੇ ਇੱਕ ਬੱਕਰੀਆਂ ਦਾ ਝੁੰਡ ਜਾਂਦਾ ਸੀ। ਉਹ ਬੱਕਰੀਆਂ ਵਾਲੇ ਨੂੰ ਕਿਸੇ ਨੇ ਰੋਕਿਆ ਨਹੀਂ ਹੈ, ਹਾਲਾਂਕਿ ਟਰੈਕਟਰ ਲਾਏ ਹੋਏ ਸੀ ਸੜਕ ਦੇ ਉੱਤੇ। ਇਹ ਚੀਜ਼ ਬਹੁਤ ਜ਼ਰੂਰੀ ਹੈ। ਉਹਨੇ ਬੱਕਰੀਆਂ ਦਾ ਦੁੱਧ ਵੇਚਣਾ ਹੀ, ਉਹਦੇ ਤੋਂ ਰੋਟੀ ਖਾਣੀ ਹੈ। ਤੇ ਜੇ ਅਸੀਂ ਕਹਾਂਗੇ ਇੱਥੋਂ ਦੀ ਕੀੜੀ ਨਹੀਂ ਤੁਰ ਸਕਦੀ, ਫਿਰ ਔਖਾ। ਉਹ ਚੰਗਾ ਲੱਗਿਆ ਕਿ ਭਾਈ ਜਿਹੜਾ ਜਾਣਾ ਚਾਹੁੰਦਾ ਉਹਨੂੰ ਬੇਨਤੀ ਕਰੋ ਹੱਥ ਜੋੜ ਕੇ ਕਿ ਸਾਡੀ ਦਿੱਕਤ ਆ, ਅਸੀਂ ਇਸ ਮੁੱਦੇ ਤੇ ਬੈਠੇ ਆ, ਅਸੀਂ ਕੋਈ ਸੜਕ ਰੋਕ ਕੇ ਖੁਸ਼ ਨਹੀਂ, ਸਾਨੂੰ ਰੋਕਣੀ ਪੈ ਰਹੀ ਹੈ। ਹਾਂ, ਜੇ ਤੁਹਾਡੀ ਮਜਬੂਰੀ ਹੈ, ਜੇ ਤੁਹਾਡਾ ਨਹੀਂ ਸਰਦਾ, ਆਹ ਰਾਹ ਖੁੱਲ੍ਹਾ, ਕੋਈ ਗੱਲ ਨਹੀਂ, ਅਸੀਂ ਵੀ ਤੁਹਾਡੇ ਨਾਲ ਹੀ ਹੈ। ਤੇ ਜਿੱਥੋਂ ਤੱਕ ਇਹ ਗੱਲ ਹੈ ਕਿ ਦੁਕਾਨਦਾਰ ਜਾਂ ਵਪਾਰੀ ਵਰਗ ਹੈ, ਦੇਖੋ ਮੈਂ ਤਾਂ ਕਹਿੰਦਾ ਕਿ ਬਹੁਤ ਉਹਨਾਂ ਨੇ ਸਾਥ ਦਿੱਤਾ, ਅੱਜ ਹਰ ਇੱਕ ਨੇ ਸਾਥ ਦਿੱਤਾ। ਅਧਿਆਪਕ ਗਏ ਨੇ, ਬੇਰੋਜ਼ਗਾਰ ਗਏ ਨੇ, ਉਹ ਬੀਬੀਆਂ ਗਈਆਂ, ਨਹੀਂ ਤਾਂ ਉਹ ਕਹੇ ਕਿ ਇੱਥੇ ਘਰੇ ਲੰਮੀਆਂ ਪੈਂਦੀਆਂ, ਆਰਾਮ ਨਾਲ ਪੱਖੀ ਝੱਲਾਂਗੀਆਂ, ਜੇ ਬੱਤੀ ਚੱਲ ਪਈਗੀ ਉੱਥੇ ਜਾ ਕੇ ਕੀ ਕਰਨਾ। ਆ ਜਿਹੜੇ ਪਿੱਛੇ ਪਾਣੀ ਦੀਆਂ ਬੋਤਲਾਂ ਵੰਡਦੇ ਸੀ, ਜਿਨ੍ਹਾਂ ਨੇ ਉਹ ਪਾਣੀ ਦੀਆਂ ਬੋਤਲਾਂ ਭੇਜੀਆਂ ਹੋਣਗੀਆਂ, ਜੇਬ ਦੇ ਵਿੱਚੋਂ ਰੁਪਈਆ ਵੀ ਦੇਣ ਲੱਗੇ, ਅਸੀਂ 100 ਵਾਰੀ ਸੋਚਦੇ ਹਾਂ। ਪਰ ਇਹ ਸੰਘਰਸ਼ ਪੰਜਾਬੀਆਂ ਨੇ ਸਾਂਝੇ ਤੌਰ ਦੇ ਉੱਤੇ ਲੜਿਆ। ਮੈਂ ਕਹਿੰਦਾ ਕਿ ਆਰਡੀਨੈਂਸਾਂ ਦਾ ਫੈਸਲਾ ਕੀ ਹੁੰਦਾ ਇੱਕ ਵੱਖਰੀ ਗੱਲ ਹੈ, ਪਰ ਪੰਜਾਬੀ ਜਾਗੇ ਨੇ, ਪੰਜਾਬੀ ਉੱਠੇ ਨੇ, ਹਰਿਆਣਵੀ ਭਰਾ ਭੈਣਾ ਉੱਠੇ ਐ। ਅੱਜ ਤੱਕ ਕੀ ਹੁੰਦਾ ਸੀ, ਪਾਣੀ ਦੇ ਮੁੱਦੇ ਤੇ ਲੜਾ ਦਿਓ ਬਈ, ਫਲਾਣੇ ਮੁੱਦੇ ਤੇ ਲੜਾ ਦਿਓ ਬਈ, ਪੰਜਾਬੀ ਬੋਲਦੇ ਇਲਾਕਿਆਂ ਦੇ ਮੁੱਦੇ ਤੇ ਲੜਾ ਦਿਓ ਬਈ, ਉਸ ਮੁੱਦੇ ਤੇ ਲੜਾ ਦਿਓ। ਕਿੱਥੋਂ ਤੱਕ ਨਹੀਂ ਲੜਾਇਆ ਗਿਆ, ਸਾਨੂੰ ਤਾਂ ਜਾਗਣ ਹੀ ਨਹੀਂ ਦਿੱਤਾ। ਕਿਉਂਕਿ ਸਿਆਸਤਦਾਨਾਂ ਦਾ ਕੰਮ ਇੱਥੇ ਹੀ ਸੂਤ ਆਉਂਦਾ ਕਿ ਇਹਨਾਂ ਨੂੰ ਇਹਨਾਂ ਮੁੱਦਿਆਂ 'ਚ ਉਲਝਾ ਰੱਖੋ, ਇਹਨਾਂ ਨੂੰ ਪਿੰਡ ਦੇ ਸਕੂਲ 'ਚ ਮਾਸਟਰ ਕਿੰਨੇ ਆ ਉਹ ਨਾ ਚੇਤਾ ਆਉਣ ਦਿਓ, ਇਸ ਗੱਲ ਦਾ ਚੇਤਾ ਕਰਾਈ ਜਾਓ ਕਿ ਫਲਾਨੀ ਚੀਜ਼ ਦਾ ਫੈਸਲਾ ਆ ਜਾਣਾ, ਤੁਸੀਂ ਤਿਆਰੀ ਰੱਖਿਓ। ਅਸੀਂ ਕਿੰਨਾ ਸਮਾਂ ਲਾਉਨੇ ਆ, ਵੋਟਾਂ ਮੰਗਦੇ ਆ, ਕੀ ਅਸੀਂ ਉਹਦੇ ਤੋਂ ਕਦੀ 10% ਸਮਾਂ ਵੀ ਇਸ ਗੱਲ ਦੇ ਉੱਤੇ ਲਾਇਆ ਕਿ ਭਾਈ ਜਿਹੜੀ ਪਾਰਟੀ ਨਾਲ ਅਸੀਂ ਸੰਬੰਧ ਰੱਖਦੇ ਆ ਉਹਨਾਂ ਲੀਡਰਾਂ ਨੇ ਅੱਜ ਤੱਕ ਆਪਣੇ ਬੋਲ ਪੁਗਾਏ ਕਿੰਨੇ ਕਾ? ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹ ਸੰਘਰਸ਼ ਲੋਕ ਲੜ ਰਹੇ ਆ, ਲੋਕ ਹੀ ਸੰਘਰਸ਼ ਨੂੰ ਲੜ ਕੇ ਜਿੱਤਣ ਤਾਂ ਚੰਗਾ, ਇਹ ਕਿਸੇ ਧਿਰ ਦੇ ਪਰਛਾਵੇਂ ਹੇਠ ਨਾ ਆਵੇ। ਮੈਂ ਕਹਿੰਦਾ ਕਿ ਪੰਜਾਬ ਦੇ ਕਲਾਕਾਰ ਸਾਹਮਣੇ ਆਏ, ਬਹੁਤ ਚੰਗਾ, ਬਹੁਤ ਸਾਰੇ ਧਾਰਮਿਕ ਆਗੂ ਸਾਹਮਣੇ ਆਏ, ਬਹੁਤ ਚੰਗਾ। ਅੱਜ ਕਲਾਕਾਰਾਂ ਦੀ ਸਾਨੂੰ ਲੋੜ ਹੈ ਕਿ ਭਾਈ ਨੌਜਵਾਨ ਪੀੜ੍ਹੀ ਤੁਹਾਨੂੰ ਫੋਲੋ ਕਰਦੀ ਹੈ, ਤੁਹਾਡੇ ਪਿੱਛੇ ਲੱਗਦੀ ਹੈ। ਅੱਜ ਤੁਸੀਂ ਪੰਜਾਬ ਲਈ ਖੜੋ, ਪੰਜਾਬ ਦੇ ਆਮ ਲੋਕਾਂ ਦੇ ਕੋਲੇ 4 ਪੈਸੇ ਆ, ਤੁਹਾਨੂੰ ਤਾਂ ਹੀ ਵਿਆਹਾਂ ਦੇ ਉੱਤੇ ਸੱਦਦੇ ਆ, ਤੁਹਾਨੂੰ ਤਾਂ ਹੀ ਫੋਲੋ ਕਰਦੇ ਆ, ਇਹ ਤਾਂ ਹੀ ਭੰਗੜੇ ਪਾਉਂਦੇ ਆ। ਜੇ ਵਿਆਹਾਂ ਦੇ ਵਿੱਚ ਖੁਸ਼ੀਆਂ ਘਟਣਗੀਆਂ, ਤੁਹਾਡੇ ਖਾੜੇ ਖੂੜੇ ਨਹੀਂ ਲੱਗਣੇ। ਪਰ ਬਹੁਤ ਚੰਗਾ ਕਈ ਕਲਾਕਾਰਾਂ ਨੇ ਕਿਹਾ ਕਿ ਅਸੀਂ ਬੈਠੇ ਆ ਭਾਈ ਨਾਲ ਹੀ ਆ, ਜਿੰਨੇ ਦਿਨ ਸੰਘਰਸ਼ ਚੱਲੂਗਾ ਨਾਲ ਹੀ ਆ, ਆਪਾਂ ਕਿਸੇ ਦਾ ਵੀ ਨਾਲ ਨਹੀਂ ਲੈਂਦੇ, A to Z ਸਾਰੇ ਨਾਲ ਨੇ। ਕਈ ਵਿਦੇਸ਼ਾਂ 'ਚ ਸੀ, ਉਹਨਾਂ ਨੇ ਉੱਥੋਂ ਵੀ ਸੁਨੇਹੇ ਭੇਜੇ, ਚੰਗੀਆਂ ਗੱਲਾਂ ਨੇ। ਅੱਜ ਇਕੱਠੇ ਹੋਣਾ ਚਾਹੀਦਾ। ਸਭ ਤੋਂ ਵੱਡੀ ਗੱਲ, ਆਉਣ ਵਾਲੇ ਦਿਨਾਂ 'ਚ ਜੇ ਸੰਘਰਸ਼ ਲੰਬਾ ਚੱਲਦਾ
ਪ੍ਰਸ਼ਾਸਨ ਵੀ ਅੱਗੇ ਆਊਗਾ। ਅਸੀਂ ਚੰਡੀਗੜ੍ਹ ਤੁਹਾਨੂੰ ਲੈ ਕੇ ਜਾਵਾਂਗੇ, ਇੱਕ ਦੋ ਵੀਡੀਓ ਦਿਖਾਉਣ ਤੋਂ ਬਾਅਦ। ਉੱਥੇ ਪ੍ਰਸ਼ਾਸਨ ਨੇ ਰੋਕਿਆ ਵੀ ਨੌਜਵਾਨਾਂ ਨੂੰ, ਪਰ ਨੌਜਵਾਨ ਸ਼ਕਤੀ ਦਾ ਅੱਗੇ ਆਉਣਾ, ਪਰ ਉਸ ਨੌਜਵਾਨ ਸ਼ਕਤੀ ਨੂੰ ਲੀਡ ਚੰਗੇ ਲੀਡਰ ਕਰਨ, ਮਿਸਲੀਡ ਨਾ ਕਰਨ। ਹੁਣ ਕਾਲੋ ਸਾਹਿਬ ਨੇ ਜ਼ਿਕਰ ਕੀਤਾ ਸੀ ਕਨੂਪ੍ਰਿਆ, ਪੰਜਾਬ ਦੇ ਮਾਝੇ ਇਲਾਕੇ ਦੇ ਵਿੱਚੋਂ ਸਧਾਰਨ ਪਰਿਵਾਰ ਦੀ ਧੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪਹਿਲੀ ਮੁਟਿਆਰ ਪ੍ਰਧਾਨ ਬਣੀ ਸਟੂਡੈਂਟ ਕੌਂਸਲ ਦੀ, ਇਤਿਹਾਸ ਸਿਰਜਿਆ। ਤੇ ਉਸ ਇਤਿਹਾਸ ਨੂੰ ਸਿਰਜ ਕੇ ਜਦੋਂ ਪਿਛਲੀ ਵਾਰ ਉਹ ਪ੍ਰਧਾਨ ਚੁਣੀ ਗਈ ਸੀ, ਤੇ ਆਪਾਂ ਦੇਖਦੇ ਹਾਂ ਕਿ ਉਹ ਮੁਟਿਆਰ ਜਿਹੜੀ ਪੜ੍ਹਦੀ ਹੈ, ਉਹ ਮੁਟਿਆਰ ਜਿਹੜੀ ਯੂਨੀਵਰਸਿਟੀ ਦੀ ਵਿਦਿਆਰਥਣ ਹੈ, ਉਹ ਮੁਟਿਆਰ ਜਿਹਨੂੰ ਵਿਚਾਰਧਾਰਾ ਦਾ ਪਤਾ ਹੈ ਕਿ ਖੱਬਾ ਪਾਸਾ ਕੀ ਹੁੰਦਾ, ਸੱਜਾ ਪਾਸਾ ਕੀ ਹੁੰਦਾ, ਸਿਆਸਤਦਾਨ ਕੀ ਕਰਦੇ ਆ, ਦਿੱਲੀ ਕੀ ਕਰਦੀ ਹੈ, ਚੰਡੀਗੜ੍ਹ ਵਾਲੇ ਕੀ ਕਰਦੇ ਆ, ਉਹਦਾ ਧਰਨੇ 'ਚ ਪਹੁੰਚਣਾ, ਧਰਨੇ 'ਚ ਪਹੁੰਚ ਕੇ ਇੰਨੀ ਗਰਮੀ ਦੇ ਵਿੱਚ ਸੰਬੋਧਨ ਕਰਨਾ, ਨਾਰੇ ਲਾਉਣੇ, ਤੇ ਉਹਦੇ ਤੋਂ ਬਾਅਦ ਇਹ ਦੱਸਣਾ ਕਿ ਭਾਈ ਮੈਂ ਇੱਥੇ ਕਿਵੇਂ ਆਈ, ਤੇ ਕਿਵੇਂ ਟੈਗ ਲਾ ਦਿੱਤੇ ਜਾਂਦੇ ਆ ਕਿ ਤੂੰ ਫਲਾਨੀ ਜਾਂ ਤੂੰ ਫਲਾਨਾ ਹੈ। ਆਓ ਸੁਣਦੇ ਹਾਂ ਸੁਖਸੋਲ ਦੀ ਰਿਪੋਰਟ। ਜੱਟਾਂ ਨੂੰ ਜ਼ਮੀਨ ਮਾਂ ਤੋਂ ਵੱਧ ਪਿਆਰੀ ਏ, ਵੱਡੀਆਂ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਏ। 17 ਭਾਵੇਂ ਬੱਬੂ ਮਾਨ ਨੇ ਸਾਲ 2008 ਚ ਲਿਖੀਆਂ ਸਨ, ਪਰ ਇਸ ਦਾ ਅਸਰ ਅੱਜ 2020 ਚ ਦੇਖਣ ਨੂੰ ਮਿਲ ਰਿਹਾ ਏ। ਤੇ ਉਸੇ ਦੇ ਵਿਰੁੱਧ ਅੱਜ ਨੌਜਵਾਨ ਉਤਰੇ ਨੇ ਸੜਕਾਂ ਦੇ ਉੱਤੇ। ਸ਼ੰਭੂ ਬਾਰਡਰ ਦੇ ਉੱਤੇ ਨੌਜਵਾਨਾਂ ਦਾ ਜੋਸ਼ ਉਬਾਲੇ ਮਾਰ ਰਿਹਾ ਹੈ। ਇਸ ਧਰਨੇ ਦੇ ਵਿੱਚ ਸਾਡੀਆਂ ਨੌਜਵਾਨ ਕੁੜੀਆਂ ਸੰਘਰਸ਼ ਕਰਦੀਆਂ ਦਿਖਾਈ ਦੇ ਰਹੀਆਂ ਨੇ। ਕਨੂਪ੍ਰਿਆ ਦੀ ਸਪੀਚ ਨੂੰ ਜਿੱਥੇ ਤੁਸੀਂ ਸੁਣਿਆ, ਉੱਥੇ ਹੀ ਅਸੀਂ ਹੁਣ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ। ਕਨੂ ਜੀ, ਜਿਸ ਤਰੀਕੇ ਦੇ ਨਾਲ ਇੱਥੇ ਨੌਜਵਾਨ ਪੁੱਜੇ ਨੇ, ਜਿਸ ਤਰੀਕੇ ਦੇ ਨਾਲ ਜੋਸ਼ੀਲੀਆਂ ਤਕਰੀਰਾਂ ਹੋ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਇੱਥੇ ਆਮ ਲੋਕਾਂ ਦਾ ਸਾਥ ਪੰਜਾਬ ਦੇ ਕਿਸਾਨਾਂ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ, ਕੀ ਲੱਗਦਾ ਹੈ ਇਹ ਕੋਈ ਨਵਾਂ ਰੰਗ ਹੈ, ਕੋਈ ਨਵੀਂ ਸੋਚ ਹੈ ਜਿਹੜੀ ਅੱਜ ਦੇ ਦਿਨ ਤੋਂ ਬਾਅਦ ਪੰਜਾਬ ਦੇ ਵਿੱਚ ਜਨਮ ਲੈ ਰਹੀ ਹੈ? ਜਦੋਂ ਗੱਲ ਕੀਤੀ ਜਾਏ ਇਹ ਕਿਸਾਨ ਆਰਡੀਨੈਂਸਾਂ ਦੀ, ਜਦੋਂ ਗੱਲ ਕੀਤੀ ਜਾਏ ਜ਼ਮੀਨ ਦੀ, ਤਾਂ ਜ਼ਮੀਨ ਦਾ ਸਵਾਲ ਔਰਤਾਂ ਦਾ ਵੀ ਹੈ, ਮਜ਼ਦੂਰਾਂ ਦਾ ਵੀ ਹੈ, ਕਿਸਾਨਾਂ ਦਾ ਵੀ ਹੈ, ਹਰ ਇੱਕ ਦਾ ਹੈ। ਹਰ ਕੋਈ ਚਾਹੁੰਦਾ ਹੈ ਸਵੈਮਾਨ ਦੀ ਜ਼ਿੰਦਗੀ ਜਿਉਣਾ। ਤੇ ਇਹਨਾਂ ਆਰਡੀਨੈਂਸਾਂ ਨਾਲ ਜਿਸ ਤਰੀਕੇ ਨਾਲ ਕਿਸਾਨੀ ਤੇ ਇੱਕ ਹਮਲਾ ਕੀਤਾ ਗਿਆ ਹੈ, ਉਸ ਦੇ ਖਿਲਾਫ ਆਵਾਜ਼ ਪੰਜਾਬ, ਹਰਿਆਣਾ, ਰਾਜਸਥਾਨ, ਬੰਗਲੌਰ ਦੀਆਂ ਸੜਕਾਂ ਤੇ ਲੋਕ ਰੱਜ-ਰੱਜ ਕੇ ਇਸ ਮਹਾਮਾਰੀ ਦੇ ਦੌਰਾਨ ਵੀ ਲਗਾ ਰਹੇ ਨੇ। ਅੱਜ ਨੌਜਵਾਨ ਵਰਗ, ਕਲਾਕਾਰ, ਕਾਰਕੁਨ ਪਹੁੰਚੇ ਨੇ ਇੱਥੇ, ਤੇ ਹੋਰ ਅਲੱਗ-ਅਲੱਗ ਜਗ੍ਹਾ ਤੇ ਪੰਜਾਬ ਵਿੱਚ ਤੇ ਹੋਰ ਦੇਸ਼ ਭਰ 'ਚ। ਇਹ ਸਭ ਅਗਰ ਅਸੀਂ ਯਾਦ ਕਰੀਏ ਤਾਂ ਭਗਤ ਸਿੰਘ ਇਹੀ ਉਹ ਕਹਿੰਦਾ ਸੀਗਾ, ਇਹੀ ਗੱਲਾਂ ਸੀਗੀਆਂ ਕਿ ਸਾਡਾ ਹਾਕਮ ਜੇ ਗੋਰੀ ਚਮੜੀ ਤੋਂ ਕਾਲੀ ਚਮੜੀ ਵਾਲਾ ਆ ਵੀ ਜਾਂਦਾ ਤਾਂ ਉਹਨਾਂ ਕੋਈ ਫਰਕ ਨਹੀਂ ਪਊਗਾ। ਉਹਨੇ ਕਰਨਾ ਉਹੀ ਕੁਛ ਹੈ। ਅੱਜ ਵੀ ਉਹੀ ਕੁਛ ਹੋ ਰਿਹਾ ਹੈ। ਇਹ ਸਰਕਾਰ ਜਿਹੜੀ ਦਲਾਲ ਬੈਠੀ ਹੈ ਇਹਨਾਂ ਕਾਰਪੋਰੇਟਾਂ ਦੀ, ਉਹ ਅਡਾਨੀ ਤੇ ਅੰਬਾਨੀ ਨੂੰ ਸਾਡੀਆਂ ਜ਼ਮੀਨਾਂ ਤੱਕ ਪਹੁੰਚਾ ਦਿੱਤਾ ਹੈ, ਸਾਡੇ ਘਰਾਂ ਤੱਕ ਪਹੁੰਚਾ ਦਿੱਤਾ ਹੈ। ਤਾਂ ਉਸੇ ਦੇ ਵਿਰੋਧ ਨੂੰ ਸਮਝਦੇ ਆ ਇੱਥੇ ਨੌਜਵਾਨ ਇਕੱਠੇ ਹੋਏ ਨੇ ਤੇ ਇੱਕ ਰਲ ਕੇ ਹਮਲਾ ਮਾਰ ਰਹੇ ਨੇ। ਬਸ ਹੁਣ ਜ਼ਰੂਰਤ ਹੈ ਤੇ ਇਸ ਚੇਤਨਤਾ ਨੂੰ ਹੋਰ ਵੀ ਚੰਗੇ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣ ਦੀ, ਕਿਉਂਕਿ ਜਿਸ ਉਮਰ ਤੱਕ ਅਸੀਂ ਪਹੁੰਚ ਗਏ ਹਾਂ, ਇਦੋਂ ਤੱਕ ਤਾਂ ਭਗਤ ਸਿੰਘ ਲਿਖ ਪੜ੍ਹ ਲੜ ਕੇ ਸ਼ਹੀਦ ਵੀ ਹੋ ਚੁੱਕਿਆ ਸੀ। ਤਾਂ ਕਿਤੇ ਨਾ ਕਿਤੇ ਅਸੀਂ ਹਜੇ ਵੀ ਅਧੂਰੇ ਹਾਂ। ਸਾਨੂੰ ਹਜੇ ਵੀ ਉਹ ਸਮਝ, ਉਹ ਜਜ਼ਬਾ ਆਪਣੇ ਵਿੱਚ ਲਿਆਉਣਾ ਪਊਗਾ। ਅੱਛਾ, ਖਾਸ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਕਰੋਨਾ ਮਹਾਮਾਰੀ ਚੱਲ ਰਹੀ ਸੀ, ਅਸੀਂ ਘਰਾਂ 'ਚ ਬੰਦ ਸੀ, ਸਕੂਲ, ਕਾਲਜ, ਯੂਨੀਵਰਸਿਟੀਆਂ ਬੰਦ ਸੀ, ਮਾਸਕ ਲਗਾ ਕੇ ਅਸੀਂ ਬਾਹਰ ਘੁੰਮ ਰਹੇ ਸੀ, ਬਾਹਰ ਨਿਕਲਣ ਤੋਂ ਡਰ ਰਹੇ ਸੀ। ਤੁਹਾਨੂੰ ਲੱਗਦਾ ਕਿ ਉਸੇ ਡਰ ਦੀ ਵਜ੍ਹਾ ਸੀ ਕਿ ਛੇਤੀ ਇਹ ਕਾਨੂੰਨ ਲਿਆਂਦੇ ਗਏ ਤੇ ਕਰੋਨਾ ਦੀ ਆੜ 'ਚ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਲੋਕ ਤਾਂ ਬਿਮਾਰੀ ਤੋਂ ਡਰ ਰਹੇ ਨੇ, ਸੜਕਾਂ ਤੇ ਨਹੀਂ ਉਤਰਨਗੇ, ਇਹ ਭੀੜ 'ਚ ਇਕੱਠੇ ਨਹੀਂ ਹੋਣਗੇ? ਬਿਲਕੁਲ, ਮਹਾਮਾਰੀ ਨੂੰ ਜਿਹੜੇ ਵੀ ਇੱਕ ਵਧੀਆ ਤਰੀਕੇ ਨਾਲ ਸਰਕਾਰ ਵਰਤ ਸਕਦੀ ਸੀ ਉਹਨੇ ਵਰਤਿਆ। ਉਹਨੇ ਲੋਕਡਾਊਨ ਲਗਾਇਆ, ਉਹਨੇ ਜਿਹੜੇ ਦਿੱਲੀ ਤੋਂ ਐਕਟਿਵਿਸਟ ਕਾਰਕੁਨ ਚੱਕਣੇ ਸੀ ਉਹ ਚੱਕੇ, ਵਿਦਿਆਰਥੀ ਆਗੂ ਚੱਕਣੇ ਸੀ ਉਹ ਚੱਕੇ। ਕਿਉਂਕਿ ਇੱਕ ਮੂਵਮੈਂਟ ਨੂੰ ਖਤਮ ਕਰਨ ਦਾ ਤਰੀਕਾ ਕੀ ਹੁੰਦਾ ਹੈ? ਉਸ ਦੇ ਲੀਡਰ ਮਾਰ ਦੇਣਾ, ਉਹਨਾਂ ਨੂੰ ਜੇਲ੍ਹ ਕਰ ਦੇਣਾ। ਤਾਂ ਅੱਜ ਉਮਰ ਖਾਲਿਦ, ਨਤਾਸ਼ਾ ਨਾਰਵਾਲ, ਸਫੂਰਾ ਜੰਗਰ, ਇਹਨਾਂ ਸਭ ਨੂੰ ਜਦੋਂ ਜੇਲ੍ਹਾਂ 'ਚ ਧੱਕਿਆ ਗਿਆ, ਇਹਦੀ ਇਹੀ ਨੀਤੀ ਸੀਗੀ। ਪੰਜਾਬ ਵਿੱਚ, ਹਰਿਆਣਾ ਵਿੱਚ ਜਦੋਂ ਹੁਣ ਇਹੋ ਜਿਹੇ ਧਰਨੇ ਉੱਠ ਰਹੇ ਨੇ ਤਾਂ ਇਹਨਾਂ ਨੂੰ ਵੀ ਦਬਾਉਣ ਦੀ ਉਹੀ ਕੋਸ਼ਿਸ਼ ਕੀਤੀ ਜਾਏਗੀ। ਡੈਮੋਕ੍ਰੇਸੀ ਤਾਂ ਕਿੱਥੇ ਹੀ ਰਹੇਗੀ ਜਦੋਂ ਤੁਹਾਡੀ ਆਪੋਜੀਸ਼ਨ ਬਾਹਰ ਨਿਕਲ ਜਾਂਦੀ, ਤੁਸੀਂ ਉਹਦੇ ਪਿੱਛੋਂ 15 ਬਿੱਲ ਹੋਰ ਪਾਸ ਕਰ ਦਿੰਦੇ ਹੋ। ਤਾਂ ਹੁਣ ਗੱਲ ਇਹ ਨਹੀਂ ਬਚੀ ਕਿ ਸਾਡੇ ਤੋਂ ਪੁੱਛ ਕੇ ਕੁਝ ਕੀਤਾ ਜਾਏਗਾ। ਪੁੱਛ ਕੇ ਕਸ਼ਮੀਰ ਤੋਂ ਵੀ ਕੁਝ ਨਹੀਂ ਕੀਤਾ ਗਿਆ ਸੀਗਾ, ਤੇ ਪੁੱਛ ਕੇ ਸਾਡੇ ਤੋਂ ਕੋਈ ਨੋਟਬੰਦੀ ਕੀਤੀ ਨਹੀਂ ਸੀ ਗਈ ਸੀ, ਨਾ ਉਹਨਾਂ ਬਿਹਾਰੀਆਂ ਤੇ ਉਹਨਾਂ ਲੋਕਾਂ ਤੋਂ ਜਿਹੜੇ ਮਜ਼ਦੂਰ ਇੱਥੇ ਕੰਮ ਕਰਦੇ ਸੀ ਉਹਨਾਂ ਨੂੰ ਪੁੱਛ ਕੇ ਲਾਕਡਾਊਨ ਲਾਇਆ ਗਿਆ ਸੀਗਾ। ਲੋਕਾਂ ਤੋਂ ਪੁੱਛ ਕੇ ਹੋਰ ਕੁਝ ਨਹੀਂ ਲੱਗਣ ਵਾਲਾ। ਤੇ ਇਹ ਜਤਾਇਆ ਜਾਊਗਾ ਕਿ ਅਸੀਂ ਤੁਹਾਡਾ ਸੋਚਦੇ ਹਾਂ, ਅਸੀਂ ਤੁਹਾਡੀ ਆਜ਼ਾਦੀ ਦੇ ਰਹੇ ਹਾਂ ਤੁਹਾਨੂੰ, ਪਰ ਇਸ ਜੁਮਲਾਬਾਜ਼ ਨੂੰ, ਇਸ ਮਦਾਰੀ ਨੂੰ ਅਸੀਂ ਸਮਝ ਜੀਏ ਜੋ ਇਸ ਤਮਾਸ਼ਾ ਨੂੰ ਹਰ ਵਾਰ ਰਚਦਾ ਹੈ ਸਾਡੇ ਸਾਹਮਣੇ। ਤਾਂ ਉਸੇ ਸਮਝ ਦੇ ਨਾਲ ਹੀ ਮੈਨੂੰ ਲੱਗਦਾ ਹੈ ਕਿ ਅਸੀਂ ਕੁਝ ਕਰ ਪਾਵਾਂਗੇ। ਨਹੀਂ ਤਾਂ ਜਿਹੜਾ ਇੱਕ ਨਾਰਮਲ ਪੈਟਰਨ ਵਰਤਿਆ ਜਾਂਦਾ ਆ ਇਹਨਾਂ ਮੂਵਮੈਂਟਸ ਨੂੰ ਕ੍ਰਸ਼ ਕਰਨ ਦਾ, ਯੂਨਾਈਟਿਡ ਫਰੰਟ ਨੂੰ ਡਿਸਟਰੋਏ ਕਰਨ ਦਾ, ਉਹ ਇਹਨਾਂ ਸੰਘਰਸ਼ਾਂ ਵਿੱਚ ਵੀ ਉਹ ਕਰ ਸਕਦੇ ਨੇ।
ਸ਼ਾਹ ਮੁਹੰਮਦ ਨੇ ਲਿਖਿਆ ਸੀ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਅੱਜ ਇੱਥੇ ਸਾਰੇ ਆਮ ਲੋਕ ਨੇ, ਅੱਜ ਹਰ ਇੱਕ ਦੀਆਂ ਬਾਹਾਂ ਬਣਿਆ ਹੋਇਆ ਹੈ, ਪਰ ਕੋਈ ਇੱਕ ਲੀਡਰ ਨਹੀਂ ਹੈ, ਕੋਈ ਇੱਕ ਚਿਹਰਾ ਮੁੱਖ ਨਹੀਂ ਹੈ ਇਸ ਧਰਨੇ ਦਾ, ਇਸ ਸੰਘਰਸ਼ ਦਾ। ਕੀ ਲੱਗਦਾ ਇਸ ਦੇ ਬਾਵਜੂਦ ਇਹ ਇਕੱਠ ਜਾਂ ਫਿਰ ਇਹ ਜਿਹੜੀ ਇਕਜੁੱਟਤਾ ਹੈ ਆਉਣ ਵਾਲੇ ਦਿਨਾਂ 'ਚ ਵੀ ਦੇਖਣ ਨੂੰ ਮਿਲੇਗੀ ਕਿ ਇੱਕ ਉਹੀ ਗੱਲ ਹੋਵੇਗੀ ਕਿ ਲੀਡਰ ਦੇ ਬਿਨਾਂ ਸਾਰਾ ਕੁਝ ਖੇਰੂ ਖੇਰੂ ਹੋ ਜਾਏਗਾ? ਲੀਡਰ ਤਾਂ ਉਹ ਹੁੰਦੇ ਨੇ ਜਿਹੜੇ ਇਹਨਾਂ ਧਰਨਿਆਂ ਦੀ ਬੁਨਿਆਦ ਬਣਦੇ ਨੇ। ਅੱਜ ਦੇ ਕਿਸਾਨ ਧਰਨਿਆਂ ਦੀ ਬੁਨਿਆਦ ਹੋਰ ਕਿਸਾਨ ਜਥੇਬੰਦੀਆਂ ਹੀ ਨੇ, ਜਿਹੜੀਆਂ ਕਿ ਸਾਨੂੰ ਇੰਨੀ ਕੁ ਆਜ਼ਾਦੀ ਦੇ ਰਹੀਆਂ ਨੇ ਕਿ ਅਸੀਂ ਅੱਜ ਇੱਥੇ ਆ ਕੇ ਧਰਨੇ ਲਗਾ ਸਕੀਏ। ਤਾਂ ਇਹਨਾਂ ਧਰਨਿਆਂ ਦੀ ਅਗਵਾਈ ਵੀ ਉਹੀ ਕਰਨਗੇ। ਲੜਾਈ ਬੰਨਣ ਵਾਲਾ ਹੀ ਲੜਾਈ ਦੀ ਅਗਵਾਈ ਕਰਦਾ ਆ, ਕਿਉਂਕਿ ਸਾਥ ਤਾਂ ਬਹੁਤ ਲੋਕ ਦਿੰਦੇ ਨੇ ਤੇ ਸਾਨੂੰ ਦੇਣਾ ਵੀ ਬਣਦਾ ਹੈ, ਸਾਡਾ ਫਰਜ਼ ਬਣਦਾ ਹੈ, ਸਾਡੀਆਂ ਹੀ ਜ਼ਿੰਮੇਵਾਰੀਆਂ ਨੇ ਜਿਹੜੀਆਂ ਨਾਲ ਆਉਂਦੀਆਂ ਨੇ। ਤਾਂ ਉਸ ਵਿੱਚ ਸੰਘਰਸ਼ਾਂ ਦਾ ਮੇਨ ਰੋਲ ਇਹ ਹੁੰਦਾ ਹੈ ਕਿ ਉਹ ਚੇਤਨਤਾ ਫੈਲਾਉਂਦੇ ਨੇ ਆਪਣੇ ਆਲੇ ਦੁਆਲੇ। ਹੁਣ ਜਦੋਂ ਇਹ ਮੈਸੇਜ ਜਾਏਗਾ ਲੋਕਾਂ ਤੱਕ, ਅੱਜ ਪੰਜਾਬ ਬੰਦ ਦੀ ਜਿੱਦਾਂ ਕਾਲ ਦਿੱਤੀ ਗਈ ਹੈ, ਤਾਂ ਫਿਰ ਇੱਕ ਜਾਗਰੂਕਤਾ ਪੈਦਾ ਹੋਏਗੀ, ਔਰ ਇਸੇ ਜਾਗਰੂਕਤਾ ਤੋਂ ਵੀ ਸਾਡੀ ਸਰਕਾਰ ਡਰਦੀ ਹੈ। ਤੁਸੀਂ ਇਹਨਾਂ ਦੇ ਆਈਡੀਆਜ਼, ਜਿਵੇਂ ਸਮਾਨ ਖਰੀਦਣਾ ਹੀ ਬੰਦ ਕਰ ਦਿੱਤਾ, ਇਹਨਾਂ ਦੀ ਹੱਟੀ ਕਿਵੇਂ ਚੱਲੂਗੀ? ਤੁਸੀਂ ਰਿਲਾਇੰਸ ਜੀਓ ਨੂੰ ਲੱਤ ਮਾਰ ਦਿੱਤੀ ਤੇ ਉਹਨਾਂ ਦੀ ਮਹਿਲ ਕਿੱਦਾਂ ਸੱਜਣਗੇ? ਤਾਂ ਇਹ ਸਾਨੂੰ ਅੱਜ ਇੱਕ ਫੈਸਲੇ ਦੀ ਘੜੀ ਤੇ ਪਹੁੰਚਾਇਆ ਹੈ, ਜਿਸ ਵਿੱਚ ਅਸੀਂ ਸਮਝ ਬਣਾਉਣੀ ਹੈ, ਅਸੀਂ ਇੱਕ ਸੋਚ ਬਣਾਉਣੀ ਹੈ, ਜਿਸ ਨੂੰ ਪਹਿਰਾ ਦੇਣ ਲਈ ਸਾਨੂੰ ਹਰ ਇੱਕ ਨੂੰ ਰੋਲ ਨਿਭਾਉਣਾ ਪਏਗਾ। ਲੀਡਰਸ ਦੀ ਬਹੁਤ ਇੰਪੋਰਟੈਂਸ ਹੁੰਦੀ ਹੈ, ਪਰ ਸਾਰੀ ਦੀ ਸਾਰੀ ਭਾਲ ਅਸੀਂ ਇੱਕ ਉਸ ਇਨਸਾਨ ਤੋਂ ਕਰਦੇ ਰਹੀਏ ਤਾਂ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਸਾਡੀ ਆਲਸ ਬਣਾਊਗਾ ਸਾਡਾ। ਸਾਨੂੰ ਖੁਦ ਨੂੰ ਹਿੰਮਤ ਮਾਰਨੀ ਪੈਣੀ ਹੈ। ਅੱਜ ਸਾਰੇ ਪੰਜਾਬੀਆਂ ਨੂੰ, ਸਾਰੀਆਂ ਔਰਤਾਂ ਨੂੰ, ਸਾਰੇ ਮਜ਼ਦੂਰਾਂ ਨੂੰ ਇਹ ਹਿੰਮਤ ਮਾਰਨੀ ਪੈਣੀ ਹੈ ਕਿ ਉਹ ਇਸ ਲੜਾਈ ਦੇ ਵਿੱਚ ਸ਼ਾਮਿਲ ਹੋ ਸਕਣ, ਚੇਤਨਤਾ ਨੂੰ ਆਪਣੇ ਘਰਾਂ ਵਿੱਚ, ਆਪਣੇ ਅੰਦਰ ਤੱਕ ਤੇ ਆਪਣੇ ਸਮਾਜ ਵਿੱਚ ਬਿਲਡ ਕਰ ਸਕਣ, ਤਾਂ ਕਿ ਜਦੋਂ ਇਹੋ ਜਿਹਾ ਆਰਡੀਨੈਂਸ ਪਾਸ ਕਰੇ, ਜਦੋਂ ਮਦਾਰੀ ਫੇਰ ਤੋਂ ਸਕਰੀਨ ਤੇ ਆਵੇ, ਤਾਂ ਤੁਸੀਂ ਉਹਨੂੰ ਲਾਫਟਰ ਸ਼ੋ ਸਮਝ ਕੇ ਹੱਸੋ, ਤੁਸੀਂ ਉਹਨੂੰ ਸਪੀਚ ਨਾ ਸਮਝੋ। ਤੁਸੀਂ ਉਦੋਂ ਤੁਹਾਨੂੰ ਪਤਾ ਹੋਵੇ ਕਿ ਇਹ ਛੇਣਾ ਵਜਾਉਣ ਆਇਆ ਹੈ। ਅੱਜ ਫੇਰ ਕਦੀ ਤਾੜੀ ਵਜਾਉਣ ਨੂੰ ਕਹੂਗਾ, ਕਦੀ ਥਾਲੀ ਵਜਾਉਣ ਨੂੰ ਕਹੂਗਾ, ਕਦੀ ਨੋਟਬੰਦੀ ਕਰੂਗਾ, ਕਦੀ ਲੋਕਡਾਊਨ ਲਗਾ ਦਊਗਾ। ਤੁਹਾਨੂੰ ਇਹ ਉਦੋਂ ਯਾਦ ਰੱਖਣਾ ਹੋਊਗਾ। ਅੱਛਾ, ਆਖਰੀ ਸਵਾਲ ਮੇਰਾ, ਜਦੋਂ ਕਨੂਪ੍ਰਿਆ ਲਾਲ ਝੰਡੇ ਦੇ ਹੇਠਾਂ ਹੁੰਦੀ ਹੈ, ਕਾਮਰੇਡ ਦਾ ਤਗਮਾ ਲਾ ਦਿੱਤਾ ਜਾਂਦਾ ਹੈ, ਸਿੱਖਾਂ ਦੇ ਸੰਘਰਸ਼ ਦੇ ਕਿਸੇ ਜਲੂਸ ਦੇ ਵਿੱਚ, ਕਿਸੇ ਧਰਨੇ ਦੇ ਵਿੱਚ ਜਾਂਦੀ ਹੈ ਤਾਂ ਖਾਲਿਸਤਾਨੀ ਆਖ ਦਿੱਤਾ ਜਾਂਦਾ ਹੈ। ਅੱਜ ਕੀ ਕਹਿਣਾ ਚਾਹੋਗੇ? ਅੱਜ ਤਾਂ ਆਮ ਲੋਕਾਂ ਦਾ ਧਰਨਾ ਹੈ, ਕਿਸਾਨਾਂ ਦੀ ਗੱਲ ਹੈ, ਪੰਜਾਬ ਦੀ ਗੱਲ ਹੈ। ਅਜਿਹੇ ਲੋਕ ਜਿਹੜੇ ਇੱਕ ਤਗਮਾ ਲਾ ਦਿੰਦੇ ਨੇ ਕਿ ਇਹ ਖਾਲਿਸਤਾਨੀ ਹੈ, ਕਾਮਰੇਡ ਹੈ, ਇਹ ਕਿਸੇ ਵਾਮ ਪੰਥ ਦੇ ਨਾਲ ਸੰਬੰਧ ਰੱਖਦਾ ਹੈ, ਕੀ ਕਹਿਣਾ ਚਾਹੋਗੇ ਅਜਿਹੇ ਲੋਕਾਂ ਨੂੰ? ਗਾਲਾਂ ਬਣਾ ਦਿੱਤੀਆਂ ਗਈਆਂ ਨੇ। ਹੁੰਦਾ ਨਾ ਰਾਜਨੀਤਿਕ ਗਾਲਾਂ ਕਿਹੜੀਆਂ ਨੇ? ਇਹ ਤਾਂ ਫੈਮਿਨਿਸਟ ਹੈ ਜੀ, ਇਹ ਤਾਂ ਲੈਫਟਿਸਟ ਹੈ ਜੀ, ਇਹ ਤਾਂ ਖਾਲਿਸਤਾਨੀ ਹੈ ਜੀ, ਇਹ ਤਾਂ ਜਿਹਾਦੀ ਹੈ ਜੀ, ਇਹ ਤਾਂ ਟੈਰਰਿਸਟ ਹੈ ਜੀ। ਇਹਨਾਂ ਸਾਰੇ ਤਗਮਿਆਂ ਨਾਲ ਜੇ ਤੁਸੀਂ ਕਿਸੇ ਨੂੰ ਚੁੱਪ ਕਰਾ ਸਕਦੇ ਹੋ ਤਾਂ ਤੁਸੀਂ ਕਿਸੇ ਭਰਮ ਚੋਂ, ਲੋਕ ਬੋਲਦੇ ਹੀ ਆਏ ਨੇ। ਮੈਨੂੰ ਯਾਦ ਹੈ ਉਹ ਪਹਿਲੀ ਸਪੀਚ ਜਿਹੜੀ ਇੱਕ ਅੰਮ੍ਰਿਤਸਰ ਜਾ ਕੇ ਸਿੱਖ ਜਥੇਬੰਦੀਆਂ ਨਾਲ ਦੇਤੀ ਸੀ, ਤਾਂ ਉੱਥੇ ਆਰਾਮ ਨਾਲ ਖਾਲਿਸਤਾਨੀ ਟੈਗ ਲੱਗ ਗਿਆ ਸੀਗਾ। ਵੀਡੀਓ ਤੁਸੀਂ ਅੱਜ ਵੀ ਸੁਣਦੇ ਹੋ, ਤੁਸੀਂ ਭਾਵੇਂ ਕੱਲ ਸੁਣ ਲਿਓ। ਜੋ ਕਿਹਾ ਹੈ ਉਹ ਕਿਹਾ ਹੈ ਤੇ ਉਸ ਤੋਂ ਕੋਈ ਮੁੱਕਰ ਵੀ ਨਹੀਂ ਸਕਦਾ। ਸਾਡੀ ਸੱਚਾਈ ਹੀ ਉਹੀ ਹੈ। ਤਾਂ ਫੋਟੋਆਂ ਵਾਇਰਲ ਕਰਨ ਨਾਲ, ਆਪਣਾ ਆਈਟੀ ਸੈੱਲ ਕੰਮ ਕਰਾਉਣ ਨਾਲ ਕੁਝ ਫਰਕ ਨਹੀਂ ਪਏਗਾ। ਅੱਜ ਆਈਟੀ ਸੈੱਲ ਨੂੰ ਅਸੀਂ ਵੀ ਚੰਗੀ ਤਰ੍ਹਾਂ ਸਮਝ ਗਏ ਆ ਕਿ ਕਿੱਦਾਂ ਪੰਜਾਬ ਦੀ ਇੱਕ ਫੋਟੋ ਨੂੰ ਰਾਜਸਥਾਨ, ਮਨੀਪੁਰ, ਪੂਨੇ ਤੱਕ ਕਿਵੇਂ ਘੁਮਾ ਦਿੱਤਾ ਜਾਂਦਾ ਆ ਤੇ ਇੱਕ ਏਜੰਡਾ ਫੈਲਾ ਦਿੱਤਾ ਜਾਂਦਾ ਹੈ ਕਿ ਇਹ ਫਲਾਣਾ ਆਦਮੀ ਟੈਰਰਿਸਟ ਹੈ, ਇਹ ਤਾਂ ਯੂਏਪੀਏ ਲਗਾਵੇ ਤੇ ਇਹ ਕਰੋ। ਪੰਜਾਬ ਵਿੱਚ ਵੀ ਨਿਤ ਨੌਜਵਾਨਾਂ ਨੂੰ ਯੂਏਪੀਏ ਦੇ ਅਧੀਨ ਗ੍ਰਿਫਤਾਰ ਕਰ ਦਿੱਤਾ ਜਾਂਦਾ ਹੈ ਮਹਿਜ਼ ਲਿਟਰੇਚਰ ਰੱਖਣ ਦੇ ਲਈ ਕਿ ਤੁਸੀਂ ਪੜ੍ਹਦੇ ਪਏ ਹੋ ਤਾਂ ਤੁਸੀਂ ਇਹ ਹੋ। ਉੱਥੇ ਆਰਐਸਐਸ ਦੇ ਬੰਬ ਫੋੜ ਦੇਣ, ਬਣਾ ਲੈਣ, ਕੋਈ ਯੂਏਪੀਏ ਨਹੀਂ ਹੈਗਾ। ਤਾਂ ਇਹੋ ਜਿਹੇ ਵਿੱਚ ਡਰ ਕੇ ਕੋਈ ਕੁਝ ਮਿਲੇਗਾ ਨਹੀਂ। ਤਾਂ ਇਹੋ ਜਿਹੇ ਵਿੱਚ ਇਹਨਾਂ ਤਗਮਿਆਂ ਤੋਂ ਵੀ ਸਾਨੂੰ ਡਰਨਾ ਨਹੀਂ ਚਾਹੀਦਾ, ਘਬਰਾਉਣਾ ਨਹੀਂ ਚਾਹੀਦਾ। ਸਾਨੂੰ ਆਪਣੀ ਲੜਾਈ ਵੱਲ ਧਿਆਨ ਦੇਣਾ ਚਾਹੀਦਾ ਤੇ ਉਸ ਨੂੰ ਮਜ਼ਬੂਤ ਕਰਨ ਵੱਲ ਜ਼ੋਰ ਲਗਾਉਣਾ ਚਾਹੀਦਾ। ਧੰਨਵਾਦ। ਸੋ ਕਨੂਪ੍ਰਿਆ ਜੋ ਕਿ ਕਿਸੇ ਵੇਲੇ ਇਤਿਹਾਸ ਰਚ ਚੁੱਕੀ ਹੈ, ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰਧਾਨ ਬਣ ਕੇ, ਮਾਝੇ ਦੇ ਧਰਤੀ ਦੇ ਸ਼ਹਿਰ ਪੱਟੀ ਦੀ ਇੱਕ ਸਧਾਰਨ ਪਰਿਵਾਰ ਦੀ ਇਸ ਕੁੜੀ ਨੇ ਅੱਜ ਪੂਰੇ ਵਿਸ਼ਵ ਦੇ ਵਿੱਚ ਆਪਣੀ ਪਹਿਚਾਣ ਬਣਾਈ ਹੈ। ਆਪਣੇ ਜੋਸ਼ੀਲੇ ਭਾਸ਼ਣ ਦੇ ਸਿਰ ਤੇ, ਜੋਸ਼ੀਲੀਆਂ ਤਕਰੀਰਾਂ ਦੇ ਸਿਰ ਤੇ ਇਸ ਦੇ ਨਾਲ ਲੋਕ ਹੱਕਾਂ ਦੇ ਲਈ ਪੰਜਾਬ ਦੇ ਵਿੱਚ ਜਿਹੜਾ ਵੀ ਅੰਦੋਲਨ ਖੜਾ ਹੋਇਆ ਹੈ, ਚਾਹੇ ਉਹ ਕਿਸਾਨਾਂ ਦਾ ਹੋਵੇ, ਸਿੱਖੀ ਸੰਘਰਸ਼ ਦਾ ਹੋਵੇ ਜਾਂ ਫਿਰ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਹੋਵੇ, ਕਨੂਪ੍ਰਿਆ ਉਸ ਧਰਨੇ 'ਚ ਸ਼ਮੂਲੀਅਤ ਕਰਦੀ, ਜੋਸ਼ੀਲੀ ਤਕਰੀਰ ਕਰਦੀ ਤੁਹਾਨੂੰ ਸੁਣਾਈ ਦੇਵੇਗੀ। ਤੇ ਅੱਜ ਸ਼ੰਭੂ ਬਾਰਡਰ ਦੇ ਉੱਤੇ ਵੀ ਕਨੂਪ੍ਰਿਆ ਦੀ ਜੋਸ਼ੀਲੀ ਤਕਰੀਰ ਨੇ ਨੌਜਵਾਨਾਂ ਦਾ ਧਿਆਨ ਖਿੱਚਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਅਜੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਨੇ ਜੋ ਕਿ ਇਸ ਧਰਨੇ ਦੇ ਵਿੱਚ ਸ਼ਾਮਲ ਨੇ। ਲੋਕ ਜੋਸ਼ੀਲੀਆਂ ਤਕਰੀਰਾਂ ਕਰ ਰਹੇ ਨੇ ਤੇ ਅਸੀਂ ਵੀ ਲਗਾਤਾਰ ਤੁਹਾਡੇ ਤੱਕ ਇਹਨਾਂ ਧਰਨਿਆਂ ਦੀਆਂ
ਤਸਵੀਰਾਂ ਨੂੰ ਸਾਂਝੀਆਂ ਕਰਦੇ ਇੱਥੋਂ ਦਾ ਖਿਆਲ ਬਿਆਨ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਦੇ ਉੱਤੇ ਇਸ ਵੇਲੇ ਨੌਜਵਾਨ ਡਟੇ ਹੋਏ ਨੇ ਆਪਣੇ ਹੱਕਾਂ ਦੀ ਮੰਗ ਕਰਦੇ ਹੋਏ। ਕਨੂਪ੍ਰਿਆ ਦੇ ਸ਼ਬਦ ਅਸੀਂ ਸਮਝ ਚੁੱਕੇ ਹਾਂ। ਇਹ ਮੁਟਿਆਰ, ਇਹ ਪੰਜਾਬਣ, ਇਹ ਧਰਤੀ ਦੀ ਧੀ। ਹੋ ਸਕਦਾ ਇਹਨੇ ਕਦੇ ਖੇਤੀ ਨਾ ਕੀਤੀ ਹੋਵੇ, ਹੋ ਸਕਦਾ ਇਸ ਮੁਟਿਆਰ ਦੇ ਪਰਿਵਾਰ ਨੇ ਕਦੇ ਖੇਤੀ ਨਾ ਕੀਤੀ ਹੋਵੇ, ਪਰ ਇੱਕ ਯੂਨੀਵਰਸਿਟੀ ਦੀ ਸਟੂਡੈਂਟ ਕੌਂਸਲ ਦੀ ਪ੍ਰਧਾਨ ਰਹਿ ਚੁੱਕੀ ਮੁਟਿਆਰ, ਵਿਦਿਆਰਥੀਆਂ ਦੀ ਨੇਤਾ ਮੁਟਿਆਰ, ਜਦੋਂ ਕਿਸਾਨਾਂ ਦੇ ਧਰਨੇ ਦੇ ਵਿੱਚ ਜਾ ਕੇ ਐਨ ਤਿੱਖੜ ਦੁਪਹਿਰੇ ਪਸੀਨੇ ਦੇ ਵਿੱਚ ਗੜੁੱਚ ਹੋ ਕੇ ਤੁਹਾਨੂੰ ਇਹ ਕਹਿੰਦੀ ਹੈ, ਲਿਟਰੇਚਰ ਸ਼ਬਦ ਬੋਲਦੀ ਹੈ, ਜਦੋਂ ਕਹਿੰਦੀ ਹੈ ਕਿ ਟੈਗ ਲਾਉਣਾ ਲਾ ਦਿਓ, ਜੋ ਕੁਛ ਕਿਹਾ ਖੜੇ ਆ, ਅੜੇ ਆ, ਇਹ ਦੇਸ਼ ਸਾਡਾ ਹੈ ਤੇ ਇਸ ਦੇਸ਼ ਨੂੰ ਲੋਕਾਂ ਦੀ ਆਵਾਜ਼ ਦੇ ਮੁਤਾਬਕ ਚਲਾਉਣਾ ਪਏਗਾ। ਜਦੋਂ ਕਨੂਪ੍ਰਿਆ ਵਰਗੀਆਂ ਮੁਟਿਆਰਾਂ ਉਹ ਸਾਡੇ ਕੋਲੇ ਪੰਜਾਬ ਦੇ ਵਿੱਚ ਹੈਗੀਆਂ, ਇਸ ਦੁਨੀਆ ਦੇ ਵਿੱਚ ਹੈਗੀਆਂ, ਇਸ ਧਰਤੀ ਤੇ ਹੈਗੀਆਂ, ਅਸੀਂ ਕਿਵੇਂ ਮੰਨ ਲਈਏ ਕਿ ਆਸ ਦਾ ਦੀਵਾ ਬੁਝਦਾ ਜਾਂਦਾ ਜਗਦਾ? ਬਈ ਬੱਤੀ ਵੀ ਹੈਗੀ ਹੈ, ਤੇਲ ਵੀ ਹੈਗਾ, ਤੇਲਾਂ ਦੀ ਡੱਬੀ ਵੀ ਹੈ, ਦੀਵਾ ਜਗਾਉਣ ਦੀ ਲੋੜ ਹੈ। ਕਿਹਨੇ ਜਗਾਉਣਾ ਹੈ? ਕਿਹਨੇ ਜਗਾਉਣਾ ਹੈ? ਸ਼ਹੀਦ ਆਜ਼ਮ ਭਗਤ ਸਿੰਘ ਦਾ ਜ਼ਿਕਰ ਕੀਤਾ, ਉਹਨਾਂ ਦੀ ਉਮਰ ਦਾ ਜ਼ਿਕਰ ਕੀਤਾ, ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਕੀਤਾ, ਉਹਨਾਂ ਦੀ ਵਿਚਾਰ ਦਾ ਜ਼ਿਕਰ ਕੀਤਾ, ਉਹਨਾਂ ਦੇ ਸ਼ਬਦ ਦਾ ਜ਼ਿਕਰ ਕੀਤਾ। ਹੋਰ ਕੀ ਹੋ ਸਕਦਾ? ਮੈਂ ਇਹ ਗੱਲ ਨਾਲ ਦੀ ਨਾਲ ਦੱਸਦਾ ਜਾਵਾਂ, ਸੁਖਾਲਾ ਨਹੀਂ, ਮੈਂ ਉਸੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕਈ ਸਾਲ ਪੜ੍ਹਿਆ। ਉੱਥੇ ਸਟੂਡੈਂਟ ਕੌਂਸਲ ਦੀ ਇਲੈਕਸ਼ਨ ਜਿੱਤਣੀ ਸੌਖੀ ਨਹੀਂ, 15 ਤੋਂ ਲੈ ਕੇ 20,000 ਵੋਟਾਂ ਹੁੰਦੀਆਂ। ਹਰਿਆਣੇ ਦੇ ਪੋਲੀਟੀਕਲ ਲੀਡਰਾਂ ਦੀਆਂ ਪਾਰਟੀਆਂ ਵਿਦਿਆਰਥੀਆਂ ਦੀਆਂ ਉੱਥੇ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੇ ਵਿਦਿਆਰਥੀ ਵਿੰਗ ਉੱਥੇ ਇਲੈਕਸ਼ਨ ਲੜਦੇ ਆ। ਜਦੋਂ ਇਸ ਲੜਕੀ ਨੇ 1 ਸਾਲ ਪਹਿਲਾਂ ਉੱਥੇ ਇਤਿਹਾਸ ਸਿਰਜਿਆ ਸੀ ਨਾ, ਤਾਂ ਵੱਡੀਆਂ ਵੱਡੀਆਂ ਸਿਆਸੀ ਪਾਰਟੀਆਂ ਦੇ ਲੀਡਰ ਜਿਨ੍ਹਾਂ ਨੂੰ ਲੱਗਦਾ ਸੀ ਕਿ 25-25 30-30 ਗੱਡੀਆਂ ਦੇ ਕਾਫਲੇ ਉੱਥੇ ਘੱਲਾਂਗੇ, ਵਿਦਿਆਰਥੀਆਂ ਦਾ ਵੋਟਾਂ ਦਾ ਕੀ ਲੈ ਲਾਂਗੇ। ਪਰ ਇਸ ਲੜਕੀ ਨੇ ਦੱਸ ਦਿੱਤਾ ਸੀ, ਜਦੋਂ ਇਸ ਪਲੇਟਫਾਰਮ ਤੋਂ ਅਸੀਂ ਰੌਲਾ ਪਾਉਨੇ ਹੁੰਦੇ ਆ ਕਿ ਪੰਜਾਬ ਦੇ ਲੋਕੋ ਜੋੜੇ ਹੱਥ, ਨਹੀਂ ਕਰਨੀਆਂ ਵੱਡੀਆਂ ਰੈਲੀਆਂ, ਨਹੀਂ ਕਰਨੇ ਰੋਡ ਸ਼ੋ, ਇਲੈਕਸ਼ਨ ਸਸਤੀ ਕਰੋ, ਕਿਉਂਕਿ ਇਲੈਕਸ਼ਨ ਮਹਿੰਗੀ ਹੁੰਦੀ ਹੈ, ਲੀਡਰਾਂ ਦੇ ਪੈਸੇ ਲੱਗਦੇ ਆ, ਉਹਨਾਂ ਨੇ ਤੁਹਾਡੇ ਢਿੱਡ ਚੋਂ ਕੱਢਣੇ ਆ। ਇਲੈਕਸ਼ਨ ਸਸਤੀ ਕਰੀਏ, ਵਿਚਾਰ ਦੀ ਲੜਾਈ ਲੜੀਏ, ਤਰਕ ਦੀ ਲੜਾਈ ਲੜੀਏ। ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਸੰਬੰਧਿਤ ਰਹੇ ਨੇ, ਕਿਉਂਕਿ ਇੱਕੋ ਆ ਪੰਜਾਬ ਦੀ ਯੂਨੀਵਰਸਿਟੀ ਜਿੱਥੇ ਇਲੈਕਸ਼ਨ ਹੁੰਦੀ, ਜਿੱਥੇ ਵੋਟਾਂ ਪੈਂਦੀਆਂ, ਸਟੂਡੈਂਟ ਆ ਵੋਟਾਂ ਪਾ ਕੇ ਆਪਣੇ ਵਿਦਿਆਰਥੀ ਪ੍ਰਤੀਨਿਧ ਚੁਣਦੇ ਆ। ਇਸ ਮੁਟਿਆਰ ਨੇ ਜਦੋਂ ਪ੍ਰਧਾਨਗੀ ਦੀ ਚੋਣ ਲੜੀ ਸੀ, ਇੱਕ ਵੀ ਪੋਸਟਰ ਪ੍ਰਿੰਟ ਨਹੀਂ ਸੀ ਕਰਾਇਆ। ਤੁਸੀਂ ਕੱਢ ਕੇ ਦੇਖ ਲਓ ਸਾਲ ਪਹਿਲਾਂ ਦਾ ਇਤਿਹਾਸ, ਹੱਥ ਨਾਲ ਲਿਖ ਲਿਖ ਕੇ ਪੋਸਟਰ ਲੱਗੇ, ਲੱਖਾਂ ਰੁਪਈਆ ਨਹੀਂ ਤਾਂ ਇੱਕ ਧਿਰ ਦਾ ਪੋਸਟਰ ਪ੍ਰਿੰਟ ਕਰਾ ਕੇ ਹੋਸਟਲਾਂ ਦੀਆਂ, ਕੈਂਪਸ ਦੀਆਂ ਕੰਧਾਂ ਤੇ ਲਾਉਣ ਦਾ ਖਰਚਾ ਹੁੰਦਾ ਸੀ। ਇਸ ਲੜਕੀ ਤੇ ਇਹਦੀਆਂ ਸਾਥਣ ਤੇ ਸਾਥੀਆਂ ਨੇ ਹੱਥਾਂ ਦੇ ਨਾਲ ਲਿਖ ਲਿਖ ਕੇ ਵਿਦਿਆਰਥੀਆਂ ਦੇ ਮੁੱਦਿਆਂ ਤੇ ਗੱਲ ਕਰਕੇ ਇਲੈਕਸ਼ਨ ਜਿੱਤੀ। ਪਹਿਲੀ ਵਾਰੀ ਸਿਆਸੀ ਪਾਰਟੀਆਂ ਦੇ ਹੱਥ ਠੋਕ ਕੇ ਜਿਹੜੀਆਂ ਜਥੇਬੰਦੀਆਂ ਬਣੀਆਂ, ਉਹਨਾਂ ਦੇ ਦੰਦ ਖੱਟੇ ਕੀਤੇ, ਪਤਾ ਲਾਇਆ ਕਿਆ ਹੁੰਦੇ ਵਿਦਿਆਰਥੀਆਂ ਦੇ ਮੁੱਦੇ। ਇਹ ਪੋਲਿਟਿਕਸ ਨਹੀਂ, ਇਹ ਵਿਦਿਅਕ ਅਦਾਰਾ ਹੈ। ਤੇ ਜਦੋਂ ਤੱਕ ਸਾਡੇ ਕੋਲ ਇਦਾਂ ਦੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਆ, ਘਬਰਾਹਟ ਕਾਦੀ? ਬਸ ਇਹਨਾਂ ਨੂੰ ਥੋੜਾ ਜਿਹਾ ਸਾਥ ਦੇਣ ਦੀ ਲੋੜ ਹੈ ਭਾਈ। ਅੱਜ ਹੀ ਆਏ ਨੇ ਕਿਸਾਨਾਂ ਮਜ਼ਦੂਰਾਂ ਦੇ ਧਰਨਿਆਂ 'ਚ, ਤੁਹਾਡੀਆਂ ਟਿੱਪਣੀਆਂ ਬੇਸ਼ੁਮਾਰ, ਕਹਿੰਦੇ ਰਾਮਪੁਰਾ ਫੂਲ ਦੇ ਵਿੱਚ ਐਂਬੂਲੈਂਸ ਲੰਘਣ ਦਿੱਤੀ ਗਈ। ਆਹੀ ਤਾਂ ਚਾਹੀਦਾ, ਆਹੀ ਤਾਂ ਤੁਹਾਡਾ ਇੱਕ ਹੈ, ਆਹੀ ਤਾਂ ਤੁਹਾਡੀ ਸਿਆਣਪ ਹੈ, ਆਹੀ ਤਾਂ ਤੁਹਾਡੀ ਪੰਜਾਬੀਅਤ ਹੈ, ਆਹੀ ਤਾਂ ਆਪਣਾ ਸੁਭਾਅ, ਆਹੀ ਤਾਂ ਆਪਣੀ ਸਾਂਝੀਵਾਲਤਾ। ਐਂਬੂਲੈਂਸ ਕਿੱਦਾਂ ਰੋਕ ਲਈਏ? ਇਹ ਸਾਡਾ ਖਾਸਾ ਨਹੀਂ ਹੈ, ਦੁਨੀਆ ਦੇ ਕਿਸੇ ਬੰਦੇ ਦਾ ਖਾਸਾ ਨਹੀਂ ਹੈ। ਅਸੀਂ ਫਿਰ ਮਨੁੱਖ ਹੀ ਨਹੀਂ। ਜੇ ਕੋਈ ਬੰਦਾ ਬਿਮਾਰ ਹੈ, ਲਾਚਾਰ ਹੈ, ਤੇ ਅਸੀਂ ਉਹਨੂੰ ਰੋਕ ਦਿੱਤਾ। ਅੱਜ ਬੱਕਰੀਆਂ ਵਾਲੇ ਰੋਕ ਦਿੰਦੇ, ਫਿਰ ਕਾਹਦੇ? ਖਾਲਸਾ ਏਡ ਦੇ ਵਲੰਟੀਅਰ ਤੁਸੀਂ ਕਨੂਪ੍ਰਿਆ ਦੇ ਪਿੱਛੇ ਦੇਖੇ ਹੋਣੇ ਆ, ਬੋਤਲਾਂ ਪਾਣੀ ਦੀਆਂ ਲੈ ਕੇ ਬੈਠੇ ਆ ਨਾ। ਇਹ ਚਾਹੀਦੀ ਹੈ ਸੰਗਤ, ਇਹ ਚਾਹੀਦੀ ਹੈ ਸੇਵਾ। ਆਹੀ ਕੁਛ ਹੁੰਦਾ। ਉਹਨਾਂ ਨੇ ਕਿਹੜਾ ਸਟੇਜ ਤੇ ਜਾ ਕੇ ਭਾਸ਼ਣ ਦਿੱਤਾ? ਉਹਨਾਂ ਨੇ ਕਿਹੜਾ ਕਿਹਾ ਕਿ ਸਾਡੀਆਂ ਫੋਟੋ ਖਿੱਚੋ? ਉਹਨਾਂ ਨੇ ਕਿਹੜਾ ਕਿਹਾ ਕਿ ਸਾਡੀਆਂ ਵੀਡੀਓ ਦਿਖਾਓ? ਮੈਂ ਤੁਹਾਡੇ ਤੋਂ ਟਿੱਪਣੀਆਂ ਲੈਣਾ। ਅੱਜ ਸਾਡੇ ਕੋਲ ਬਹੁਤ ਸਾਰੇ ਪੋਲੀਟੀਕਲ ਲੀਡਰਸ ਦੀਆਂ ਬਾਈਟਸ ਹੈਗੀਆਂ, ਅਸੀਂ ਉਹਨਾਂ ਦੀਆਂ ਵੀਡੀਓ ਤੁਹਾਨੂੰ ਦਿਖਾ ਸਕਦੇ ਹਾਂ। ਪਰ ਅਸੀਂ ਚਾਹੁੰਦੇ ਹਾਂ ਕਿ ਸੰਘਰਸ਼ ਜਿਹਨਾਂ ਸ਼ੁਰੂ ਕੀਤਾ ਨਾ, ਅਸੀਂ ਗੱਲ ਉਹਨਾਂ ਦੀ ਕਰੀਏ, ਅਸੀਂ ਬਾਤ ਉਹਨਾਂ ਦੀ ਪਾਈਏ। ਜਿਨ੍ਹਾਂ ਨੇ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦਾ ਰੌਸ਼ਨ ਕਰਨਾ, ਅਸੀਂ ਗੱਲ ਉਹਨਾਂ ਦੀ ਕਰੀਏ। ਆਉਣ ਵਾਲਾ ਜਿਹੜਾ ਪ੍ਰੋਗਰਾਮ ਤੇ 40-45 ਮਿੰਟ ਆ, ਤੁਹਾਡੇ ਹਿਸਾਬ ਨਾਲ ਚਲਾਉਣੇ ਆ। ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਆਹੀ ਆਪਾਂ ਕਿਸਾਨ ਦੀ ਗੱਲ ਕਰੀਏ, ਮਜ਼ਦੂਰ ਦੀ ਗੱਲ ਕਰੀਏ, ਵਿਦਿਆਰਥੀ ਦੀ ਗੱਲ ਕਰੀਏ, ਸੰਘਰਸ਼ ਦੇ ਵਿੱਚ ਪਸੀਨੇ ਦੇ ਨਾਲ ਗੁੜਚ ਲੋਕਾਂ ਦੀ ਗੱਲ ਕਰੀਏ, ਆਪਾਂ ਉਹਨਾਂ ਦੀ ਕਰ ਲਾਂਗੇ। ਜੇ ਤੁਸੀਂ ਸੋਚਣਾ ਹੈ ਕਿ ਭਾਈ ਆਪਾਂ ਕਾਂਗਰਸੀ, ਅਕਾਲੀ, ਆਪ ਵਾਲੇ ਫਲਾਨਿਆਂ ਦੇ ਉਹ ਸਾਰੇ ਲੀਡਰ ਦਿਖਾਈਏ, ਤਾਂ ਆਪਾਂ ਉਹ ਵੀ ਦਿਖਾ ਦਾਂਗੇ। ਆਪਾਂ ਕੈਪਟਨ ਸਾਹਿਬ ਦੇ ਟਵੀਟ ਦੀ ਗੱਲ ਕੀਤੀ, ਸੁਖਬੀਰ ਸਿੰਘ ਬਾਦਲ ਤੇ ਬੀਬੀ ਬਾਦਲ ਦੇ ਟਰੈਕਟਰ ਤੇ ਜਾਣ ਦੀ ਗੱਲ ਕੀਤੀ। ਟਿੱਪਣੀਆਂ ਆ ਰਹੀਆਂ ਸੀ ਕਿ ਭਗਵੰਤ ਮਾਨ ਹੋਰੀ ਸ਼ਾਇਦ ਭਵਾਨੀਗੜ੍ਹ ਦੇ ਵਿੱਚ ਲੋਕਾਂ 'ਚ ਬੈਠੇ। ਪਰਮਿੰਦਰ ਸਿੰਘ ਢੀਂਡਸਾ ਵੀ ਦੇਖਿਆ ਸੀ ਕਿ ਉਹਨਾਂ ਨੇ ਆਪਣੀ ਪਾਰਟੀ ਦਾ ਝੰਡਾ ਨਹੀਂ ਸੀ ਚੁੱਕਿਆ, ਲੋਕਾਂ 'ਚ ਜਾਂਦੇ ਸੀ। ਹੋਰ ਕਿਹੜਾ ਲੀਡਰ ਤੁਸੀਂ ਬਿਨਾਂ ਪਾਰਟੀ ਦੇ ਲਿਫਾਫੇ ਤੋਂ, ਬਿਨਾਂ ਪਾਰਟੀ ਦੇ ਲਿਬਾਸ ਤੋਂ ਧਰਨੇ 'ਚ ਪਿੱਛੇ ਬੈਠਾ ਦੇਖਿਆ? ਤੁਸੀਂ ਦੱਸ ਦਿਓ, ਉਹ ਦੱਸ ਦਿਓ ਜ਼ਰੂਰ।
ਅਸੀਂ ਚਾਹਾਂਗੇ ਕਿ ਉਹਨਾਂ ਦਾ ਜ਼ਿਕਰ ਕਰ ਦਈਏ। ਜਿਹੜੇ ਕਲਾਕਾਰ ਆਏ, ਜਿਹੜੇ ਧਾਰਮਿਕ ਆਗੂ ਆਏ, ਬਹੁਤ ਵਧੀਆ। ਇਹ ਮੌਕਾ ਹੁੰਦਾ, ਜੇ ਇਸ ਮੌਕੇ ਨੂੰ ਆਪਾਂ ਅਗਲੇ ਪਾਸੇ ਨੂੰ ਤੁਰਨਾ ਹੁੰਦਾ, ਲੋਕਾਂ ਲਈ ਕੰਮ ਕਰਨ ਦਾ ਇਹੀ ਮੌਕਾ। ਚੰਡੀਗੜ੍ਹ ਜਾਣਾ ਕਾਲੋ ਸਾਹਿਬ ਆਪਾਂ ਇਸ ਕਰਕੇ ਜਾਣਾ ਹੈ ਕਿਉਂਕਿ ਉੱਥੇ ਪ੍ਰਸ਼ਾਸਨ ਨੇ ਕਿਹਾ ਸੀ ਕਿ ਨਹੀਂ ਭਾਈ ਤੁਸੀਂ ਐ ਨਹੀਂ ਕਰ ਸਕਦੇ, ਉੱਥੇ ਬਜ਼ੁਰਗ ਨਹੀਂ ਸੀ। ਤੁਸੀਂ ਦੇਖੋ ਕਮਾਲ, ਹੋਕੇ ਦਾ ਕਮਾਲ। 10 ਦਿਨ ਪਹਿਲਾਂ ਸੰਘਰਸ਼ ਹੁੰਦਾ, ਦੁੱਧ ਚਿੱਟੀਆਂ ਦਾੜੀਆਂ ਵਾਲੇ ਸਾਡੇ ਬਜ਼ੁਰਗ ਵੱਖ-ਵੱਖ ਭਾਈਚਾਰਿਆਂ ਦੇ, ਹਿੰਦੂ, ਸਿੱਖ, ਮੁਸਲਿਮ, ਈਸਾਈ, ਸਾਰੇ ਬੋਧੀ ਜਾਨੀ ਇਕੱਠੇ ਸੰਘਰਸ਼ ਹੋਣਾ ਸ਼ੁਰੂ ਕੀਤਾ। ਅੱਜ ਨੌਜਵਾਨ ਅੱਗੇ ਆਏ ਆ। ਇਹ ਨਹੀਂ ਕਿ ਪੰਜਾਬ ਦਾ ਨੌਜਵਾਨ ਇਦਾਂ ਹੀ ਆ। ਹੁਣ ਮੈਂ ਕਨੂਪ੍ਰਿਆ ਦੇਖਦਾ ਸੀ, ਉਹਨੇ ਕੋਈ ਪਫ ਥੋੜੀ ਬਣਾਇਆ, ਉਹਨੇ ਕੋਈ ਪਸੀਨੇ ਦੀਆਂ ਬੂੰਦਾਂ ਛੋਟਾ ਜਿਹਾ ਰੁਮਾਲ ਲੈ ਕੇ ਐਸੇ ਐਸੇ ਸਾਫ਼ ਥੋੜੀ ਕੀ ਹੈ, ਇਦਾਂ ਸਾਫ਼ ਨਹੀਂ ਕੀਤੀਆਂ। ਉਹਨੇ ਕੋਈ ਇਦਾਂ ਨਹੀਂ ਸੀਗਾ ਕਿ ਭਾਈ ਉਹਨੇ ਇਸ ਗੱਲ ਦੀ ਪਰਵਾਹ ਕੀਤੀ ਕਿ ਮੇਰੇ ਕੱਪੜੇ ਖਰਾਬ ਹੋ ਚੱਲੇ, ਜਾਂ ਮੈਂ ਧੁੱਪੇ ਆ, ਜਾਂ ਮੈਂ ਐ ਕਰਕੇ ਛਤਰੀ ਲੈ ਖੜਾ। ਨਹੀਂ, ਉਹਨੇ ਐ ਕਮੀਜ਼ ਦੀ ਬਾਹ ਦੇ ਨਾਲ ਆਪਣਾ ਪਸੀਨਾ ਕਈ ਵਾਰੀ ਸਾਫ਼ ਕੀਤਾ। ਉਹਦੇ ਚਿਹਰੇ ਦੇ ਉੱਤੇ ਜਿਹੜੀਆਂ ਐਨਕਾਂ ਲੱਗੀਆਂ ਸੀ ਉਹ ਦੱਸਦੀਆਂ ਸੀ ਕਿ ਵੀਡੀਓ ਗੇਮ ਖੇਡ ਕੇ ਨਹੀਂ ਲੱਗੀਆਂ। ਉਹਨੇ ਆਪਣਾ ਸਿਲੇਬਸ ਵੀ ਪੜ੍ਹਿਆ, ਉਹਨੇ ਵਿਚਾਰਧਾਰਾ ਵੀ ਪੜ੍ਹੀ ਹੈ, ਉਹਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਐਜੀਟੇਸ਼ਨਸ ਕਿਵੇਂ ਚੱਲਦੀਆਂ ਉਹ ਵੀ ਪੜ੍ਹਿਆ। ਉਹਨੂੰ ਵੀ ਪਤਾ ਕਿ ਭਾਈ ਸੈਂਟਰ ਸਰਕਾਰ ਤੇ ਸੂਬਾ ਸਰਕਾਰ ਦੇ ਵਿੱਚ ਫਰਕ ਕੀ ਹੈ, ਕਿਹੜੀ ਚੀਜ਼ ਕਿੱਥੋਂ ਤੁਰਦੀ ਹੈ। ਇਹ ਨੌਜਵਾਨ ਨੇ ਪੰਜਾਬ ਦੇ। ਜਦੋਂ ਅਸੀਂ ਕਈ ਵਾਰੀ ਫਤਵਾ ਦੇ ਦਿੰਦੇ ਨਹੀਂ ਜੀ ਉੱਥੇ ਕੁਝ ਨਹੀਂ ਬਚਿਆ, ਉੱਥੇ ਸਾਰੇ ਆਪੋ ਆਪਣੇ ਕੰਮਾਂ 'ਚ ਲੱਗੇ, ਫਿਰ ਆਹ ਕੌਣ ਨੇ ਜਿਹੜੇ ਉੱਥੇ ਬੈਠੇ ਆ? ਖਾਲਸਾ ਏਡ ਵਾਲੇ ਕੌਣ ਨੇ? ਬੜੇ ਸ਼ਹਿਰਾਂ ਤੋਂ ਹੁਣ ਟਿੱਪਣੀਆਂ ਆਈਆਂ ਜੀ ਦੁਕਾਨਦਾਰ ਵੀ ਸਾਡੇ ਨਾਲ ਆ ਕੇ ਧਰਨੇ 'ਚ ਬੈਠੇ। ਕਿਆ ਹੀ ਬਾਤਾਂ, ਆਹ ਪੰਜਾਬ ਹੈ। ਹੁਣ ਆਪਾਂ ਚੰਡੀਗੜ੍ਹ ਜਾਣਾ, ਦੇਖਣੀਆਂ ਗੱਲਾਂ ਬਾਤਾਂ। ਭੱਟ ਸਾਹਿਬ, ਵਾਕਈ ਤੁਸੀਂ ਗੱਲ ਕੀਤੀ ਕਨੂਪ੍ਰਿਆ ਦੀ। ਮੈਂ ਵੀ ਇੱਕ ਨੌਜਵਾਨ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾਉਣਾ ਚਾਹੁੰਦਾ 1 ਮਿੰਟ ਲਾ ਕੇ। ਅਸੀਂ ਕਨੂਪ੍ਰਿਆ ਨੂੰ ਸੁਣਿਆ, ਵਾਕਈ ਉਹਨਾਂ ਦੀਆਂ ਗੱਲਾਂ 'ਚੋਂ ਲਿਟਰੇਚਰ ਗਿਆਨ ਝਲਕਦਾ ਸੀ। ਜਿਹੜੀ ਉਹ ਗੱਲ ਕਰਦੇ ਸੀ ਉਹ ਗੱਲ ਦਾ ਤੱਤ ਸੀ, ਮਤਲਬ ਸੀ। ਲੱਗਦਾ ਸੀ ਕਿ ਪੜ੍ਹੀ ਲਿਖੀ ਕੁੜੀ ਸਾਡੇ ਦੇਸ਼ ਦਾ ਭਵਿੱਖ ਜਿਹਨਾਂ ਬੱਚਿਆਂ ਦੇ ਹੱਥਾਂ 'ਚ ਆਉਂਦਾ ਤੇ ਵਾਕਈ ਅਸੀਂ ਸੁਰੱਖਿਅਤ ਮਹਿਸੂਸ ਕਰਾਂਗੇ। ਹਜ਼ਾਰਾਂ ਨੌਜਵਾਨਾਂ ਦਾ ਇਕੱਠ ਸੀ ਪਿੱਛੇ, ਉਹ ਵੀ ਦੇਖ ਕੇ ਖੁਸ਼ੀ ਹੋਈ ਕਿ ਬਹੁਤੀ ਤਾਦਾਦ ਵਿੱਚ ਉੱਥੇ ਨੌਜਵਾਨ ਸੀਗੇ, ਵਲੰਟੀਅਰ ਵੀ ਸੀ। ਇਹਨਾਂ ਸਾਰੇ ਹਜ਼ਾਰਾਂ ਮਰਦਾਂ ਦੇ ਵਿੱਚ ਖੜੀ ਇਕੱਲੀ ਔਰਤ, ਇਹ ਕੁੜੀ ਜਿਹਨੇ ਇੱਕ ਬੜੀ ਵਧੀਆ ਤਰੀਕੇ ਨਾਲ ਮਿਸਾਲ ਉਹਨਾਂ ਨੌਜਵਾਨਾਂ ਨੂੰ ਹਲੂਣਾ ਦਿੱਤਾ ਜਿਹੜੇ ਅੱਜ ਵੀ ਘਰਾਂ 'ਚ ਬੈਠੇ ਨੇ ਵੀ ਕਿਵੇਂ ਇੱਕ ਮਾਝੇ ਦੇ ਸਧਾਰਨ ਪਿੰਡ ਤੋਂ ਕੁੜੀ ਨੇ ਉੱਠ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇਲੈਕਸ਼ਨ ਲੜ ਕੇ ਵੱਡੀਆਂ ਧਿਰਾਂ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਸਟੂਡੈਂਟਾਂ ਦੀ, ਜਿਸ ਤਰੀਕੇ ਦੀ ਇਲੈਕਸ਼ਨ ਲੜੀ, ਵਾਕਈ ਉਹ ਬਾ ਕਮਾਲ ਸੀ। ਉਹ ਇੱਕ ਇਤਿਹਾਸ ਸਿਰਜਿਆ ਤੇ ਸਾਨੂੰ ਉਮੀਦ ਆਉਣ ਵਾਲੇ ਦਿਨਾਂ 'ਚ ਇਹਨਾਂ ਕੁੜੀਆਂ ਤੋਂ ਪ੍ਰੇਰਿਤ ਹੋ ਕੇ, ਇਸ ਕੁੜੀ ਤੋਂ ਪ੍ਰੇਰਿਤ ਹੋ ਕੇ ਹੋਰ ਬਹੁਤ ਸਾਰੀਆਂ ਸਾਡੀਆਂ ਪੰਜਾਬ ਦੀਆਂ ਧੀਆਂ ਕੁੜੀਆਂ ਅੱਗੇ ਆਉਣਗੀਆਂ, ਗੱਲਬਾਤ ਕਰਨਗੀਆਂ, ਆਪਣੇ ਮਸਲੇ ਰੱਖਣਗੀਆਂ। ਇਸ ਤੋਂ ਪਹਿਲਾਂ ਇੱਕ ਕੁੜੀ ਦੀ ਵੀਡੀਓ ਅਸੀਂ ਦੇਖੀ, ਉਹ ਗਾਣੇ ਗਾਉਂਦੀ ਸੀ। ਇਹਨਾਂ ਨੂੰ ਜਿੰਨੀ ਸਪੋਰਟ ਹੋ ਸਕਦੀ ਕਰਿਆ ਕਰੋ ਕਿਉਂਕਿ ਅੱਜ ਸਾਡੇ ਪੰਜਾਬ 'ਚ ਇਸ ਚੀਜ਼ ਦੀ ਵਾਕਈ ਹੀ ਕਮੀ ਆ। ਹੁਣ ਅਸੀਂ ਚੰਡੀਗੜ੍ਹ ਵੀ ਜਾਣਾ ਹੈ ਜਿੱਥੇ ਬਹੁਤ ਵੱਡੀ ਮਾਤਰਾ 'ਚ ਨੌਜਵਾਨ ਮੌਜੂਦ ਸੀਗੇ। ਉਹਨਾਂ ਦੀ ਕੀ ਗੱਲਬਾਤ ਹੋਈ? ਸਾਡੇ ਉੱਥੇ ਪ੍ਰਤੀਨਿਧ ਪਹੁੰਚੇ ਸੀਗੇ, ਅਮਿਤ ਜੀ ਹੁਣੀ। ਅਸੀਂ ਉਹਨਾਂ ਦੀ ਰਿਪੋਰਟ WhatsApp ਵੇਖਦੇ ਹਾਂ, ਫਿਰ ਤੁਹਾਡੀ ਟਿੱਪਣੀ ਵੀ ਉਸ ਚੀਜ਼ ਤੇ ਲਵਾਂਗੇ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ। ਇੱਥੇ ਅਸੀਂ ਇਸ ਵੇਲੇ ਚੰਡੀਗੜ੍ਹ 17 ਸੈਕਟਰ ਬਾਜ਼ਾਰ ਦੇ ਵਿੱਚ ਖੜੇ ਹਾਂ ਜਿੱਥੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀਗਾ ਵਿਦਿਆਰਥੀ ਜਥੇਬੰਦੀਆਂ ਵੱਲੋਂ। ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵੱਲੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ, ਪਰ ਚੰਡੀਗੜ੍ਹ ਪੁਲਿਸ ਵੱਲੋਂ ਇੱਥੇ ਦਖਲਅੰਦਾਜ਼ੀ ਕੀਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਧਰਨਾ ਰੋਕਣ ਨੂੰ ਕਿਹਾ ਜਾਂਦਾ ਹੈ। ਉਹਨਾਂ ਵੱਲੋਂ ਕਿਹਾ ਜਾਂਦਾ ਕਿ ਧਾਰਾ 144 ਲੱਗੀ ਹੋਈ ਹੈ, ਤੁਸੀਂ ਇਕੱਠੇ ਨਹੀਂ ਹੋ ਸਕਦੇ। ਪਰ ਅੱਜ ਪੂਰੇ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ। 25 ਸਤੰਬਰ ਦਾ ਅੱਜ ਬੰਦ ਹੈ, ਪਰ ਚੰਡੀਗੜ੍ਹ ਪੁਲਿਸ ਵੱਲੋਂ ਜੋ ਹੈ ਇੱਥੇ ਅੱਜ ਇਹਨਾਂ ਨੂੰ ਧਰਨੇ ਪ੍ਰਦਰਸ਼ਨ ਤੋਂ ਕੀਤਾ ਜਾ ਰਿਹਾ। ਮਾਹੌਲ ਜੋ ਹੈ ਤਣਾਅਪੂਰਨ ਬਣ ਗਿਆ। ਵਿਦਿਆਰਥੀਆਂ ਦੇ ਆਮੋ ਸਾਹਮਣੇ ਜੋ ਚੰਡੀਗੜ੍ਹ ਪੁਲਿਸ ਹੋ ਚੁੱਕੀ ਹੈ, ਵਿਦਿਆਰਥੀਆਂ ਵੱਲੋਂ ਜੋ ਹੈ ਭਾਸ਼ਣਬਾਜ਼ੀ ਹੋ ਰਹੀ ਸੀ। ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਆਉਂਦੀ ਹੈ। ਚੰਡੀਗੜ੍ਹ ਪੁਲਿਸ ਵੱਲੋਂ ਕਿਹਾ ਜਾਂਦਾ ਹੈ ਕਿ ਮਾਸਕ ਲਗਾਇਆ ਜਾਵੇ ਤੇ ਧਾਰਾ 144 ਲੱਗੀ ਹੈ, ਇਸ ਕਰਕੇ ਦੂਰ ਰਿਹਾ ਜਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸੋਸ਼ਲ ਡਿਸਟੈਂਸਿੰਗ ਸਾਡੇ ਵੱਲੋਂ ਰੱਖੀ ਜਾ ਰਹੀ ਹੈ, ਅਸੀਂ ਦੂਰ ਖੜੇ ਹਾਂ। ਪਰ ਚੰਡੀਗੜ੍ਹ ਪੁਲਿਸ ਵੱਲੋਂ ਲਗਾਤਾਰ ਕਿਹਾ ਜਾਂਦਾ ਹੈ ਕਿ ਅਸੀਂ ਤੁਹਾਨੂੰ ਧਰਨਾ ਕਰਨ ਦੇ ਰਹੇ ਹਾਂ। ਇਹੀ ਬਹੁਤ ਵੱਡੀ ਗੱਲ ਹੈ। ਇੱਕ ਤਰ੍ਹਾਂ ਦਾ ਫਿਰ ਵਿਦਿਆਰਥੀਆਂ ਦੇ ਵਿੱਚ ਵੀ ਗੁੱਸਾ ਆਉਂਦਾ ਤੇ ਤਮਾਮ ਹੁਣ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਸੀਂ। ਚੰਡੀਗੜ੍ਹ ਪੁਲਿਸ ਤੇ ਵਿਦਿਆਰਥੀ ਜਥੇਬੰਦੀਆਂ ਆਮੋ ਸਾਹਮਣੇ ਨੇ। ਮਾਹੌਲ ਜੋ ਹੈ ਤਣਾਅਪੂਰਨ ਬਣਿਆ ਹੋਇਆ, ਬਹਿਸਬਾਜ਼ੀ ਹੋ ਰਹੀ ਹੈ। ਤਸਵੀਰਾਂ ਲਾਈਵ ਨੇ ਚੰਡੀਗੜ੍ਹ 17 ਸੈਕਟਰ ਦੀਆਂ ਜਿੱਥੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ सर उसने पहन लिया आपको कैसे? कोई कमेंट नहीं होगा इस चीज पे सर। आप अपना पीसफुली कर रहे हैं, आप कमेंट नहीं करेंगे। आई हैव एडवाइस यू। आप जगह देंगे तो नो 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 यू डू इट। आई एम स्टैंडिंग हियर।
बीच में खड़े देख सकते हो जो माहौल है इस ਵੇਲੇ तनावपूर्ण है। चंडीगढ़ पुलिस के सामने विद्यार्थी जथेबंदियां ने जो उन्होंने धरना प्रदर्शन लिए रोकया गया, तुसीं देख रहे तमाम बहसबाजी हो रही है। देखते हैं की हुंदा है। पुलिस को लगातार विद्यार्थियों दबाव पाया जा रहा है कि उन्होंने धरना प्रदर्शन नहीं करन दिता जाएगा। हर चीज तरीके से होता है मैडम, कानून को अपने हाथ में मत लो। मैं रिक्वेस्ट करता हूं मैडम यू आर नॉट सपोज टू डू एनीथिंग हियर। मैंने आपको ठीक है, आई एम नॉट गिविंग एनी बाइट। हम लोगों की आवाज रखें। हम आपको कर रहे हैं, आप देखा जा रहा है कि चंडीगढ़ पुलिस वालों जो है विद्यार्थियों को धरना प्रदर्शन करने तो रोकया जा रहा है, पर विद्यार्थी जोड़े अड़े ने अपनी गल ते कि असीं विरोध जो है करांगे केंद्र सरकार दा, चंडीगढ़ पुलिस दा, जिन्हां वालों धरना प्रदर्शन करने तो रोकया जा रहा सी। यूटी दे विच असीं खड़े हां, केंद्र शासित प्रदेश दे विच खड़े हां, जिथे चंडीगढ़ पुलिस वालों जो है विद्यार्थियों को धरना प्रदर्शन करने तो रोकया गया। हुण मोदी सरकार खिलाफ लगातार नारेबाजी हो रही है। कह सकते हैं कि चंडीगढ़ पुलिस ते विद्यार्थी जथेबंदियां दे विच आपसी अणबण जो हुई, उस तो बाद माहौल जो है तनावपूर्ण हो गया। लगातार विरोधियों वालों जो है नारेबाजी की जा रही है, विरोधी नारेबाजी की जा रही है। चंडीगढ़ पुलिस का कहना सी कि जो ये धरना प्रदर्शन है दूर दूर होके किया जाए, सोशल डिस्टेंसिंग रख के किया जाए, मास्क पा के किया जाए। एक तरह जो होंदा उस तो बाद सारा माहौल तनावपूर्ण हो जाता है। ਤੁਸੀਂ ਦੁਨੀਆ ਭਰ ਦੇ ਵਿੱਚ ਬੈਠ ਕੇ ਇਸ ਵੇਲੇ ਸਾਡੀ ਆਵਾਜ਼ ਸੁਣ ਰਹੇ ਹੋ। ਇਹ ਸਾਡੀ ਆਵਾਜ਼ ਨਹੀਂ, ਇਹ ਸੜਕਾਂ ਦੇ ਉੱਤੇ ਉਤਰੇ ਹੋਏ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ, ਹਰਿਆਣੇ ਦੇ ਲੋਕਾਂ ਦੀ ਆਵਾਜ਼ ਹੈ। ਇਹ ਚੰਡੀਗੜ੍ਹ ਹੈ, ਸਿਟੀ ਬਿਊਟੀਫੁਲ ਚੰਡੀਗੜ੍ਹ, ਉਹਦਾ ਸੈਕਟਰ 17, ਹਾਰਟ ਆਫ ਚੰਡੀਗੜ੍ਹ, ਚੰਡੀਗੜ੍ਹ ਦਾ ਦਿਲ, ਸੈਕਟਰ 17। ਬਹੁਤ ਵੱਡੇ ਵੱਡੇ ਸ਼ੋਰੂਮ ਨੇ, ਚਮਕਦੇ ਦਮਕਦੇ, ਬਹੁਤ ਮਹਿੰਗਾ ਸੈਕਟਰ ਹੈ, ਜਿੱਥੇ ਮੱਧ ਵਰਗੀ ਨਿਮਨ ਵਰਗੀ ਘੁੰਮ ਤਾਂ ਸਕਦਾ ਹੈ ਪਰ ਕੋਈ ਚੀਜ਼ ਖਰੀਦ ਨਹੀਂ ਸਕਦਾ। ਉਸ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਦਿਨੇ ਬਹੁਤ ਘੱਟ ਲੋਕ ਹੁੰਦੇ ਨੇ, ਸ਼ਾਮ ਨੂੰ ਲੋਕ ਨਿਕਲਦੇ ਨੇ ਸੂਰਜ ਢਲੇ ਤੇ, ਪਰ ਇਹ ਦੁਪਹਿਰੇ ਕੌਣ ਨੇ? ਇਹ ਕਿਹੜੇ ਬੰਦੇ ਆ ਬਈ? ਉੱਥੇ ਜਿਹੜੇ ਨਾਲ ਇਹਨਾਂ ਲੜਕੀਆਂ ਦੇ, ਇਹਨਾਂ ਵਿਦਿਆਰਥੀਆਂ ਦੇ ਇੱਕ ਦੋ ਬਜ਼ੁਰਗ ਸੀ, ਉਹਨਾਂ ਦੇ ਵਾਲ ਸਿਰ ਦੇ ਚਿੱਟੇ ਸੀ, ਕਟਿੰਗ ਵਾਲੇ ਸੀ। ਉਹਨਾਂ ਦੀ ਜ਼ਮੀਨ ਤਾਂ ਨਹੀਂ ਹੋਣੀ ਮੈਨੂੰ ਲੱਗਦਾ। ਮੈਨੂੰ ਨਹੀਂ ਲੱਗਦਾ ਕਿ ਉਹ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਨੇ। ਉਹ ਤਾਂ ਲੱਗਦਾ ਕਿ ਚੰਗੇ ਭਲੇ ਆ, ਉਹਨਾਂ ਦੇ ਕੱਪੜਿਆਂ ਤੋਂ ਵੀ ਲੱਗਦਾ ਸੀ ਕਿ ਭਾਈ ਉਹ 4 ਪੈਸੇ ਵਾਲੇ ਹੈਗੇ। ਪਰ ਉਹ ਕਿਉਂ ਨੇ ਚੰਡੀਗੜ੍ਹ ਦੇ 17 ਸੈਕਟਰ 'ਚ? ਉਹ ਕੋਈ ਖਰੀਦੋ ਫਰੋਖਤ ਕਰਨ ਥੋੜੀ ਆਏ ਆ। ਜੇ ਆਪਾਂ ਇੱਥੇ ਕਹੀਏ ਨਾ ਕਿ ਇਕੱਲਾ ਕਿਸਾਨ ਆਇਆ, ਇਸ ਸੰਘਰਸ਼ ਨੂੰ ਸਾਰਿਆਂ ਦਾ ਸਾਥ ਹੈ। ਆ ਕੁੜੀਆਂ, ਆ ਮੁਟਿਆਰਾਂ, ਉਹਨਾਂ ਦੇ ਨਾਲ ਆ ਵਿਦਿਆਰਥੀ ਮੁੰਡੇ, ਇਹ ਭਾਈ ਚੰਡੀਗੜ੍ਹ ਦੇ 17 ਸੈਕਟਰ 'ਚ ਕੀ ਕਰਦੇ ਆ? ਤੁਸੀਂ ਇਹ ਦੇਖੋ, ਇੰਗਲਿਸ਼ ਦੇ ਵਿੱਚ ਵੀ ਗੱਲ ਕਰਦੇ ਸੀ। ਜੇ ਪੁਲਿਸ ਅਧਿਕਾਰੀ ਇੰਗਲਿਸ਼ ਬੋਲਦਾ ਸੀ, ਇੰਗਲਿਸ਼ 'ਚ ਗੱਲ ਕਰਦੇ ਸੀ, ਹਿੰਦੀ ਬੋਲਦੇ ਸੀ, ਹਿੰਦੀ 'ਚ ਗੱਲ ਕਰਦੇ ਸੀ, ਪੰਜਾਬੀ 'ਚ ਕਰਦੇ ਸੀ। ਇਹ ਪੜ੍ਹੇ ਲਿਖੇ ਨੇ, ਇਹਨਾਂ ਨੂੰ ਜਾਗ ਹੈ ਕਿ ਭਾਈ ਅਸੀਂ ਕੀ ਕਰ ਸਕਦੇ ਹਾਂ, ਕੀ ਨਹੀਂ ਕਰ ਸਕਦੇ। ਅਸੀਂ ਅਮਿਤ ਹੋਰਾਂ ਦੀ ਅਗਲੀ ਜਿਹੜੀ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿ ਕਿਉਂ ਰੋਕਿਆ ਗਿਆ, ਕੀ ਕਹਾਣੀ ਹੈ, ਕੀ ਕਹਿਣਾ ਚਾਹੁੰਦੇ ਸੀ। ਇਹਨਾਂ ਦੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ, ਕੀ ਲਿਖਿਆ ਉਹਨਾਂ ਤੇ ਤੁਸੀਂ ਉਹ ਵੀ ਦੇਖਿਓ। ਸਾਰੇ ਪੋਸਟਰ ਜਿਹੜੇ ਨੇ ਨਾ, ਬਹੁਤੇ ਹੱਥ ਲਿਖਤ ਨੇ। ਇਹਦਾ ਮਤਲਬ ਇਹ ਨਹੀਂ ਕਿ ਪ੍ਰਿੰਟ ਕਢਾ ਕੇ ਲੈ ਆਂਦਾ, ਜਾਂ ਕਿਸੇ ਨੂੰ ਕਹਤਾ ਵੀ ਪ੍ਰਿੰਟ ਕਢਾ ਕੇ ਲਿਆਈ, ਮੈਂ ਚਿੱਟਾ ਕੁੜਤਾ ਪਜਾਮਾ ਪਾ ਕੇ ਜਾਂ ਵਧੀਆ ਸੂਟ ਪਾ ਕੇ ਉੱਥੇ ਉਤਰਨਾ ਹੈ, ਐ ਕਰਕੇ ਕਲਿੱਕ ਫੋਟੋ ਖਿਚਾਈ ਤੇ ਚਲੇ ਗਏ। ਨਹੀਂ, ਇਹਨਾਂ ਨੇ ਖੁਦ ਮਿਹਨਤ ਕੀਤੀ, ਇਹਨਾਂ ਨੇ ਰਾਤ ਲਾਈ ਹੋਏਗੀ ਉੱਥੇ ਉਸ ਚੀਜ਼ ਨੂੰ ਲਿਖਣ ਨੂੰ। ਤੇ ਲਿਖਣ ਵਾਲੀ ਇਬਾਰਤ ਦੇਖਿਓ ਕਿਹੜੀ ਹੈ। ਪਰ ਮੈਂ ਦੋ ਬੇਨਤੀਆਂ ਤੁਹਾਨੂੰ ਕਰਦੇ ਹਾਂ। ਇਹ ਜਿਹੜੀ ਐਜੀਟੇਸ਼ਨ ਹੈ, ਜਿਹੜਾ ਸੰਘਰਸ਼ ਹੈ, ਤੁਹਾਡੀ ਭਾਸ਼ਾ ਠੀਕ ਹੋਣੀ ਚਾਹੀਦੀ ਹੈ। ਤੁਹਾਡੀ ਭਾਸ਼ਾ ਠੀਕ ਹੋਊਗੀ। ਮੈਂ ਕਈ ਟਿੱਪਣੀਆਂ ਦੇਖਦਾ ਸੀ, ਕੀ ਲੱਭ ਲਾਂਗੇ, ਕੀ ਕੱਢ ਲਾਂਗੇ, ਕਿਸੇ ਨੂੰ ਗਾਲ ਕੱਢ ਕੇ। ਬਈ ਹਰ ਇੱਕ ਦਾ ਨਾਂ ਠੀਕ ਤਰੀਕੇ ਲਿਖਿਆ ਕਰੋ, ਇਹਦੇ ਨਾਲ ਕੱਖ ਨਹੀਂ ਜੇ ਲੱਭਣਾ। ਇਹ ਸੰਘਰਸ਼ ਦੇ ਰਸਤੇ ਬੜੇ ਲੰਬੇ ਹੁੰਦੇ ਆ। ਜੇ ਗਾਲਾਂ ਕੱਢ ਕੇ ਜਾਂ ਕਿਸੇ ਹੋਰ ਤਰੀਕੇ ਜਾਂ ਕਿਸੇ ਦੇ ਨਾਂ ਦੇ ਮਗਰ ਕੁਛ ਲਾ ਕੇ ਲੱਭਦਾ ਹੁੰਦਾ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ ਲਿਖਣ ਦੀ ਕੀ ਲੋੜ ਸੀ? ਉਹਨਾਂ ਨੂੰ ਉੱਥੇ ਉਹਨਾਂ ਨੇ ਕਿਹਾ ਸੀ ਕਿ ਅਸੈਂਬਲੀ ਦੇ ਵਿੱਚ ਬੰਬ ਮੈਂ ਕਿਸੇ ਨੂੰ ਮਾਰਨ ਲਈ ਨਹੀਂ ਸੁੱਟਿਆ, ਇਹ ਤਾਂ ਕੰਨ ਖੋਲਣ ਲਈ, ਦਿਮਾਗ ਦੇ ਦਰਵਾਜ਼ੇ ਖੋਲਣ ਲਈ ਸੁੱਟਿਆ ਭਾਈ। ਉਹ ਕਹਿੰਦੇ ਸੀ ਭੱਜਣਾ ਨਹੀਂ ਹੈ। ਕਿਉਂ? ਕਿਉਂਕਿ ਲੋਕਾਂ ਨੂੰ ਜਾਗ ਆਉਣਾ ਹੈ। ਇਸ ਕਰਕੇ ਪੰਜਾਬੀ ਮਾਂ ਬੋਲੀ ਨੂੰ ਆਪਾਂ ਗੰਦੀ ਨਹੀਂ ਕਰਨਾ, ਉਹਨੂੰ ਮੈਲੀ ਨਹੀਂ ਕਰਨਾ। ਇਹ ਮਾਖਿਓ ਮਿੱਠੀ ਹੈ ਭਾਈ, ਇਹ ਦੇਸ਼ ਦੀ ਮਿੱਟੀ ਹੈ ਭਾਈ।
ਇਹਨੂੰ ਮੈਲੀ ਨਹੀਂ ਕਰਨਾ ਭਾਈ। ਇਹ ਪੰਜਾਬ ਦੀ ਬੋਲੀ, ਆਪਣੀ ਬੋਲੀ, ਕਿਉਂ ਲਿਖਣਾ ਇਦਾਂ? ਇਹਦੇ ਵਿੱਚੋਂ ਨਿਕਲਦਾ ਕੀ ਹੈ? ਫਰਸਟ੍ਰੇਸ਼ਨ ਦੂਰ ਨਹੀਂ ਕਰਨੀ, ਇਸ ਫਰਸਟ੍ਰੇਸ਼ਨ ਨੂੰ ਆਪਣੀ ਤਾਕਤ 'ਚ ਬਦਲੋ, ਨਹੀਂ ਤਾਂ ਸੰਘਰਸ਼ ਉਧਰਲੇ ਪਾਸੇ ਨੂੰ ਤੁਰ ਪਊਗਾ। ਤੁਸੀਂ 4 ਟਿੱਪਣੀਆਂ ਕਰੋਗੇ, ਅਗਲੇ 40 ਕਰਨਗੇ, ਉਹ 'ਚ ਲੜਨ ਲੱਗ ਪਿਓ, ਫਿਰ ਆਹ ਗੱਲ ਰਹਿਣ ਦਿਓ। ਦੂਸਰੀ ਗੱਲ, ਹਰ ਸੰਘਰਸ਼ ਦੇ ਵਿੱਚ ਅੱਜ ਸ਼ਾਮ ਪੈ ਗਈ ਆ ਤੇ ਕੱਲ ਦਾ ਪ੍ਰੋਗਰਾਮ ਹੁੰਦਾ। ਕੱਲ ਨੂੰ ਕਰਨਾ ਕੀ ਹੈ, ਕਿਹਨੇ ਕਿੱਥੇ ਜਾਣਾ ਹੈ। ਇੱਕੋ ਦਿਨ ਸਾਰੇ ਜਾਣੇ ਸੰਘਰਸ਼ 'ਚ ਆ ਜਾਓਗੇ, ਭਲਕ ਨੂੰ ਕੌਣ ਆਊ, ਪਰਸੋਂ ਨੂੰ ਕੌਣ ਆਊ, ਸਾਰੇ ਇਕੱਠੇ ਨਹੀਂ ਥੱਕਦੇ ਹੁੰਦੇ। ਕੁਮਕ ਕਹਿੰਦੇ ਉਹਨੇ ਪਿੱਛੋਂ ਕੁਮਕ ਨਹੀਂ ਆਈ, ਫੌਜ ਲੜਦੀ ਸੀ। ਕੁਮਕ ਕੀ ਹੁੰਦੀ ਹੈ? ਪਿੱਛੋਂ ਜਿਹੜੀ ਉਹ ਤਾਕਤ ਹੋਰ ਆਉਣੀ ਚਾਹੀਦੀ ਹੈ। ਆਪਣੇ ਕੁਝ ਪਲੇਅਰ ਰੱਖਣੇ ਹੁੰਦੇ ਆ, ਇੱਕ ਥੱਕ ਕੇ ਪਿੱਛੇ ਆਉਣਗੇ, ਦੂਸਰੇ ਅੱਗੇ ਜਾਣਗੇ। ਬੁੱਧੀਜੀਵੀ ਜਿਹੜੇ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਟੇਬਲ ਟਾਕ ਦੇ ਉੱਤੇ ਕਦੋਂ ਤੱਕ ਪਹੁੰਚ ਹੋਣਾ ਹੈ, ਉਦੋਂ ਤੱਕ ਲੜਾਈਆਂ ਜਾਰੀ ਰੱਖਣੀਆਂ ਬਹੁਤ ਔਖੀਆਂ ਹੁੰਦੀਆਂ। ਤੇ ਉਸ ਤਰੀਕੇ ਚਲੀਏ, ਤੱਤੇ ਨਾ ਹੋਇਆ ਕਰੋ, ਸਹੀ ਤਰੀਕੇ ਦੇ ਨਾਲ ਅਗਲੇ ਪਾਸੇ ਨੂੰ ਵਧਣ ਦੀ ਕੋਸ਼ਿਸ਼ 'ਚ ਕਰੀਏ ਤਾਂ ਚੰਗਾ। ਕਾਲੂ ਸਾਹਿਬ, ਵਿਦਿਆਰਥੀਆਂ ਤੇ ਰਹਿਣਾ ਚੰਡੀਗੜ੍ਹ ਦਾ 17 ਸੈਕਟਰ, ਉੱਥੇ ਅਮਿਤ ਹੋਰਾਂ ਨੇ ਰਿਪੋਰਟ ਆਪਾਂ ਨੂੰ ਦਿਖਾਈ ਕਿ ਰੋਕਿਆ ਗਿਆ ਸੀ। ਕੀ ਕਾਰਨ ਸੀ? ਉੱਥੋਂ ਦੇ ਵਿਦਿਆਰਥੀ, ਚੰਡੀਗੜ੍ਹ ਦੇ ਵਿੱਚ ਤਾਂ ਖੇਤੀ ਨਹੀਂ ਹੁੰਦੀ, ਉੱਥੇ ਤਾਂ ਸਬਜ਼ੀ ਭਾਜੀ ਵਾਲਾ ਆਉਂਦਾ, ਬੰਦਾ ਲੈ ਲੈਂਦਾ। ਇਹ ਵਿਦਿਆਰਥੀ ਉੱਥੇ ਕੀ ਕਰਨ ਗਿਆ ਸੀ, ਜੇ ਤੁਸੀਂ ਕਹੋ ਤਾਂ ਰਿਪੋਰਟ ਦੇਖਦੇ ਆ। ਬਿਲਕੁਲ ਬਾਟ ਸਾਹਿਬ, ਰਿਪੋਰਟ ਵੀ ਅਸੀਂ ਦੇਖਣੀ ਆ ਕਿ ਵਿਦਿਆਰਥੀਆਂ ਨੂੰ ਅਸਲ 'ਚ ਰੋਕਿਆ ਕਿਉਂ ਗਿਆ। ਉਹਨਾਂ ਨਾਲ ਸਿੱਧੀ ਗੱਲਬਾਤ ਸਾਡੇ ਪ੍ਰਤੀਨਿਧ ਅਮਿਤ ਕੁਮਾਰ ਹੋਣਾ ਨੇ ਕੀਤੀ। ਇਹਦੇ ਨਾਲ ਹੀ ਸਿੰਗਰ ਵੀ ਪਹੁੰਚੇ ਸੀਗੇ ਕਈ ਥਾਵਾਂ ਦੇ ਉੱਤੇ, ਉਹਨਾਂ ਦੀ ਆਪਾਂ ਰਿਪੋਰਟ ਬਾਅਦ ਵਿੱਚ ਉਹ ਵੀ ਦਿਖਾਵਾਂਗੇ ਕਿ ਉਹਨਾਂ ਨੇ ਕੀ ਗੱਲਬਾਤ ਕਿੱਥੇ ਕਿੱਥੇ ਕੀਤੀ। ਪਹਿਲਾਂ ਅਸੀਂ ਅਮਿਤ ਕੁਮਾਰ ਹੋਣਾ ਦੀ ਰਿਪੋਰਟ ਦੇਖਦੇ ਹਾਂ ਕਿ ਆਖਿਰਕਾਰ ਇਹ ਜਿਹੜੇ ਸਟੂਡੈਂਟਾਂ ਨੂੰ, ਲੋਕਾਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਰੋਕਿਆ ਗਿਆ, ਉਹਦਾ ਕਾਰਨ ਕੀ ਸੀ। ਵਿਰੋਧੀਆਂ ਵੱਲੋਂ ਜੋ ਹੈ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਵਿਰੋਧੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਦਾ ਕਹਿਣਾ ਸੀ ਕਿ ਜੋ ਇਹ ਧਰਨਾ ਪ੍ਰਦਰਸ਼ਨ ਹੈ ਦੂਰ ਦੂਰ ਹੋ ਕੇ ਕੀਤਾ ਜਾਵੇ, ਸੋਸ਼ਲ ਡਿਸਟੈਂਸਿੰਗ ਰੱਖ ਕੇ ਕੀਤਾ ਜਾਵੇ, ਮਾਸਕ ਪਾ ਕੇ ਕੀਤਾ ਜਾਵੇ। ਇੱਕ ਤਰ੍ਹਾਂ ਜਦੋਂ ਇਹ ਹੁੰਦਾ ਉਸ ਤੋਂ ਬਾਅਦ ਇਹ ਸਾਰਾ ਮਾਹੌਲ ਤਣਾਅਪੂਰਨ ਹੋ ਜਾਂਦਾ ਹੈ, ਵਿਦਿਆਰਥੀਆਂ ਵੱਲੋਂ ਕਿਹਾ ਜਾਂਦਾ ਹੈ। ਸਾਡੇ ਨਾਲ ਇੱਥੇ ਅਮਨ ਮੌਜੂਦ ਨੇ, ਅਮਨ ਨਾਲ ਗੱਲਬਾਤ ਕਰਾਂਗੇ। ਅਮਨ, ਕੀ ਇਹ ਹੋ ਗਿਆ ਸੀ? ਤੁਸੀਂ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਸੀ, ਇੱਕ ਭਾਸ਼ਣ ਦੇ ਰਹੇ ਸੀ, ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦਾ ਦਾਖਲਾ ਵਿੱਚ ਹੁੰਦਾ, ਕੀ ਹੋ ਜਾਂਦਾ? ਮਤਲਬ ਇੱਥੇ 17 ਦੇ ਵਿੱਚ ਵਿਦਿਆਰਥੀ ਅੱਜ ਇਕੱਠੇ ਹੋਏ ਨੇ ਵੀ ਜਿਹੜੇ ਫਾਰਮ ਆਰਡੀਨੈਂਸਸ ਹੋਏ ਨੇ ਉਹਨਾਂ ਦੇ ਵਿਰੋਧ ਦੇ ਵਿੱਚ। ਅਸੀਂ ਵਿਦਿਆਰਥੀ ਆਪਣੇ ਵੱਲੋਂ ਉਹਨਾਂ ਦੇ ਲਈ ਸਮਰਥਨ ਦੇ ਰਹੇ ਹਾਂ, ਉਹਨਾਂ ਲੋਕਾਂ ਲਈ ਜਿਹੜੇ ਲੜ ਰਹੇ ਨੇ। ਅੱਜ ਪੁਲਿਸ ਆ ਜਿਹੜੀ ਉਹ ਇੱਥੇ ਆ ਕੇ, ਬਾਈ ਤੂੰ ਮਾਸਕ ਨਹੀਂ ਪਾਇਆ, ਚੱਲ ਮਾਸਕ ਚੜਾ, ਸੋਸ਼ਲ ਆਪ ਖੁਦ ਆ ਕੇ ਇੱਥੇ ਹੁੱਲੜਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਤਲਬ ਜਿਹੜੇ ਵਿਦਿਆਰਥੀ ਇੱਥੇ ਪ੍ਰੋਟੈਸਟ ਕਰ ਰਹੇ ਨੇ ਉਹਨੂੰ ਖਤਮ ਕਰਨ ਦੇ ਲਈ ਅੱਜ ਇੱਥੇ ਇਹ ਪੁਲਿਸ ਵੱਲੋਂ ਇਹ ਜਿਹੀਆਂ ਕੋਸ਼ਿਸ਼ਾਂ ਕੀਤੀਆਂ ਨੇ। ਇਹ ਅਕਸਰ ਹੁੰਦੀਆਂ ਨੇ, ਕਹਿੰਦੇ ਇੱਥੇ ਦਫਾ 144 ਲੱਗੀ ਹੋਈ ਆ। ਮੋਦੀ ਸਰਕਾਰ ਨੇ ਲੋਕਾਂ ਦੇ ਗਲਾਂ 'ਚ ਗੂਠਾ ਦਿੱਤਾ ਹੋਇਆ ਤੇ ਇਹ ਸਾਨੂੰ ਮਾਸਕ ਪਾਉਣ ਦੀਆਂ ਸਲਾਹਾਂ ਦੇ ਰਹੇ ਨੇ ਇੱਥੇ, ਕਿਉਂਕਿ ਇੱਥੇ ਤੁਹਾਨੂੰ ਲੱਗਦਾ ਜਾਣ ਕੇ ਇੱਥੇ ਆਏ ਸੀ ਇਹ ਪ੍ਰਦਰਸ਼ਨ ਨੂੰ ਤਾਰੋ ਪੀੜ ਕਰਨ। ਹਾਂਜੀ, ਬਿਲਕੁਲ ਜਾਣ ਬੁੱਝ ਕੇ ਇਹ ਪੁਲਿਸ ਵੱਲੋਂ ਇਸ ਪ੍ਰਦਰਸ਼ਨ ਨੂੰ ਤਾਰੋ ਪੀੜ ਕਰਨ ਦੇ ਲਈ ਕੀਤਾ ਜਾ ਰਿਹਾ। ਸਿਰਫ ਇੱਥੇ ਨਹੀਂ, ਆ ਜਿਹੜੀ ਪੁਲਿਸ ਜਿਹਦਾ ਢੋਂਗ ਰਚਿਆ ਜਾਂਦਾ ਵੀ ਇਹ ਸ਼ਾਇਦ ਸਾਡੀ ਪ੍ਰੋਟੈਕਸ਼ਨ ਦੇ ਲਈ ਖੜੀ ਹੈ, ਇਹ ਸਿਰਫ ਲੋਕਾਂ ਦੇ ਜਿਹੜੇ ਹੱਕ ਮੰਗਦੇ ਲੋਕ ਨੇ ਉਹਨਾਂ ਤੇ ਡੰਡਾ ਭਰਾਉਣ ਲਈ ਮੂਹਰੇ ਆ ਜਾਂਦੀ ਹੈ। ਤੇ ਜਦੋਂ ਕਿਸੇ ਲੋਕ ਨੂੰ ਕੋਈ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਇਸੇ ਜੇਲ੍ਹਾਂ ਥਾਣਿਆਂ ਦੇ ਵਿੱਚ ਇਹੀ ਨੇ ਜਿਹੜੇ ਸ਼ੋਸ਼ਣ ਉਹਨਾਂ ਦਾ ਕੀਤਾ ਜਾਂਦਾ ਵਾ। ਇਸ ਲਈ ਸਾਨੂੰ ਇਹ ਪੁਲਿਸ ਦੇ ਨਾਲ ਕੋਈ ਹਮਦਰਦੀ ਨਹੀਂ, ਸਾਡੇ ਵਿੱਚ ਕਿਤੇ ਇਹ ਮਨ ਦੇ ਵਿੱਚ ਕੋਈ ਦੁਚਿੱਤੀ ਨਹੀਂ ਹੈਗੀ ਵੀ ਇਹ ਜਿਹੜੀ ਪੁਲਿਸ ਆ ਇਹ ਕੋਈ ਸਾਡੀ ਸੁਰੱਖਿਆ ਲਈ ਖੜੀ ਆ। ਇਹ ਸਿਰਫ ਇਸ ਲਈ ਖੜੇ ਆ ਕਰੋਨਾ ਦਾ ਬਹਾਨਾ ਇਹਨਾਂ ਦਾ ਜਿਹੜਾ ਪਾਪਾ ਵਾ ਉੱਥੇ ਬੈਠਾ ਮੋਦੀ, ਉਹ ਲਾ ਕੇ ਏਡੇ ਵੱਡੇ ਵੱਡੇ ਆਰਡੀਨੈਂਸ ਪਾਸ ਕਰ ਰਿਹਾ ਲਗਾਤਾਰ। ਲੋਕ ਵਿਰੋਧੀ, ਚਾਹੇ ਉਹ ਬਿਜਲੀ ਬਿੱਲ ਹੋਵੇ, ਚਾਹੇ ਉਹ ਨਵੀਂ ਸਿੱਖਿਆ ਨੀਤੀ ਦੀ ਗੱਲ ਕਰ ਲਈਏ, ਜਾਂ ਜਿੰਨੇ ਵੀ ਕਾਨੂੰਨ ਨੇ ਪਿਛਲੇ ਸਮੇਂ 'ਚ ਜਿਹੜੇ ਆਹ ਲੋਕਡਾਊਨ ਦੇ ਦੌਰਾਨ ਮੌਕਾ ਬਣਾ ਕੇ ਵਰਤੇ ਨੇ, ਉਹਦਾ ਹੀ ਫਾਇਦਾ ਇਹ ਚੱਕ ਰਹੇ ਨੇ। ਇਸੇ ਨੂੰ ਲੈ ਕੇ ਸੋਸ਼ਲ ਡਿਸਟੈਂਸਿੰਗ ਕਰੋ ਜੀ, ਦੂਰ ਦੂਰ ਹੋ ਕੇ ਖੜ ਜਾਓ, ਤੁਸੀਂ ਮਾਸਕਾਂ ਤੋਂ ਨਹੀਂ ਪਾਇਆ, ਇਹ ਸਿਰਫ ਬਹਾਨੇ ਨੇ। ਜਮਹੂਰੀਅਤ ਦੇ ਵਿੱਚ ਆਵਾਜ਼ ਉੱਠਣੀ ਜੋ ਹੁੰਦੀ ਹੈ ਲਾਜ਼ਮੀ ਹੁੰਦੀ ਹੈ। ਜਿੰਨੀ ਜਮਹੂਰੀਅਤ ਵਿੱਚ ਆਵਾਜ਼ ਉੱਠੇਗੀ ਉਹਨਾਂ ਜੋ ਲੋਕਤੰਤਰ ਆ ਮਜ਼ਬੂਤ ਹੋਏਗਾ। ਪਰ ਚੰਡੀਗੜ੍ਹ ਪੁਲਿਸ ਵੱਲੋਂ ਦੇਖਿਆ ਗਿਆ ਕਿ ਇਹ ਧਰਨਾ ਪ੍ਰਦਰਸ਼ਨ ਜੋ ਹੈ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਤਮਾਮ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਧਰਨਾ ਪ੍ਰਦਰਸ਼ਨ ਚੱਲ ਰਿਹਾ। ਇੱਥੇ ਤੁਹਾਨੂੰ बैनर दिखावांगे, स्लोगन दिखावांगे, लोक विरोधी खेती ऑर्डिनेंस वापस लो, सूरा के बाड़े में कानून पास हो गया है, शेरा की धरती में अब चील कबे राज करेंगे, जमीनां नूं लुट कारपोरेटां कोल लुटाउण वाली मोदी सरकार मुर्दाबाद, लोक दोखी मोदी सरकार मुर्दाबाद। तमाम जो ने स्लोगन लिखे हुए ने, जिवें मिट्टी विच सब कुछ है, कणक मिठा लोहा ते बारूद, ਐਵੇਂ ਜਨਤਾ ਵਿੱਚ ਸਭ ਕੁਝ ਹੈ, ਲਹਿਰਾਂ ਹੜ੍ਹ ਤੂਫਾਨ ਅਣਖ ਇੱਜ਼ਤ ਤੇ ਇਨਕਲਾਬ। ਤਾਂ ਤੱਕੇ ਇਹਨਾਂ ਵਿਦਿਆਰਥੀਆਂ ਵੱਲੋਂ ਜੋ ਹੈ 17 ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਸ਼ਾਂਤਮਈ ਪ੍ਰਦਰਸ਼ਨ ਕਹਿ ਸਕਦੇ ਹਾਂ। ਬਾਰ-ਬਾਰ ਜੋ ਹੈ ਇੱਥੇ ਭਾਸ਼ਣਬਾਜ਼ੀ ਕੀਤੀ ਜਾ ਰਹੀ ਸੀ ਇੱਕ ਤੋਂ ਬਾਅਦ ਇੱਕ, ਪਰ ਚੰਡੀਗੜ੍ਹ ਪੁਲਿਸ ਵਿੱਚ ਆਉਂਦੀ ਹੈ ਇਸ ਧਰਨੇ ਪ੍ਰਦਰਸ਼ਨ ਨੂੰ ਜੋ ਹੈ ਉਖਾੜਨ ਨੂੰ ਕੋਸ਼ਿਸ਼ ਕਰਦੀ ਹੈ, ਇਸ ਧਰਨੇ ਪ੍ਰਦਰਸ਼ਨ ਨੂੰ ਜੋ ਹੈ ਤੋੜਨ ਨੂੰ ਸ਼ੁਰੂ ਕਰਦੀ ਹੈਗੀ ਆ। ਪਰ ਜੋ ਹੈ तमाम ਵਿਦਿਆਰਥੀ ਜਥੇਬੰਦੀਆਂ ਚੰਡੀਗੜ੍ਹ ਪੁਲਿਸ ਦੇ ਸਾਹਮਣੇ ਆਉਂਦੀਆਂ ਨੇ, ਉਹਨਾਂ ਦੇ ਨਾਲ ਬੋਲਦੀਆਂ ਨੇ। ਸਾਡੇ ਨਾਲ ਹੋਰ ਵਿਦਿਆਰਥੀ ਵੀ ਇਸ ਵੇਲੇ ਮੌਜੂਦ ਨੇ। ਹਸਨ,
ਕੇਂਦਰ ਸਰਕਾਰ ਵਾਰ-ਵਾਰ ਕਹਿ ਰਹੀ ਹੈ ਕਿ ਜਿਹੜੇ ਇਹ ਕਿਸਾਨ ਬਿੱਲ ਨੇ ਇਹ ਤੁਹਾਡੇ ਹਮਾਇਤ ਦੇ ਵਿੱਚ ਨੇ, MSP ਨਹੀਂ ਖਤਮ ਹੋਏਗੀ। ਕੀ ਗੱਲ ਭਰੋਸਾ ਕਿਉਂ ਨਹੀਂ ਬਣਾ ਪਾ ਰਹੀ ਕੇਂਦਰ ਸਰਕਾਰ ਫਿਰ? ਕਿਉਂਕਿ ਕੇਂਦਰ ਸਰਕਾਰ ਝੂਠ ਬੋਲ ਰਹੀ ਆ। ਇੱਕ ਨੰਬਰ ਦੀ ਜਿਨ੍ਹਾਂ ਨੇ ਹੁਣ ਤੱਕ ਜਿੰਨੀਆਂ ਵੀ ਲਾਅ ਕੱਢੇ ਨੇਗੇ ਉਹ ਸਾਰੇ ਲੋਕਾਂ ਦੇ ਹਿੱਤਾਂ 'ਚ ਹੀ ਕੱਢੇ ਨੇ, ਤੇ ਉਹ ਲੋਕਾਂ ਦੇ ਹਿੱਤਾਂ ਦਾ ਨਤੀਜਾ ਆ ਵੀ ਅੱਜ ਅੱਧੇ ਤੋਂ ਵੱਧ ਜਨਤਾ ਜਿਹੜੀ ਹੈਗੀ ਉਹ ਸੜਕਾਂ ਦੇ ਉੱਤੇ ਆ। ਸਾਡਾ GDP ਇੰਨਾ ਜ਼ਿਆਦਾ ਡਾਊਨ ਹੋ ਰੱਖਿਆ ਜਿੰਨਾ ਪਿੱਛੇ ਕਦੇ ਵੀ ਨਹੀਂ ਹੋਇਆ। ਅਨਇੰਪਲੋਇਮੈਂਟ ਪੂਰੀ ਰੈਂਪੈਂਟ ਆ, ਤੇ ਜਿਹੜੇ ਸਟੂਡੈਂਟ ਹੈਗੇ ਨੇਗੇ ਉਹ ਸਾਰੇ ਕਲਾਸਾਂ 'ਚ ਹੋਣ ਦੀ ਬਜਾਏ ਯੂਨੀਵਰਸਿਟੀ ਦੀਆਂ ਸੜਕਾਂ ਦੇ ਉੱਤੇ, ਜਿਹੜੇ ਸਿਟੀਜ਼ ਹੈਗੀਆਂ ਉਹਨਾਂ ਦੀਆਂ ਸੜਕਾਂ ਦੇ ਉੱਤੇ ਨੇਗੇ। MSP ਇਹ ਕਹਿ ਰਹੇ ਨੇ ਅਸੀਂ ਲਾਗੂ ਕਰ ਦਾਂਗੇ, 6 MSP ਲਾਗੂ ਕਰ ਦਾਂਗੇ। ਜਦੋਂ ਸਰਕਾਰੀ ਮੰਡੀਆਂ ਹੀ ਨਹੀਂ ਰਹਿਣਗੀਆਂ ਤਾਂ MSP ਦਾ ਭਾਅ ਦਊਗਾ ਕੌਣ? ਅਸਲ 'ਚ ਗੱਲ ਤਾਂ ਇਹ ਆ ਵੀ ਅੰਬਾਨੀ ਅਡਾਨੀ ਦੇ ਜਿਹੜੇ ਸਾਈਲੋ ਬਣ ਰਹੇ ਨੇ, ਜਿਹੜੇ ਉਹਨਾਂ ਦੀ ਕੋਲਡ ਸਟੋਰੇਜ ਵੇਅਰ ਹਾਊਸ ਬਣ ਰਹੀ ਆ ਨਾ, ਉਹਦੇ ਅੰਦਰ ਜਦੋਂ ਇਹਨਾਂ ਨੇ ਚੀਜ਼ਾਂ ਨੂੰ ਹੋਲਡ ਕਰ ਕਰਕੇ ਰੱਖਣਾ ਆ, ਜਿਹੜੀ ਬਲੈਕ ਮਾਰਕੀਟਿੰਗ ਕਰਨੀ ਆ ਨਾ, ਜਿਵੇਂ ਅੱਜ ਜਿਹੜੇ ਪਿਆਜ਼ ਆਪਾਂ 5 ਰੁਪਏ ਦੇ ਵੇਚ ਕੇ 40 ਰੁਪਏ 100 ਰੁਪਏ ਕਿਲੋ ਤੱਕ ਆਪਾਂ ਪਿਆਜ਼ ਲੈਂਦੇ ਆ, ਇਹੀ ਚੀਜ਼ਾਂ ਸਾਡੇ ਨਾਲ ਕਣਕ ਲੈਂਦੀਆਂ ਹੋਣੀਆਂ ਨੇ, ਇਹੀ ਚੀਜ਼ਾਂ ਸਾਡੇ ਨਾਲ ਚੌਲ ਲੈਂਦੀਆਂ ਹੋਣੀਆਂ ਨੇ। ਤੇ ਇਹ ਗੱਲ ਕਿਸਾਨ, ਮਜ਼ਦੂਰ, ਵਿਦਿਆਰਥੀ, ਜਿਹੜਾ ਸਾਰਾ ਸਾਡੇ ਪੰਜਾਬ ਦੇ ਹਰਿਆਣੇ ਦੇ ਜਿਹੜੇ ਲੋਕ ਨੇਗੇ ਉਹ ਇਹ ਚੀਜ਼ਾਂ ਸਮਝ ਚੁੱਕੇ ਨੇ, ਤੇ ਉਹ ਸਮਝ ਕੇ ਹੀ ਅੱਜ ਲੋਕ ਜਿਹੜੇ ਨੇਗੇ ਉਹ ਲਹਿਰਾਂ ਬਣਾ ਕੇ ਰੇਲਵੇਜ਼ ਨੂੰ ਜਾਮ ਕਰ ਰਹੇ ਨੇ, ਉਹ ਨਾਲ ਦੀ ਨਾਲ ਸੜਕਾਂ ਜਾਮ ਕਰ ਰਹੇ ਨੇ। ਤੇ ਇਹ ਦਿੱਲੀ ਨੂੰ ਸਮਝ ਲੈਣਾ ਚਾਹੀਦਾ ਵੀ ਜਿੰਨਾ ਚਿਰ ਤੁਸੀਂ ਜਿਹੜੀਆਂ ਸਟੇਟਾਂ ਨੇ ਨਾ ਉਹਦੇ ਹੱਕ ਮਾਰ ਰਹੀ ਹੈ ਤਾਂ ਦਿੱਲੀ ਦਾ ਗਲਾ ਫੜਨਾ ਬਹੁਤੀ ਔਖੀ ਗੱਲ ਨਹੀਂ ਹੈਗੀ। ਹੁਣ ਤੱਕ ਲੋਕਾਂ ਨੇ ਬਹੁਤ ਵਾਰੀ ਫੜਿਆ ਆ, ਤੇ ਦੁਬਾਰਾ ਵੀ ਉਹ ਬਹੁਤ ਵਾਰੀ ਜਿਹੜਾ ਇਤਿਹਾਸ ਹੁੰਦਾ ਆਪਣੇ ਆਪ ਨੂੰ ਰਿਪੀਟ ਕਰ ਸਕਦਾ ਹੁੰਦਾ। ਕੇਂਦਰ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸੰਘੀ ਢਾਂਚਿਆਂ ਨੂੰ ਜਿਹੜੀ ਢਾਲ ਲਾਇਆ ਜਾਵੇ, ਹਨਾ। ਕਿਸਾਨ ਹੁਣ ਇਸ ਵੇਲੇ ਸੰਘਰਸ਼ ਦੇ ਰਾਹ ਤੁਰੇ ਹੋਏ ਨੇ। ਤੁਸੀਂ ਨੌਜਵਾਨ ਪੀੜ੍ਹੀ ਹੋ, ਜਨੂਨ ਨਾਲ ਹੀ ਸਿਰਫ ਕੰਮ ਨਹੀਂ ਬਣਨਾ, ਇੱਥੋਂ ਦਿਮਾਗ ਨਾਲ ਵੀ ਕੰਮ ਬਣਨਾ। ਕੀ ਤੁਸੀਂ ਸੈਮੀਨਾਰਸ ਲਗਾਉਣ ਨੂੰ ਤਿਆਰ ਹੋ, ਕਿਸਾਨਾਂ ਨੂੰ ਰਾਹ ਦੇਣ ਨੂੰ ਤਿਆਰ ਹੋ? ਕਿਉਂਕਿ ਇੱਕ ਨੌਜਵਾਨ ਪੀੜ੍ਹੀ ਦੀ ਬਹੁਤ ਵੱਡੀ ਜ਼ਰੂਰਤ ਹੈ ਇਸ ਵੇਲੇ। ਦੇਖੋ, ਨੌਜਵਾਨਾਂ ਦਾ ਜਿਹੜਾ ਅੱਜ ਦੇ ਟਾਈਮ ਤੇ ਸਭ ਤੋਂ ਵੱਡਾ ਹੱਕ ਬਣਦਾ ਨਾ, ਉਹ ਸੈਮੀਨਾਰ ਲਾਉਣਾ ਹੱਕ ਨਹੀਂ ਬਣਦਾ ਹੈਗਾ। ਉਹ ਫਾਰਮਰਾਂ ਦੇ ਨਾਲ, ਕਿਸਾਨਾਂ ਦੇ ਨਾਲ, ਮਜ਼ਦੂਰਾਂ ਦੇ ਨਾਲ ਜਿਹੜੇ ਉਹਨਾਂ ਦੇ ਧਰਨੇ ਚੱਲ ਰਹੇ ਨੇ, ਉਹਨਾਂ ਧਰਨਾ 'ਚ ਅਗਲੀਆਂ ਕਤਾਰਾਂ 'ਚ ਖਪੇਸ਼ ਹੋ ਕੇ ਪੁਲਿਸ ਨਾਲ ਟੱਕਰੇ ਲੈਣਾ ਬਣਦਾ ਹੈਗਾ। ਸੈਮੀਨਾਰ ਚੱਲਦੇ ਰਹਿੰਦੇ ਨੇਗੇ, ਇਹ ਤੋਂ ਬਿਨਾਂ ਜਿਹੜੀ ਡਿਸਕਸ਼ਨਾਂ ਨੇ ਚੱਲਦੀਆਂ ਰਹਿੰਦੀਆਂ ਨੇ, ਪਰ ਸਾਨੂੰ ਇਹ ਲੱਗਦਾ ਹੈਗਾ ਵੀ ਕਿਸਾਨ ਅੱਜ ਦੇ ਟਾਈਮ ਤੇ ਕਾਫੀ ਸਮਝਦਾਰ ਹੋ ਚੁੱਕਿਆ। ਇਹ ਤੋਂ ਬਿਨਾਂ ਜਿਹੜਾ ਇਹ ਧਰਨੇ ਨੇ ਉਹਨਾਂ ਨੂੰ ਸਹੀ ਦਿਸ਼ਾ ਤੇ ਲੈ ਕੇ ਆਉਣਾ, ਸੰਘੀ ਢਾਂਚੇ ਦੀ ਜਿਹੜੀ ਡਿਮਾਂਡ ਹੈ ਉਹਨੂੰ ਹੋਰ ਤਿੱਖਾ ਕਰਨਾ ਆ, ਤਾਂ ਉਹਦੇ ਵਿੱਚ ਜਿਹੜੇ ਨੌਜਵਾਨ ਹੈਗੇ ਨੇ ਉਹ ਆਪਣਾ ਰੋਲ ਨਿਭਾ ਵੀ ਰਹੇ ਨੇ, ਤੇ ਹੋਰ ਜ਼ਿਆਦਾ ਤਿੱਖੇ ਤਰੀਕੇ ਦੇ ਨਾਲ ਰੋਲ ਨਿਭਾਉਣ ਦੀ ਲੋੜ ਵੀ ਆ। ਪਰ ਉਹ ਰੋਲ ਉਹ ਸੜਕਾਂ ਤੇ ਆ ਕੇ ਨਿਭਾਉਣਗੇ, ਉਹ ਸੈਮੀਨਾਰ ਹਾਲਾਂ ਦੇ ਅੰਦਰ ਜਾਂ ਯੂਨੀਵਰਸਿਟੀਆਂ ਦੇ ਕਲਾਸਰੂਮਾਂ ਦੇ ਅੰਦਰ ਨਹੀਂ ਨਿਭਾਉਣਗੇ। ਜਿਸ ਤਰ੍ਹਾਂ ਦਾ ਦਬਾਅ ਬਣ ਰਿਹਾ ਅੱਜ ਤਮਾਮ ਸੂਬੇ ਵਿੱਚ ਵੇਖਿਆ ਗਿਆ ਕਿ ਬੰਦ ਦਾ ਅਸਰ ਦਿਖਿਆ, ਮੋਦੀ ਸਰਕਾਰ ਦਾ ਜੋ ਤਖਤਾ ਥੋੜਾ ਜਿਹਾ ਹਿੱਲਿਆ। ਕੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਮਜਬੂਰ ਹੋਏਗੀ ਮੋਦੀ ਸਰਕਾਰ ਇਹ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਲੈਣ ਦੇ ਲਈ? ਦੇਖੋ, ਜਿਹੜਾ ਗਾਣਾ ਚੱਲ ਰਿਹਾ ਅਸੀਂ ਵਕਤ ਪਾ ਦੇਾਂਗੇ ਜ਼ਾਲਮ ਸਰਕਾਰਾਂ ਨੂੰ, ਸਰਕਾਰ ਮੋਦੀ ਹੋਵੇ, ਸਰਕਾਰ ਕਾਂਗਰਸੀ ਹੋਵੇ, ਜਦੋਂ ਲੋਕ ਸੜਕਾਂ ਤੇ ਆਏ ਨੇ, ਸਰਕਾਰਾਂ ਮਜਬੂਰ ਹੋਈਆਂ ਨੇ ਵੀ ਸੜਕਾਂ ਤੇ ਆ ਕੇ ਲੋਕਾਂ ਦੇ ਮਿੰਨਤਾਂ ਹਾੜੇ ਵੀ ਕਰਨੇ ਪਏ ਨੇ। ਉਹਨਾਂ ਨੇ ਆਰਮੀਆਂ ਵੀ ਚੜਾਈਆਂ ਨੇ, ਟੈਂਕ ਵੀ ਚੜਾਏ ਨੇ, ਪਰ ਫਿਰ ਵੀ ਜਿਹੜੇ ਲੋਕ ਨੇ ਉਹਨਾਂ ਦੇ ਹੌਸਲੇ ਖਤਮ ਨਹੀਂ ਹੁੰਦੇ। ਤਾਂ ਇਹ ਕਿੰਨੇ ਲੋਕਾਂ ਨੂੰ ਮਾਰ ਦੇਣਗੇ, ਇਹ ਕਿੰਨੇ ਕੁ ਲੋਕਾਂ ਨੂੰ ਦਬਾ ਦੇਣਗੇ। ਤਾਂ ਹਰ ਇੱਕ ਸਰਕਾਰ ਦਾ ਜਿਹੜਾ ਅੰਤ ਹੁੰਦਾ ਨਾ ਉਹ ਆ ਹੀ ਜਾਂਦਾ ਹੁੰਦਾ ਇੱਕ ਦਿਨ। ਤਾਂ ਮੋਦੀ ਸਰਕਾਰ ਦਾ ਅੰਤ ਵੀ ਬਹੁਤ ਹੀ ਨਜ਼ਦੀਕ ਆ। ਜਿਹੜੇ ਤਿੱਖੇ ਜੀਵ ਦੇ ਨਾਲ ਮਜ਼ਦੂਰ ਤੇ ਕਿਸਾਨ ਨੇ ਉਹ ਆਪਣੇ ਹੱਕਾਂ ਦੇ ਵਾਸਤੇ ਲੜ ਰਹੇ ਨੇ। ਤਾਂ ਮੋਦੀ ਨੂੰ, ਅਮਿਤ ਸ਼ਾਹ ਨੂੰ, RSS ਨੂੰ, BJP ਨੂੰ ਇਹ ਜਾਣ ਲੈਣਾ ਚਾਹੀਦਾ ਵੀ ਉਹਨਾਂ ਦੀ ਉਲਟੀ ਗਿਣਤੀ ਜਿਹੜੀ ਹੈਗੀ ਉਹ ਸ਼ੁਰੂ ਹੋ ਚੁੱਕੀ ਆ। ਤਾਂ ਤੁਸੀਂ ਸੁਣਿਆ ਕਿ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਪਤਨ ਹੋਣਾ ਸ਼ੁਰੂ ਹੋ ਗਿਆ ਹੈ। ਵਿਦਿਆਰਥੀਆਂ ਦਾ ਢੰਗ ਹੈ ਇਹ ਧਰਨਾ ਪ੍ਰਦਰਸ਼ਨ ਕਰਨ ਦਾ। ਵੇਖੋ, ਸਰਕਾਰਾਂ ਦੇ ਖਿਲਾਫ ਗੀਤ ਗਾਏ ਜਾ ਰਹੇ ਨੇ, ਸਰਕਾਰ ਦੇ ਖਿਲਾਫ ਜੋ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤੇ ਇੱਥੇ ਹੋਰ ਵਿਦਿਆਰਥੀਆਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਇਹ ਦਿਖਾਵਾਂਗੇ ਤੁਹਾਨੂੰ, ਮੈਂ ਵੀ ਕਿਸਾਨ ਕਈ ਸੰਤਾਨ, ਐਂਟੀ ਫਾਰਮਰਸ ਬਿੱਲ। ਨੌਜਵਾਨ ਹੋਵੇ, ਬਜ਼ੁਰਗ ਹੋਣ, ਲਗਾਤਾਰ ਉਹਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨ ਵਿਰੋਧੀ ਬਿੱਲ ਨੇ ਜੋ ਵਾਪਸ ਲਏ ਜਾਣ। ਜ਼ਬਰਦਸਤ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ, ਗੱਲਬਾਤ ਕਰਾਂਗੇ। ਕਿਵੇਂ ਲੱਗਦਾ ਕਿ ਤੁਹਾਨੂੰ ਕਿਉਂ ਇਹ किसान विरोधी बिल ने? सर, इसके 2-3 कारण हैं, तो मैं एक एक बिल करके आपको बताऊंगा कि ये क्यों किसान विरोधी हैं। तो जो सबसे पहले इनका जो कॉन्ट्रैक्ट फार्मिंग का जो एक्ट है, जिसमें एम्पावरमेंट इन्होंने वैसे तो नाम दिया हुआ है, लेकिन उस कॉन्ट्रैक्ट फार्मिंग के बिल में इन्होंने कंपनी को हक दिया है कि वो कैसा भी एक कॉन्ट्रैक्ट बना सकती हैं, जिसमें एक अनपढ़ एक किसान को उसको पता नहीं लगेगा कि भाई वो कैसा कॉन्ट्रैक्ट है। उसकी टर्म एंड कंडीशन, जैसे व्हाट्सएप आजकल यूट्यूब की बड़ी बड़ी लंबी टर्म्स एंड कंडीशन होती हैं, वैसी टर्म्स एंड कंडीशन है। और उसके बाद में वो उनके पास हक भी नहीं है कि वो कोर्ट तक भी जा सकते हैं।
उसमें कोई MSP की गारंटी का कोई प्रोविजन नहीं है, तो वो कंपनी उससे किसी भी तरीके से फसल बुआ सकती है, किसी भी तरीके से फसल बुआ सकती है, और क्या बोलते फिर बाद में अपने मनचाहे दाम पे वो खरीद सकती है। तो इसलिए उस मनचाहे दाम को हम नहीं चाहते। हम चाहते हैं कि उसके आपको कंपनी कॉन्ट्रैक्ट फार्मिंग का कानून लेके आना ही है, तो उसमें आप MSP की गारंटी दे दीजिए, लेकिन वो मोदी सरकार कर नहीं रही है। दूसरा जो एसेंशियल कमोडिटी एक्ट है, उसमें उन्होंने जमाखोरी का जो एक पहले कानून था, एक रुकावट थी जमाखोरी के ऊपर कि आप एक स्टॉक नहीं कर सकते फसलों को, 13 ऐसे चीज़ें थी अलग अलग जिसको आप स्टॉक नहीं कर सकते। बट अब वो जमाखोरी को एक मतलब आज़ादी दे दी गई है कंपनीज को, बड़े बड़े व्यापारियों को, कि वो वेयर हाउस बनाए, कोल्ड स्टोरेज बनाए और जितना मर्जी चाहे वो वहाँ पे जमाखोरी कर सकते हैं, ताकि जब तो किसान से खरीदें वो बिल्कुल कम मूल्य पे, और हम जनता को, आम जनता को बेचें वो ज़्यादा से ज़्यादा मूल्य पे। और ऐसा ही जो तीसरा कानून है जिसमें क्या बोलते जो मंडी है उसको ख़त्म किया जा रहा है, जो APMC है उसको क्या बोलते वहाँ पे एक टैक्स लगता है, हाँ सबको पता होगा, लेकिन जो प्राइवेट मंडीज़ है वहाँ से वो टैक्स हटाया गया, ताकि किसान जो पहले लालच में वहाँ प्राइवेट मंडीज़ में जाए, वहाँ पे क्या बोलते हैं अपनी फसल बेचे, और धीरे धीरे करके जो सरकारी मंडी है वो बिल्कुल ख़त्म हो जाए। तो हमारा सिर्फ यही है कि जो ये किसानी सत्ता है, किसान बचाओ मंडी बचाओ, और एक किसानी सत्ता को कंपनी की सत्ता में ना बदला जाए। ਤਾਂ ਤੁਸੀਂ ਸੁਣਿਆ ਕਿ ਇਸ ਨੌਜਵਾਨ ਨੇ ਕਿਵੇਂ ਤਿੰਨੋਂ ਦੇ ਤਿੰਨ ਖੇਤੀ ਆਰਡੀਨੈਂਸ ਜੋ ਸਮਝਾਏ। ਜੇਕਰ ਤੁਹਾਨੂੰ ਨਹੀਂ ਪਤਾ ਕਿ ਇਹ ਖੇਤੀ ਆਰਡੀਨੈਂਸ ਕੀ ਨੇ ਤਾਂ ਤੁਸੀਂ ਫਿਰ ਜੋ ਹੈ ਮੋੜ ਕੇ ਇੱਕ ਵਾਰ ਵੇਖ ਸਕਦੇ ਹੋ। ਵਿਦਿਆਰਥੀਆਂ ਦਾ ਹਜੂਮ, ਮੈਂ ਕਹੂੰਗਾ ਕੈਮਰਾਮੈਨ ਤੁਹਾਨੂੰ ਤਸਵੀਰਾਂ ਦਿਖਾਉਣਗੇ ਕਿ ਕਿਵੇਂ ਵਿਦਿਆਰਥੀ ਜੋ ਨੇ ਹੱਥਾਂ ਦੇ ਵਿੱਚ ਸਲੋਗਨਸ ਫੜ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ, ਸਲੋਗਨਸ ਲਿਖ ਕੇ ਆਪਣਾ ਵਿਰੋਧ ਜ਼ਾਹਿਰ ਕਰ ਰਹੇ ਨੇ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਸਾਡੇ ਨਾਲ ਇੱਥੇ ਹੋਰ ਵਿਦਿਆਰਥੀ ਜੁੜੇ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਅੰਤਰ ਨੇ ਕਦੇ ਬਾਹਰ ਨਹੀਂ ਆਉਂਦੇਗੇ, ਇੱਥੇ ਬੜਾ ਹਜੂਮ ਵਿਦਿਆਰਥੀਆਂ ਦਾ ਇਕੱਠਾ ਹੋਇਆ ਹੈ, ਕਿਵੇਂ ਦੇਖਦੇ ਹੋ ਇਹਨੂੰ? ਇਹ ਤਾਂ ਦੋ ਚੀਜ਼ਾਂ ਨੇਗੀਆਂ ਵੀ ਜਿਹੜੇ ਇੱਥੇ ਵਿਦਿਆਰਥੀ ਜਥੇਬੰਦੀਆਂ ਪਹੁੰਚੀਆਂ ਨੇ, ਮਤਲਬ SFS PSU ਲਲਕਾਰ ਜਾਂ ਹਨਾ ਯੂਥ ਫॉर ਸਵਰਾਜ ਜਾਂ PUSF। ਸੋ ਤੁਸੀਂ ਦੇਖਿਆ ਇਹਦੇ ਵਿੱਚ ਬਹੁਤ ਇੱਕ ਮਹੱਤਵਪੂਰਨ ਚੀਜ਼ ਸੀ। ਮਸਲਾ ਇਹ ਨਹੀਂ ਕਿ ਵਿਰੋਧ ਕਿਹਦਾ ਕੀਤਾ ਜਾ ਰਿਹਾ, ਮਸਲਾ ਇਹ ਕਿ ਕੌਣ ਕਰ ਰਿਹਾ ਤੇ ਕਿਹੜੇ ਸਾਧਨਾਂ ਨਾਲ ਕਰ ਰਿਹਾ ਹੈ। ਇੱਕ ਵੀ ਪੋਸਟਰ ਜੇ ਤੁਹਾਨੂੰ ਇਦਾਂ ਦਾ ਲੱਭਾ ਹੋਵੇ ਜਿਹੜਾ ਪ੍ਰਿੰਟ ਕਰਾਇਆ, ਰੈਡੀਮੇਡ ਆ, ਨਹੀਂ, ਸਾਰੇ ਹੱਥਾਂ ਨਾਲ ਲਿਖੇ ਹੋਏ ਨੇ, ਤੇ ਲਿਖਣ ਦਾ ਜਿਹੜਾ ਢੰਗ ਹੈ ਉਹ ਦੱਸਦਾ ਹੈ ਕਿ ਇਹ ਨੌਜਵਾਨ ਜਿਹੜੇ ਆ ਨਾ ਮਾਨਸਿਕ ਪੱਖੋਂ ਬਹੁਤ ਮਜ਼ਬੂਤ ਨੇ, ਐਵੇਂ ਲੱਲੇ ਭੱਬੇ ਨਹੀਂ ਕੀਤੇ, ਉਹ ਬਹੁਤ ਚੰਗੇ ਤਰੀਕੇ। ਤੇ ਲਾਲ ਸਿੰਘ ਦਿਲ ਦੀਆਂ ਲਾਈਨਾਂ ਦਾ ਲਿਖਣਾ, ਚੰਡੀਗੜ੍ਹ ਵਰਗਾ ਸ਼ਹਿਰ ਹੋਵੇ, ਲਾਲ ਸਿੰਘ ਦਿਲ ਦੀ ਕਵਿਤਾ ਆਪਣੇ ਹੱਥਾਂ ਦੇ ਨਾਲ ਉਸ ਵੱਡੇ ਪੇਪਰ ਦੇ ਉੱਤੇ ਲਿਖ ਕੇ ਲਿਆਂਦੀ ਹੋਵੇ ਤੇ ਉਹਨੂੰ ਐ ਫੜ ਕੇ ਖੜਨਾ ਹੋਵੇ, ਉਹ ਵੀ ਸੈਕਟਰ 17 ਚ, ਜਿੱਥੇ ਅਸੀਂ ਜਾਈਏ ਤਾਂ ਟੇਢੇ ਜਾ ਕੇ ਫੋਟੋ ਖਿਚਾਈਦੀ ਹੈ ਐਂ ਕਰਕੇ ਕਿ ਭਾਈ ਸੈਕਟਰ 17 में गया था, ਤੇ ਉਹਦੇ ਨਾਲ ਹੀ ਫੀਲਿੰਗ ਹੈਪੀ ਦਾ ਇੱਕ ਸਟੇਟਸ ਪਾ ਦੇਣਾ। ਇਹ ਬੱਚੇ ਨੇ ਸਾਡੇ, ਇਹ ਆਉਣ ਵਾਲਾ ਭਵਿੱਖ ਹੈ ਸਾਡਾ, ਆਉਣ ਵਾਲਾ ਸਮਾਂ ਸਾਡਾ, ਤੇ ਇਹਨਾਂ ਨੂੰ ਕਿੰਨੀ ਕੁ ਸ਼ਕਤੀ, ਕਿੰਨੀ ਕੁ ਤਾਕਤ ਆਪਾਂ ਦੇਣੀ ਹੈ ਸਾਡੇ ਤੁਹਾਡੇ ਸਾਹਮਣੇ ਹੈ। ਹੁਣ ਮੈਂ ਇੱਕ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇਹਦੇ ਤੋਂ ਪਹਿਲਾਂ ਕਿ ਆਪਾਂ ਪੰਜਾਬ ਦੇ ਕਲਾਕਾਰਾਂ ਵਾਲੇ ਪਾਸੇ ਵੀ ਜਾਣਾ ਹੈ, ਆਪਾਂ ਇੱਕ ਦਾ ਕਲਾਕਾਰ, ਸਾਰੇ ਕਲਾਕਾਰਾਂ ਦਾ ਪ੍ਰਤੀਨਿਧੀ ਉਹ ਲਾ ਲਿਓ ਕਿ ਭਾਈ ਆਪਾਂ ਉਹ ਤੁਹਾਡੇ ਸਾਹਮਣੇ ਪੇਸ਼ ਕਰ ਦੇਣਾ ਕਿ ਉਹਨਾਂ ਨੇ ਕੀ ਆਖਿਆ। ਹੁਣ ਸਿਆਸੀ ਪਾਰਟੀਆਂ ਦੇ ਬਾਰੇ ਬਹੁਤ ਸਾਰੇ ਨੁਕਤੇ ਨੇ, ਕਿਸੇ ਦਾ ਕਿਸੇ ਦੇ ਨਾਲ ਵੀ ਵਿਰੋਧ ਹੋ ਸਕਦਾ, ਪਰ ਇੱਕ ਗੱਲ ਦਾ ਖਿਆਲ ਰੱਖਿਓ, ਹੁਣ ਕੋਈ ਵੀ ਲੀਡਰ, ਸਿਆਸੀ ਲੀਡਰ ਤੁਹਾਡੇ ਪਿੰਡ ਆਵੇ, ਤੁਹਾਡੇ ਸ਼ਹਿਰ ਆਵੇ, ਉਹਨੂੰ ਮਾਣ ਦਿਓ, ਉਹਨੂੰ ਸਵਾਲ ਪੁੱਛੋ, ਬਹੁਤ ਚੰਗੇ ਤਰੀਕੇ ਪੁੱਛਿਓ, ਹਲਾਲਾ ਨਾ ਹੋਵੇ, ਉੱਥੇ ਕੋਈ ਖਿੱਚ ਤੂ ਨਾ ਹੋਵੇ ਕਿਸੇ ਦੀ, ਕਿਉਂਕਿ ਤਰਕ ਨਾਲ ਗੱਲ ਚੱਲਣੀ ਹੈ। ਜੇ ਇੱਕ ਜਗ੍ਹਾ ਦੇ ਉੱਤੇ ਵੀ ਕੋਈ ਇਦਾਂ ਦੀ ਗੱਲ ਹੋ ਗਈ, ਬੇਲੋੜਾ ਕੋਈ ਵਿਵਾਦ ਪੈਦਾ ਹੋ ਗਿਆ, ਸਾਰਾ ਸੰਘਰਸ਼ ਉਰੇ ਪਰੇ ਹੋ ਜਾਊਗਾ। ਉਹ ਸਭ ਤੋਂ ਸੌਖਾ ਰਾਹ ਹੁੰਦਾ, ਉਹ ਸਭ ਤੋਂ ਸ਼ਾਰਟਕਟ ਹੁੰਦਾ ਕਿ ਭਾਈ ਆਪਾਂ ਇਹ ਗੱਲ ਕਹਿੰਦੇ ਲੈ ਆਏ ਹਾਂ ਭਜਾਤੇ ਨਹੀਂ। ਉਹਨਾਂ ਨੂੰ ਕਹੋ ਤੁਹਾਨੂੰ ਸੱਤਾ ਦਿੱਤੀ ਸੀ, ਤੁਸੀਂ ਵਿਰੋਧੀ ਧਿਰ ਚੋਂ ਜਾਂ ਸੱਤਾ ਧਿਰ ਦੇ ਵਿੱਚੋਂ ਸਾਡੇ ਸਵਾਲਾਂ ਦੇ ਜਵਾਬ ਨੇ, ਦੇ ਦਿਓ ਜਵਾਬ ਤਾਂ ਠੀਕ ਹੈ, ਨਹੀਂ ਤਾਂ ਸਤਿ ਸ੍ਰੀ ਅਕਾਲ ਹੈ। ਮੈਂ ਫੇਰ ਕਹਿਣਾ 2022 ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਚੋਣ ਆਉਣੀ ਹੈ। ਉਸ ਚੋਣ ਦੇ ਵਿੱਚ ਇਸ ਕਰਕੇ ਵੋਟਾਂ ਨਹੀਂ ਪਾਉਣੀਆਂ ਕਿ ਕਿਹਦੇ ਪਿੱਛੇ 200 ਬੰਦਾ ਤੇ ਕਿਹਦੇ ਪਿੱਛੇ 500 ਬੰਦਾ ਹੈ। ਇਸ ਕਰਕੇ ਵੋਟਾਂ ਨਹੀਂ ਪਾਉਣੀਆਂ ਕਿ ਕਿਹਦੇ ਪੋਸਟਰ ਵੱਧ ਲੱਗੇ ਨੇ। ਇਸ ਕਰਕੇ ਵੋਟਾਂ ਨਹੀਂ ਪਾਉਣੀਆਂ ਕਿ ਉਹ ਆਪਣੇ ਭਾਈਚਾਰੇ ਚੋਂ ਖੜਾ ਹੈ। ਸਾਡੇ ਹੱਕ ਦੀ ਗੱਲ ਕੌਣ ਕਰਦਾ, ਸਾਡੇ ਪੰਜਾਬ ਦੀ ਗੱਲ ਕੌਣ ਕਰਦਾ, ਇਮਾਨਦਾਰੀ ਇਨਸਾਨੀਅਤ ਦੀ ਗੱਲ ਕੌਣ ਕਰਦਾ, ਉਧਰਲੇ ਪਾਸੇ ਨੂੰ ਤੁਰੀਏ। ਆਪਾਂ ਬਹੁਤ ਇਦਾਂ ਵੋਟਾਂ ਪਾ ਲਈਆਂ ਕਿ ਭਾਈ ਉਹ ਸਾਡੇ ਭਾਈਚਾਰੇ ਚੋਂ ਖੜਾ ਹੈ, ਉਹਨੇ ਤਾਂ ਮੇਰਾ ਕੰਮ ਆ ਕਰਾਤਾ ਸੀ, ਉਹ ਕਰਾਤਾ ਸੀ, ਮੈਂ ਤਾਂ ਉਹਦੀ ਪਾਰਟੀ ਦੇ ਨਾਲ ਜੁੜਿਆ, ਪਰ ਉਹ ਕੀ ਸਾਡੇ ਪੰਜਾਬ ਨੂੰ ਸਵਾਰਨ ਜੋਗੇ ਹੈਗੇ ਨੇ? ਉਹ ਕਿਸੇ ਪਾਰਟੀ ਦਾ ਬੰਦਾ ਤੁਸੀਂ ਜਿਤਾ ਦਿਓ, ਕੋਈ ਗੱਲ ਨਹੀਂ, ਪਰ ਜੇ ਆਪਾਂ ਨਾ ਐਸੇ ਕੰਮ 'ਚ ਲੱਪੇ
ਕਿ ਭਾਈ ਉਹ ਭਜਾਤੇ ਨੇ, ਐ ਕਰਤੇ ਨੇ, ਉਹ ਕਰਤੇ ਨਹੀਂ, ਉਹਦੇ ਵਿੱਚੋਂ ਕੱਖ ਨਹੀਂ ਨਿਕਲਣਾ। ਉਹਦੇ ਨਾਲ ਤੁਹਾਡੀ એનર્ਜੀ, ਤੁਹਾਡੀ ਸ਼ਕਤੀ ਵੀ ਜਾਊਗੀ। ਇਸ ਵੇਲੇ ਜੇ ਕੋਈ ਬੰਦਾ ਸਿਆਣਾ, ਜਿਹੜਾ ਕੋਈ ਬੁੱਧੀਜੀਵੀ ਆ, ਕੋਈ ਪੜ੍ਹਿਆ ਲਿਖਿਆ, ਕੋਈ ਪ੍ਰੋਫੈਸਰ ਹੈ, ਜਿਹੜਾ ਲੀਡ ਕਰ ਸਕਦਾ, ਜਿਹੜਾ ਦਿਸ਼ਾ ਦੇ ਸਕਦਾ, ਉਧਰਲੇ ਪਾਸੇ ਨੂੰ ਤੁਰਨਾ ਬਹੁਤ ਜ਼ਰੂਰੀ ਹੈ। ਬਾਕੀ ਤੁਹਾਡੀ ਕੋਈ ਵੀ ਟਿੱਪਣੀ ਹੋਵੇ ਕਿ ਹੁਣ ਤੱਕ ਦੀ ਐਜੀਟੇਸ਼ਨ ਕਿੱਥੇ ਚੱਲੀ, ਅੱਧ ਤੇ ਪਹੁੰਚੇ ਆ, ਅਜੇ ਐਜੀਟੇਸ਼ਨ ਦਾ ਅਗਲਾ ਅਹਿਮ ਹਿੱਸਾ ਚੱਲਣਾ ਹੈ। ਜੇ ਲਗਾਤਾਰ ਰੇਲਾਂ ਰੁਕੀਆਂ ਤਾਂ ਪ੍ਰਸ਼ਾਸਨ ਬਹੁਤੀ ਦੇਰ ਟੋਲਰੇਟ ਨਹੀਂ ਕਰ ਸਕੂਗਾ, ਕਿਉਂਕਿ ਰੇਲਾਂ ਚਲਾਉਣੀਆਂ ਉਹਨਾਂ ਨੂੰ ਪੈਣੀਆਂ। ਗੱਲਬਾਤ ਨਾ ਚੱਲਣਗੀਆਂ, ਕਿਵੇਂ ਚੱਲਣਗੀਆਂ, ਬਹੁਤ ਇੰਪੋਰਟੈਂਟ ਹੈ। ਕਿਸਾਨ ਜਥੇਬੰਦੀਆਂ ਦੇ ਵਿੱਚ ਫੁੱਟ ਪਾਉਣ ਦੇ ਯਤਨ ਵੀ ਹੋਣਗੇ, ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣ ਭੜਕਾਉਣ ਦੇ ਯਤਨ ਵੀ ਹੋਣਗੇ, ਪਰ ਇਹ ਲਹਿਰਾਂ ਬਹੁਤ ਦਿਮਾਗ ਦੇ ਨਾਲ ਸ਼ਾਂਤੀਪੂਰਵਕ ਅੱਗੇ ਵਧਾਉਣੀਆਂ ਜ਼ਰੂਰੀ ਨੇ। ਕਾਲੂ ਸਾਹਿਬ, ਆਪਾਂ ਕਲਾਕਾਰਾਂ ਲਈ ਜਾਣਾ ਜੀ ਜੀ ਬਿਲਕੁਲ WhatsApp ਕਲਾਕਾਰਾਂ ਵੱਲ ਤੇ ਜਾਣਾ, ਪਰ ਇਹ ਅੱਜ ਅਸੀਂ ਜਿੰਨੇ ਨੌਜਵਾਨ ਦਿਖਾਏ ਇਹਦਾ ਇੱਕ ਖਾਸ ਮਤਲਬ ਸੀ ਦਿਖਾਉਣ ਦਾ। ਅਸੀਂ ਜਿਵੇਂ ਤੁਸੀਂ ਗੱਲ ਕੀਤੀ, ਅਸੀਂ ਸਿਆਸੀ ਲੀਡਰ ਵੀ ਸਾਰੇ ਦਿਖਾ ਸਕਦੇ ਜੀ, ਸਾਰਿਆਂ ਦੀਆਂ ਵੀਡੀਓ ਪਹੁੰਚੀਆਂ, ਬਾਈਟਸ ਮੌਜੂਦ ਨੇ। ਅਸੀਂ ਉਹ ਪਿਛਲੇ ਪ੍ਰੋਗਰਾਮਾਂ ਜਿੱਦਾਂ ਬਜ਼ੁਰਗਾਂ ਦੀ ਗੱਲਬਾਤ ਰੱਖੀ, ਬੀਬੀਆਂ ਦੀ ਰੱਖੀ, ਪਰ ਅੱਜ ਇੱਕ ਖਾਸ ਵਜ੍ਹਾ ਸੀ ਕਿ ਨੌਜਵਾਨ ਜਿੰਨੇ ਵੱਧ ਤੋਂ ਵੱਧ ਅਸੀਂ ਦਿਖਾ ਸਕੀਏ, ਕਿਉਂਕਿ ਇੱਕ ਨੌਜਵਾਨ ਨੂੰ ਵੇਖ ਕੇ ਦੂਜੇ ਨੂੰ ਪ੍ਰੇਰਨਾ ਮਿਲੂਗੀ ਹੀ ਮਿਲੂਗੀ। ਤੁਹਾਨੂੰ ਕਿੰਨੀ ਕੁ ਮਿਲੀ ਇਹ ਸਾਨੂੰ ਜ਼ਰੂਰ ਦੱਸ ਦਿਓ। ਕਿ ਇਹਨਾਂ ਨੌਜਵਾਨਾਂ ਨੂੰ ਤੁਹਾਡੇ ਸਾਹਮਣੇ ਇਹਨਾਂ ਦੀ ਗੱਲ ਰੱਖਣ ਦਾ ਕੋਈ ਫਾਇਦਾ ਹੋਇਆ, ਕਿ ਗੱਲ ਮੰਨਣ 'ਚ ਆਈ, ਥੋੜਾ ਬਹੁਤਾ ਹੌਸਲਾ ਮਿਲਿਆ? ਜਿੰਨਾ ਪ੍ਰਚਾਰ ਅਸੀਂ ਨੌਜਵਾਨਾਂ ਦਾ ਸੁਣ ਲਿਆ ਸੀ ਵੀ ਪੰਜਾਬ ਦੇ ਨੌਜਵਾਨ ਤੇ ਕਿਸੇ ਕੰਮ ਦੇ ਨਹੀਂ ਰਹੇ, ਇਹ ਤੇ ਨਸ਼ੇ ਕਰਦੇ ਨੇ ਤੇ ਵਿਹਲੇ ਨੇ, ਨਿਕੰਮੇ ਨੇ, ਕੰਮ ਨਹੀਂ ਕਰਦੇ, ਡੱਕਾ ਨਹੀਂ ਤੋੜਦੇ। ਹੁਣ ਦੱਸਿਓ ਜ਼ਰੂਰ ਵੀ ਹੁਣ ਲੱਗਿਆ ਕੀ, ਮਹਿਸੂਸ ਕੀ ਹੋਇਆ। ਤੇ ਜਿਨ੍ਹਾਂ ਨੇ ਅਜੇ ਵੀ ਘਰਾਂ ਤੋਂ ਨਹੀਂ ਨਿਕਲੇ, ਜਿਨ੍ਹਾਂ ਨੇ ਅਜੇ ਵੀ ਕਿਸੇ ਤਰੀਕੇ ਨਾਲ ਯੋਗਦਾਨ ਨਹੀਂ ਪਾਇਆ, ਕੋਈ ਗੱਲ ਨਹੀਂ, ਅਜੇ ਜਿਵੇਂ ਬਾਟ ਸਾਹਿਬ ਨੇ ਦੱਸਿਆ ਕਿ ਅਸੀਂ ਹਾਫਵੇ ਪਹੁੰਚੇ ਹਾਂ, ਅਜੇ ਅੱਗੇ ਸੰਘਰਸ਼ ਬਹੁਤ ਲੰਬਾ ਚੱਲਣਾ ਆ। ਜਿਹੜੇ ਹੁਣ ਥੱਕ ਗਏ ਨੇ, ਕੱਲ ਨੂੰ ਹੋਰ ਜਾਣੇ ਮੋਰਚਾ ਸਾਂਭਣ, ਪਰਸੋਂ ਨੂੰ ਹੋਰ ਸਾਂਭਣ। 1 ਤਰੀਕ ਤੋਂ ਲਗਾਤਾਰ ਰੇਲਾਂ ਲੋਕਾਂ ਦਾ ਪ੍ਰਬੰਧ ਆ, ਰੋਜ਼ ਵਾਰੀਆਂ ਬੰਨ ਅਸੀਂ ਪਿੰਡਾਂ 'ਚੋਂ ਜਾਈਏ। ਅੱਜ 100 ਬੰਦਾ ਜਾਏ, ਕੱਲ ਨੂੰ ਅਗਲਾ 100 ਜਾਏ। ਇੱਕ ਵਿਉਂਤਬੰਦ ਤਰੀਕੇ ਦੇ ਨਾਲ, ਇੱਕ ਪਲੈਨਿੰਗ ਦੇ ਨਾਲ ਚੱਲੀਏ, ਨਾ ਕਿ ਅਸੀਂ ਉਦਾਂ ਹੀ ਸਾਰੇ ਚੱਲੀਏ। ਹੁਣ ਤੱਕ ਬਹੁਤ ਵਧੀਆ ਸੀਗਾ, ਇਹਨੂੰ ਅੱਗੇ ਵੀ ਅਸੀਂ ਲੈ ਕੇ ਚੱਲਣਾ। ਹੁਣ ਕਲਾਕਾਰਾਂ ਦੀ ਅਸੀਂ ਗੱਲ ਕੀਤੀ ਸੀ ਕਿ ਕੱਲ ਪੰਜਾਬ ਦੇ ਵਿੱਚ ਅੱਜ ਬਹੁਤ ਸਾਰੇ ਕਲਾਕਾਰਾਂ ਨੇ ਵੀ ਯੋਗਦਾਨ ਪਾਇਆ, ਕਿਉਂਕਿ ਕੋਈ ਵੀ ਗੱਲ ਹੁੰਦੀ ਅਸੀਂ ਕਹਿੰਦੇ ਕਿ ਕਲਾਕਾਰਾਂ ਨੂੰ ਲੋਕੀ ਬਾਟ ਸਾਹਿਬ ਦੇਖਦੇ ਆ, ਉਹਨਾਂ ਨੂੰ ਬੱਚੇ ਫੋਲੋ ਕਰਦੇ ਆ। ਅੱਜ ਮੇਰਾ ਖਿਆਲ ਜੇ ਮਾਨਸੇ ਦਾ ਮਾਨਸੇ ਦਾ ਪ੍ਰੋਗਰਾਮ ਸਾਰਾ ਬਹੁਤ ਸਕਸੈਸਫੁਲ ਰਿਹਾ, ਨੌਜਵਾਨ ਵੱਡੀ ਮਾਤਰਾ 'ਚ ਪਹੁੰਚੇ, ਤੇ ਉੱਥੇ ਸਿੱਧੂ ਮੂਸੇਵਾਲੇ ਦਾ ਵੀ ਯੋਗਦਾਨ ਸੀਗਾ, ਕਿਉਂਕਿ ਲੋਕ ਵੇਖਣ ਹੀ ਆ ਜਾਂਦੇ। ਉੱਥੇ ਅਮਰਤ ਮਾਨ ਹੁਣੀ ਵੀ ਪਹੁੰਚੇ, ਦੂਜੇ ਬੰਨੇ ਹਰਭਜਨ ਮਾਨ ਹੁਣੀ, ਰਣਜੀਤ ਬਾਵਾ ਹੁਣੀ, ਤਰਸੇਮ ਜੱਸੜ ਹੋਣੀ, ਸਾਰਿਆਂ ਨੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾਈਆਂ। ਹੁਣ ਸਾਰੇ ਹੀ ਕਲਾਕਾਰਾਂ ਵਿੱਚੋਂ ਅਸੀਂ ਕੰਵਰ ਗਰੇਵਾਲ ਹੋਣਾ ਨਾਲ ਸਾਡੇ ਪ੍ਰਤੀਨਿਧ ਨਾਲ ਗੱਲ ਕੀਤੀ, ਤੇ ਉਹਨਾਂ ਦੀ ਵੀਡੀਓ ਦਿਖਾਉਂਦੇ ਆ, ਫਿਰ ਉੱਤੇ ਕਰਦੇ ਆ ਆਪਾਂ ਟਿੱਪਣੀ। ਸੋ ਅੱਜ ਸ਼ੰਭੂ ਬਾਰਡਰ ਤੇ ਧਰਨੇ ਦੇ ਦੌਰਾਨ ਖਾਸ ਤੌਰ ਦੇ ਉੱਤੇ ਨੌਜਵਾਨਾਂ, ਸਮਾਜ ਸੇਵੀ ਲੋਕਾਂ ਤੇ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਨੌਜਵਾਨਾਂ ਸਮੇਤ ਪੰਜਾਬੀ ਗਾਇਕਾਂ ਦਾ ਕਿਸਾਨਾਂ ਨੂੰ ਵੱਡਾ ਸਾਥ ਮਿਲਿਆ ਹੈ। ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਧਰਨਿਆਂ 'ਚ ਦਿਖਾਈ ਦੇ ਰਹੇ ਕੰਵਰ ਗਰੇਵਾਲ ਵੀ ਜਿਹੜੇ ਨੇ ਇੱਕ ਵਾਰ ਫਿਰ ਸ਼ੰਭੂ ਬਾਰਡਰ ਦੇ ਉੱਤੇ ਸਰਕਾਰਾਂ ਨੂੰ ਲਲਕਾਰ ਪਾਉਂਦੇ ਨਜ਼ਰ ਆ ਰਹੇ ਨੇ। ਗਰੇਵਾਲ ਸਾਹਿਬ, ਨੌਜਵਾਨਾਂ ਦਾ ਜੋਸ਼ ਜਿਸ ਤਰੀਕੇ ਦੇ ਨਾਲ ਅੱਜ ਉਹ ਬਾਲੇ ਮਾਰ ਰਿਹਾ ਹੈ, ਬੜੇ ਸਵਾਲ ਉੱਠ ਰਹੇ ਸਨ, ਨੌਜਵਾਨ ਕਿੱਥੇ ਨੇ, ਬਜ਼ੁਰਗ ਕਿਉਂ ਨੇ? ਅੱਜ ਦਾ ਮਾਹੌਲ ਦੇਖ ਕੇ ਕੀ ਆ ਰਿਹਾ ਮਨ 'ਚ? ਬੜੀ ਖੁਸ਼ੀ ਵੀ ਆ ਤੇ ਡਰ ਵੀ ਲੱਗ ਰਿਹਾ ਹੈ। ਖੁਸ਼ੀ ਇਸ ਗੱਲ ਦੀ ਹੈ ਕਿ ਬਹੁਤ ਵੱਡੀ ਗਿਣਤੀ 'ਚ ਆਏ ਆ, ਡਰ ਇਸ ਗੱਲ ਦਾ ਕਿ ਕਿਤੇ ਅਸੀਂ ਆਪਦਾ ਆਪਾਂ ਨਾ ਖੋਜੀਏ, ਕਿਉਂਕਿ ਜੋਸ਼ ਤੇ ਹੋਸ਼ ਦੋਨੇ ਬਰਾਬਰ ਚੱਲਣਗੇ ਤਾਂ ਸੰਘਰਸ਼ ਜਿੱਤਾਂਗੇ। ਕੱਲੇ ਜੋਸ਼ ਨੇ ਵੀ ਹਰਾ ਦੇਣਾ, ਕੱਲੇ ਹੋਸ਼ ਨੇ ਵੀ ਹਰਾ ਦੇਣਾ। ਜੋਸ਼ ਸਾਡੇ ਨੌਜਵਾਨਾਂ ਕੋਲੇ ਆ, ਹੋਸ਼ ਸਾਡੇ ਬਜ਼ੁਰਗਾਂ ਕੋਲੇ ਆ। ਉਹ ਖੜੇ ਆ ਨਾ ਜਿਹੜੇ ਉਹ ਚਿੱਟੀਆਂ ਦਾੜੀਆਂ ਵਾਲੇ, ਉਹਨਾਂ ਕੋਲੇ ਹੋਸ਼ ਹੈ, ਤਜਰਬਾ ਜ਼ਿੰਦਗੀ ਦਾ, ਇਹਨਾਂ ਕੋਲੇ ਜੋਸ਼ ਹੈ। ਅਸੀਂ ਆਪਸ 'ਚ ਰਹਿ ਕਰਕੇ ਚੱਲਾਂਗੇ ਤਾਂ ਮੈਨੂੰ ਲੱਗਦਾ ਜਿੱਤ ਕੇ ਮੁੜਾਂਗੇ। ਤੁਸੀਂ ਬੜੇ ਦਿਨਾਂ ਤੋਂ ਦੇਖ ਰਹੇ ਹੋ, ਕਦੀ ਬਠਿੰਡੇ 'ਚ, ਕਦੀ ਨਾਭੇ, ਕਦੀ ਪਟਿਆਲੇ, ਕਦੀ ਹੁਣ ਇੱਥੇ ਵੀ ਪਹੁੰਚੇ ਹੋ। ਕੀ ਲੱਗਦਾ ਹੈ ਤੁਹਾਨੂੰ, ਇਹ ਲੜਾਈ ਇੰਨੀ ਸੌਖੀ ਹੈ ਜਾਂ ਫਿਰ ਅਜੇ ਹੋਰ ਲੰਬਾ ਚੱਲਣਾ ਪਵੇਗਾ, ਇਕੱਠੇ ਰਹਿ ਕੇ ਇਕਜੁੱਟ ਹੋਣਾ ਪਵੇਗਾ ਅਜੇ ਹੋਰ? ਨਹੀਂ, ਬਿਲਕੁਲ ਇਹ ਬੜਾ ਲੰਬਾ ਸੰਘਰਸ਼ ਹੈ ਬੜੇ ਭਾਈ, ਇਹ ਛੋਟੀ ਜੀ ਗੱਲ ਨਹੀਂ ਹੈ। ਔਰ ਜਿਹੜੇ ਭਗਤ ਜੀਆਂ ਦੇ ਸਾਈਨ ਹੋਏ ਵੇ ਇਹਦੇ ਤੇ, ਉਹ ਐਡੀ ਛੇਤੀ ਮੰਨਣ ਵਾਲੇ ਹੈ ਨਹੀਂਗੇ। ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ ਕਿ ਨੌਜਵਾਨ ਆ ਗਏ, ਬਜ਼ੁਰਗ ਆਉਂਦੇ ਆ, ਲੜਦੇ ਆ ਤਾਂ ਬਿੱਲਾਂ 'ਚ ਸੋਧ ਹੁੰਦੀ ਦੇਖੀ ਹੈ, ਪਰ ਜਿੱਥੇ ਨੌਜਵਾਨ ਆ ਗਏ ਬਿੱਲ ਚੇਂਜ ਹੋ ਜਾਂਦੇ ਆ, ਉੱਥੇ ਬਿੱਲ ਹੀ ਚੇਂਜ ਹੋ ਜਾਂਦੇ ਆ। ਇਸ ਕਰਕੇ ਮਹਾਰਾਜ ਅੱਗੇ ਇਹੀ ਅਰਦਾਸ ਹੈ ਕਿ ਅਸੀਂ ਸਾਰੇ ਰਲ ਕੇ ਚੱਲੀਏ, ਕੰਟੀਨਿਊਟੀ ਬਣਾ ਕੇ ਰੱਖੀਏ ਸੰਘਰਸ਼ ਦੀ, ਤੇ ਜੋਸ਼ ਤੇ ਹੋਸ਼ ਦੋਵੇਂ ਬਰਾਬਰ ਰੱਖੀਏ ਬਸ। ਗਰੇਵਾਲ ਸਾਹਿਬ, ਤੁਸੀਂ ਹਮੇਸ਼ਾ ਸੱਚੀ ਸੁੱਚੀ ਗੱਲ ਕਰਦੇ ਹੋ, ਸਟੇਜਾਂ ਦੇ ਉੱਤੇ ਵੀ, ਗੀਤਾਂ ਦੇ ਵਿੱਚ ਵੀ। ਇੱਕ ਗੱਲ ਸੱਚੀ ਦੱਸਿਓ ਕਿ ਗਾਇਕ ਜਿਹੜੇ ਭਰਾ ਨੇ ਸਾਡੇ, ਚੰਗੀ ਗੱਲ ਹੈ, ਸਮਰਥਨ ਕਰਦੇ ਆ, ਆਮ ਲੋਕ ਵੀ ਕਰ ਰਹੇ ਨੇ, ਕਿਤੇ ਦੇਖੋ ਦੇਖੀ ਤੇ ਨਹੀਂ ਆ ਰਿਹਾ ਕਿ ਉਹ
ਚਲ ਗਿਆ ਮੈਂ ਰਹਿ ਗਿਆ, ਉਹ ਚਲੇ ਗਿਆ ਮੈਂ ਰਹਿ ਗਿਆ। ਲੋਕ ਕੀ ਆਖਣਗੇ ਤੇਰੀ ਫੋਟੋ ਨਹੀਂ ਆਈ ਧਰਨੇ 'ਚ ਬੈਠੇ ਦੀ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਉੱਤੇ। ਦੇਖੋ ਜਦੋਂ ਮੈਂ ਗਾਉਣ ਲੱਗਾ ਸੀ ਨਾ, ਮੈਨੂੰ ਵੀ 25-30% ਕਹਿੰਦੇ ਸੀ ਡਰਾਮੇਬਾਜ਼ ਆਏ, ਪਰ ਮੈਨੂੰ ਉਹ ਸਾਬਤ ਕਰਨ ਦੇ ਲਈ ਸੱਚੇ ਪਾਤਸ਼ਾਹ ਨੇ 7 ਸਾਲ ਦਿੱਤੇ। 7 ਸਾਲਾਂ ਬਾਅਦ ਕਿਤੇ ਹੁਣ ਯਕੀਨ ਕਰਨ ਲੱਗਿਆ ਵੀ ਨਹੀਂ ਯਾਰ ਇਹ ਪੰਜਾਬ ਦਾ ਹੀ ਹੈ। ਤਾਂ ਇਸ ਕਰਕੇ ਪਹਿਲੇ ਦਿਨ ਤਾਂ ਮੋਹਰ ਨਹੀਂ ਲੱਗਣੀ। ਤੇ ਬਾਕੀ ਇੱਥੇ ਕੋਈ ਆਸਾਨ ਕਰਨ ਥੋੜੀ ਆਇਆ ਯਾਰ, ਜੇ ਕੋਈ ਗਵਈਆ ਆਇਆ, ਕੋਈ ਤੁਸੀਂ ਪੱਤਰਕਾਰ ਆਏ ਹੋ ਜਾਂ ਨੌਜਵਾਨ ਆਏ ਆ ਜਾਂ ਕੋਈ ਵੀ ਹੋਰ ਡਿਪਾਰਟਮੈਂਟ ਦੇ ਆਏ ਆ, ਤਾਂ ਇੱਥੇ ਕੋਈ ਆਸਾਨ ਕਰਨ ਤਾਂ ਆਇਆ ਹੀ ਨਹੀਂ। ਇਹ ਤਾਂ ਸਾਰੇ ਪੰਜਾਬ ਲਈ ਆਏ ਆ। ਤੇ ਬਾਕੀ ਕੰਟੀਨਿਊਟੀ ਦੱਸੂਗੀ, ਜਿਵੇਂ ਹੁਣ ਸਾਨੂੰ 3-4 ਦਿਨ ਹੋਇਆ ਧਰਨਿਆਂ 'ਚ, ਅੱਜ ਤੋਂ ਬਾਅਦ ਜੇ ਅਸੀਂ ਫੋਟੋਆਂ ਖਿਚਾ ਕੇ ਤੁਹਾਨੂੰ ਇੰਟਰਵਿਊ ਦੇ ਕੇ ਘਰੇ ਬਹਿ ਗਏ ਤਾਂ ਫਿੱਟੇ ਮੂੰਹ ਆ ਸਾਡੇ। ਤਾਂ ਇਸ ਕਰਕੇ ਤਾਂ ਇਹ ਕੋਈ ਇਦਾਂ ਨਹੀਂ ਇੱਕ ਦਿਨ ਦੀ ਖੇਡ ਨਹੀਂ ਹੈ, ਇਹ ਲੰਬਾ ਸੰਘਰਸ਼ ਆ, ਲੜਨਾ ਪੈਣਾ। ਔਰ ਇਸ ਤੋਂ ਬਾਅਦ ਆਪਸ਼ਨ ਨਹੀਂ ਆ ਸਾਡੇ ਕੋਲ ਕੋਈ ਹੋਰ। ਕਵਰ ਗਰੇਵਾਲ ਹੁਣੀ ਵਾਅਦਾ ਕਰਦੇ ਨੇ, ਅੱਜ ਲੱਖਾਂ ਲੋਕ ਤੁਹਾਨੂੰ ਦੇਖਣਗੇ, ਦੇਖ ਰਹੇ ਨੇ ਕਿ ਸੰਘਰਸ਼ ਜਦੋਂ ਤੱਕ ਚੱਲੇਗਾ ਕਵਰ ਗਰੇਵਾਲ ਦਾ ਸਾਥ ਕਿਸਾਨਾਂ ਦੇ ਨਾਲ, ਪੰਜਾਬ ਦੇ ਨਾਲ ਰਹੇਗਾ। ਮੇਰਾ 7 ਸਾਲਾਂ ਤੋਂ ਨਾਲ ਹੈ, ਕਿਉਂਕਿ ਮੈਂ ਪੰਜਾਬ ਨੂੰ ਇਹੋ ਜਿਹਾ ਜ਼ਹਿਰ ਕੋਈ ਦਿੱਤਾ ਹੀ ਨਹੀਂ ਜਿਹੜਾ ਇੱਥੋਂ ਦੀ ਜਵਾਨੀ ਨੂੰ, ਇੱਥੋਂ ਦੀ ਕਿਰਸਾਨੀ ਨੂੰ, ਇੱਥੋਂ ਦੇ ਪਾਣੀਆਂ ਨੂੰ, ਇੱਥੋਂ ਦੀ ਆਬੋ ਹਵਾ ਨੂੰ ਕੋਈ ਨੁਕਸਾਨ ਪਹੁੰਚਾਵੇ। ਮੈਥੋਂ ਮਹਾਰਾਜ ਨੇ ਇਦਾਂ ਦਾ ਕੰਮ ਹੀ ਨਹੀਂ ਕਰਾਇਆ ਕੋਈ। ਇਸ ਕਰਕੇ ਮੈਨੂੰ ਹੁਣ ਵੀ ਉਹਦੇ ਤੇ ਪੂਰਾ ਯਕੀਨ ਹੈ ਕਿ ਜਦੋਂ ਤੱਕ ਇਹ ਸੰਘਰਸ਼ ਹੈ, ਕੋਈ ਆਉਣ ਵਾਲੇ ਸੰਘਰਸ਼ ਵੀ ਹੈ, ਤਾਂ ਸਾਨੂੰ ਤਾਂ ਲੱਗਦਾ ਕਿ ਯਾਰ ਸਾਨੂੰ ਨਾਲ ਖੜਨਾ ਚਾਹੀਦਾ ਹੈ। ਗਰੇਵਾਲ ਸਾਹਿਬ ਨੇ ਕਦੀ ਗਾਇਆ ਸੀ ਕਿ ਤੱਕੜੀ ਨਾਨਕ ਦੀ 13-13 ਤੋਲੇ। ਤੁਹਾਨੂੰ ਲੱਗਦਾ ਹੈ ਕਿ ਅੱਜ ਉਹ ਤੱਕੜੀ ਦੇ ਤਰਾਜੂ ਖਤਰੇ ਦੇ ਵਿੱਚ ਨੇ, ਜਿਹੜੀ 13-13 ਤੋਲ ਦੀ ਆ ਰਹੀ ਹੈ ਸ਼ੁਰੂ ਤੋਂ, ਜਿਹੜੇ ਵੀਹਾਂ ਦਾ ਲੰਗਰ ਅੱਜ ਬਾਬੇ ਨਾਨਕ ਨੇ ਚਲਾਇਆ ਸੀ, ਅੱਜ ਇੱਥੇ ਵੀ ਦਿਖਾਈ ਦੇ ਰਿਹਾ, ਹੋਰਨਾਂ ਧਰਨਿਆਂ 'ਚ ਵੀ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਭਾਵੇਂ ਕਿਸਾਨਾਂ ਦੀ ਰੋਟੀ ਦਾ ਸਵਾਲ ਖੜਾ ਹੋ ਰਿਹਾ ਹੈ, ਪਰ ਰੋਟੀ ਖੁਣੋ ਪੱਖਾ ਧਰਨਿਆਂ 'ਚ ਆਏ ਲੋਕਾਂ ਨੂੰ ਕਿਸਾਨ ਵੀਰ ਮੋੜ ਨਹੀਂ ਰਹੇ। ਪਰ ਫਿਰ ਵੀ ਕੀ ਲੱਗਦਾ ਹੈ ਤੁਹਾਨੂੰ, ਇਹ ਤੱਕੜੀ ਦੇ ਤਰਾਜੂ ਡੋਲਣ ਕਿਉਂ ਲੱਗ ਪਏ ਨੇ? ਕੀ ਗੱਲ ਅਸੀਂ ਪਿਛਲੇ ਸਮਿਆਂ 'ਚ ਇਕਜੁੱਟਤਾ ਨਹੀਂ ਦਿਖਾਈ, ਅਸੀਂ ਗਲਤ ਸਰਕਾਰਾਂ, ਗਲਤ ਸਿਆਸਤਦਾਨ ਚੁਣਦੇ ਰਹੇ, ਤਾਂ ਅਜਿਹਾ ਸਮਾਂ ਦੇਖਣ ਨੂੰ ਮਿਲ ਰਿਹਾ ਹੈ? ਸਾਰਾ ਕੁਛ ਹੀ ਹੈ। ਬੜੇ ਫਲਸਫੇ ਜ਼ਿੰਦਗੀ ਦੇ ਜਿਹੜੇ ਮੈਨੂੰ ਦਿੰਦੇ ਆ, ਧਰਮ ਦਾ ਫਲਸਫਾ ਦਿੰਦਾ, ਰਾਜਨੀਤੀ ਦਾ ਦਿੰਦਾ, ਸਮਾਜ ਦਾ ਦਿੰਦਾ, ਇਕਨੋਮਿਕਲੀ ਦਿੰਦਾ, ਕਲਚਰ ਦਾ ਦਿੰਦਾ। ਤਾਂ ਕਿਤੇ ਨਾ ਕਿਤੇ ਅਸੀਂ ਇਹਦੇ 'ਚ ਬੇਈਮਾਨ ਹੋਇਆ ਸਾਡੇ ਹਾਕਮ ਇੱਕ ਸਾਰੇ ਫੀਲਡ ਹੀ। ਮੈਂ ਕਹਿੰਦਾ ਨਾ ਕਿ ਪੰਜੇ ਵਿੱਚ ਤੁਹਾਡਾ ਪੱਤਰਕਾਰਤਾ ਵਾਲੋ, ਅਸੀਂ 6 ਡਿਪਾਰਟਮੈਂਟ ਆ, ਅਸੀਂ ਇਮਾਨਦਾਰ ਹੋ ਜਾਈਏ, ਓਨੈਸਟੀ ਬਿਹੇਵ ਕਰੀਏ ਅਸੀਂ ਸੋਸ਼ਲ ਪੁਆਇੰਟ ਆਫ ਵਿਊ ਤੇ, ਤਾਂ ਮੈਨੂੰ ਲੱਗਦਾ ਕਿ ਸਮਾਜ ਚੇਂਜ ਹੋਣ ਤੇ ਮਿੰਟ ਲੱਗਣਾ ਹੈ। ਪਰ ਸਾਰਿਆਂ 'ਚ ਕਿਤੇ ਨਾ ਕਿਤੇ ਊਣਤਾ ਹੀ ਆਈ ਹੈ। ਧਰਮ 'ਚ ਵੀ ਸਾਡੇ ਨਾਲ ਬੜੇ ਮਜ਼ਾਕ ਹੋਏ ਆ, ਸਾਨੂੰ ਬਹੁਤ ਥਾਵਾਂ ਤੇ ਬੇਵਕੂਫ ਬਣਾਇਆ ਗਿਆ, ਫ੍ਰੀ ਪਲਾਨ ਬਣਾਇਆ ਗਿਆ। ਰਾਜਨੀਤੀ 'ਚ ਵੀ ਇਦਾਂ ਹੀ ਹੋਇਆ, ਗਾਉਣ ਵਾਲਾ 'ਚ ਵੀ ਕਈ ਹੁੰਦਾ ਹੈ। ਪਰ ਅੱਜ ਗਾਉਣ ਵਾਲਿਆਂ ਨੂੰ ਲਾਂਭਾ ਨਹੀਂ ਦੇਣਾ ਚਾਹੀਦਾ ਕਿਸੇ ਨੂੰ ਵੀ, ਕਿਉਂਕਿ ਗੀਤਾਂ ਦਾ ਕਨਸੈਪਟ ਇੱਕ ਪਾਸੇ ਰੱਖ ਦਿਓ। ਅੱਜ ਜਿਵੇਂ ਖੜੇ ਆ ਸਾਰੇ, ਦਾਦ ਦੇਣੀ ਬਣਦੀ ਇਹਨਾਂ ਭਰਾਵਾਂ ਨੂੰ। ਕੀ ਗੱਲ ਆਖ ਰਹੇ ਹੋ ਨੌਜਵਾਨਾਂ ਨੂੰ? ਇੱਥੇ ਪਹੁੰਚੇ ਹੋ, ਪਹਿਲੀਆਂ ਤਕਰੀਰਾਂ ਵੀ ਅਸੀਂ ਤੁਹਾਡੀਆਂ ਸੁਣੀਆਂ, ਅੱਜ ਕੀ ਖਾਸ ਸੁਨੇਹਾ ਹੋਵੇਗਾ ਕਵਰ ਗਰੇਵਾਲ ਦਾ, ਜਿੰਨਾ ਇਕੱਠ ਪੂਰੇ ਪੰਜਾਬ 'ਚੋਂ ਨੌਜਵਾਨਾਂ ਦਾ ਅੱਜ ਸ਼ੰਭੂ ਬਾਰਡਰ ਤੇ ਹੋਇਆ? ਦੇਖੋ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਵੱਡੇ ਧਰਨੇ ਲੱਗੇ ਆ, ਬਹੁਤ ਸੋਹਣੀ ਗੱਲ ਹੈ, ਮੈਂ ਸਹਿਮਤ ਹਾਂ, ਇਹਦੇ ਨਾਲ ਲੱਗਣੇ ਚਾਹੀਦੇ ਆ। ਪਰ ਮੈਨੂੰ ਲੱਗਦਾ ਹੈ ਕਿ ਅੱਜ ਤੋਂ ਬਾਅਦ ਇੱਕ ਮੀਟਿੰਗ ਹੋਣੀ ਚਾਹੀਦੀ ਆ, ਜਿਹਦੇ 'ਚ ਸਿਆਣੇ ਤੇ ਨਿਆਣੇ ਸਾਰੇ ਰਲ ਕੇ ਬੈਠਣ, ਅਗਲਾ ਪਲਾਨ ਦੇਖਣ। ਹੁਣ ਉਧਰ ਨੂੰ ਜਾਣਾ ਪੈਣਾ ਹੈ, ਉਹ ਪਿੰਡ ਦਾ ਰਾਹ ਇੱਧਰ ਨੂੰ ਜਾਂਦਾ ਜਿੱਥੋਂ ਸਾਈਨ ਹੋਏ ਆ। ਇਸ ਕਰਕੇ ਉੱਥੇ ਬੈਠ ਕੇ ਲਗਾਤਾਰ ਰੋਂਦੇ ਰਵਾਂਗੇ ਤੇ ਨਾਰੇ ਲਾਉਂਦੇ ਰਵਾਂਗੇ, ਮੈਨੂੰ ਨਹੀਂ ਲੱਗਦਾ ਕੋਈ ਇੰਨਾ ਅਪੀਲ ਕਰੂਗਾ ਉਹਨਾਂ ਨੂੰ। ਇਸ ਕਰਕੇ ਇੱਧਰ ਨੂੰ ਜਾਣਾ ਪੈਣਾ, ਕੁੱਟ ਪਊਗੀ, ਡੰਡੇ ਪੈਣਗੇ, ਪਾਣੀ ਦੀਆਂ ਬੁਛਾਰਾਂ ਆਉਣਗੀਆਂ, ਹੋ ਸਕਦਾ ਗੋਲੀਆਂ ਵੀ ਚੱਲਣਗੀਆਂ। ਪਰ ਇੱਥੇ ਹੁਣ ਸਿਰ ਧੜ ਦੀ ਬਾਜ਼ੀ ਆ, ਇਹ ਇਕੱਲਾ ਗੱਲਾਂ ਕਰਕੇ ਮੇਲਾ ਲੁੱਟਣ ਵਾਲਾ ਜਾਂ ਇਕੱਲੇ ਨਾਰੇ ਲਾਉਣ ਵਾਲਾ, ਹਾ ਹਾ ਹੀ ਵਾਲਾ, ਤਾੜੀਆਂ ਮਾਰਨ ਵਾਲਾ ਇਹ ਕਲਚਰ ਨਹੀਂ ਆ। ਇਹ ਹੁਣ ਮਰਿਆਦਾ ਵੀ ਮੰਗਦਾ ਤੇ ਨਾਲ ਸਿੱਧਕ ਵੀ ਮੰਗਦਾ ਹੈ। ਕੀ ਲਿਖਿਆ ਪਿਛਲੇ ਦਿਨਾਂ 'ਚ ਕਿਸਾਨਾਂ ਦੇ ਦਰਦ ਨੂੰ ਦੇਖਦਿਆਂ ਕਵਰ ਗਰੇਵਾਲ ਨੇ ਆਪਣੀ ਕਲਮ? ਆ ਪਿੱਛੇ ਜੇ ਗੀਤ ਜ਼ਰੂਰ ਗਾਇਆ ਸੀ, ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵੜ ਗਏ, ਪਹਿਲਾਂ ਤੇਰੇ ਪੁੱਤ ਨਸ਼ਿਆਂ ਤੇ ਲਾ ਗਏ, ਹੁਣ ਤੇਰੀ ਮਾਂ ਮਾਰਨ ਨੂੰ ਆ ਗਏ, ਧੀ ਤੇਰੀ ਘਰੋਂ ਨਿਕਲ ਨੂੰ ਡਰਦੀ ਤੁਰੀ ਜਾਂਦੀ ਤੇ ਤੇਜ਼ਾਬੀ ਛਿੱਟਾ ਪਾ ਗਏ, ਡਰਦੇ ਬਾਹਰ ਨੂੰ ਤੁਰ ਪਏ ਨੇ, ਨਿਆਣੇ ਬਾਹਰ ਨੂੰ ਤੁਰ ਪਏ ਨੇ, ਪੱਕੇ ਜਿੰਦਰੇ ਘਰਾਂ ਨੂੰ ਜੜ ਗਏ, ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵੜ ਗਏ। ਤਾਂ ਚਲੋ ਗੀਤਾਂ ਰਾਹੀਂ ਵੀ ਜੋ ਸਾਨੂੰ ਰੱਬ ਨੇ ਕਲਮ ਰਾਹੀਂ ਵੀ ਆਵਾਜ਼ ਉਠਾਉਣ ਦੀ ਇੱਕ ਕਲਾ ਬਖਸ਼ੀ ਹੈ ਮਹਾਰਾਜ ਨੇ, ਅਸੀਂ ਉਹਦੇ ਦੇਣਦਾਰ ਹਾਂ। ਪਰ ਨਾਲ ਆ ਪ੍ਰੈਜ਼ੈਂਸ ਵੀ ਬਹੁਤ ਜ਼ਰੂਰੀ ਹੈ। ਆਖਰੀ ਸਵਾਲ ਗਰੇਵਾਲ ਸਾਹਿਬ, ਵਿਦੇਸ਼ਾਂ 'ਚ ਜਿਹੜੇ ਪੰਜਾਬੀ ਬੈਠੇ ਨੇ ਉਹਨਾਂ ਨੂੰ ਕੀ ਆਖਣਾ ਚਾਹੋਗੇ? ਉਹ ਵੀ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ, ਤਿਲ ਫੁੱਲ ਭੇਂਟ ਕਰਨਾ ਚਾਹੁੰਦੇ ਨੇ ਕਿਸਾਨਾਂ ਅੱਗੇ। ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਵਿਦੇਸ਼ਾਂ 'ਚ ਬੈਠੇ ਪੰਜਾਬੀ ਇਸ ਮੁਹਿੰਮ ਦੇ ਵਿੱਚ, ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਨੇ? ਉਹਨਾਂ ਭਰਾਵਾਂ ਨੇ ਕਦੇ ਵੀ ਪਿੱਠ ਨਹੀਂ ਦਿਖਾਈ, ਉਹ ਤਾਂ ਜਦੋਂ ਦੇ ਪੰਜਾਬੋਂ ਬਾਹਰ ਗਏ ਆਪਦੀ ਕਿਰਤ ਕਰਨ। ਕੋਈ ਵੀ ਸਿਚੁਏਸ਼ਨ ਲੈ ਲਓ ਤੁਸੀਂ, ਜਿੱਥੇ ਵੀ ਪੰਜਾਬ ਤੇ ਭੀੜ ਪਈ ਹੈ, ਭਾਵੇਂ ਧਰਮ ਤੇ ਹੈ, ਰਾਜਨੀਤੀ ਤੇ ਹੈ, ਕਿਸਾਨ ਤੇ ਹੈ, ਕਿਤੇ ਵੀ ਹੈ, ਉਹ ਤਾਂ ਨਾਲ ਖੜੇ ਆ। ਉਹਨਾਂ ਨੇ ਇਕਨੋਮਿਕਲੀ ਵੀ ਔਰ ਫਿਜ਼ੀਕਲੀ ਵੀ ਆਪਣੀ ਪੂਰੀ ਹਾਜ਼ਰੀ ਦਿੱਤੀ ਹੈ। ਤਾਂ ਇਸ ਵਾਰੀ ਵੀ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕਹਿਣ ਦੀ ਲੋੜ ਹੈ, ਉਹ ਤਾਂ ਵੇਟ ਕਰ ਰਹੇ ਆ ਕਿ ਕੋਈ ਸਟਰਗਲ ਨੂੰ ਥੋੜਾ ਹੋਰ ਤਿੱਖਾ ਕਰੋ, ਅੱਗੇ ਵਧੋ, ਤਾਂ ਉਹ ਤਾਂ ਹਾਜ਼ਰ ਨੇ। ਸੋ ਕਵਰ ਗਰੇਵਾਲ ਇਸ ਸੰਘਰਸ਼ ਦੇ ਵਿੱਚ ਪਹੁੰਚੇ ਨੇ, ਇਹ ਪਹਿਲਾ ਦਿਨ ਨਹੀਂ ਹੈ, ਇਸ ਤੋਂ ਪਹਿਲਾਂ ਹੋਰਨਾਂ ਧਰਨਿਆਂ 'ਚ ਵੀ ਤੁਸੀਂ ਕਵਰ ਗਰੇਵਾਲ ਹੁਣਾਂ ਨੂੰ ਦੇਖਿਆ, ਸੁਣਿਆ।
ਸੋ ਅਸੀਂ ਧੰਨਵਾਦ ਕਰਦੇ ਹਾਂ ਹਰ ਇੱਕ ਉਸ ਸ਼ਖਸ ਦਾ, ਨਾ ਸਿਰਫ ਕੰਵਰ ਗਰੇਵਾਲ ਬਲਕਿ ਆਮ ਲੋਕ ਵੀ ਜਿਹੜੇ ਇਸ ਧਰਨੇ ਦੇ ਵਿੱਚ ਸ਼ਾਮਲ ਨੇ, ਅੱਜ ਇਸ ਮੋਰਚੇ ਦੇ ਵਿੱਚ ਸੰਘਰਸ਼ 'ਚ ਸ਼ਾਮਲ ਨੇ। ਉਹਨਾਂ ਦਾ ਇੱਕ ਇੱਕ ਕਦਮ ਲੇਖੇ ਲੱਗੇ। ਕਿਸਾਨਾਂ ਦੇ ਲਈ ਜਿਹੜੀ ਲੜਾਈ ਅੱਜ ਪੰਜਾਬੀਆਂ ਨੇ ਸ਼ੁਰੂ ਕੀਤੀ ਹੈ, ਉਹਦੇ 'ਚ ਜਿੱਤ ਹਾਸਲ ਹੋਵੇ, ਇਸ ਮਕਸਦ ਦੇ ਨਾਲ, ਇਸ ਸੁਪਨੇ ਦੇ ਨਾਲ ਇਹ ਲੋਕ ਪਹੁੰਚੇ ਨੇ ਤੇ ਉਮੀਦ ਕਰਦੇ ਹਾਂ ਕਿ ਇਹਨਾਂ ਦੇ ਸੁਪਨਿਆਂ ਨੂੰ ਬੂਰ ਜ਼ਰੂਰ ਪਵੇਗਾ। ਖੇਤਾਂ ਦੇ ਪੁੱਤ ਸੱਚੀ ਲੱਗਦਾ ਕਿ ਜਾਗ ਪਏ ਨੇ। ਤੁਸੀਂ ਹੁਣ ਤੱਕ ਦਾ ਸਾਰਾ ਪ੍ਰੋਗਰਾਮ ਦੇਖਿਆ, ਜੇ ਪ੍ਰੋਗਰਾਮ ਦਾ ਇੱਕ ਹਿੱਸਾ ਬਾਕੀ ਹੈ, ਉਹਦੇ ਵਿੱਚ ਬਹੁਤ ਸਾਰੀਆਂ ਹੋਰ ਵੀਡੀਓਜ਼ ਵੀ ਤੁਹਾਨੂੰ ਦਿਖਾਵਾਂਗੇ। ਤੁਹਾਨੂੰ ਹੁਣ ਤੱਕ ਦਾ ਪ੍ਰੋਗਰਾਮ ਕਿਹੋ ਜਿਹਾ ਲੱਗਾ? ਅਸੀਂ ਕੋਸ਼ਿਸ਼ ਕੀਤੀ ਕਿ ਪੰਜਾਬ ਭਰ ਦੇ ਵਿੱਚ ਆਮ ਲੋਕਾਂ ਨੇ, ਸਾਰਿਆਂ ਨੇ ਭਾਈਚਾਰਕ ਸਾਂਝ ਏਕਤਾ ਦਾ ਸੁਨੇਹਾ ਲੈ ਕੇ ਜਿਸ ਤਰੀਕੇ ਇਸ ਐਜੀਟੇਸ਼ਨ ਨੂੰ ਅੱਗੇ ਵਧਾਇਆ ਕਿ ਉਹਦਾ ਥੋੜਾ ਥੋੜਾ ਹਾਲ ਬਿਆਨ ਤੁਹਾਡੇ ਸਾਹਮਣੇ ਕਰ ਦਈਏ। ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚੋਂ ਕੋਈ ਕੰਮ ਦੀ ਗੱਲ ਹੈ, ਜੇ ਅਸੀਂ ਸੱਚੀ ਮੁੱਚੀ ਪੰਜਾਬ ਦੇ ਨੌਜਵਾਨਾਂ ਦਾ ਇੱਕ ਨਿਵੇਕਲਾ ਪੱਖ ਤੁਹਾਨੂੰ ਦਿਖਾਉਣ ਦੇ ਵਿੱਚ ਕਾਮਯਾਬ ਰਹੇ ਹਾਂ, ਇਸ ਪ੍ਰੋਗਰਾਮ ਨੂੰ ਤੁਸੀਂ ਅੱਗੇ ਤੋਰ ਸਕਦੇ ਹੋ। ਜੇ ਪ੍ਰੋਗਰਾਮ ਦੇ ਨਾਲ ਅਸਹਿਮਤੀ ਹੈ ਤਾਂ ਟਿੱਪਣੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਕਿਸੇ ਤਰ੍ਹਾਂ ਦੇ ਸੁਧਾਰ ਦੀ ਲੋੜ ਹੈ ਤਾਂ ਤੁਸੀਂ ਦੱਸ ਸਕਦੇ ਹੋ। ਅਜੇ ਅਸੀਂ ਡਾਕਟਰਾਂ ਦੇ ਨਾਲ ਤੁਹਾਨੂੰ ਮਿਲਾਉਣਾ ਹੈ, ਡਾਕਟਰ ਵੀ ਸਾਹਮਣੇ ਆਏ ਸੀ, ਪਰ ਇੱਕ ਸੁਨੇਹਾ ਜਿਹੜਾ ਉਹ ਦੇਣਾ ਤੁਹਾਨੂੰ ਜ਼ਰੂਰ ਹੈ। ਵਿਆਹ ਦੇ ਵਿੱਚ ਜਾਈਏ, ਕੱਪੜੇ ਸਾਡੇ ਸੋਹਣੇ ਪਾਏ ਹੋਣ, ਅਸੀਂ ਸੋਹਣੇ ਲੱਗੀਏ, ਉਹ ਚੰਗਾ ਜਾਂ ਸਾਰੇ ਹੀ ਚੰਗੇ ਲੱਗਣ? ਭੰਗੜਾ ਗਿੱਧਾ ਮੇਰਾ ਵਧੀਆ ਹੋਵੇ ਜਾਂ ਸਾਰੇ ਹੀ ਰਲ ਮਿਲ ਕੇ ਖੁਸ਼ੀਆਂ ਮਨਾਉਣ, ਉਹ ਸੋਹਣਾ ਲੱਗੇ? ਅੱਜ ਸਾਨੂੰ ਆਪਣੀ ਆਦਤ ਦੇ ਵਿੱਚ ਇੱਕ ਸੁਧਾਰ ਕਰਨਾ ਹੋਏਗਾ। ਹੁਣ ਲੀਡਰ ਪੰਜਾਬ ਦੇ ਸਾਡੇ ਹੀ ਨੇ, ਸਾਡੇ ਵਿੱਚੋਂ ਨੇ, ਕਲਾਕਾਰ ਪੰਜਾਬ ਦੇ ਸਾਡੇ ਨੇ, ਸਾਡੇ ਵਿੱਚੋਂ ਨੇ। ਜੇ ਕਿਸੇ ਨੇ ਦੁਕਾਨ ਖੋਲੀ ਆ ਤਾਂ ਉਹ ਸਾਡੇ ਨੇ, ਸਾਡੇ ਵਿੱਚੋਂ ਨੇ। ਉਹਨਾਂ ਨੇ ਇਦਾਂ ਕਿਉਂ ਕੀਤਾ? ਉਹਨਾਂ ਦੀ ਮਾਨਸਿਕਤਾ ਨੂੰ ਸਮਝ ਕੇ ਅੱਗੇ ਵਧਣ ਦੀ ਲੋੜ ਹੈ। ਕਿਤੇ ਉਹੀ ਗੱਲ ਨਾ ਹੋਵੇ ਪੰਜਾਬ ਵਾਲੇ ਜੰਗ ਲੜਦੇ ਆ, ਬਿਲਕੁਲ ਭਾਰਤ ਦੀ ਹਾਕੀ ਟੀਮ ਵਾਂਗੂ ਹੁੰਦੇ ਆ, ਅਸੀਂ ਬਹੁਤ ਵਧੀਆ ਇੱਕ ਦੂਜੇ ਨੂੰ ਪਾਸ ਦਿੰਨੇ ਆ, ਗੇਂਦ ਅੱਗੇ ਲੈ ਕੇ ਜਾਂਦੇ ਆ, ਥੱਕਦੇ ਨਹੀਂ, ਪਰ ਐਨ ਜਦੋਂ ਗੋਲ ਕਰਨ ਦਾ ਮੌਕਾ ਆਉਂਦਾ ਅਗਲੇ ਦੀ ਡੀ ਦੇ ਵਿੱਚ ਜਾ ਕੇ ਖੁੰਝ ਜਾਂਦੇ ਆ। ਇਹ ਮਾਹੌਲ ਇਦਾਂ ਦਾ, ਡੀ ਦੇ ਵਿੱਚ ਜਾ ਕੇ ਫੱਟਾ ਖੜਕਾਉਣੋਂ ਨਾ ਖੁੰਝ ਜੀਏ, ਕਿਤੇ ਆਖਰੀ ਮੌਕੇ ਤੇ ਜਾ ਕੇ ਪਿੱਛੇ ਮੁੜ ਕੇ ਨਾ ਦੇਖ ਲਈਏ ਕਿ ਦੌੜਾਕ ਕਿੱਥੇ ਆਉਂਦਾ ਹੈ। ਇਸ ਲਈ ਇਹ ਲੜਾਈ ਇੱਥੋਂ ਲੜਨ ਵਾਲੀ ਹੈ। ਕਿਸੇ ਨੂੰ ਮੰਦਾ ਬੋਲ ਕੇ, ਕਿਸੇ ਨੂੰ ਘੇਰ ਕੇ, ਕਿਸੇ ਨੂੰ ਭਜਾ ਕੇ, ਕਿਸੇ ਨੂੰ ਦੜਾ ਕੇ, ਕਿਸੇ ਨਾਲ ਮੰਦਾ ਬੋਲ ਕੇ, ਕਿਸੇ ਦੀ ਧੱਕੇ ਨਾਲ ਦੁਕਾਨ ਬੰਦ ਕਰਾ ਕੇ ਸੰਘਰਸ਼ ਜਿੱਤਿਆ ਨਹੀਂ ਜਾਣਾ, ਕਿਉਂਕਿ ਚੁਣੌਤੀਆਂ ਬਹੁਤ ਨੇ। ਅੱਜ ਸਿਰ ਜੋੜਨ ਦੀ ਲੋੜ ਹੈ। ਬਹੁਤ ਕੁਝ ਅਸੀਂ ਪਿਛਲੇ ਸਮੇਂ 'ਚ ਕੀਤਾ, ਇੱਕ ਦੂਜੇ ਨਾਲ ਲੜਾਈਆਂ ਕੀਤੀਆਂ, ਵੱਟ ਬੰਨੇ ਦੀਆਂ, ਦੁਕਾਨਾਂ ਦੇ ਕੰਧਾਂ ਦੀਆਂ, ਕੂੜਾ ਕਿਹਨੇ ਮੋਹਰੇ ਸੁੱਟਤਾ, ਕਿਹਨੇ ਪਿੱਛੇ ਸੁੱਟਤਾ, ਮੈਂ ਫਲਾਣੇ ਡੇਰੇ ਜਾਣਾ, ਤੂੰ ਉਧਰ ਕਿਉਂ ਜਾਣਾ, ਅਸੀਂ ਲੜੇ, ਅਸੀਂ ਚੌਂਕਾਂ ਦੇ ਨਾਂ ਬਦਲਾਉਣ ਦੇ ਲਈ ਲੜੇ। ਪਰ ਨਹੀਂ, ਹੁਣ ਪੰਜਾਬ ਨੂੰ ਬਚਾਉਣ ਦਾ ਵੇਲਾ ਹੈ। ਉਹ ਛੋਟੀਆਂ ਛੋਟੀਆਂ ਗੱਲਾਂ ਛੱਡ ਕੇ ਅਗਲੇ ਪਾਸੇ ਨੂੰ ਵਧੀਏ। ਪੰਜਾਬ ਬੰਦ ਦਾ ਸੱਦਾ ਸਿਰਫ ਇੱਕ ਦਿਨ ਦਾ ਸੀ, ਭਲਕੇ ਸਵੇਰੇ ਜਦੋਂ ਤੁਸੀਂ ਉੱਠਣਾ ਪੰਜਾਬ ਬੰਦ ਦਾ ਕੋਈ ਸੱਦਾ ਨਹੀਂ ਹੈ। ਟ੍ਰੇਨਾਂ ਚੱਲਣੀਆਂ ਕਿ ਨਹੀਂ ਚੱਲਣੀਆਂ, ਇਹ ਰੇਲਵੇ ਡਿਪਾਰਟਮੈਂਟ ਨੇ ਫੈਸਲਾ ਕਰਨਾ ਹੈ, ਕਿਹੜੀਆਂ ਚੱਲਣੀਆਂ, ਕਿੰਨੀਆਂ ਚੱਲਣੀਆਂ। ਕਿਸਾਨਾਂ ਨੇ 1 ਅਕਤੂਬਰ ਤੋਂ ਰੇਲਾਂ ਅਣਮਿੱਥੇ ਸਮੇਂ ਲਈ ਰੋਕਣ ਦਾ ਸੱਦਾ ਦਿੱਤਾ ਹੈ। ਕੁਝ ਹੋਰ ਤਰੀਕਾਂ ਵੀ ਸਾਡੇ ਸਾਹਮਣੇ ਆ ਰਹੀਆਂ ਸੀ, ਪਰ ਅਥੈਂਟਿਕ ਜਾਣਕਾਰੀ ਜਿੱਦਾਂ ਜਿੱਦਾਂ ਮਿਲੂਗੀ ਅਸੀਂ ਤੁਹਾਨੂੰ ਦੇਵਾਂਗੇ। ਨੌਜਵਾਨ ਸ਼ਕਤੀ ਤੁਸੀਂ ਦੇਖੀ, ਅੱਗੇ ਇਹਨਾਂ ਦਾ ਜ਼ਿਕਰ ਨਹੀਂ ਸੀ ਆਉਂਦਾ, ਅੱਗੇ ਗੰਡਾਸਿਆਂ ਤੇ ਰੋਟੀ ਖਾਣ ਵਾਲਿਆਂ ਦਾ ਜ਼ਿਕਰ ਆਉਂਦਾ ਸੀ। ਅੱਜ ਤੱਕ ਤੁਸੀਂ ਕੀ ਦੇਖਿਆ ਸੀ ਕਿ ਜੀ ਇਹ ਤਾਂ ਟੋਚਨ ਮੁਕਾਬਲੇ ਕਰਾਉਂਦੇ ਆ, ਇਹ ਤਾਂ ਵੱਡੀਆਂ ਗੱਡੀਆਂ ਲੈਂਦੇ ਆ, ਇਹ ਤਾਂ ਵੱਡੀਆਂ ਕੋਠੀਆਂ ਪਾ ਕੇ ਕਰਜ਼ੇ ਲੈ ਕੇ ਫਿਰ ਫਾਹੇ ਲੈਂਦੇ ਆ। ਪਰ ਅੱਜ ਆਪਾਂ ਦੇਖਿਆ ਕਿ ਖੇਤਾਂ ਦਾ ਪੁੱਤ ਜਾਗ ਪਿਆ ਤੇ ਨਾਲ ਤੁਸੀਂ ਸਾਰੇ ਜਾਗੇ ਹੋ। ਖੇਤਾਂ ਦੇ ਵਿੱਚ ਫਸਲ ਨਹੀਂ ਬੀਜੇ ਸਾਡੇ ਭਾਗ ਪਏ ਨੇ, ਖੇਤਾਂ ਦੇ ਪੁੱਤ ਜਾਗ ਪਏ ਨੇ। ਇਹ ਸੱਚੀ ਮੁੱਚੀ ਪੰਜਾਬ ਦੀਆਂ ਖੇਤਾਂ 'ਚ ਜੇ ਕਿਸੇ ਨੂੰ ਲੱਗਦਾ ਹੈ, ਜੇ ਕਿਸੇ ਨੂੰ ਵਹਿਮ ਹੈ, ਜੇ ਕਿਸੇ ਨੂੰ ਭੁਲੇਖਾ ਹੈ ਕਿ ਉੱਥੇ ਕਣਕ ਬੀਜੀ ਜਾਂਦੀ ਹੈ, ਝੋਨਾ ਬੀਜਿਆ ਜਾਂਦਾ, ਨਰਮਾ ਬੀਜਿਆ ਜਾਂਦਾ, ਆਲੂ ਬੀਜੇ ਜਾਂਦੇ, ਟਮਾਟਰ ਬੀਜੇ ਜਾਂਦੇ, ਨਹੀਂ, ਉੱਥੇ ਪੰਜਾਬ ਦੇ ਲੋਕਾਂ ਦੇ ਭਾਗ ਬੀਜੇ ਜਾਂਦੇ ਆ, ਉੱਥੇ ਪੰਜਾਬ ਦੇ ਲੋਕਾਂ ਦਾ ਭਵਿੱਖ ਬੀਜਿਆ ਜਾਂਦਾ ਹੈ। ਤੇ ਜੇ ਉਹ ਫਸਲਾਂ ਰੁਲਣਗੀਆਂ, ਜੇ ਉਹ ਫਸਲਾਂ ਨਹੀਂ ਚੁੱਕੀਆਂ ਜਾਣਗੀਆਂ ਤਾਂ ਔਖਾ ਹੋ ਜੂ। ਅਸੀਂ ਪਹਿਲਾਂ ਵੀ ਸੌਖੇ ਨਹੀਂ ਸੀ, ਆਲੂ ਸਾਨੂੰ ਸੁੱਟਣੇ ਪੈਂਦੇ, ਟਮਾਟਰ ਦਾ ਮੁੱਲ ਸਾਡੇ ਦਾ ਨਹੀਂ ਲੱਗਦਾ, ਕਿੰਨੂ ਸਾਡਾ ਰੁਲ ਜਾਂਦਾ। ਇੱਥੇ ਵਪਾਰੀ ਕਿਹੜਾ ਫਾਹੇ ਨਹੀਂ ਲੈਂਦਾ, ਵਪਾਰੀ ਦਾ ਵੀ ਨੁਕਸਾਨ ਹੋ ਜਾਂਦਾ। ਸਥਿਰਤਾ ਕਿਉਂ ਨਹੀਂ ਹੈ, ਕਿਉਂ ਨਹੀਂ ਸਾਨੂੰ ਯਕੀਨ ਤੇ ਸਾਨੂੰ ਭਰੋਸਾ? ਆ ਹੁਣੇ ਅਮਰੀਕਾ ਤੋਂ 74 ਬੰਦੇ ਡਿਪੋਰਟ ਕਰਕੇ ਪੰਜਾਬ ਵਾਪਸ ਭੇਜਿਆ, ਕੁਝ ਮਹੀਨਿਆਂ ਦੇ ਵਿੱਚ 5ਵੀਂ ਫਲਾਈਟ ਹੈ। ਕਿਉਂ ਜਾਂਦੇ ਨੇ ਬਾਰਡਰ ਟੱਪ ਕੇ ਮੁੰਡੇ ਬਾਹਰ ਬਈ? 3 ਉਹਦੇ ਵਿੱਚ ਮੁਟਿਆਰਾਂ, ਕਮਾਲ। ਇਹ ਸਾਡੀ ਸਥਿਤੀ ਕਿਹਨੇ ਕਰ ਦਿੱਤੀ ਬਈ? ਇਹ ਸਾਰਾ ਕੁਝ ਸੋਚ ਕੇ ਸਮਝ ਕੇ ਦੇਖੋ, ਕਾਹਲੀ ਨਾ ਕਰਿਓ, ਅਣਗਹਿਲੀ ਨਾ ਕਰਿਓ, ਕਿਸੇ ਦੇ ਗਲ ਨਾ ਪਿਓ। ਇਹ ਸੰਘਰਸ਼ ਸ਼ਾਂਤਮਈ ਤਰੀਕੇ ਦੇ ਨਾਲ ਚਲਾਉਣਾ ਹੈ, ਕੇਵਲ ਮੁਰਦਾਬਾਦ ਕਰਨ ਦੇ ਨਾਲ ਗੱਲ ਅੱਗੇ ਨਹੀਂ ਬਣਨੀ। ਆਖਰੀ ਗੱਲ ਟੇਬਲ ਟਾਕ ਤੇ ਹੋਣੀ ਹੈ, ਮੈਂ ਫੇਰ ਕਹਿਣਾ। ਤੇ ਟੇਬਲ ਟਾਕ ਕਿਹਨੇ ਕਰਨੀ ਹੈ? ਕਿ ਉਹਨੂੰ ਸਾਰੇ ਤੱਥ ਪਤਾ ਹੈ, ਕਿ ਉਹਨੂੰ ਸਾਰੇ ਕਾਨੂੰਨ ਪਤਾ ਹੈ। ਅਸੀਂ ਸਾਰੇ ਸਮਝੀਏ, ਇਸ ਗੱਲ ਦੀ ਉਮੀਦ ਕਰਦੇ ਹਾਂ। ਕਾਲੂ ਸਾਹਿਬ,
ਕੁਝ ਡਾਕਟਰ ਵੀ ਨਾਲ ਜੁੜੇ ਸੀ। ਨਵਜੀਤ ਹੋਰਾਂ ਦੀ ਰਿਪੋਰਟ ਹੈ ਜਲੰਧਰ ਤੋਂ, ਕਿਉਂਕਿ ਮੈਂ ਇਹ ਚਾਹੁੰਦਾ ਸੀ ਕਿ ਥੋੜਾ ਪੱਖ ਆਪਾਂ ਦਿਖਾ ਦਈਏ ਕਿ ਭਾਈ ਇਕੱਲੇ ਕਿਸਾਨ ਤੇ ਮਜ਼ਦੂਰ ਤੇ ਵਿਦਿਆਰਥੀ ਨਹੀਂ, ਪੜ੍ਹੇ ਲਿਖੇ ਹੋਰ ਵੀ ਨਾਲ ਜੁੜੇ ਸੀ। ਜੀ ਬਿਲਕੁਲ ਬਾਟ ਸਾਹਿਬ, ਆਪਾਂ ਨਵਜੀਤ ਹੋਰਾਂ ਦੀ ਰਿਪੋਰਟ ਦੇਖਦੇ ਹਾਂ ਕਿਵੇਂ ਡਾਕਟਰ, ਐਡਵੋਕੇਟ, ਪੜ੍ਹਿਆ ਲਿਖਿਆ ਵਰਗ ਸਾਡਾ ਪੰਜਾਬ ਦਾ ਕੀ ਸੋਚਦਾ ਕਿਸਾਨਾਂ ਦੇ ਪ੍ਰਤੀ, ਕਿਵੇਂ ਨਿਤਰੇ ਨੇ ਮੈਦਾਨ 'ਚ। ਪਹਿਲਾਂ ਨਵਜੀਤ ਦੀ ਰਿਪੋਰਟ, ਫਿਰ ਟਿੱਪਣੀ। ਆਰਡੀਨੈਂਸ ਦੇ ਮੁੱਦੇ ਤੇ ਸਿਰਫ ਕਿਸਾਨਾਂ ਵਿੱਚ ਹੀ ਰੋਸ ਨਹੀਂ, ਆਮ ਲੋਕਾਂ ਵਿੱਚ ਵੀ ਹੈ। ਬਹੁਤ ਸਾਰੇ ਕਿੱਤਾ ਮੁਖੀ ਲੋਕ ਨੇ ਜਿਹੜੇ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਨੇ, ਵੱਖ-ਵੱਖ ਕਿੱਤੇ ਨਾਲ ਸੰਬੰਧਿਤ ਨੇ, ਡਾਕਟਰੀ ਨਾਲ ਸੰਬੰਧਿਤ ਨੇ, ਵਕੀਲ ਨੇ, ਉਹ ਵੀ ਇੱਥੇ ਪਹੁੰਚੇ ਹੋਏ ਨੇ। ਮੇਰੇ ਨਾਲ ਨੇ ਇਸ ਵਕਤ ਡਾਕਟਰ ਔਲਖ ਜੋ ਕਿਸਾਨਾਂ ਦੇ ਹੱਕ ਵਿੱਚ ਨਿਤਰੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਪ੍ਰਾਈਮ ਮਿਨਿਸਟਰ ਟੀਵੀ ਤੇ ਬਹੁਤ-ਬਹੁਤ ਸਵਾਗਤ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਸਰ। ਮੈਂ ਇੱਥੇ ਕਿਸਾਨ ਭਰਾਵਾਂ ਦੇ ਨਾਲ ਇਕੱਠਾ ਇਸ ਕਰਕੇ ਹੋਇਆ ਕਿ ਮੈਂ ਕਿਸਾਨ ਪਰਿਵਾਰ ਤੋਂ ਉੱਠਿਆ ਹੋਇਆ ਡਾਕਟਰ ਹਾਂ। ਅੱਜ ਦਾ ਕਿਸਾਨ ਜਿਹੜੀ ਖੇਤੀ ਕਰ ਰਿਹਾ ਉਹ ਕਿਸੇ ਮਜਬੂਰੀ ਜਾਂ ਅਨਪੜ੍ਹਤਾ ਦੇ ਕਾਰਨ ਨਹੀਂ ਕਰ ਰਿਹਾ। ਸਾਡੇ ਵਿੱਚੋਂ ਬਹੁਤ ਸਾਰੇ ਜਿਹੜੇ ਕਿਸਾਨਾਂ ਦੇ ਪੁੱਤ ਨੇ, ਕੁਝ ਡਾਕਟਰ ਨੇ, ਵਕੀਲ ਨੇ ਜਾਂ ਉੱਚੇ ਅਹੁਦਿਆਂ ਦੇ ਮਾਲਕ ਵੀ ਨੇ। ਸੋ ਕਿਸਾਨੀ ਜਿਹੜੀ ਆ ਇਹ ਕਿਸੇ ਵੀ ਕਿਸਾਨ ਦਾ ਧੰਦਾ ਨਹੀਂ ਆ। ਖੇਤੀ ਸਾਡਾ ਧੰਦਾ ਨਹੀਂ ਆ, ਖੇਤੀ ਸਾਡੀ ਮਾਂ ਆ, ਜ਼ਮੀਨ ਸਾਡੀ ਮਾਂ ਆ। ਤੇ ਜਿਵੇਂ ਬੰਦਾ ਕਿਸੇ ਵੀ ਮੁਕਾਮ ਤੇ ਪਹੁੰਚ ਜਾਵੇ ਤੇ ਆਪਣੀ ਮਾਂ ਨੂੰ ਨਹੀਂ ਪਿੱਛੇ ਛੱਡਦਾ ਜਾਂ ਭੁੱਲਦਾ ਨਹੀਂ ਆ, ਉਸੇ ਤਰ੍ਹਾਂ ਪੰਜਾਬ ਦਾ ਕਿਸਾਨ ਕਿਸੇ ਵੀ ਮੁਕਾਮ ਤੇ ਕਿਸੇ ਵੀ ਮੁਲਕ 'ਚ ਪਹੁੰਚ ਜੇ ਹਮੇਸ਼ਾ ਜ਼ਮੀਨ ਨਾਲ ਜੁੜਿਆ ਹੁੰਦਾ। ਤੇ ਸਰਕਾਰ ਜਿਸ ਤਰੀਕੇ ਨਾਲ ਸਾਡੇ ਕਿਸਾਨਾਂ ਕੋਲੋਂ, ਪੰਜਾਬੀ ਕਿਸਾਨਾਂ ਕੋਲੋਂ ਉਹਨਾਂ ਦੀ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਸਾਨੂੰ ਇਸ ਤਰ੍ਹਾਂ ਦੇ, ਜਿਸ ਤਰ੍ਹਾਂ ਦਾ ਪੰਜਾਬੀ ਕਿਸਾਨ ਆ, ਇਸ ਤਰ੍ਹਾਂ ਦੇ ਕਿਸਾਨ ਸਾਨੂੰ ਇਸ ਤਰ੍ਹਾਂ ਧਰਤੀ ਨੂੰ ਪਿਆਰ ਕਰਨ ਵਾਲੇ ਕਿਸਾਨ ਯੂਰਪ ਜਾਂ ਹੋਰ ਦੇਸ਼ਾਂ 'ਚ ਨਹੀਂ ਆ। ਸੋ ਸਾਡੀ ਮੰਗ ਇਹ ਆ ਕਿ ਸਾਨੂੰ ਦੂਜੇ ਮੁਲਕਾਂ ਦੇ ਕਿਸਾਨਾਂ ਨਾਲ ਕੰਪੇਅਰ ਨਾ ਕੀਤਾ ਜਾਵੇ, ਸਾਡੀ ਤੁਲਨਾ ਨਾ ਕੀਤੀ ਜਾਵੇ ਕਿਸੇ ਨਾਲ। ਸਾਡੀ ਆਪਣੀ ਇੱਕ ਵਿਲੱਖਣ ਪਛਾਣ ਆ। ਪੰਜਾਬ ਦਾ ਕਿਸਾਨ ਦੇਸ਼ ਭਗਤ, ਮਿਹਨਤੀ, ਧਰਮੀ ਕਰਮੀ ਇਨਸਾਨ ਆ ਤੇ ਖੇਤੀ ਸਾਨੂੰ ਵਿਰਾਸਤ 'ਚ ਮਿਲੀ ਆ। ਖੇਤੀ ਸਾਨੂੰ ਬਾਬੇ ਨਾਨਕ ਨੇ ਦਿੱਤੀ ਆ। ਇਹ ਕੋਈ ਅਸੀਂ ਅਪਣਾਇਆ ਹੋਇਆ, ਸਾਡਾ ਇਕੱਲਾ ਕਰਮ ਨਹੀਂ ਆ, ਸਾਡਾ ਧਰਮ ਵੀ ਹੈ। ਸੋ ਖੇਤੀ ਸਾਡੇ ਬਾਬੇ ਨਾਨਕ ਨੇ ਸਾਨੂੰ ਵਿਰਾਸਤ 'ਚ ਦਿੱਤੀ ਹੈ। ਤੇ ਜੇ ਸਾਡੇ ਤੋਂ ਸਾਡੀ ਜ਼ਮੀਨ ਲੈਣ ਦੀ ਜਾਂ ਇਸ ਤਰੀਕੇ ਨਾਲ ਕੋਸ਼ਿਸ਼ ਕਰਨਗੇ ਤੇ ਫਿਰ ਅਸੀਂ ਕਲਗੀਧਰ ਦੀ ਤਲਵਾਰ ਵੀ ਹਾਂ। ਤਾਂ ਮੈਂ ਆਪਣੇ ਕਿਸਾਨ ਭਾਈਆਂ ਲਈ ਇਹ ਗੱਲ ਕਹਿਣਾ ਚਾਹੁੰਦਾ, ਇਸ ਤੁਕਾਂਤ ਨਾਲ ਮੈਂ ਇਸ ਗੱਲ ਦਾ ਮਤਲਬ ਕਨਕਲੂਡ ਕਰਨਾ ਚਾਹੁੰਦਾ। ਇਹ ਖੇਤ ਨੇ ਬਾਬੇ ਨਾਨਕ ਦੇ, ਇਹ ਧਰਤੀ ਹੈ ਸੰਤ ਸਿਪਾਹੀਆਂ ਦੀ, ਇੱਥੇ ਲਹੂ ਨਾ ਪੂਰਨੇ ਪੈਂਦੇ ਨੇ, ਸਾਡੀ ਕਲਮ ਨੂੰ ਲੋੜ ਨਾ ਸ਼ਾਹੀਆਂ ਦੀ, ਸਿਰ ਹੱਥ ਰੱਖ ਲੜਨਾ ਜਾਣਦੇ ਹਾਂ, ਸਾਨੂੰ ਲੋੜ ਨਹੀਂ ਸਿਖਲਾਈਆਂ ਦੀ, ਸੋਚ ਕੇ ਹੱਥ ਪਾਇਓ ਅਸਲੀ ਸ਼ੇਰਾਂ ਨੂੰ, ਜੁਰਤ ਦੇ ਅੱਗੇ ਫਿਰ ਜੁਗਤ ਨਹੀਂ ਚੱਲਣੀ, ਗੱਲ ਮੁੱਕ। ਅੱਜ ਅਸੀਂ ਪ੍ਰਾਈਮ ਏਸ਼ੀਆ ਟੀਵੀ ਵੱਲੋਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਪੰਜਾਬ ਭਰ 'ਚ ਹੋਈਆਂ ਅੱਜ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ। ਜਲੰਧਰ ਤੋਂ ਲੈ ਕੇ ਚੰਡੀਗੜ੍ਹ, ਵੱਖ-ਵੱਖ ਪੰਜਾਬ ਦੇ ਜ਼ਿਲ੍ਹੇ ਜਿੱਥੇ ਵੀ ਸਾਡੇ ਪ੍ਰਤੀਨਿਧ ਅੱਜ ਪਹੁੰਚੇ, ਉਹਨਾਂ ਨੇ ਸਿੰਗਰਾਂ ਨਾਲ, ਹੋਰਾਂ ਨਾਲ ਗੱਲਬਾਤ ਕੀਤੀ, ਨਾਲ ਦੀ ਨਾਲ ਹੀ ਆਮ ਨੌਜਵਾਨਾਂ ਨਾਲ ਗੱਲਬਾਤ ਕੀਤੀ। ਪ੍ਰੋਗਰਾਮ ਆਪਣੇ ਅਖੀਰਲਿਆਂ ਮਿੰਟਾਂ 'ਚ ਆ। ਹੁਣ ਪ੍ਰੋਗਰਾਮ ਅੱਜ ਦਾ ਇੱਥੇ ਸਮਾਪਤ ਕਰਨਾ, ਪਰ ਜਾਂਦੇ ਜਾਂਦੇ ਇੱਕ ਸੁਨੇਹਾ ਬਾਟ ਸਾਹਿਬ ਵੱਲੋਂ ਸਾਰੇ ਪੰਜਾਬੀਆਂ ਨੂੰ ਵੀ ਦਿਵਾਵਾਂਗੇ। ਬਾਟ ਸਾਹਿਬ, ਅੱਜ ਸਾਰਾ ਕੁਝ ਜੋ ਹੋਇਆ ਅੱਜ ਤੇ ਹੋ ਗਿਆ, ਅੱਜ ਲਈ ਚਾਹੁੰਦਾ ਜਾਂਦੇ ਜਾਂਦੇ ਤੁਸੀਂ ਪੰਜਾਬੀਆਂ ਦਾ ਧੰਨਵਾਦ ਵੀ ਕਰੀਏ। ਆਉਣ ਵਾਲੇ ਦਿਨਾਂ 'ਚ ਪੰਜਾਬੀ ਕਿਸ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਣ ਤੇ ਕਿਵੇਂ ਪਲੈਨਿੰਗ ਕਰਕੇ ਇਸ ਸੰਘਰਸ਼ ਨੂੰ ਇੱਕ ਸਫਲ ਸੰਘਰਸ਼ ਬਣਾਈਏ, ਤਾਂ ਜੋ ਵਾਕਈ ਸਾਨੂੰ ਆਉਣ ਵਾਲੇ ਸਮੇਂ 'ਚ ਰਿਜ਼ਲਟ ਮਿਲ ਸਕਣ, ਇਹਦੇ ਸਿੱਟੇ ਨਿਕਲ ਕੇ ਆਉਣ। ਬਿਲਕੁਲ, ਦੇਖੋ ਕਾਲੂ ਸਾਹਿਬ, ਇੱਕ ਗੱਲ ਤਾਂ ਬੜੀ ਇੰਪੋਰਟੈਂਟ ਹੈ ਕਿ ਇਹ ਸੰਘਰਸ਼ ਦਾ ਇੱਕ ਪੜਾਅ ਸੀ ਜੀ। ਅੱਗੇ ਸੰਘਰਸ਼ ਹੋਣਾ ਬਹੁਤ ਯੋਜਨਾਬੱਧ ਢੰਗ ਦੇ ਨਾਲ ਹੋਵੇ। ਪਹਿਲੀ ਗੱਲ ਕਿ ਅਸੀਂ ਆਪਣੀ ਏਕਤਾ ਬਰਕਰਾਰ ਰੱਖਣੀ ਹੈ। ਇਹ ਬਹੁਤ ਲੰਬੇ ਸਮੇਂ ਬਾਅਦ ਹੋਇਆ। ਹੋ ਸਕਦਾ ਕੋਈ ਬੰਦਾ ਇਹਨੂੰ ਲੈਂਦਾ ਹੋਵੇ, ਨਹੀਂ ਜਾਂ ਰੈਲੀਆਂ ਤਾਂ ਹੁੰਦੀਆਂ, ਬੰਦ ਤਾਂ ਹੋ ਜਾਂਦਾ ਨਾ। ਇਹ ਬੰਦ ਉਹ ਨਹੀਂ ਹੈ, ਇਹ ਰੈਲੀਆਂ ਉਹ ਨਹੀਂ ਹੈਗੀਆਂ। ਇੱਥੇ ਪੰਜਾਬ ਦੇ ਜਾਗਣ ਦਾ ਵੇਲਾ ਐਂ ਲੱਗਦਾ ਕਿ ਬੜੀ ਦੇਰ ਬਾਅਦ ਨੀਂਦ ਦੇ ਵਿੱਚੋਂ ਜਾਗਿਆ। ਆਹ ਜਿਹੜੇ ਵਿਦਿਆਰਥੀ ਨੇ, ਤੁਸੀਂ ਟਿੱਪਣੀ ਲਿਖ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਭਾਈ ਸੱਚੀ ਇਦਾਂ ਦੇ ਵਿਦਿਆਰਥੀ ਵੀ ਪੰਜਾਬ 'ਚ ਹੈਗੇ ਆ, ਸੱਚੀ ਇਦਾਂ ਦੀ ਗੱਲ ਕਰਨ ਵਾਲੇ ਬੰਦੇ ਵੀ ਹੈਗੇ ਆ। ਡਾਕਟਰ ਕਿਸਾਨਾਂ ਲਈ ਆ ਰਹੇ ਨੇ, ਕਦੇ ਕਿਸੇ ਸੋਚਿਆ ਸੀ? ਦੁਕਾਨਦਾਰ ਆ ਰਹੇ ਨੇ, ਕਦੇ ਕਿਸੇ ਸੋਚਿਆ ਸੀ? ਅਸੀਂ ਹਿੰਦੂ, ਸਿੱਖ, ਮੁਸਲਮ, ਬੋਧੀ, ਈਸਾਈ, ਜੈਨੀ ਸਾਰੇ ਆ, ਪਰ ਅਸੀਂ ਪੰਜਾਬੀ, ਅਸੀਂ ਇਨਸਾਨ ਆ। ਅਸੀਂ ਪਿੰਡ 'ਚ ਰਹਿਣ ਵਾਲੇ ਆ, ਭਾਵੇਂ ਅਮੀਰ ਆ, ਭਾਵੇਂ ਗਰੀਬ ਆ, ਭਾਵੇਂ ਖੇਤੀ ਵਾਲੇ ਆ, ਭਾਵੇਂ ਦੂਸਰੇ ਆ। ਅੱਜ ਅਸੀਂ ਇੱਕ ਆ, ਅਸੀਂ ਉਹ ਇੱਕ ਰਹਿਣਾ। ਕੌਣ ਕਿਹੜੇ ਡੇਰੇ ਜਾਂਦਾ, ਕੌਣ ਕਿਹੜੇ ਧਰਮ ਨੂੰ ਮੰਨਦਾ, ਕੌਣ ਕਿਹੜੇ ਗੁਰਦੁਆਰੇ ਜਾਂਦਾ, ਕੌਣ ਕਿਹੜੇ ਮੰਦਿਰ ਜਾਂਦਾ, ਉਹ ਇੱਕ ਵੱਖਰਾ ਇਸ਼ੂ ਆ। ਹਰ ਇੱਕ ਦੀ ਉਹ ਆਪਣੀ ਨਿੱਜੀ ਚਾਹਤ ਹੈ ਕਿ ਉਹਨੇ ਕਿੱਧਰਲੇ ਪਾਸੇ ਜਾਣਾ। ਪਰ ਆਹ ਗੱਲ ਸਭ ਤੋਂ ਪਹਿਲੀ ਹੈ, ਹੁਣ ਸੰਘਰਸ਼ਾਂ ਨੂੰ ਮੋੜਾ ਦੇਣ ਦਾ ਵੇਲਾ ਹੈ। ਮੈਂ ਫੇਰ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੀਡਰਾਂ ਵੀ ਤੁਹਾਡੇ ਕੋਲੇ ਆਉਣਾ, ਸਾਰੇ ਆਉਣਾ। ਇੱਕ ਤਾਂ ਕਿਸਾਨ ਜਥੇਬੰਦੀਆਂ ਏਕਤਾ ਬਰਕਰਾਰ ਰੱਖਣ, ਮਜ਼ਦੂਰ ਕਿਸਾਨ ਦੀ ਏਕਤਾ ਬਣੀ ਰਹੇ, ਵਪਾਰੀ ਤੇ ਦੂਸਰੇ ਵਰਗਾਂ ਦੀ ਏਕਤਾ ਬਣੀ ਰਹੇ, ਤੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਅੱਖਾਂ ਖੋਲੀ, ਅਸੀਂ ਕਿਤਾਬ ਤੋਂ ਪਰੇ ਹੋ ਗਏ। ਟੇਬਲ ਟਾਕ ਦੇ ਉੱਤੇ ਗੱਲ ਨਿਬੜਨੀ ਹੈ। ਇਹ ਜੰਗ ਹਾਰੀ ਗਈ ਤਾਂ ਟੇਬਲ ਟਾਕ ਤੇ ਹਾਰਨੀ ਹੈ।
ਸਾਨੂੰ ਕਾਨੂੰਨ ਪਤਾ ਹੋਏਗਾ, ਸਾਨੂੰ ਸੰਵਿਧਾਨ ਪਤਾ ਹੋਏਗਾ, ਜੇ ਸਾਨੂੰ ਸੰਵਿਧਾਨ ਦੇ ਵਿੱਚ ਹੋਈਆਂ ਸੋਧਾਂ ਪਤਾ ਹੋਣਗੀਆਂ, ਜੇ ਸਾਨੂੰ ਪਤਾ ਹੋਏਗਾ ਕਿ ਕਿਹੜੇ ਦੇਸ਼ ਦੇ ਵਿੱਚ ਇਹ ਮਾਡਲ ਪਾਸ ਹੋਇਆ, ਕਿਹੜੇ ਦੇਸ਼ ਦੇ ਵਿੱਚ ਫੇਲ ਹੋਇਆ, ਅਸੀਂ ਫੇਰ ਗੱਲ ਕਰ ਸਕਦੇ ਹਾਂ। ਤੇ ਜੇ ਸਾਨੂੰ ਉਹ ਚੀਜ਼ਾਂ ਪਤਾ ਨਹੀਂ ਹੋਣਗੀਆਂ ਤਾਂ ਕਿਵੇਂ ਗੱਲ ਕਰਾਂਗੇ। ਪਰ ਸ਼ਾਂਤੀ ਦੇ ਨਾਲ ਪਹਿਲਾ ਦਿਨ ਜਿਹੜਾ ਇਹ ਮੁਕੰਮਲ ਹੋਇਆ ਪੰਜਾਬ ਬੰਦ ਦਾ, ਕਿਤੋਂ ਵੀ ਇੱਕ ਮਾੜੀ ਖਬਰ ਨਹੀਂ ਆਈ। ਸਿਆਸੀ ਪਾਰਟੀਆਂ ਨੇ ਜੋ ਕੁਝ ਕਰਨਾ ਸੀ ਕੀਤਾ, ਕਲਾਕਾਰਾਂ ਨੇ ਜੋ ਕੁਝ ਕਰਨਾ ਸੀ ਕੀਤਾ, ਪਰ ਤੁਸੀਂ ਧੀਰਜ ਰੱਖਿਆ, ਤੁਸੀਂ ਗੱਲਾਂ ਸੁਣੀਆਂ। ਬਾਕੀ ਅਸੀਂ ਆਪਣੇ ਵੱਲੋਂ ਯਤਨ ਕੀਤਾ, ਸਾਡੇ 'ਚ ਬਹੁਤ ਸਾਰੀਆਂ ਕਮੀਆਂ ਰਹਿ ਗਈਆਂ ਹੋਣਗੀਆਂ, ਪਰ ਅਸੀਂ ਵੀ ਚਾਹੁੰਦੇ ਹਾਂ ਕਿ ਭਾਈ ਕਦੇ ਪੰਜਾਬ ਤੋਂ ਚੰਗੀਆਂ ਖਬਰਾਂ ਆਉਣ। ਅਸੀਂ ਪੰਜਾਬ ਦੇ ਉਹਨਾਂ ਲੋਕਾਂ ਦੀ ਗੱਲ ਕਰੀਏ, ਉਹਨਾਂ ਪਿੰਡਾਂ ਦੀ ਗੱਲ ਕਰੀਏ, ਉਹਨਾਂ ਸ਼ਹਿਰਾਂ ਦੀ ਗੱਲ ਕਰੀਏ, ਉਹਨਾਂ ਕਾਰੋਬਾਰਾਂ ਦੀ ਗੱਲ ਕਰੀਏ ਜਿਹੜੇ ਦਿਨ ਰਾਤ ਅੱਗੇ ਤੋਂ ਅੱਗੇ ਤਰੱਕੀਆਂ ਕਰਨ, ਪਰ ਸਾਨੂੰ ਅਜੇ ਮੌਕਾ ਨਹੀਂ ਮਿਲਦਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਲੋਕਾਂ ਦੇ ਪੱਖ ਤੋਂ ਗੱਲਬਾਤ ਜਿਹੜੀ ਆਪਣੀ ਅਗਲੇ ਪਾਸੇ ਨੂੰ ਲੈ ਕੇ ਆਈਏ। ਆਉਣ ਵਾਲੇ ਸਮੇਂ 'ਚ, ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜਾ ਪ੍ਰਾਈਮ ਫੋਕਸ ਵੀ ਅਸੀਂ ਲੈ ਕੇ ਆਉਣਾ, ਬਾਕੀ ਪ੍ਰੋਗਰਾਮ ਵੀ ਆਉਣੇ ਆ, ਉਹਦੇ ਵਿੱਚ ਵੀ ਸਾਰੀ ਕਵਰੇਜ ਹੋਊਗੀ। ਅੱਗੋਂ ਭਵਿੱਖ ਦੇ ਵਿੱਚ ਕੀ ਹੋ ਸਕਦਾ, ਕੀ ਕਰਨਾ ਚਾਹੀਦਾ, ਸਾਰੀਆਂ ਗੱਲਾਂ ਬਾਤਾਂ ਤੁਹਾਡੇ ਸਾਹਮਣੇ ਜਿਹੜੀਆਂ ਉਹ ਲੈ ਕੇ ਆਵਾਂਗੇ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਦੱਸ ਜ਼ਰੂਰ ਦੇਣਾ ਜੀ। ਭੱਟ ਸਾਹਿਬ ਬਹੁਤ ਬਹੁਤ ਧੰਨਵਾਦ ਜੀ, ਅੱਜ ਦੇ ਇਸ ਪ੍ਰੋਗਰਾਮ ਲਈ ਹਲੂਣਾ ਦੇਣ ਲਈ, ਸਾਨੂੰ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਧੰਨਵਾਦ। ਸਾਡਾ ਅੱਜ ਦਾ ਪ੍ਰੋਗਰਾਮ ਸਾਨੂੰ ਇੱਥੇ ਸਮਾਪਤ ਕਰਨਾ ਪਊਗਾ, ਸਮਾਂ ਹੋ ਗਿਆ ਪੂਰਾ। ਪਰ ਅੱਜ ਜੋ ਕੁਝ ਵੀ ਸਾਰੇ ਪੰਜਾਬੀਆਂ ਨੇ ਸਾਥ ਦਿੱਤਾ, ਤੁਹਾਡੇ ਸਾਰਿਆਂ ਦਾ ਜਾਂਦੇ ਜਾਂਦੇ ਬਹੁਤ ਬਹੁਤ ਧੰਨਵਾਦ। ਅੱਜ ਇੱਕ ਸਕੂਨ ਵੀ ਸੀ, ਪਰ ਨਾਲ ਨਾਲ ਇੱਕ ਡਰ ਵੀ ਸੀ ਕਿ ਕਿਤੇ ਕੋਈ ਹੁੱਲੜਬਾਜੀ ਕਰਕੇ ਕਿਤੇ ਵੀ ਵਿਘਨ ਨਾ ਪਏ, ਪਰ ਸਾਰਾ ਕੁਝ ਬਹੁਤ ਵਧੀਆ ਰਿਹਾ। ਇਸ ਦੇ ਨਾਲ ਹੀ ਮੈਨੂੰ ਜੋਗਰਾਜ ਸਿੰਘ ਕਾਲੋਂ ਤੇ ਮੇਰੇ ਨਾਲ ਪਰਵੀਰ ਸਿੰਘ ਬਾਠ ਹੋਰਾਂ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।